ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਰਸ਼ਵਿੰਦਰ ਫਰੋਮ ਮਾਸਟਰ ਕਲਾਸਿਸ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਕਰਦਾ ਜੀ। ਅੱਜ ਆਪਾਂ ਜੋ ਆਪਣਾ ਟੈਸਟ ਹੋਇਆ ਅੱਜ ਦੀ ਡੇਟ 'ਚ ਹੀ ਹੋਇਆ, ਠੀਕ ਹੈ, ਵੈਨਸਡੇ 22 ਆਫ ਜੁਲਾਈ ਨੂੰ, ਅਤੇ ਉਹਦੀ ਡਿਸਕਸ਼ਨ ਕਰਨੀ ਹੈਗੀ। ਅਤੇ ਉਹਦੀ ਡਿਸਕਸ਼ਨ ਆਪਾਂ ਸ਼ੁਰੂ ਕਰਦੇ ਹਾਂ। ਅਤੇ ਪ੍ਰਿੰਸੀਪਲ ਬੈਚ ਦੇ ਲਈ ਇਹ ਟੈਸਟ ਹੋਇਆ ਸੀਗਾ, ਤਾਂ ਸ਼ੁਰੂ ਕਰਦੇ ਹਾਂ ਜੀ ਇਹਦੀ ਆਪਾਂ ਡਿਸਕਸ਼ਨ। ਸਭ ਤੋਂ ਪਹਿਲਾਂ ਫਸਟ ਕੁਐਸਚਨ, ਸਭ ਤੋਂ ਪਹਿਲਾਂ ਆਪਾਂ ਕੁਐਸਚਨ ਕਰਾਂਗੇ 50 ਡਿਸਕਸ ਦੋਜ਼ ਆਰ ਫਰੋਮ ਪੋਲੀਟੀਕਲ, ਯਾਨੀ ਕਿ ਪੋਲੀਟੀ ਕਹਿ ਲਓ ਜਾਂ ਪੋਲੀਟੀਕਲ ਸਾਇੰਸ ਕਹਿ ਲਓ, ਉਹਦੇ ਵਿੱਚੋਂ ਨੇ। ਤਾਂ ਪੋਲੀਟੀ ਦਾ ਪਹਿਲਾ ਕੁਐਸਚਨ ਹੈ, ਦ ਫਿਲੋਸਫੀਕਲ ਫਾਊਂਡੇਸ਼ਨ ਆਫ ਦ ਇੰਡੀਅਨ ਕੰਸਟੀਟਿਊਸ਼ਨ ਇਜ਼, ਠੀਕ ਹੈ। ਫਿਲੋਸਫੀਕਲ ਫਾਊਂਡੇਸ਼ਨ ਜਿਹੜੀ ਹੈਗੀ ਆ ਇੰਡੀਅਨ ਕੰਸਟੀਟਿਊਸ਼ਨ ਦੀ, ਉਹ ਕੀ ਹੈ ਇਹਨਾਂ 'ਚੋਂ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਨੇ, ਫੰਡਾਮੈਂਟਲ ਰਾਈਟਸ ਨੇ, ਫੈਡਰਲ ਸਟਰਕਚਰ ਹੈ ਜਾਂ ਪ੍ਰੀਐਂਬਲ? ਬੜਾ ਆਸਾਨ ਸਵਾਲ ਹੈ, ਉਮੀਦ ਕਰਦਾ ਕਿ ਸਾਰਿਆਂ ਦਾ ਹੀ ਠੀਕ ਹੋਇਆ ਹੋਊਗਾ। ਤਾਂ ਪ੍ਰੀਐਂਬਲ ਹੀ ਇੱਕ ਫਾਊਂਡੇਸ਼ਨ ਹੈ ਸਾਡੇ ਪੂਰੇ ਇੰਡੀਅਨ ਕੰਸਟੀਟਿਊਸ਼ਨ ਦੀ, ਕਿਉਂਕਿ ਪ੍ਰੀਐਂਬਲ ਦੇ ਵਿੱਚ ਹੀ ਸਾਰਾ ਕੁਝ ਡਿਫਾਈਨਡ ਹੈ ਕਿ ਅੱਗੇ ਸਾਡੇ ਕੀ ਹੋਊਗਾ ਪੂਰੇ ਕੰਸਟੀਟਿਊਸ਼ਨ 'ਚ ਜਾਂ ਕੀ ਨਹੀਂ ਹੋਊਗਾ। ਹੁਣ ਪ੍ਰੀਐਂਬਲ ਨੂੰ ਲੈ ਕੇ ਗੱਲ ਚੱਲੀ ਆ, ਤਾਂ ਪ੍ਰੀਐਂਬਲ ਬਾਰੇ ਸਾਨੂੰ ਬਹੁਤ ਕੁਝ ਪਤਾ ਹੋਣਾ ਚਾਹੀਦਾ, ਕਿਉਂਕਿ ਪ੍ਰੀਐਂਬਲ ਰਿਲੇਟਡ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ। ਪ੍ਰੀਐਂਬਲ ਨੂੰ ਲੈ ਕੇ ਆਪਣੇ ਪੇਪਰ 'ਚ PPSC ਕਾਫੀ ਸਵਾਲ ਪੁੱਛਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਕਿੱਥੋਂ, ਯਾਨੀ ਕਿ ਆਬਜੈਕਟਿਵ ਰੈਜ਼ੋਲਿਊਸ਼ਨ 1946 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਰੱਖਿਆ ਸੀਗਾ, ਮੂਵ ਕੀਤਾ ਸੀ ਇੱਕ ਤਰ੍ਹਾਂ ਨਾਲ ਪੂਰੀ ਸੰਸਦ ਦੇ ਵਿੱਚ, ਤਾਂ ਉਹ ਆਬਜੈਕਟਿਵ ਰੈਜ਼ੋਲਿਊਸ਼ਨ ਹੀ ਅੱਗੇ ਜਾ ਕੇ ਪ੍ਰੀਐਂਬਲ ਦਾ ਰੂਪ ਧਾਰਨ ਕਰ ਲੈਂਦਾ ਹੈ, ਠੀਕ ਹੈ। ਹੁਣ ਇਹਦੇ ਵਿੱਚ ਜਸਟਿਸ ਨੂੰ ਲੈ ਕੇ ਆਈਡੀਅਲਸ ਨੇ, ਠੀਕ ਹੈ, ਲਿਬਰਟੀ, ਇਕੁਐਲਿਟੀ ਦੀ ਗੱਲ ਕੀਤੀ ਗਈ ਹੈ। ਜੇ ਜਸਟਿਸ ਦੀ ਗੱਲ ਕਰੀਏ ਤਾਂ ਤਿੰਨ ਤਰ੍ਹਾਂ ਦੀ ਜਸਟਿਸ ਦੀ ਗੱਲ ਕੀਤੀ ਗਈ ਹੈ, ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ, ਠੀਕ ਹੈ। ਅਤੇ ਜੇ ਆਪਾਂ ਇਹ ਗੱਲ ਕਰੀਏ ਵੀ ਇਹ ਜਸਟਿਸ ਅਸੀਂ ਬੋਰੋ ਕਿੱਥੋਂ ਕੀਤਾ ਹੈ, ਇਹ ਹੋਇਆ ਕਿੱਥੋਂ ਬੋਰੋ ਕੀਤਾ ਹੋਇਆ ਜੀ? ਸੋਵੀਅਤ ਯੂਨੀਅਨ ਤੋਂ, ਠੀਕ ਹੈ, ਰਸ਼ੀਆ ਤੋਂ, ਠੀਕ ਹੈ। ਤਾਂ ਇਹ ਵੀ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ ਗੱਲ। ਅਤੇ ਦੂਸਰੀ ਗੱਲ ਕਰੀਏ ਆਪਾਂ, ਪ੍ਰੀਐਂਬਲ ਆਪਣੇ ਆਪ ਦੇ ਵਿੱਚ ਕਿੱਥੋਂ ਇੰਟਰੋਡਿਊਸ ਕਰਵਾਇਆ ਅਸੀਂ, ਪੂਰਾ ਦਾ ਪੂਰਾ ਆਈਡੀਆ ਕਿੱਥੋਂ ਚੱਕਿਆ ਹੋਇਆ? ਆਈਡੀਆ ਲਿਆ ਹੋਇਆ ਅਮਰੀਕਨ ਕੰਸਟੀਟਿਊਸ਼ਨ ਤੋਂ, ਤਾਂ ਇਹ ਵੀ ਪਤਾ ਹੋਵੇ। ਫਿਰ ਜੇ ਮੈਂ ਗੱਲ ਕਰਾਂ ਜਿਹੜਾ ਆਪਣਾ ਰਿਪਬਲਿਕ ਵਰਡ ਹੈ ਜਾਂ ਫਿਰ ਆਈਡੀਅਲਸ ਜਿਹੜੇ ਹੈਗੇ ਨੇ, ਲਿਬਰਟੀ ਹੋ ਗਿਆ, ਇਕੁਐਲਿਟੀ ਹੋ ਗਿਆ, ਫਰਟਰਨਿਟੀ ਹੋ ਗਿਆ, ਇਹ ਸਾਰੇ ਸ਼ਬਦ ਆਉਂਦੇ ਨੇ ਨਾ ਆਪਣੇ ਪ੍ਰੀਐਂਬਲ 'ਚ, ਤੁਸੀਂ ਸਾਰਾ ਪੜ੍ਹਿਆ ਹੋਊਗਾ। ਤਾਂ ਇਹ ਸਾਰੇ ਸ਼ਬਦ ਕਿੱਥੋਂ ਨੇ? ਇਹ ਫਰੈਂਚ ਰੈਵੋਲਿਊਸ਼ਨ 'ਚੋਂ ਨਿਕਲ ਕੇ ਆਏ ਹੋਏ ਨੇ। ਤਾਂ ਇਹਨਾਂ ਬਾਰੇ ਸਾਨੂੰ ਜ਼ਰੂਰ ਆਈਡੀਆ ਹੋਣਾ ਚਾਹੀਦਾ। ਅਗਲੀ ਗੱਲ, ਜਿਹੜਾ ਯਾਨੀ ਕਿ ਸੋਰਸ ਆਫ ਅਥੋਰਿਟੀ ਕੀ ਹੈ ਸਾਡੇ ਕੰਸਟੀਟਿਊਸ਼ਨ ਦੀ, ਜਾਂ ਤੁਸੀਂ ਕਹਿ ਲਓ ਕਿ ਸਾਡਾ ਕੰਸਟੀਟਿਊਸ਼ਨ ਆਪਣੀ ਪਾਵਰ ਕਿੱਥੋਂ ਡਰਾਈਵ ਕਰਦਾ ਹੈ? ਤਾਂ ਪਾਵਰ ਸਾਡਾ ਕੰਸਟੀਟਿਊਸ਼ਨ ਡਰਾਈਵ ਕਰਦਾ ਗਾ ਪੀਪਲ ਆਫ ਇੰਡੀਆ ਤੋਂ, ਕਿਉਂਕਿ ਇੱਥੋਂ ਹੀ ਤਾਂ ਸ਼ੁਰੂ ਹੁੰਦਾ ਹੈ, ਵੀ ਦਾ ਪੀਪਲ ਆਫ ਇੰਡੀਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਸ਼ੁਰੂ 'ਚ ਜਦੋਂ ਇਹਨੂੰ ਸ਼ੁਰੂ ਕਰਨ ਲਈ ਇਸ ਗੱਲ 'ਤੇ ਬੜਾ ਵਿਵਾਦ ਹੋਇਆ ਸੀਗਾ, ਕਿਉਂਕਿ ਜ਼ਿਆਦਾਤਰ ਆਪਣੇ ਧਾਰਮਿਕ ਜ਼ਿਆਦੇ ਆ ਦੇਸ਼, ਹੈ ਨਾ, ਇਹ ਕਹਿੰਦੇ ਨੇ ਵੀ ਪਹਿਲਾਂ ਰੱਬ ਦਾ ਨਾਮ ਲਓ ਫਿਰ ਕੁਝ ਸ਼ੁਰੂ ਕਰੋ, ਠੀਕ ਹੈ। ਤਾਂ ਇਸ ਗੱਲ ਨੂੰ ਲੈ ਕੇ ਬੜਾ ਵਿਵਾਦ ਚੱਲਿਆ ਵੀ ਪਹਿਲਾਂ ਕੀ ਬੋਲਿਆ ਜਾਵੇ। ਤਾਂ ਫਿਰ ਫਾਈਨਲੀ ਇਸ ਗੱਲ 'ਤੇ, ਕਿਉਂਕਿ ਉੱਥੇ ਹਰ ਤਰ੍ਹਾਂ ਦੇ ਬੰਦੇ ਸੀ, ਅਥੀਸਟ ਵੀ ਸੀ, ਰੱਬ ਨੂੰ ਮੰਨਣ ਵਾਲੇ ਵੀ ਸੀ, ਤਾਂ ਉਹ ਕਹਿੰਦੇ ਵੀ ਕਿਉਂ, ਹੈ ਨਾ। ਤਾਂ ਸਭ ਤੋਂ ਬੈਸਟ ਵਰਡ ਇਹੀ ਨਿਕਲਿਆ ਕਿ ਵੀ ਦਾ ਪੀਪਲ ਆਫ ਇੰਡੀਆ, ਵੀ ਇੱਥੋਂ ਹੀ ਸਾਰੀ ਦੀ ਸਾਰੀ ਇਹ ਕੰਸਟੀਟਿਊਸ਼ਨ ਪਾਵਰ ਡਰਾਈਵ ਕਰ ਰਿਹਾ। ਇਹ ਕੁਐਸਚਨ ਵੀ ਬਹੁਤ ਵਾਰ ਪੇਪਰ 'ਚ ਪੁੱਛਿਆ ਗਿਆ। ਲਿਬਰਟੀ ਦੀ ਗੱਲ ਕਰੀਏ, ਲਿਬਰਟੀ ਪ੍ਰੀਐਂਬਲ ਕਿੰਨੇ ਤਰ੍ਹਾਂ ਦੀ ਲਿਬਰਟੀ ਪ੍ਰੋਵਾਈਡ ਕਰਦਾ ਹੈ? ਲਿਬਰਟੀ ਆਫ ਥਾਟ, ਲਿਬਰਟੀ ਆਫ ਐਕਸਪ੍ਰੈਸ਼ਨ, ਲਿਬਰਟੀ ਆਫ ਬਿਲੀਫ, ਲਿਬਰਟੀ ਆਫ ਫੇਥ, ਲਿਬਰਟੀ ਆਫ ਵਰਸ਼ਿਪ। ਤਾਂ 5 ਤਰ੍ਹਾਂ ਦੀ ਲਿਬਰਟੀ ਪ੍ਰੋਵਾਈਡ ਕਰਦਾ। ਅੱਗੇ ਇਕੁਐਲਿਟੀ ਵਰਡ ਇਹਦੇ 'ਚ ਆਉਂਦਾ। ਇਕੁਐਲਿਟੀ ਕਿਹਦੀ ਹੈ? ਸਟੇਟਸ ਦੀ ਇਕੁਐਲਿਟੀ ਹੈ, ਸਾਰੇ ਸਟੇਟਸ 'ਚ ਬਰਾਬਰ ਨੇ ਸੰਵਿਧਾਨ ਦੇ ਅੱਗੇ। ਈਵਨ ਓਪਰਚੁਨਿਟੀ ਦੇ ਹਿਸਾਬ ਨਾਲ ਵੀ ਸਭ 'ਚ ਇਕੁਐਲਿਟੀ ਹੋਣੀ ਚਾਹੀਦੀ ਹੈ। ਕਿਸੇ ਨੂੰ ਧਰਮ ਜਾਂ ਕਿਸੇ ਵੀ ਪੱਖਪਾਤ ਦੇ ਬਿਹਾਫ 'ਤੇ ਨਹੀਂ ਹੈਗਾ ਕਿਸੇ ਕੋਲ ਵੱਧ ਓਪਰਚੁਨਿਟੀਜ਼ ਨੇ, ਤਾਂ ਉਸ ਚੀਜ਼ ਨੂੰ ਲੈ ਕੇ ਹੈ। ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ, ਰਿਪਬਲਿਕ। ਇਹ ਸੀਕੁਐਂਸ ਐਂਡ ਡਾਇਰੈਕਟ ਆਉਂਦੀ ਹੈ ਪੇਪਰ ਦੇ ਵਿੱਚ। ਤੁਹਾਨੂੰ ਪੁੱਛਿਆ ਜਾਊਗਾ ਵੀ ਸਾਡੇ ਪ੍ਰੀਐਂਬਲ 'ਚ ਕਿਸ ਤਰੀਕੇ ਨਾਲ ਇਹ ਸ਼ਬਦ ਲਿਖੇ ਹੋਏ ਨੇ। ਸਭ ਤੋਂ ਪਹਿਲਾਂ ਸੋਵਰਨ, ਫਿਰ ਸੋਸ਼ਲਿਸਟ, ਫਿਰ ਸੈਕੂਲਰ, ਫਿਰ ਡੈਮੋਕ੍ਰੇਟਿਕ ਅਤੇ ਫਿਰ ਰਿਪਬਲਿਕ। ਅਤੇ ਇੱਕ ਲਾਸਟ ਦੇ ਵਿੱਚ ਸਭ ਤੋਂ ਵੱਧ ਜਿਹੜਾ ਪੁੱਛਿਆ ਜਾਂਦਾ ਹੁੰਦਾ ਕਿ ਡੇਟ ਕਿਵੇਂ ਲਿਖੀ ਹੋਈ ਹੈ ਸਾਡੇ ਇਹਦੇ ਵਿੱਚ। ਤਾਂ ਇਹਦਾ ਤਾਂ ਤੁਸੀਂ ਇਹ ਸਮਝ ਲਓ ਯਾਰ, ਕੱਲਾ ਪੂਰੇ ਦਾ ਪੂਰਾ ਪ੍ਰੀਐਂਬਲ ਤੁਹਾਨੂੰ ਯਾਦ ਹੋਣਾ ਚਾਹੀਦਾ, ਕਿਉਂਕਿ ਪ੍ਰੀਐਂਬਲ ਨੂੰ ਲੈ ਕੇ ਬਹੁਤ ਸਵਾਲ ਪੁੱਛੇ ਜਾਂਦੇ ਆ ਪੇਪਰ 'ਚ। ਤਾਂ ਸਿੱਧਾ 'ਚ 26th day of November 1949 ਇਸ ਤਰੀਕੇ ਨਾਲ ਡੇਟ ਲਿਖੀ ਹੋਈ ਹੈ, ਕਿਉਂਕਿ ਇਸ ਦਿਨ ਨੂੰ ਇਹ ਅਡੋਪਟ ਕਰ ਲਿਆ ਗਿਆ ਸੀਗਾ, ਠੀਕ ਹੈ। ਫਿਰ ਇੱਕ ਕੁਐਸਚਨ ਬੜਾ ਫੇਮਸ ਆ ਜੋ ਪੁੱਛਿਆ ਜਾਂਦਾ ਹੁੰਦਾ ਕਿ ਪ੍ਰੀਐਂਬਲ ਦਾ ਜਿਹੜਾ ਪੇਜ ਹੈ ਉਹਦੇ ਨਾਲ ਪ੍ਰੀਐਂਬਲ ਦਾ ਪੇਜ ਵੀ ਐਜ਼ ਵੈਲ ਐਜ਼ ਬਾਕੀ ਜਿੰਨੇ ਕੰਸਟੀਟਿਊਸ਼ਨ, ਜਿਹੜਾ ਓਰੀਜਨਲ ਕੰਸਟੀਟਿਊਸ਼ਨ ਬਣਾਇਆ ਗਿਆ ਸੀਗਾ ਪਹਿਲੀ ਵਾਰ, ਉਹਦੇ ਜਿਹੜੇ ਪੇਜ ਸੀ ਉਹਨੂੰ ਡਿਜ਼ਾਈਨ ਅਤੇ ਡੈਕੋਰੇਟ ਕਰਨ ਦਾ ਕੰਮ ਕਿਹਨੇ ਕੀਤਾ ਸੀਗਾ? ਤਾਂ ਉਹ ਸਾਡੇ ਇੱਕ ਬੜੇ ਰਿਨਾਊਂਡ ਪੇਂਟਰ ਸੀ, ਬਿਹੋਹਰ ਰਾਮ ਮਨੋਹਰ ਸਿਨਹਾ,
ਠੀਕ ਆ। ਬਿਓਹਰ ਰਾਮ ਮਨੋਹਰ ਸਿਨਹਾ ਸੀ, ਜਬਲਪੁਰ ਤੋਂ ਬਿਲੋਂਗ ਕਰਦੇ ਸੀ, ਤਾਂ ਬੜੇ ਫੇਮਸ ਪੇਂਟਰ ਨੇ, ਉਹਨਾਂ ਦੁਆਰਾ ਇਹ ਸਾਰੀ ਡਿਜ਼ਾਈਨਿੰਗ ਤੇ ਡੈਕੋਰੇਟ ਹੋਈ ਹੋਈ ਹੈ। ਤਾਂ ਇਹ ਵੀ ਕੁਐਸਚਨ ਪੇਪਰ 'ਚ ਪੁੱਛਿਆ ਜਾਂਦਾ ਹੁੰਦਾ। ਫਿਰ ਇੱਕ ਕੁਐਸਚਨ ਪੁੱਛਦੇ ਹੁੰਦੇ ਨੇ ਕਿ 42nd ਅਮੈਂਡਮੈਂਟ ਦੇ ਨਾਲ 3 ਸ਼ਬਦ ਐਡ ਹੋਏ ਸੀਗੇ ਇਹਦੇ ਵਿੱਚ, ਠੀਕ ਹੈ, ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰੇਸ਼ਨ। ਤਾਂ ਇਹ ਉਦੋਂ ਐਕਚੁਅਲੀ 1971 ਦੀ ਲੜਾਈ ਹੋ ਕੇ ਹਟੀ ਸੀਗੀ। ਤੇ 71 ਦੀ ਲੜਾਈ ਤੋਂ ਬਾਅਦ US, ਤੁਹਾਨੂੰ ਸ਼ਾਇਦ ਉਹ ਪੂਰੀ ਹਿਸਟਰੀ ਪਤਾ ਹੋਵੇ ਕਿ ਜਦੋਂ 71 ਦੀ ਲੜਾਈ 'ਚ ਬੰਗਲਾਦੇਸ਼ ਹੈ ਨਾ ਪਾਕਿਸਤਾਨ ਤੋਂ ਅਲੱਗ ਕਰਵਾਇਆ ਗਿਆ ਸੀਗਾ, ਤਾਂ ਉਹ ਟਾਈਮ ਦੇ ਉੱਤੇ ਜਿਹੜਾ ਆਪਣਾ ਰਸ਼ੀਆ ਸੀ ਉਹ ਆਪਣੀ ਸਪੋਰਟ ਦੇ ਵਿੱਚ ਖੜਾ ਸੀਗਾ, ਤੇ USA ਨੇ ਪਾਕਿਸਤਾਨ ਦੀ ਸਪੋਰਟ ਕਰੀ ਸੀ। ਤੇ ਰਸ਼ੀਆ ਜਿਹੜਾ ਸੀਗਾ ਸੋਸ਼ਲਿਸਟ ਦੇਸ਼ ਹੈ ਨਾ, ਵੀ ਸੋਸ਼ਲਿਜ਼ਮ ਨੂੰ ਪ੍ਰਮੋਟ ਕਰਦਾ, ਤੇ ਜਿਹੜਾ ਆਪਣਾ USA ਆ ਇਹ ਕੈਪੀਟਲਿਜ਼ਮ ਨੂੰ ਪ੍ਰਮੋਟ ਕਰਦਾ। ਤਾਂ USA ਨੂੰ ਅੱਖਾਂ ਦਿਖਾਉਣ ਲਈ, ਥੋੜ੍ਹਾ ਜਿਹਾ ਰਸ਼ੀਆ ਦਾ ਪੱਖ ਪੂਰਨ ਲਈ, ਉਦੋਂ ਇੰਦਰਾ ਗਾਂਧੀ ਨੇ ਇਹ ਜਿਹੜੀ 42nd ਅਮੈਂਡਮੈਂਟ ਕਰੀ ਸੀ 1976 'ਚ, ਜਾਣ ਬੁੱਝ ਕੇ ਇਹ ਸੋਸ਼ਲਿਸਟ ਵਰਡ ਵਿੱਚ ਐਡ ਕੀਤਾ ਗਿਆ ਸੀਗਾ, ਸਿਰਫ USA ਨੂੰ ਅੱਖਾਂ ਦਿਖਾਉਣ ਲਈ। ਤਾਂ ਇੱਕ ਯਾਦ ਕਰਨ ਦਾ ਤਰੀਕਾ ਵੀ ਇਸ ਤਰੀਕੇ ਨਾਲ ਯਾਦ ਕੀਤਾ ਜਾ ਸਕਦਾ ਵੀ ਕਿਹੜੀ ਅਮੈਂਡਮੈਂਟ ਦੇ ਵਿੱਚ ਆਇਆ ਹੋਇਆ। ਤਾਂ ਇੰਦਰਾ ਗਾਂਧੀ ਦੇ ਟਾਈਮ ਤਾਂ ਸਭ ਤੋਂ ਤਕੜੀ ਅਮੈਂਡਮੈਂਟ ਉਹੀ ਆ 42nd, ਜਿਹਨੂੰ ਮਿਨੀ ਕੰਸਟੀਟਿਊਸ਼ਨ ਵੀ ਬੋਲਦੇ ਹਾਂ ਅਸੀਂ, ਹੈ ਨਾ। ਤਾਂ ਉਸ ਤਰੀਕੇ ਨਾਲ ਯਾਦ ਰੱਖਿਆ ਜਾ ਸਕਦਾ। ਫਿਰ 2 ਕੇਸ ਬੜੇ ਮਸ਼ਹੂਰ ਹੈ। 1960 ਦੇ ਵਿੱਚ ਬੇਰੂਬਰੀ ਦਾ ਕੇਸ ਹੋਇਆ ਸੀਗਾ, ਜਿਹਦੇ ਵਿੱਚ ਇਹ ਕਹਿਤਾ ਸੀਗਾ ਵੀ ਜਿਹੜਾ ਇਹ ਆਪਣਾ ਪਰਟੀਕੂਲਰ ਪ੍ਰੈਂਬਲ ਹੈਗਾ ਇਹ ਤਾਂ ਕੰਸਟੀਟਿਊਸ਼ਨ ਦਾ ਪਾਰਟ ਹੀ ਨਹੀਂ ਹੈਗਾ, ਸਿਰਫ ਇੱਕ ਗਾਈਡਿੰਗ ਪ੍ਰਿੰਸੀਪਲ ਹੈ, ਠੀਕ ਹੈ, ਜਿਹੜਾ ਇੱਕ ਗਾਈਡ ਕਰਦਾ ਸਾਨੂੰ। ਇਟ ਇਜ਼ ਨਾਟ ਅ ਪਾਰਟ ਆਫ ਕੰਸਟੀਟਿਊਸ਼ਨ। ਜੇ ਕੰਸਟੀਟਿਊਸ਼ਨ ਦਾ ਪਾਰਟ ਨਹੀਂ ਫਿਰ ਇਹਨੂੰ ਅਮੈਂਡ ਨਹੀਂ ਕੀਤਾ ਜਾ ਸਕਦਾ, ਹੈ ਨਾ, ਇਹ ਚੀਜ਼ ਨੂੰ ਲੈ ਕੇ। ਪਰ ਫਿਰ ਸੁਪਰੀਮ ਕੋਰਟ ਨੇ 1973 ਦੇ ਵਿੱਚ 73 'ਚ ਜਦੋਂ ਕੇਸ਼ਵਨੰਦਾ ਭਾਰਤੀ ਕੇਸ ਹੋਇਆ ਹੈ, ਤਾਂ ਉੱਥੇ ਆਪਣੀ ਪੂਰੀ ਦੀ ਪੂਰੀ ਇਹ ਜਿਹੜੀ 60 ਵਾਲੀ ਵਰਡਿਕਟ ਸੀ ਇਹ ਪੂਰੀ ਉਹ ਪਲਟਤੀ, ਓਵਰਟਰਨ ਕਰਤੀ ਮਤਲਬ ਪੂਰੀ। ਫਿਰ ਇਹਨਾਂ ਨੇ ਕਹਿਤਾ ਜੀ ਇਹ ਪਾਰਟ ਆਫ ਕੰਸਟੀਟਿਊਸ਼ਨ ਹੈਗਾ, ਤੇ ਇਹਨੂੰ 368 ਆਰਟੀਕਲ ਜਿਹੜਾ ਸਾਡਾ ਹੈਗਾ ਜਿਹਦੇ ਤਹਿਤ ਅਸੀਂ ਅਮੈਂਡ ਕਰ ਸਕਦੇ ਹਾਂ ਆਪਣੇ ਕੰਸਟੀਟਿਊਸ਼ਨ ਨੂੰ, ਉਹਦੇ ਤਹਿਤ ਇਹਨੂੰ ਅਮੈਂਡ ਵੀ ਕੀਤਾ ਜਾ ਸਕਦਾ। ਤਾਂ ਆਹ ਕਾਫੀ ਇੰਪੋਰਟੈਂਟ ਗੱਲਾਂ ਇਹਦੇ ਬਾਰੇ ਨੇ ਜਿਹੜੀਆਂ ਤੁਹਾਨੂੰ ਪ੍ਰੈਂਬਲ ਬਾਰੇ ਪਤਾ ਹੋਣੀਆਂ ਚਾਹੀਦੀਆਂ ਨੇ, ਇਸ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਕੁਐਸਚਨ ਬਣ ਸਕਦਾ। ਤਾਂ ਪਹਿਲੇ ਦਾ ਆਨਸਰ ਹੋ ਗਿਆ ਡੀ। ਕਿਹੜਾ ਆਰਟੀਕਲ ਹੈ ਇੰਡੀਅਨ ਕੰਸਟੀਟਿਊਸ਼ਨ ਦਾ ਜਿਹੜਾ ਡਿਕਲੇਅਰ ਕਰਦਾ ਹੈ ਵੀ ਜਿਹੜੀ ਦੇਵਨਾਗਰੀ ਸਕ੍ਰਿਪਟ ਹੈ ਹਿੰਦੀ ਦੀ ਉਹ ਸਾਡੀ ਅਫੀਸ਼ੀਅਲ ਲੈਂਗੁਏਜ ਹੈ? ਤਾਂ ਉਹ ਹੈਗਾ 343 ਆਰਟੀਕਲ। ਆਰਟੀਕਲ 343 ਤੋਂ ਲੈ ਕੇ 351 ਜਿਹੜੇ ਹੈਗੇ ਨੇ ਆਰਟੀਕਲ, 8 ਆਰਟੀਕਲ ਇਹ ਬਣਦੇ ਨੇ, ਇਹ ਅਫੀਸ਼ੀਅਲ ਲੈਂਗੁਏਜਸ ਨਾਲ ਡੀਲ ਕਰਦੇ ਨੇ। ਤੇ ਤੁਹਾਨੂੰ ਪਤਾ ਹੋਊਗਾ ਇਸ ਗੱਲ ਦਾ, 8ਵੇਂ ਸ਼ਡਿਊਲ ਦੇ ਵਿੱਚ ਸਾਡੇ ਵਿੱਚ 22 ਲੈਂਗੁਏਜਸ ਮੈਂਸ਼ਨ ਕੀਤੀਆਂ ਹੋਈਆਂ ਨੇ, ਹੈ ਨਾ, ਸਾਡੇ ਸੰਵਿਧਾਨ ਦੇ ਵਿੱਚ, ਵੀ ਇਹਨਾਂ ਨੂੰ ਅਸੀਂ ਰੈਕੋਗਨਾਈਜ਼ ਕਰਦੇ ਹਾਂ ਇਹਨਾਂ ਲੈਂਗੁਏਜਸ ਨੂੰ। ਆਰਟੀਕਲ 343 ਇਹੀ ਬੋਲਦਾ ਹੈ ਕਿ ਇਟ ਸਟੇਟਸ ਦੈਟ ਦ ਅਫੀਸ਼ੀਅਲ ਲੈਂਗੁਏਜ ਆਫ ਦ ਯੂਨੀਅਨ ਸ਼ੈਲ ਬੀ ਹਿੰਦੀ ਇਨ ਦੇਵਨਾਗਰੀ ਸਕ੍ਰਿਪਟ, ਕਿ ਦੇਵਨਾਗਰੀ ਸਕ੍ਰਿਪਟ ਦੇ ਹਿਸਾਬ ਨਾਲ ਅਫੀਸ਼ੀਅਲ ਲੈਂਗੁਏਜ ਹੋਊਗੀ। ਤੇ ਇਹਦੇ ਤਹਿਤ ਹੀ ਇੱਕ ਸਬ ਕਲੌਜ਼ 3 ਹੈ, 343.3 ਮੰਨ ਲਓ ਜਾਂ ਸਬ ਕਲੌਜ਼ 3 ਜਾਂ ਸੀ ਮੰਨ ਲਓ, ਕੁਛ ਵੀ ਕਹਿ ਲਓ। ਉਹ ਇਹ ਕਹਿੰਦਾ ਕਿ ਪਾਰਲੀਮੈਂਟ, ਹੈ ਨਾ, ਕੋਈ ਵੀ ਲਾਅ ਬਣਾ ਕੇ, Parliament by law provided the use of English language or any other language mentioned in 8th schedule। मतलब इंग्लिश, चलो ये तो इन्होंने मान लिया कि ऑफिशियल लैंगुएज है, ठीक है, अंडर आर्टिकल 343, पर सब क्लॉज 3 ये पाता सी क्योंकि इंग्लिश ਦੇ ਵਿੱਚ ਜਿੰਨਾ ਕੰਮ, ਕਿਉਂਕਿ ਇਸ ਤੋਂ ਪਹਿਲਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤਾਂ ਸਾਰਾ ਕੰਮ ਇੰਗਲਿਸ਼ ਦੇ ਵਿੱਚ ਹੀ ਹੁੰਦਾ ਸੀ, ਅੰਗਰੇਜ਼ ਸੀ ਇੱਥੇ, ਤਾਂ ਇੱਕਦਮ ਉਹਨੂੰ ਬੰਦ ਕਰਨਾ ਵੀ ਇਹਨਾਂ ਲਈ ਮੁਸ਼ਕਿਲ ਸੀਗਾ। ਤਾਂ ਇਹਨਾਂ ਨੇ ਨਾਲ ਇਹ ਕਲੌਜ਼ ਵੀ ਰੱਖਿਆ ਵੀ ਪਾਰਲੀਮੈਂਟ ਖੁਦ ਲਾਅ ਬਣਾ ਕੇ ਆਹ 22 ਜਿਹੜੀਆਂ 8ਵੇਂ ਸ਼ਡਿਊਲ 'ਚ ਲੈਂਗੁਏਜਸ ਲਿਖਤੀਆਂ ਜਾਂ ਇੰਗਲਿਸ਼, ਇਹਨਾਂ 'ਚੋਂ ਕਿਸੇ ਵੀ ਲੈਂਗੁਏਜ ਨੂੰ ਵੀ ਅਫੀਸ਼ੀਅਲੀ ਕਿਤੇ ਅਲਾਓ ਕਰ ਸਕਦੀ ਹੈ। ਜਿਵੇਂ ਕਿ ਕਿੱਥੇ ਕੀਤੀ ਹੋਈ ਹੈ, ਜੇ ਮੈਂ ਗੱਲ ਕਰਾਂ ਸਾਡੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ ਇੰਗਲਿਸ਼ ਦੇ ਵਿੱਚ ਹੀ ਤਾਂ ਸਾਰਾ ਕੁਛ ਹੁੰਦਾ ਜਿੰਨਾ ਉਹ ਹੈਗਾ, ਉਹ ਇਹ ਕਲੌਜ਼ ਦੇ ਤਹਿਤ ਹੀ ਆ 343 ਦਾ 3 ਜਿਹੜਾ ਮੇਨ ਹੈਗਾ। ਤਾਂ ਇਹਦਾ ਆਨਸਰ ਬਣ ਗਿਆ ਏ, ਆਰਟੀਕਲ 343। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ, ਜ਼ਰੂਰੀ ਹੈ। ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਹੁਣ ਸਾਡੇ ਕੋਲੇ ਨੈਕਸਟ ਕੀ ਆ ਗਿਆ ਜੀ, ਅਗਲਾ ਕੁਐਸਚਨ ਨੰਬਰ 3, 10th ਸ਼ਡਿਊਲ ਆਫ ਇੰਡੀਅਨ ਕੰਸਟੀਟਿਊਸ਼ਨ ਡੀਲਸ ਵਿਦ, ਬਹੁਤ ਇੰਪੋਰਟੈਂਟ ਹੈ। 10ਵੇਂ ਸ਼ਡਿਊਲ ਬਾਰੇ ਤੁਹਾਨੂੰ ਪਤਾ ਹੋਣਾ ਹੀ ਚਾਹੀਦਾ ਜ਼ਰੂਰ, ਕਿਉਂਕਿ ਆਪਣੇ ਆਪ ਦੇ ਵਿੱਚ ਬੜਾ ਇੰਪੋਰਟੈਂਟ ਹੈ ਇਹ, ਠੀਕ ਹੈ। ਤਾਂ ਚਲੋ ਇਸ ਤੋਂ ਪਹਿਲਾਂ ਨਾ ਆਪਾਂ ਜਦੋਂ ਅਫੀਸ਼ੀਅਲ ਲੈਂਗੁਏਜਸ ਦੀ ਗੱਲ ਚੱਲੀ ਹੈ, ਥੋੜ੍ਹੀ ਜਿਹੀ ਮੈਂ ਤੁਹਾਨੂੰ ਹੋਰ ਡਿਸਕ੍ਰਿਪਸ਼ਨ ਦੇ ਦੇਣਾ, ਉਸ ਤੋਂ ਬਾਅਦ ਮੈਂ 3rd ਕੁਐਸਚਨ ਸ਼ੁਰੂ ਕਰਦਾ, ਕਿਉਂਕਿ ਇਹਦੇ ਵਿੱਚ ਨਾ ਆਪਾਂ ਨੂੰ ਕਾਫੀ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ। ਦੇਖੋ ਇੱਕ ਗੱਲ ਤਾਂ ਤੁਹਾਨੂੰ ਕਲੀਅਰ ਪਤਾ ਕਿ 8ਵੇਂ ਸ਼ਡਿਊਲ ਬਾਰੇ ਆਪਾਂ ਗੱਲ ਕਰਦੇ ਹਾਂ, ਚਲੋ ਸ਼ਡਿਊਲ ਦੀ ਗੱਲ ਚੱਲੀ ਹੈ, ਜਦੋਂ 8ਵੇਂ ਸ਼ਡਿਊਲ ਦੇ ਵਿੱਚ 22 ਲੈਂਗੁਏਜਸ ਨੇ, ਜਦੋਂ ਇਨੀਸ਼ੀਅਲੀ ਇਹ ਲੈਂਗੁਏਜਸ ਐਡ ਕੀਤੀਆਂ ਗਈਆਂ ਸੀ ਉਦੋਂ ਤਾਂ ਸਿਰਫ 14 ਸੀਗੀਆਂ, ਠੀਕ ਹੈ, 14 ਇਨੀਸ਼ੀਅਲੀ ਐਡ ਹੋਈਆਂ ਸੀ। ਫਿਰ ਸਭ ਤੋਂ ਪਹਿਲੀ ਵਾਰ 21st ਅਮੈਂਡਮੈਂਟ ਹੋਈ ਸੀ, 21ਵੀਂ ਅਮੈਂਡਮੈਂਟ 1967 ਦੇ ਵਿੱਚ। ਉਸ ਤੋਂ ਬਾਅਦ 15ਵੀਂ ਜਿਹੜੀ ਇਹਦੇ ਵਿੱਚ ਐਡ ਕੀਤੀ ਗਈ ਸੀ ਉਹ ਸੀ ਸਿੰਧੀ ਜਿਹੜੀ ਸਾਡੀ
ਯਾਨੀ ਕਿ ਬੋਲੀ ਹੈ, ਲੈਂਗੁਏਜ ਹੈ, ਉਹਨੂੰ ਐਡ ਕੀਤਾ ਗਿਆ ਸੀਗਾ 15ਵੇਂ ਦੇ ਤੌਰ 'ਤੇ। ਫਿਰ ਉਸ ਤੋਂ ਬਾਅਦ ਅਗਲੀ ਹੋਈ 1992 ਦੇ ਵਿੱਚ ਜਾ ਕੇ 71st ਅਮੈਂਡਮੈਂਟ, 71ਵੀਂ ਅਮੈਂਡਮੈਂਟ। 71ਵੀਂ ਅਮੈਂਡਮੈਂਟ ਦੇ ਨਾਲ 3 ਲੈਂਗੁਏਜਸ ਹੋਰ ਐਡ ਕੀਤੀਆਂ ਗਈਆਂ। ਕਿਹੜੀਆਂ ਕਿਹੜੀਆਂ? ਕੋਨਕਨੀ, ਮਨੀਪੁਰੀ ਅਤੇ ਨੇਪਾਲੀ। ਫਿਰ ਲਾਸਟ ਦੇ ਵਿੱਚ ਜਾ ਕੇ 2003 ਦੇ ਵਿੱਚ 2003 ਦੇ ਵਿੱਚ 92ਵੀਂ ਅਮੈਂਡਮੈਂਟ ਕੀਤੀ ਗਈ। ਬੋਡੋ, ਡੋਗਰੀ, ਮੈਥਲੀ, ਸੰਥਲੀ, ਇਹ 4 ਐਡ ਕੀਤੀਆਂ ਗਈਆਂ। ਇਹ ਵੀ ਪੇਪਰਾਂ 'ਚ ਪੁੱਛੇ ਜਾਂਦੇ ਸਵਾਲ ਨੇ। ਤੁਹਾਨੂੰ ਪੁੱਛਿਆ ਜਾ ਸਕਦਾ ਕਿ 92ਵੀਂ ਅਮੈਂਡਮੈਂਟ ਕਿਹਦੇ ਨਾਲ ਰਿਲੇਟਡ ਸੀ, ਜਾਂ ਤੁਹਾਨੂੰ ਸਿੱਧਾ ਇਹੀ ਪੁੱਛ ਲੈਣਗੇ ਵੀ ਕਿਹੜੀਆਂ ਕਿਹੜੀਆਂ ਲੈਂਗੁਏਜਸ 92nd ਅਮੈਂਡਮੈਂਟ ਦੇ ਨਾਲ ਐਡ ਹੋਈਆਂ ਸੀ। ਤਾਂ ਬੋਡੋ, ਡੋਗਰੀ, ਮੈਥਲੀ, ਸੰਥਲੀ ਅਤੇ ਆਹ ਅਮੈਂਡਮੈਂਟਸ ਵੀ ਤੁਹਾਨੂੰ ਜ਼ਰੂਰ ਯਾਦ ਰਹਿਣ। 2 ਕਮੇਟੀਆਂ ਨੇ ਜਿਹੜੀਆਂ ਇਹਨੂੰ ਲੈ ਕੇ ਬੜੀਆਂ ਮਸ਼ਹੂਰ ਨੇ, ਲੈਂਗੁਏਜਸ ਨੂੰ ਲੈ ਕੇ ਬਣਾਈਆਂ ਹੋਈਆਂ ਹੈ ਨਾ। ਬਾਅਦ 'ਚ ਇੱਕ ਪਾਵਾ ਕਮੇਟੀ 1996 'ਚ ਬਣੀ ਸੀ, ਅਤੇ ਇੱਕ ਸੀਤਾਕਾਂਤ ਮੋਹਾਪਾਤਰਾ ਕਮੇਟੀ। ਠੀਕ ਹੈ, ਇਹਨਾਂ ਨੂੰ ਕੀ ਕਿਹਾ ਗਿਆ ਸੀਗਾ, ਇਹ ਕਿਉਂ ਮਸ਼ਹੂਰ ਨੇ? ਇਹ ਤਾਂ ਮਸ਼ਹੂਰ ਨੇ, ਜਿਹੜੀ ਆ ਸੀਤਾਕਾਂਤ ਮੋਹਾਪਾਤਰਾ ਖਾਸ ਕਰਕੇ 2003 ਵਾਲੀ, ਇਹਨੂੰ ਕਿਹਾ ਗਿਆ ਸੀ ਵੀ ਤੁਸੀਂ ਕ੍ਰਾਈਟੀਰੀਆ ਸੈੱਟ ਕਰੋ ਜਿਹਦੇ ਤਹਿਤ ਆਪਾਂ ਕਿਸੇ ਵੀ ਲੈਂਗੁਏਜ ਨੂੰ ਇਹ 8ਵੇਂ ਸ਼ਡਿਊਲ 'ਚ ਪਾਉਣਾ ਜਾਂ ਨਹੀਂ ਪਾਉਣਾ, ਇਹ ਡਿਸਾਈਡ ਕੀਤਾ ਜਾਊ। ਕਿਉਂਕਿ ਐਵੇਂ ਤਾਂ ਬਹੁਤ ਸਾਰੀਆਂ ਸਾਡੇ ਦੇਸ਼ 'ਚ ਲੈਂਗੁਏਜਸ ਬੋਲੀਆਂ ਜਾਂਦੀਆਂ, ਹਰ ਇੱਕ ਹੀ ਕਹਿਣਗੇ ਕਿ ਇਹਦੇ 'ਚ ਪਾ ਦਿਓ। ਤਾਂ ਉਹ ਕ੍ਰਾਈਟੀਰੀਆ ਇਹਨਾਂ ਨੇ ਸੈੱਟ ਕੀਤਾ ਸੀ, ਇਹਨਾਂ ਨੇ ਮਤਲਬ ਗਾਈਡਲਾਈਨਸ ਦਿੱਤੀਆਂ ਸੀ ਵੀ ਇਸ ਕ੍ਰਾਈਟੀਰੀਆ ਦੇ ਤਹਿਤ ਤੁਸੀਂ ਐਡ ਕਰ ਸਕਦੇ ਹੋ, ਅਤੇ ਉਹ ਸਰਕਾਰ ਨੇ ਮੰਨ ਵੀ ਲਈਆਂ ਸੀ। ਤਾਂ ਸੀਤਾਕਾਂਤ ਮੋਹਾਪਾਤਰਾ ਬੜੀ ਇੰਪੋਰਟੈਂਟ ਕਮੇਟੀ ਹੈ, ਕਈ ਵਾਰ ਕਮੇਟੀਆਂ ਵੀ ਪੇਪਰ 'ਚ ਪੁੱਛ ਲਈਆਂ ਜਾਂਦੀਆਂ ਨੇ। ਠੀਕ ਹੈ ਜੀ, ਤਾਂ ਇਹ ਕੁਛ ਗੱਲਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਇੰਪੋਰਟੈਂਟ ਨੇ। ਠੀਕ ਹੈ, ਅਤੇ 348 ਆਰਟੀਕਲ ਦੇ ਤਹਿਤ ਜਿਹੜੀ ਮੈਂ ਤੁਹਾਨੂੰ ਪਿੱਛੇ ਗੱਲ ਕੀਤੀ ਸੀਗੀ ਕਿ ਉਹ ਕਲੌਜ਼ ਦੇ ਤਹਿਤ ਇਹਨਾਂ ਨੇ ਇੱਕ ਘੁੰਡੀ ਰੱਖਤੀ ਸੀ ਵੀ ਇੰਗਲਿਸ਼ ਲੈਂਗੁਏਜ ਰਹਿ ਸਕਦੀ ਆ। ਤਾਂ 348 ਆਰਟੀਕਲ ਜੋ ਕਿ ਸੁਪਰੀਮ ਕੋਰਟ ਹਾਈ ਕੋਰਟਸ ਨਾਲ ਡੀਲ ਕਰਦਾ ਹੈ, ਤਾਂ ਉੱਥੇ ਸਿੱਧਾ ਲਿਖ ਵੀ ਦਿੱਤਾ ਸੀ ਵੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ ਇੰਗਲਿਸ਼ ਰਹੂਗੀ ਲੈਂਗੁਏਜ ਅਨਟਿਲ ਪਾਰਲੀਮੈਂਟ ਲਾਅ ਬਣਾ ਕੇ ਕੋਈ ਹੋਰ ਲੈਂਗੁਏਜ ਇੱਥੇ ਨਹੀਂ ਡਿਸਾਈਡ ਕਰਦੀ। ਅਤੇ ਅੱਜ ਤੱਕ ਹਾਲੇ ਤੱਕ ਪਾਰਲੀਮੈਂਟ ਨੇ ਕੋਈ ਲਾਅ ਬਣਾ ਕੇ ਕੁਛ ਨਹੀਂ ਕੀਤਾ। ਤਾਂ ਹੁਣ ਤੱਕ ਸਾਡੇ ਕੀ ਹੈ, ਇਹੀ ਲੈਂਗੁਏਜ ਚੱਲਦੀ ਹੈ, ਇੰਗਲਿਸ਼ ਹੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ। ਇਹ ਕੁਛ ਐਕਸਟਰਾ ਇਨਫੋਰਮੇਸ਼ਨ ਸੀ ਜਿਹੜੀ ਮੈਨੂੰ ਲੱਗਦਾ ਕਿ ਤੁਹਾਨੂੰ ਦੇਣੀ ਚਾਹੀਦੀ ਸੀ ਜ਼ਰੂਰ। ਮੋਸਟ ਆਫ ਦੀ ਪੀਪਲ ਨੂੰ ਆਉਂਦੀ ਹੋਊ, ਤਾਂ ਰਿਵੀਜ਼ਨ ਦੇ ਤੌਰ 'ਤੇ ਮੰਨ ਲਓ। ਜਿਹਨੂੰ ਨਹੀਂ ਇਹਦੇ ਬਾਰੇ ਕੁਛ ਪਤਾ ਸੀਗਾ ਤਾਂ ਉਹ ਨੋਟ ਕਰ ਸਕਦਾ। ਅਗਲਾ ਕੁਐਸਚਨ ਤੀਸਰਾ ਹੋ ਗਿਆ 10th ਸ਼ਡਿਊਲ ਆਫ ਇੰਡੀਅਨ ਕੰਸਟੀਟਿਊਸ਼ਨ। 10ਵਾਂ ਸ਼ਡਿਊਲ ਬੜਾ ਇੰਪੋਰਟੈਂਟ ਸ਼ਡਿਊਲ ਹੈ, ਐਂਟੀ ਡਿਫੈਕਸ਼ਨ ਲੈਜੀਸਲੇਸ਼ਨ ਨਾਲ ਡੀਲ ਕਰਦਾ ਹੈ। ਠੀਕ ਹੈ, ਹੁਣ ਇਹ ਕੁਐਸਚਨ ਕਿਉਂ ਅਸੀਂ ਪਾਇਆ, ਕਿਉਂਕਿ ਹੁਣੀ ਪਿੱਛੇ ਕਿੰਨਾ ਮਣੀਪੁਰ ਸਟੇਟ ਨੂੰ ਲੈ ਕੇ ਕਿੰਨਾ ਰੌਲਾ ਪਿਆ ਹੈ ਨਾ। MLA ਡਿਫੈਕਟ ਹੋਏ ਨੇ ਉੱਥੋਂ ਦੇ। ਠੀਕ ਹੈ, ਮਤਲਬ ਚਲੋ ਕੀ ਆਪਾਂ ਉਹ ਕਹਿਣਾ, ਮਤਲਬ BJP ਵਾਲੇ ਸਾਰੇ ਪਾਸੇ ਕਬਜ਼ਾ ਕਰਦੀ ਜਾ ਰਹੇ ਨੇ ਹਰ ਸਟੇਟ ਦੇ ਉੱਤੇ। ਪਹਿਲਾਂ ਤੁਸੀਂ ਦੇਖੋ ਮੱਧ ਪ੍ਰਦੇਸ਼ ਵੀ, ਹੁਣ ਸਚਿਨ ਪਾਇਲਟ ਵੀ, ਸੁਰ ਕੁਛ ਉੱਦਾਂ ਦੇ ਹੋ ਗਏ ਹੈ ਨਾ। ਰਾਜਸਥਾਨ ਵੀ, ਤਾਂ ਇਸ ਹਿਸਾਬ ਨਾਲ ਲੱਗ ਰਿਹਾ ਕਿ ਕਾਂਗਰਸ ਦਾ ਸਫਾਇਆ ਹੀ ਹੋ ਜਾਊਗਾ ਪੂਰੇ ਆਪਣੇ ਉਹਦੇ ਵਿੱਚੋਂ। ਤਾਂ ਉੱਥੇ ਐਂਟੀ ਡਿਫੈਕਸ਼ਨ ਦੀ ਗੱਲ ਹੁਣ ਇਹ ਨਿਊਜ਼ 'ਚ ਹੈ ਗੱਲ, ਤਾਂ ਐਂਟੀ ਡਿਫੈਕਸ਼ਨ 'ਤੇ ਕੁਐਸਚਨ ਬਣ ਸਕਦਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਤਾਂ ਇਹ 'ਚ ਕੀ ਮੇਨ ਕਹਾਣੀ ਕੀ ਸੀਗੀ, ਦੇਖੋ ਐਂਟੀ ਡਿਫੈਕਸ਼ਨ ਨੂੰ ਲੈ ਕੇ। ਇਹ ਸ਼ੁਰੂ ਹੁੰਦਾ ਵੈਸੇ 1960 ਤੋਂ ਕਹਾਣੀ। 1960 ਦੇ ਵਿੱਚ ਨਾ ਇੱਕ ਸਲੋਗਨ ਕੁਆਇੰਡ ਹੋਇਆ ਸੀਗਾ, ਆਇਆ ਰਾਮ ਗਿਆ ਰਾਮ। ਠੀਕ ਹੈ, ਆਇਆ ਰਾਮ ਗਿਆ ਰਾਮ ਕਿੱਥੋਂ ਸੀ? ਇੱਕ ਗਿਆ ਲਾਲ ਨਾਮ ਦਾ, ਠੀਕ ਹੈ, ਲੀਡਰ ਸੀ ਹਰਿਆਣੇ ਦੇ ਵਿੱਚ, ਅਤੇ MLA ਸੀਗਾ ਜਾਂ MP ਕਹਿ ਲਓ। ਉਹ ਕੀ ਕਰਦਾ ਸੀਗਾ ਕਿ ਉਹਨੇ ਨਾ 9 ਘੰਟਿਆਂ ਦੇ ਵਿੱਚ 3 ਵਾਰ ਪਾਰਟੀ ਸਵਿੱਚ ਕਰ ਲਈ ਸੀ। ਮਤਲਬ ਉਹਨੂੰ ਕੋਈ ਲਾਲਚ ਦੇ ਦਿੰਦਾ ਸੀ, ਕਦੇ ਕਾਂਗਰਸ ਛੱਡ ਕੇ ਦੂਜੀ ਪਾਰਟੀ ਚਲਾ ਜਾਂਦਾ ਸੀ, ਦੂਜੀ ਛੱਡ ਕੇ ਫਿਰ ਕਾਂਗਰਸ 'ਚ ਆ ਗਿਆ। 3 ਵਾਰ ਪਾਰਟੀ ਸਵਿੱਚ ਕਰ ਗਿਆ ਉਹ ਬੰਦਾ। ਠੀਕ ਹੈ, ਤਾਂ ਉੱਥੋਂ ਫਿਰ ਜਦੋਂ ਫਾਈਨਲੀ ਉਹ ਲਾਸਟ ਵਾਰ ਤੀਜੀ ਵਾਰ ਕਾਂਗਰਸ 'ਚ ਆਇਆ ਸੀ, ਤਾਂ ਕਾਂਗਰਸ ਦੇ ਬਰਿੰਦਰ ਸਿੰਘ ਉਦੋਂ ਇੱਕ ਲੀਡਰ ਹੁੰਦੇ ਸੀ ਹਰਿਆਣੇ ਦੇ, ਉਹਨਾਂ ਨੇ ਫਾਈਨਲੀ ਉਦੋਂ ਇੱਕ ਡਾਇਲੋਗ ਜਿਹੜਾ ਬੋਲਤਾ ਸੀਗਾ ਵੀ ਹਾਂ ਵੀ ਫਾਈਨਲੀ ਗਿਆ ਰਾਮ ਹੁਣ ਆਇਆ ਰਾਮ ਹੋ ਗਿਆ ਵੀ ਫਾਈਨਲੀ। ਤਾਂ ਉੱਥੋਂ ਇਹ ਡਾਇਲੋਗ ਮਸ਼ਹੂਰ ਹੋਇਆ ਸੀ। ਪਰ ਵਾਈਡਲੀ ਜੇ ਮੈਂ ਕੰਸੀਡਰ ਕਰਾਂ ਕਿ ਇਸ ਚੀਜ਼ ਦਾ ਫਾਦਰ ਕਿਹਨੂੰ ਮੰਨਿਆ ਜਾਂਦਾ, ਆਇਆ ਲਾਲ ਗਿਆ ਲਾਲ ਵਾਲਾ, ਤਾਂ ਉਹ ਮੰਨਿਆ ਜਾਂਦਾ ਭਜਨ ਲਾਲ ਨੂੰ। ਭਜਨ ਲਾਲ ਨੇ 1979 ਜਾਂ 80 'ਚ, ਦੇਖੋ ਭਜਨ ਲਾਲ ਨੇ ਆਪਣੀ ਨਾ ਜਨਤਾ ਪਾਰਟੀ ਦੇ ਤਹਿਤ ਹਰਿਆਣੇ 'ਚ ਚੋਣਾਂ ਲੜੀਆਂ ਅਤੇ ਜਿੱਤ ਗਿਆ। ਮਤਲਬ ਜਿੱਤਣ ਤੋਂ ਬਾਅਦ ਫਿਰ ਕੀ ਹੋਇਆ, 1980-79 ਦੇ ਵਿੱਚ ਦੁਬਾਰਾ ਇੰਦਰਾ ਗਾਂਧੀ ਪਾਵਰ 'ਚ ਆ ਗਈ, ਜਿੱਤ ਗਈ, ਅਤੇ ਇਹਨੇ ਇੱਕਦਮ ਮਤਲਬ ਐਡਾ ਤਕੜਾ ਫੇਰ ਬਦਲ ਸੀਗਾ ਉਹ। ਅਤੇ ਇਹਨੇ ਇੱਕਦਮ ਜਨਤਾ ਪਾਰਟੀ ਨੂੰ ਮਤਲਬ ਛੱਡ ਕੇ ਆਪਣੇ ਜਿੰਨੇ MLA ਸੀ ਸਾਰੇ MLAਆਂ ਦੇ ਨਾਲ ਹੀ ਕਿਹਨੂੰ ਸਪੋਰਟ ਦੇ ਗਿਆ, ਇੰਦਰਾ ਗਾਂਧੀ ਨੂੰ ਸਪੋਰਟ ਦੇ ਗਿਆ। ਤਾਂ ਇਹ ਬਹੁਤ ਵੱਡਾ ਫੇਰ ਬਦਲ ਮੰਨਿਆ ਗਿਆ ਸੀਗਾ। ਫਿਰ ਉਦੋਂ ਬਾਅਦ ਫਿਰ 1985 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਮੁੰਡਾ ਦੁਬਾਰਾ ਬਣਦਾ ਰਾਜੀਵ ਗਾਂਧੀ, ਠੀਕ ਹੈ, ਰਾਜੀਵ ਗਾਂਧੀ ਬਹੁਤ ਤਕੜੀ ਮੈਜੋਰਟੀ ਨਾਲ ਜਿੱਤਦਾ, ਤਾਂ ਉਹਨੂੰ ਵੀ ਇਸ ਚੀਜ਼ ਦਾ ਆਭਾਸ ਹੁੰਦਾ ਹੈ ਵੀ ਇਹ ਐਂਟੀ ਡਿਫੈਕਸ਼ਨ ਵਾਲਾ ਕੰਮ ਖਤਰਨਾਕ ਹੈ।
ਫਿਰ ਉਹਨੇ 1985 'ਚ ਇਹ ਚੀਜ਼ ਨੂੰ ਕਰਵ ਕਰਨ ਵਾਸਤੇ ਵੀ ਜਿਹੜੇ ਇਹ ਪੋਲੀਟੀਕਲੀ ਐਵੇਂ ਬਦਲ ਜਾਂਦੇ ਨੇ, ਇੱਕ ਦੂਜੇ ਚਲੇ ਜਾਂਦੇ ਨੇ, ਜਿਹਨੂੰ ਰੋਕਿਆ ਜਾਵੇ, ਉਹਦੇ ਲਈ ਸਾਡੇ ਸੰਵਿਧਾਨ 'ਚ ਅਮੈਂਡਮੈਂਟ ਹੋਈ 52nd ਅਮੈਂਡਮੈਂਟ। ਮੋਸਟ ਇੰਪੋਰਟੈਂਟ ਕੁਐਸਚਨ ਪੇਪਰਾਂ 'ਚ ਪੁੱਛਿਆ ਜਾਣ ਵਾਲਾ 52ਵੀਂ ਅਮੈਂਡਮੈਂਟ ਪਾਸ ਹੋਈ, ਜਿਹਦੇ ਤਹਿਤ ਐਂਟੀ ਡਿਫੈਕਸ਼ਨ ਨੂੰ 10ਵੇਂ ਸ਼ਡਿਊਲ 'ਚ ਰੱਖਿਆ ਗਿਆ ਇਸ ਅਮੈਂਡਮੈਂਟ ਦੇ ਤਹਿਤ। ਅਤੇ ਇਸ ਅਮੈਂਡਮੈਂਟ ਦੇ ਵਿੱਚ ਪਹਿਲਾਂ ਤਾਂ ਇਹੀ ਡਿਸਾਈਡ ਹੋਇਆ ਇਹਨਾਂ ਨੇ ਕਿ ਇੱਦਾਂ ਕੋਈ ਸ਼ਿਫਟ ਨਹੀਂ ਮਾਰ ਸਕਦਾ ਹੈਗਾ ਕੋਈ ਵੀ, ਠੀਕ ਹੈ। ਉਹ 'ਤੇ ਐਂਟੀ ਡਿਫੈਕਸ਼ਨ ਦਾ ਲਾਅ ਲੱਗੂਗਾ ਅਤੇ ਐਂਟੀ ਡਿਫੈਕਸ਼ਨ ਦੇ ਤਹਿਤ ਉਹਦੀ ਜਿਹੜੀ ਮੈਂਬਰਸ਼ਿਪ ਹੋਊਗੀ ਉਹ ਖਾਰਜ ਕੀਤੀ ਜਾ ਸਕਦੀ ਹੈ। ਅਤੇ ਇਹਦੀ ਫਾਈਨਲ ਡਿਸੀਜ਼ਨ ਕਿਹਦੇ ਕੋਲੇ ਰਹੂਗੀ? ਫਾਈਨਲ ਡਿਸੀਜ਼ਨ ਰਹੂਗੀ ਸਪੀਕਰ ਕੋਲੇ। ਸਪੀਕਰ ਕਿਸੇ ਨੂੰ ਵੀ ਐਂਟੀ ਡਿਫੈਕਸ਼ਨ ਦੇ ਤਹਿਤ ਮਤਲਬ ਉਹਦੀ ਮੈਂਬਰਸ਼ਿਪ ਕੈਂਸਲ ਕਰ ਸਕਦਾ, ਚਾਹੇ ਉਹ ਲੈਜਿਸਲੇਟਿਵ ਉਹਦਾ ਮੈਂਬਰ ਹੈਗਾ, ਠੀਕ ਹੈ, ਅਸੈਂਬਲੀ ਦਾ, ਚਾਹੇ ਉਹ ਪਾਰਲੀਮੈਂਟ ਦਾ ਕਿਸੇ ਵੀ ਉਹਦਾ ਮੈਂਬਰ ਹੈ। ਤਾਂ ਉਦੋਂ ਇੱਕ ਚੀਜ਼ ਕਲੌਜ਼ ਇਹਨਾਂ ਨੇ ਰੱਖਿਆ ਸੀ ਵੀ ਜੇ ਇੱਕ ਪਾਰਟੀ ਦੇ 1/3 ਮੈਂਬਰ, ਜਿਵੇਂ ਇੱਕ ਪਾਰਟੀ 'ਚ 60 ਮੈਂਬਰ ਨੇ, ਜੇ 20 ਮੈਂਬਰ ਇਕੱਠੇ ਹੋ ਕੇ ਕਹਿਣ ਵੀ ਅਸੀਂ ਨੇ ਇਹ ਪਾਰਟੀ ਤੋਂ ਦੂਜੀ ਪਾਰਟੀ ਸ਼ਿਫਟ ਕਰਨਾ, ਤਾਂ ਉਹਨੂੰ ਐਂਟੀ ਡਿਫੈਕਸ਼ਨ ਦੇ ਅੰਡਰ ਨਹੀਂ ਮੰਨਿਆ ਜਾਊਗਾ, ਉਹਨੂੰ ਮਰਜਰ ਮੰਨਿਆ ਜਾਊਗਾ। ਉਹਨੂੰ ਮਰਜਰ ਮੰਨ ਕੇ ਉਹ ਜਾ ਸਕਦੇ ਆ। ਪਰ ਉਸ ਤੋਂ ਬਾਅਦ ਫਿਰ 52ਵੇਂ ਤੋਂ ਬਾਅਦ 91ਵੀਂ ਅਮੈਂਡਮੈਂਟ ਹੋਈ, 91st ਅਮੈਂਡਮੈਂਟ। 91st ਅਮੈਂਡਮੈਂਟ ਦੇ ਵਿੱਚ ਇਹਨਾਂ ਨੇ ਇਹ ਕਲੌਜ਼ ਵੀ ਬਦਲਤਾ, ਮਤਲਬ ਹੋਰ ਸਟ੍ਰਿਕਟ ਕਰਤਾ ਇਸ ਚੀਜ਼ ਨੂੰ ਵੀ ਕੇਰਾਂ ਜਿਹੜਾ ਆਪਣੀ ਪਾਰਟੀ, ਹੁਣ ਕੋਈ ਹੈ ਤਾਂ ਯਾਰ ਗਲਤ ਗੱਲ ਹੀ ਹੈ, ਤੁਸੀਂ ਕਾਂਗਰਸ ਦੀ ਟਿਕਟ 'ਤੇ ਜਿੱਤੇ ਹੋ ਅਤੇ ਲੋਕਾਂ ਨੇ ਕਾਂਗਰਸ ਦੇ ਨਾਮ 'ਤੇ ਤੁਹਾਨੂੰ ਵੋਟ ਪਾਈ ਹੈ, ਠੀਕ ਹੈ, ਤੁਹਾਨੂੰ ਜਿਤਾਇਆ ਹੈ। ਕੱਲ੍ਹ ਨੂੰ ਤੁਸੀਂ ਸ਼ਿਫਟ ਕਰਕੇ ਬੀਜੇਪੀ ਚਲੇ ਜਾਓ, ਜਾਂ ਸੇਮ ਵਾਈਸ ਵਰਸਾ ਮੰਨ ਲਓ ਬੀਜੇਪੀ 'ਤੇ ਜਿੱਤੇ ਹੋ ਕਾਂਗਰਸ ਚਲੇ ਜਾਓ, ਤਾਂ ਲੋਕਾਂ ਦੇ ਤਾਂ ਸੈਂਟੀਮੈਂਟਸ ਨਾਲ ਵੀ ਖਿਲਵਾੜ ਕਰ ਰਹੇ ਹੋ ਨਾ ਤੁਸੀਂ। ਤਾਂ ਉਸ ਪੁਆਇੰਟ ਆਫ ਵਿਊ ਤੋਂ ਇਹਨਾਂ ਨੇ 1/3 ਦਾ ਵੀ ਕੱਟ ਕੇ 2/3 ਕਰਤਾ। ਤਾਂ ਜਿਵੇਂ ਐਟ ਪ੍ਰੈਜ਼ੈਂਟ ਮੰਨਾ ਮਰਜਰ 2/3 ਨੂੰ ਮੰਨਿਆ ਜਾਂਦਾ, ਜੇ 2/3 ਬੰਦੇ ਮਤਲਬ ਜਾਣਗੇ ਇਕੱਠੇ ਹੋ ਕੇ ਵੀ ਹਾਂ ਅਸੀਂ ਪਾਰਟੀ ਛੱਡ ਕੇ ਦੂਜੀ 'ਚ ਜੁਆਇਨ ਕਰਨਾ, ਤਾਂ ਉਹ ਐਂਟੀ ਡਿਫੈਕਸ਼ਨ ਤੋਂ ਬਚ ਸਕਦੇ ਨੇ, ਨਹੀਂ ਐਂਟੀ ਡਿਫੈਕਸ਼ਨ ਤੋਂ ਨਹੀਂ ਬਚ ਸਕਦੇ। ਤਾਂ ਇਹ ਕੁਛ ਕਹਾਣੀਆਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਪਹਿਲਾਂ ਤਾਂ ਸਪੀਕਰ ਦਾ ਇਹੀ ਸੀਗਾ ਕਿ ਸਪੀਕਰ ਦਾ ਡਿਸੀਜ਼ਨ ਫਾਈਨਲ ਹੋਊਗਾ, ਜੋ ਸਪੀਕਰ ਨੇ ਕਹਿਤਾ ਬਸ ਕਹਿਤਾ। ਪਰ ਇੱਕ ਨਾ ਕੇਸ ਹੋਇਆ ਸੀਗਾ ਕਿਹੋਤੋ ਹੋਲੋਹਨ ਕੇਸ, ਇਹ ਕੇਸ ਦੇ ਵਿੱਚ ਮਤਲਬ ਪ੍ਰੈਜ਼ਾਈਡਿੰਗ ਆਫਿਸਰ ਦੇ ਅਗੇਂਸਟ, ਮਤਲਬ ਜਿਹੜਾ ਵੀ ਡਿਸਕੁਆਲੀਫਿਕੇਸ਼ਨ ਕਰਦਾ ਪ੍ਰੈਜ਼ਾਈਡਿੰਗ ਆਫਿਸਰ, ਠੀਕ ਹੈ। ਦੇਖੋ ਜੇ ਆਪਾਂ ਲੋਕ ਸਭਾ ਦੀ ਗੱਲ ਕਰ ਲਈਏ ਸਪੀਕਰ ਕਰੂਗਾ, ਰਾਜ ਸਭਾ ਦੀ ਗੱਲ ਕਰ ਲਈਏ, ਠੀਕ ਹੈ, ਤਾਂ ਉਹਦਾ ਪ੍ਰੈਜ਼ਾਈਡਿੰਗ ਆਫਿਸਰ ਕੌਣ ਹੁੰਦਾ? ਤਾਂ ਵਾਈਸ ਪ੍ਰੈਜ਼ੀਡੈਂਟ ਜਾਂ ਚੇਅਰਮੈਨ ਹੋ ਗਿਆ ਜਿਹੜਾ ਉਹਦਾ, ਹੈ ਨਾ, ਉਹ ਕਰੇਗਾ। ਤਾਂ ਉਹਦੀ ਜਿਹੜੀ ਇਹ ਮਤਲਬ ਡਿਸੀਜ਼ਨ ਹੋਊਗੀ ਉਹਦਾ ਵੀ ਜੁਡੀਸ਼ੀਅਲ ਰਿਵਿਊ ਕੀਤਾ ਜਾ ਸਕਦਾ। ਸੁਪਰੀਮ ਕੋਰਟ ਦੇ ਵਿੱਚ ਗਾਹਾਂ ਜਾ ਕੇ ਗੁਹਾਰ ਲਾ ਸਕਦਾ ਬੰਦਾ ਵੀ ਮੇਰੇ ਨਾਲ ਇਹ ਧੱਕਾ ਹੋਇਆਗਾ। ਤਾਂ ਹੁਣ ਅੱਜ ਦੀ ਡੇਟ 'ਚ ਇਹ ਹੈਗਾ ਕਿ ਇਹ ਜੁਡੀਸ਼ੀਅਲ ਰਿਵਿਊ ਦੇ ਅੰਡਰ ਹੈ, ਜੋ ਫਾਈਨਲ ਡਿਸੀਜ਼ਨ ਸਪੀਕਰ ਦੀ ਹੁੰਦੀ ਹੈ। ਤਾਂ ਇਹ ਕੁਛ ਐਂਟੀ ਡਿਫੈਕਸ਼ਨ ਬਾਰੇ ਗੱਲਾਂ ਸੀ, ਬਹੁਤ ਇੰਪੋਰਟੈਂਟ ਹੈ ਕਿਉਂਕਿ ਐਂਟੀ ਡਿਫੈਕਸ਼ਨ ਤਾਂ ਹਮੇਸ਼ਾ ਹੀ ਨਿਊਜ਼ 'ਚ ਰਹਿੰਦਾ, ਤਾਂ ਇਹਦੇ ਕੁਐਸਚਨ ਬਣਨ ਦੇ ਫੁੱਲ ਚਾਂਸਿਸ ਨੇ। ਅਸਲ 'ਚ ਤਾਂ ਇਹ ਜਿੰਨੇ ਆਪਣੇ 12 ਸ਼ਡਿਊਲ ਐਟ ਪ੍ਰੈਜ਼ੈਂਟ ਹੈਗੇ ਨੇ, ਤੁਹਾਨੂੰ 12 ਦੇ 12 ਸ਼ਡਿਊਲ ਯਾਦ ਹੋਣੇ ਚਾਹੀਦੇ ਨੇ ਕਿ ਕਿਹੜੇ ਸ਼ਡਿਊਲ ਦੇ ਵਿੱਚ ਕੀ ਹੈ। ਦੇਖੋ ਇਹ ਸ਼ਡਿਊਲਸ ਦੇ ਵਿੱਚ ਮੈਂ ਤੁਹਾਨੂੰ ਇੱਕ, ਤੁਹਾਡੇ 'ਚੋਂ ਸ਼ਾਇਦ ਬਹੁਤਿਆਂ ਨੂੰ ਪਤਾ ਹੋਵੇ, ਜਿਹਨੂੰ ਨਹੀਂ ਪਤਾ ਹੋਊਗਾ ਤੁਸੀਂ ਨੋਟ ਕਰ ਸਕਦੇ ਹੋ। ਮੈਂ ਇੱਕ ਸ਼ਾਰਟਕੱਟ ਜਾਂ ਤੁਹਾਨੂੰ ਦੱਸ ਸਕਦਾ ਜੋ ਆਮ ਹੀ ਨੈੱਟ ਤੋਂ ਵੀ ਤੁਹਾਨੂੰ ਮਿਲ ਜੂਗਾ, ਬਹੁਤ ਲੋਕਾਂ ਨੇ ਹੈ ਨਾ ਪੜ੍ਹਦੇ ਨੇ ਇਸ ਸ਼ਾਰਟਕੱਟ 'ਤੇ ਵੀ ਇਹਨੂੰ ਕਿਵੇਂ ਯਾਦ ਕੀਤਾ ਜਾ ਸਕਦਾ। ਇਹਦਾ ਇੱਕ ਸ਼ਾਰਟਕੱਟ ਹੁੰਦਾ ਟੀਅਰਸ ਆਫ ਓਲਡ PM, TEARS, ਟੀਅਰਸ ਆਫ OF ਓਲਡ OLD ਓਲਡ PM। ਇਹ ਟੋਟਲ 12 ਅੱਖਰ ਬਣ ਗਏ। ਇਹ ਇੱਕ ਅੱਖਰ ਤੋਂ ਇੱਕ ਇੱਕ ਸ਼ਡਿਊਲ ਆ ਜਾਊਗਾ। ਜਿਵੇਂ ਟੀ ਸ਼ੁਰੂ ਟੀਅਰ ਦਾ ਟੀ ਪਹਿਲਾਂ ਆ ਗਿਆ, ਤਾਂ ਟੀ ਤੋਂ ਬਣ ਗਿਆ ਟੈਰੀਟਰੀ, ਯਾਨੀ ਕਿ ਸਟੇਟਸ ਅਤੇ ਯੂਨੀਅਨ ਦੀ ਗੱਲ ਪਹਿਲੇ ਸ਼ਡਿਊਲ 'ਚ ਹੈ। ਦੂਸਰੇ ਨੰਬਰ 'ਤੇ ਆ ਗਿਆ, ਤਾਂ ਦੂਸਰਾ ਸ਼ਡਿਊਲ ਹੋ ਗਿਆ ਐਮਲੂਮੈਂਟਸ ਨੂੰ ਲੈ ਕੇ, ਅਲਾਇੰਸਿਸ, ਪ੍ਰਿਵਿਲੇਜਿਸ ਹੋ ਗਈਆਂ, ਸੈਲਰੀਜ਼ ਹੋ ਗਈਆਂ, ਇਹ ਸਾਰੀਆਂ ਚੀਜ਼ਾਂ ਦੂਜੇ ਸ਼ਡਿਊਲ 'ਚ ਨੇ। ਤੀਜਾ ਹੋ ਗਿਆ ਏ ਦਾ ਮਤਲਬ ਹੁੰਦਾ ਐਫਰਮੇਸ਼ਨ ਜਾਂ ਓਥ, ਸੌਹਾਂ ਜਿਹੜੀਆਂ ਖਾਈਆਂ ਜਾਂਦੀਆਂ ਨੇ, ਜਾਂ ਐਫਰਮੇਸ਼ਨ ਜਾਂ ਓਥਸ ਕਹਿ ਲਓ, ਉਹ ਤੀਜੇ ਸ਼ਡਿਊਲ 'ਚ। ਚੌਥਾ ਆ ਗਿਆ ਆਰ ਦਾ ਮਤਲਬ ਹੁੰਦਾ ਰਾਜ ਸਭਾ ਦੀਆਂ ਸੀਟਸ ਦੀਆਂ ਐਲੋਕੇਸ਼ਨ ਨੂੰ ਲੈ ਕੇ, ਕਿ ਰਾਜ ਸਭਾ ਦੀਆਂ ਸੀਟਸ ਕਿਵੇਂ ਐਲੋਕੇਟ ਹੋਣਗੀਆਂ, ਉਹ ਚੌਥੇ ਸ਼ਡਿਊਲ 'ਚ ਲਿਖਿਆ ਹੋਇਆ। ਪੰਜਵਾਂ ਸ਼ਡਿਊਲ ਕਿਹੜਾ ਆ ਗਿਆ ਤੁਹਾਡੇ ਕੋਲ? ਟੀਅਰਸ ਦਾ ਐਸ ਬਣਿਆ ਪੰਜਵਾਂ, ਤਾਂ ਐਸ ਫॉर ਸ਼ਡਿਊਲ ਏਰੀਆ ਜਾਂ ਸ਼ਡਿਊਲ ਟਰਾਈਬ ਦੀਆਂ ਜਿਹੜੀਆਂ ਪ੍ਰੋਵੀਜ਼ਨਸ ਨੇ, ਠੀਕ ਹੈ। ਉਹ ਤੇ ਅਦਰ ਸ਼ਡਿਊਲ ਟਰਾਈਬਸ ਤੁਸੀਂ ਕਹਿ ਸਕਦੇ ਹੋ ਏਰੀਆਜ਼, ਜਿਵੇਂ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਇਹ ਨਾਰਥ ਈਸਟ ਵਾਲਿਆਂ ਨੂੰ ਕੋਈ ਸਪੈਸ਼ਲ ਪ੍ਰੋਵੀਜ਼ਨਸ ਮਿਲੀਆਂ ਹੋਈਆਂ ਨੇ, ਉਹ 6ਵੇਂ ਸ਼ਡਿਊਲ 'ਚ ਪਾਈਆਂ ਹੋਈਆਂ ਨੇ। ਆਫ ਦਾ ਐਫ ਆ ਗਿਆ 7ਵੇਂ ਨੰਬਰ 'ਤੇ, ਤਾਂ ਐਫ ਫॉर ਫੈਡਰੇਸ਼ਨ, ਜਿਹਦੇ ਵਿੱਚ ਤਿੰਨੋਂ ਲਿਸਟਾਂ ਦੀ ਗੱਲ ਕੀਤੀ ਹੋਈ ਹੈ, ਯੂਨੀਅਨ ਲਿਸਟ, ਫਿਰ ਕਨਕਰੈਂਟ ਲਿਸਟ ਅਤੇ ਸਟੇਟ ਲਿਸਟ, ਉਹ ਇਹਦੇ 'ਚ ਆ ਜਾਂਦੀਆਂ ਨੇ। 8ਵੇਂ ਨੰਬਰ 'ਤੇ ਓਲਡ ਦਾ ਉਹ ਪਹਿਲਾਂ ਆ ਗਿਆ 8ਵੇਂ ਨੰਬਰ 'ਤੇ, ਤਾਂ O ਫॉर ਕੀ ਹੈ ਸਾਡੇ ਕੋਲੇ? ਅਫੀਸ਼ੀਅਲ ਲੈਂਗੁਏਜਿਸ, ਪਿੱਛੇ ਹੀ ਕੁਐਸਚਨ ਪੜ੍ਹ ਕੇ ਹਟੇ ਆਪਾਂ, ਹੈ ਨਾ, 8ਵੇਂ ਸ਼ਡਿਊਲ 'ਚ ਹੈ। 9ਵਾਂ ਸ਼ਡਿਊਲ ਸਾਡੇ ਕੋਲੇ ਆ ਜਾਂਦਾ ਜੀ ਲੈਂਡ ਰਿਫੋਰਮਸ। ਪਹਿਲੀ ਅਮੈਂਡਮੈਂਟ ਜਿਹੜੀ 1951 'ਚ ਹੋਈ ਸੀ,
ਉਦੋਂ ਇਹਨੂੰ ਬਣਾਇਆ ਗਿਆ ਸੀਗਾ 9ਵੇਂ ਸ਼ਡਿਊਲ ਨੂੰ। ਉਦੋਂ ਇਹੀ ਕਹਿੰਦੇ ਸੀ ਵੀ ਜਿਹੜਾ ਵੀ 9ਵੇਂ ਸ਼ਡਿਊਲ ਦੇ ਅੰਡਰ ਜਿਹੜੀ ਚੀਜ਼ ਨੂੰ ਤੁਸੀਂ ਨੇ ਜੁਡੀਸ਼ੀਅਲ ਰਿਵਿਊ ਚੋਂ ਕੱਢਣਾ ਹੈ ਬਾਹਰ, ਵੀ ਜੁਡੀਸ਼ੀਅਲ ਰਿਵਿਊ ਨਾ ਹੋ ਸਕੇ, ਉਹਨੂੰ 9ਵੇਂ ਸ਼ਡਿਊਲ 'ਚ ਪਾ ਦਿਓ, ਠੀਕ ਹੈ। ਤਾਂ ਉਦੋਂ ਇਹੀ ਜ਼ਮੀਂਦਾਰੀ ਸਿਸਟਮ ਨੂੰ ਖਤਮ ਕਰਨ ਦੇ ਚੱਕਰ 'ਚ ਤਾਂ ਸੀਗਾ। ਉਦੋਂ ਤੁਸੀਂ ਸਾਰਿਆਂ ਨੇ ਸੁਣੇ ਹੋਣਗੇ ਕਿੰਨੇ ਕੇਸ ਹੋਏ ਨੇ, ਹੈ ਨਾ। ਸਾਡੇ ਇੱਧਰ ਪੰਜਾਬ ਦੇ ਵੀ ਇੱਕ ਦੋ ਕੇਸ ਬੜੇ ਮਸ਼ਹੂਰ ਨੇਗੇ ਜਿਹੜੇ ਉਦੋਂ ਹੋਏ ਸੀ। ਤਾਂ 31B ਆਰਟੀਕਲ ਦੇ ਤਹਿਤ ਪਾਇਆ ਗਿਆ ਇਹ ਲੈਂਡ ਰਿਫਾਰਮਸ ਵਾਲਾ, ਤਾਂ ਫਸਟ ਅਮੈਂਡਮੈਂਟ ਤੋਂ ਬਾਅਦ। ਅਤੇ ਉਸ ਤੋਂ ਬਾਅਦ ਅਗਲਾ ਸਾਡੇ ਕੋਲੇ ਹੋ ਗਿਆ ਡੀ ਓਲਡ ਦਾ 10ਵਾਂ ਸ਼ਡਿਊਲ। ਤਾਂ 10ਵਾਂ ਸ਼ਡਿਊਲ ਜੋ ਅਸੀਂ ਪੜ੍ਹਿਆ ਡਿਫੈਕਸ਼ਨ, 52nd ਅਮੈਂਡਮੈਂਟ ਦੇ ਨਾਲ 10ਵੇਂ ਸ਼ਡਿਊਲ ਦੇ ਤਹਿਤ ਐਂਟੀ ਡਿਫੈਕਸ਼ਨ ਨੂੰ ਪਾਇਆ ਗਿਆ। ਲਾਸਟ ਵਾਲੇ 11-12 ਹੋ ਗਏ PM। P ਫॉर ਸਾਡੇ ਕੋਲੇ ਹੋ ਗਿਆ ਜੀ ਪੰਚਾਇਤੀ ਰਾਜ, M ਫॉर ਮਿਊਨਿਸਪੈਲਿਟੀਜ਼। 73rd ਅਮੈਂਡਮੈਂਟ 1992 ਦੇ ਤਹਿਤ ਪੰਚਾਇਤੀ ਰਾਜ ਬਣਿਆ ਸੀਗਾ, ਅਤੇ 74th ਅਮੈਂਡਮੈਂਟ 1992 ਦੇ ਤਹਿਤ ਕੀ ਬਣਿਆ ਸੀ, ਮਿਊਨਿਸਪੈਲਿਟੀਜ਼, ਜਿਹਨੂੰ 11 ਅਤੇ 12 ਰਿਸਪੈਕਟਿਵਲੀ ਸ਼ਡਿਊਲ 'ਚ ਪਾਇਆ ਗਿਆ। ਆਹ ਇੱਕ ਸ਼ਾਰਟਕਟ ਹੈ ਤੁਹਾਡੇ ਜੋ, ਇਹ ਕੋਈ ਆਪਸ਼ਨਲ ਹੈ ਤੁਹਾਡੇ ਲਈ, ਜੇ ਕੋਈ ਯੂਜ਼ ਕਰਨਾ ਚਾਹੂਗਾ ਇਹ ਸ਼ਾਰਟਕਟ ਨੂੰ ਯੂਜ਼ ਕਰਕੇ ਯਾਦ ਰੱਖਿਆ ਜਾ ਸਕਦਾ, ਕਿਉਂਕਿ ਪੇਪਰ 'ਚ ਡਾਇਰੈਕਟ ਹੀ ਪੁੱਛ ਲੈਂਦੇ ਨੇ ਵੀ ਇਸ ਸ਼ਡਿਊਲ ਦੇ ਅੰਦਰ ਕੀ ਪੈਂਦਾ ਜਾਂ ਉਸ ਸ਼ਡਿਊਲ ਦੇ ਅੰਦਰ ਕੀ ਪੈਂਦਾ। ਤਾਂ ਤੁਹਾਨੂੰ ਇੱਕ ਸ਼ਡਿਊਲਸ, ਇੱਕ ਫੰਡਾਮੈਂਟਲ ਰਾਈਟਸ, ਇਹਦਾ ਸਾਰੇ ਯਾਦ ਹੋਣ, ਮੋਸਟ ਇੰਪੋਰਟੈਂਟ ਚੀਜ਼ਾਂ ਨੇ। ਚੌਥਾ ਕੁਐਸਚਨ, ਹੂ ਅਮੰਗ ਦਾ ਫੋਲੋਇੰਗ ਵਾਜ਼ ਫਾਈਨਾਂਸ ਮਿਨਿਸਟਰ ਆਫ ਇੰਡੀਆ ਇਨ ਇੰਟੈਰਿਮ ਗਵਰਨਮੈਂਟ ਡਿਊਰਿੰਗ 1946-47, ਜਦੋਂ 47 ਦੇ ਵਿੱਚ ਇੰਟੈਰਿਮ ਗਵਰਨਮੈਂਟ ਬਣੀ ਸੀ। ਦੇਖੋ ਇੰਟਰਿਮ ਗਵਰਨਮੈਂਟ 2 ਸਤੰਬਰ 1946 ਨੂੰ ਬਣਾਈ ਸੀ, ਠੀਕ ਆ। ਵੋਟਾਂ ਪਈਆਂ ਸੀ 46 ਦੇ ਵਿੱਚ, ਕਾਂਗਰਸ ਨੇ 208 ਸੀਟਾਂ ਜਿੱਤੀਆਂ ਸੀਗੀਆਂ, ਅਤੇ ਜਿਹੜੀ ਆਪਣੀ ਮੁਸਲਿਮ ਲੀਗ ਸੀ ਉਹਨੇ 73 ਸੀਟਾਂ ਜਿੱਤੀਆਂ ਸੀ। ਉਦੋਂ ਬਾਅਦ ਇੰਟਰਿਮ ਗਵਰਨਮੈਂਟ ਬਣਾਈ ਗਈ, ਪੂਰੀ ਉਹਦੀ ਕੈਬਨਿਟ ਬਣੀ, ਠੀਕ ਹੈ। ਤਾਂ ਉਹ ਕੈਬਨਿਟ ਦੇ ਵਿੱਚ ਤੁਹਾਨੂੰ ਉਹਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ ਵੀ ਉਦੋਂ ਫਾਈਨਾਂਸ ਮਿਨਿਸਟਰ ਕਿਹਨੂੰ ਲਾਇਆ ਸੀ, ਕਿਉਂਕਿ ਉਦੋਂ ਤਾਂ ਨਾਲ ਮੁਸਲਿਮ ਲੀਗ ਵੀ ਇਨਕਲੂਡਡ ਸੀ, ਦੋਨੋਂ ਇਨਕਲੂਡਡ ਸੀ, ਠੀਕ ਹੈ। ਉਸ ਟਾਈਮ 'ਤੇ ਪੁੱਛਿਆ ਗਿਆ ਸਵਾਲ ਹੈ ਇਹ। ਉਸ ਤੋਂ ਬਾਅਦ ਜਦੋਂ ਮੁਸਲਿਮ ਲੀਗ ਨਿਕਲ ਗਈ ਸੀ ਵੀ ਅਸੀਂ ਨਹੀਂ ਉਹ ਕਰਨਾ, ਠੀਕ ਹੈ। ਪਹਿਲਾਂ ਤਾਂ ਮੁਸਲਿਮ ਲੀਗ ਨੇ ਇਹਨੂੰ ਬਾਇਕਾਟ ਕੀਤਾ ਸੀਗਾ, ਪਰ ਬਾਇਕਾਟ ਕਰਨ ਤੋਂ ਬਾਅਦ ਮੁਸਲਿਮ ਲੀਗ ਨੇ ਫਿਰ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਨਹੀਂ, ਅਸੀਂ ਅਗਰ ਆਪਣੇ ਪਾਕਿਸਤਾਨ ਦਾ ਹੱਕ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਇੰਟਰਿਮ ਗਵਰਨਮੈਂਟ ਦੇ ਵਿੱਚ ਬਹਿ ਕੇ ਉੱਥੇ ਆਵਾਜ਼ ਉਠਾਓ, ਵੀ ਉੱਥੇ ਜ਼ਿਆਦਾ ਸਾਡੀ ਆਵਾਜ਼ ਨੂੰ ਫੋਰਸ ਮਿਲੂਗੀ। ਤਾਂ ਇਸ ਕਰਕੇ ਇਹਨਾਂ ਨੇ ਆ ਗਏ ਸੀਗੇ। ਪਰ ਉਹਦੇ ਤਹਿਤ ਪੁੱਛਿਆ ਵੀ ਸਵਾਲ ਦੱਸੋ, ਇਹਦਾ ਕਰੈਕਟ ਆਨਸਰ ਬਣਦਾ ਲਿਆਕਤ ਅਲੀ ਖਾਨ। ਲਿਆਕਤ ਅਲੀ ਖਾਨ ਸੀਗੇ ਜਿਹੜੇ ਕਿ ਫਾਈਨਾਂਸ ਮਿਨਿਸਟਰ ਬਣੇ ਸੀਗੇ। ਤਾਂ ਇਹ ਤੁਹਾਨੂੰ ਸਾਰੇ ਯਾਦ ਹੋਣੇ ਚਾਹੀਦੇ ਆ। ਐਕਸਟਰਨਲ ਅਫੇਅਰ ਕਾਮਨਵੈਲਥ ਰਿਲੇਸ਼ਨਸ ਦੇ ਮਿਨਿਸਟਰ ਜਵਾਹਰ ਲਾਲ ਨਹਿਰੂ ਬਣੇ ਸੀ, ਨਾਲ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਸੀ। ਹੋਮ ਬਰੋਡਕਾਸਟਿੰਗ ਇਹ ਸਰਦਾਰ ਪਟੇਲ ਸੀਗੇ। ਐਗਰੀਕਲਚਰ ਅਤੇ ਫੂਡ ਵਾਲੇ ਪ੍ਰਸ਼ਾਦ, ਠੀਕ ਹੈ, ਰਜਿੰਦਰ ਪ੍ਰਸਾਦ ਜੀ ਸੀ। ਕਮਰਸ ਮੁਸਲਿਮ ਲੀਗ ਦਾ ਬੰਦਾ ਸੀਗਾ ਇਬਰਾਹਿਮ ਇਸਮੇਲ ਚੰਦਰਗੀਆ, ਉਹਨਾਂ ਨੂੰ ਮਿਲਿਆ ਸੀਗਾ। ਡਿਫੈਂਸ ਬਲਦੇਵ ਸਿੰਘ ਨੂੰ ਸੀ। ਫਾਈਨਾਂਸ ਆਪਾਂ ਕਰ ਹੀ ਲਿਆ ਕਿ ਲਿਆਕਤ ਅਲੀ ਜੀ ਕੋਲੇ ਸੀਗਾ। ਐਜੂਕੇਸ਼ਨ ਦੀ ਗੱਲ ਕਰੀਏ, ਠੀਕ ਹੈ, ਤਾਂ ਐਜੂਕੇਸ਼ਨ ਅਤੇ ਆਰਟਸ ਕਿਹਦੇ ਕੋਲੇ ਸੀ, ਰਾਜਾ ਗੋਪਾਲਾਚਾਰਿਆ ਕੋਲੇ ਸੀਗਾ। ਹੈਲਥ ਦੀ ਗੱਲ ਕਰੀਏ ਤਾਂ ਹੈਲਥ ਉਸ ਟਾਈਮ 'ਤੇ ਪਹਿਲੀ ਵਾਰ ਕਿਹਨੂੰ ਮਿਲਿਆ ਸੀ, ਇਹ ਵੀ ਇਹਦੇ ਸੀਗੇ ਮੁਸਲਿਮ ਲੀਗ ਦੇ ਗਜ਼ਨਫਰ, ਠੀਕ ਹੈ, ਗਜ਼ਨਫਰ ਅਲੀ ਖਾਨ ਨੂੰ ਮਿਲਿਆ ਸੀ। ਆਹ ਲੇਬਰ ਵਾਲਾ ਬਹੁਤ ਪੇਪਰ 'ਚ ਪੁੱਛਿਆ ਜਾਂਦਾ, ਜਗਜੀਵਨ ਰਾਮ ਕੋਲੇ ਲੇਬਰ ਸੀਗਾ, ਠੀਕ ਹੈ। ਤਾਂ ਇਹ ਕੁਛ ਹੈਗੇ ਨੇ ਜਿਹੜੇ ਤੁਹਾਨੂੰ ਯਾਦ ਹੋਣ, ਠੀਕ ਹੈ। ਅਤੇ ਲਾਅ ਮਿਨਿਸਟਰੀ ਹੋ ਗਿਆ ਯੋਗਿੰਦਰ ਨਾਥ ਮੰਡਲ ਕੋਲੇ। ਅਤੇ ਇੱਕ ਆਪਣੇ ਕੋਲੇ ਵਰਕ ਮਾਈਨਸ ਪਾਵਰ ਵਾਲਾ, ਇਹਦਾ ਸੌਖਾ ਹੀ ਆਈਡੀਆ ਲਾਉਣਾ, ਹੋਮੀ ਬਾਬਾ ਕੋਲੇ ਸੀਗਾ, ਠੀਕ ਹੈ, ਸੀ ਹੋਮੀ ਬਾਬਾ। ਰੇਲਵੇ, ਪੋਸਟ, ਏਅਰ, ਇਹ ਵੀ ਮੁਸਲਿਮ ਲੀਗ ਦਾ ਲੀਡਰ ਸੀਗਾ, ਨਾਮ ਸੀਗਾ ਅਬਦੁਲ ਰਾਬ ਨਿਸਤਰ, ਇਹ ਇਹਨਾਂ ਕੋਲੇ ਸੀ। ਤਾਂ ਇਹ ਕੁਛ ਤੁਹਾਨੂੰ ਯਾਦ ਹੋਣ। ਪ੍ਰੈਜ਼ੀਡੈਂਟ ਕੌਣ ਸੀਗਾ ਐਗਜ਼ੈਕਟਿਵ ਕਾਊਂਸਲ ਦਾ, ਜਿਹੜੀ ਇਹ ਪੂਰੀ ਬਣੀ ਸੀ। ਪ੍ਰੈਜ਼ੀਡੈਂਟ ਉਸ ਟਾਈਮ ਦੇ ਜਿਹੜੇ ਗਵਰਨਰ ਜਨਰਲ ਸੀ। 1947 ਫਰਵਰੀ 1947 ਤੱਕ ਤਾਂ ਬੇਬਲ ਰਹੇ ਸੀ, ਅਤੇ ਫਰਵਰੀ ਤੋਂ ਬਾਅਦ ਮਾਊਂਟ ਬੈਟਨ ਬਣੇ ਨੇ। ਅਤੇ ਕਮਾਂਡਰ ਇਨ ਚੀਫ ਸੀਗੇ ਸਰ ਕਲਾਊਡ ਔਚਿਨਲੈਕ, ਠੀਕ ਹੈ, ਸਰ ਕਲਾਊਡ ਔਚਿਨਲੈਕ ਕਮਾਂਡਰ ਸੀ। ਤਾਂ ਆਹ ਕੁਛ ਨਾਮ ਨੇ, ਮੈਂ ਤੇਜ਼ੀ ਨਾਲ ਤੁਹਾਨੂੰ ਦੱਸਤੇ, ਤੁਸੀਂ ਆਪਣੀ ਬੁੱਕ 'ਚੋਂ ਪੜ੍ਹ ਸਕਦੇ ਹੋ। ਤਾਂ ਇਹ ਨਾਮ ਵੀ ਜ਼ਰੂਰ ਤੁਸੀਂ ਯਾਦ ਰੱਖਿਓ, ਇੰਪੋਰਟੈਂਟ ਨੇ। ਅੱਗੇ ਗੱਲ ਕਰਦੇ ਹਾਂ ਅਗਲੇ ਕੁਐਸਚਨ 'ਤੇ। 5ਵਾਂ ਕੁਐਸਚਨ, 5th ਕੁਐਸਚਨ ਸਾਡੇ ਕੋਲੇ ਕੀ ਕਹਿੰਦਾ, ਵਿਚ ਆਫ ਦਾ ਫੋਲੋਇੰਗ ਰਾਈਟਸ ਕਨਫਰਡ ਬਾਈ ਦਾ ਕੰਸਟੀਟਿਊਸ਼ਨ ਆਫ ਇੰਡੀਆ ਇਜ਼ ਆਲਸੋ ਅਵੇਲੇਬਲ ਟੂ ਨਾਨ ਸਿਟੀਜ਼ਨਸ। ਹੁਣ ਨਾਨ ਸਿਟੀਜ਼ਨਸ ਨੂੰ ਇਹਨਾਂ ਦੇ ਵਿੱਚੋਂ ਕਿਹੜੇ ਰਾਈਟਸ ਅਵੇਲੇਬਲ ਨੇ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਠੀਕ ਹੈ। ਇੰਪੋਰਟੈਂਟ ਸਵਾਲ ਹੈ। ਫੰਡਾਮੈਂਟਲ ਰਾਈਟਸ ਚੰਗੀ ਤਰ੍ਹਾਂ ਪੜ੍ਹੋ, ਉਹਦੇ ਵਿੱਚੋਂ ਤਾਂ ਬਹੁਤ ਕੁਐਸਚਨ ਬਣਦੇ ਨੇ। ਕਿਹੜੇ ਰਾਈਟਸ ਇਕੱਲੇ ਸਿਟੀਜ਼ਨਸ ਨੂੰ ਨੇ, ਕਿਹੜੇ ਰਾਈਟ ਕਿਹਨੂੰ ਨੇ, ਠੀਕ ਹੈ, ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਹੋਣ। ਵੈਸੇ ਤਾਂ ਇਹ ਸਵਾਲ ਬਹੁਤ ਸੌਖਾ ਸੀ, ਮੈਨੂੰ ਉਮੀਦ ਹੈ ਕਿ ਸਭ ਦਾ ਠੀਕ ਹੋਇਆ ਹੋਊਗਾ। ਸਪੀਚ, ਅਸੈਂਬਲੀ, ਫਾਰਮ, ਐਸੋਸੀਏਸ਼ਨ, ਬਈ ਅਸੀਂ ਆਪਣੇ ਦੇਸ਼ ਤੋਂ ਇਲਾਵਾ ਬਾਹਰਲੇ ਨੂੰ ਕਿਵੇਂ ਅਲਾਓ ਕਰ ਦਾਂਗੇ ਵੀ ਆ ਕੇ ਬੋਲ ਤੂੰ ਸਾਡੇ ਦੇਸ਼ ਦੇ ਖਿਲਾਫ, ਜਾਂ ਕੁਛ ਵੀ ਸਾਡੇ ਲੀਡਰਸ ਦੇ ਖਿਲਾਫ ਬੋਲ, ਇਹ ਤਾਂ ਹੋ ਹੀ ਨਹੀਂ ਸਕਦਾ। ਫਰੀ ਟੂ ਮੂਵ, ਰਿਜ਼ਾਈਡ ਐਂਡ ਸੈਟਲ ਇਨ ਐਨੀ ਪਾਰਟ ਆਫ ਇੰਡੀਆ, ਇਹ ਵੀ ਨਹੀਂ ਹੋ ਸਕਦਾ, ਕਿਉਂਕਿ ਇੱਥੇ ਰਹਿਣ ਦੀ ਇਜਾਜ਼ਤ ਅਸੀਂ ਐਵੇਂ ਕਿਵੇਂ ਦੇ ਦਾਂਗੇ ਜਦੋਂ ਸਿਟੀਜ਼ਨਸ਼ਿਪ ਜਾਂ ਉਹਦੇ ਕੋਲ ਕੁਛ ਹੈ ਹੀ ਨਹੀਂ। ਹਾਂ, ਅਸੀਂ FDI, FII ਇਹਨੂੰ ਪ੍ਰਮੋਟ ਕਰਦੇ ਹਾਂ, ਕਿਉਂਕਿ ਬਾਹਰੋਂ ਪੈਸਾ ਆਉਂਦਾ ਤਾਂ ਸਾਡੇ ਦੇਸ਼ ਦੀ ਇਕੋਨਮੀ ਵੱਧਦੀ ਆ।
ਤਾਂ ਜੇ ਆਹ ਕੰਸੈਪਟ ਵੀ ਦਿਮਾਗ 'ਚ ਰੱਖ ਲਓ ਤਾਂ ਫਰੀडम ਟੂ ਅਕਵਾਇਰ ਪ੍ਰੋਪਰਟੀ, ਟੂ ਕੈਰੀ ਔਨ ਆਕੂਪੇਸ਼ਨ, ਟ੍ਰੇਡ, ਬਿਜ਼ਨਸ, ਤਾਂ ਇਹ ਚੀਜ਼ ਦੀ ਫਰੀडम ਹੈਗੀ ਆ, ਕਿਉਂਕਿ ਉਹ ਵੀ ਇਕੋਨੋਮਿਕ ਪੁਆਇੰਟ ਆਫ ਵਿਊ ਤੋਂ। ਬਾਕੀ ਇਹਨਾਂ ਦੇ ਵਿੱਚੋਂ ਕੁਝ ਵੀ ਨਹੀਂ, ਤਾਂ ਆਨਸਰ ਲੱਭਣਾ ਸੌਖਾ ਹੀ ਸੀ, ਵੀ ਬਹੁਤਾ ਔਖਾ ਨਹੀਂ ਸੀ। ਅੱਗੇ ਆ 5th ਤੇ 6th, ਮੈਂ ਹੁਣ ਸਾਰੇ ਤੁਹਾਨੂੰ ਸ਼ਡਿਊਲ ਕਰਵਾ ਚੁੱਕਿਆ, ਤਾਂ ਇਹ ਕੁਐਸਚਨ ਹੁਣ ਆਪੇ ਕਰ ਸਕਦੇ ਹੋ। ਤੁਹਾਨੂੰ ਯਾਦ ਕਰਨੇ ਵੀ ਦੱਸਤੇ ਕਿ ਕਿਵੇਂ ਟੀਅਰਸ ਆਫ 올ਡ ਪੀਐਮ ਤੇ ਯਾਦ ਕਰਨੇ ਆ। ਤਾਂ ਪ੍ਰੋਟੈਕਟ ਇੰਟਰਸਟ ਆਫ ਸ਼ਡਿਊਲ ਟਰਾਈਬਸ ਲਈ 5ਵਾਂ ਤੇ 6ਵਾਂ ਦੋਨੋਂ ਹੀ ਸ਼ਡਿਊਲ ਨੇ, ਇਸ ਗੱਲ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਕੁਐਸਚਨ ਨੰਬਰ 7, ਇੰਡੀਅਨ ਕੰਸਟੀਟਿਊਸ਼ਨ ਐਸਟੈਬਲਿਸ਼ਜ਼ ਏ ਸੈਕੂਲਰ ਸਟੇਟ। ਸੈਕੂਲਰ ਮੀਨਿੰਗ ਦੈਟ, ਦੇਖੋ ਸੈਕੂਲਰ ਸਟੇਟ ਦਾ ਮਤਲਬ ਵੀ ਸਾਰਿਆਂ ਲਈ ਇੱਕ ਬਰਾਬਰ ਹੈ, ਹੈ ਨਾ, ਵੀ ਸੈਕੂਲਰ ਹਾਂ ਅਸੀਂ ਕਿਸੇ ਨਾਲ ਉਹ ਨਹੀਂ ਕਰਦੇ ਵੀ ਨਿਰਪੱਖ ਹਾਂ, ਚਾਹੇ ਧਰਮ ਨਿਰਪੱਖ ਹਾਂ ਸਾਰਿਆਂ ਦੇ ਨਾਲ, ਠੀਕ ਹੈ, ਕੋਈ ਭੇਦਭਾਵ ਨਹੀਂ ਕਿਸੇ ਚੀਜ਼ ਦਾ। ਤਾਂ ਇਹਨੂੰ ਲੈ ਕੇ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਹੁਣ ਸਟੇਟ ਟਰੀਟਸ ਆਲ ਰਿਲੀਜਨਸ ਇਕੁਅਲੀ, ਬਿਲਕੁਲ ਸੈਕੂਲਰਿਜ਼ਮ ਇਸੇ ਨੂੰ ਤਾਂ ਬੋਲਦੇ ਆ ਸੈਕੂਲਰਿਜ਼ਮ। ਫਰੀडम ਆਫ ਫੇਥ ਤੇ ਵਰਸ਼ਿਪ ਹੈਗੀ ਆ ਸਾਨੂੰ, ਅਸੀਂ ਕੋਈ ਵੀ ਧਰਮ ਨੂੰ ਮੰਨ ਸਕਦੇ ਹਾਂ, ਉਹਦੀ ਪੂਜਾ ਕਰ ਸਕਦੇ ਹਾਂ, ਕੋਈ ਇਸ਼ੂ ਨਹੀਂ। ਐਜੂਕੇਸ਼ਨਲ ਬੋਡੀਜ਼ ਕੈਨ ਇੰਪਾਰਟ ਰਿਲੀਜੀਅਸ ਇੰਸਟਰਕਸ਼ਨ, ਦੇਖੋ ਇਹਦੀ ਕੋਈ ਆਜ਼ਾਦੀ ਨਹੀਂ ਹੈਗੀ ਕਿ ਐਜੂਕੇਸ਼ਨਲ ਬੋਡੀਜ਼ ਜਿਹੜੀਆਂ ਹੈਗੀਆਂ ਨੇ ਉਹ ਰਿਲੀਜੀਅਸ ਉੱਥੇ ਇੰਸਟਰਕਸ਼ਨ ਦਿੱਤੀਆਂ ਜਾਣ, ਇਹ ਚੀਜ਼ ਦੀ ਬਿਲਕੁਲ ਵੀ ਆਜ਼ਾਦੀ ਨਹੀਂ ਹੈਗੀ। ਤਾਂ ਇਹ ਤਾਂ ਬੜਾ ਸੌਖਾ ਸੀ ਇਹਨੂੰ ਡਿਸਕਾਰਡ ਕਰਨਾ। ਸਟੇਟ ਡਜ਼ ਨਾਟ ਡਿਸਕ੍ਰਿਮੀਨੇਟ ਔਨ ਦਾ ਬੇਸਿਸ ਆਫ ਰਿਲੀਜਨ, ਬਿਲਕੁਲ ਠੀਕ ਹੈ ਜੀ। ਇਹ ਵੀ ਤਾਂ 1 2 4 ਇਹ ਵੀ ਮੈਨੂੰ ਲੱਗਦਾ ਈਜ਼ੀ ਕੈਟੇਗਰੀ ਦਾ ਹੀ ਸਵਾਲ ਸੀ, ਆਪਾਂ ਔਖਾ ਨਹੀਂ ਕਹਿ ਸਕਦੇ। ਤਾਂ ਡੀ ਆਪਸ਼ਨ ਹੋ ਗਈ। ਦੇਖੋ ਸੈਕੂਲਰਿਜ਼ਮ ਨਾ 2 ਤਰ੍ਹਾਂ ਦੀ ਸੈਕੂਲਰਿਜ਼ਮ ਹੁੰਦੀ ਹੈ, ਇਹ ਤੁਹਾਨੂੰ ਇਹ ਵੀ ਆਈਡੀਆ ਹੋਣਾ ਚਾਹੀਦਾ। ਇੱਕ ਹੁੰਦੀ ਆ ਪੋਜ਼ੀਟਿਵ ਸੈਕੂਲਰਿਜ਼ਮ, ਇੱਕ ਹੁੰਦੀ ਆ ਨੈਗੇਟਿਵ ਸੈਕੂਲਰਿਜ਼ਮ। ਸਾਡਾ ਜਿਹੜਾ ਦੇਸ਼ ਹੈ ਇੰਡੀਆ, ਸਾਡੇ ਇੱਥੇ ਪੋਜ਼ੀਟਿਵ ਸੈਕੂਲਰਿਜ਼ਮ ਆ। ਪੋਜ਼ੀਟਿਵ ਸੈਕੂਲਰਿਜ਼ਮ ਦਾ ਮਤਲਬ ਸਾਰੇ ਧਰਮਾਂ ਨੂੰ ਫੁੱਲੀ ਆਜ਼ਾਦੀ ਹੈ, ਵੀ ਤੁਸੀਂ ਯਾਰ ਪ੍ਰਮੋਟ ਕਰੋ। ਈਵਨ ਸਰਕਾਰ ਵੀ ਸਪੋਰਟ ਕਰਦੀ ਆ ਮੇਲੇ ਲੱਗਦੇ ਆ ਕੁੰਭ ਦੇ, ਕਿਤੇ ਕੁਛ ਹੁੰਦਾ, ਠੀਕ ਹੈ, ਸਰਕਾਰ ਵੱਲੋਂ ਮਤਲਬ ਜਿਹੜਾ ਖਜ਼ਾਨਾ ਸਰਕਾਰੀ ਆ ਉੱਥੋਂ ਤਾਂ ਨਹੀਂ ਪੈਸਾ ਦੇ ਸਕਦੇ, ਲੋਕਾਂ ਦਾ ਟੈਕਸ ਨਹੀਂ ਇਹਨਾਂ 'ਤੇ ਖਰਚ ਸਕਦੇ ਹੈਗੇ, ਬਟ ਇਨਡਾਇਰੈਕਟ ਵੇ 'ਚ ਕੁਛ ਨਾ ਕੁਛ ਕਰਕੇ, ਜਿਵੇਂ ਪ੍ਰਸ਼ਾਦ ਸਕੀਮ ਚੱਲਦੀ ਹੈ ਆਪਣੀ, ਤੁਹਾਨੂੰ ਪਤਾ ਹੋਊਗਾ। ਪ੍ਰਸ਼ਾਦ ਸਕੀਮ ਦੇ ਤਹਿਤ ਇਹਨਾਂ ਨੇ ਕੀ ਕਰਿਆ ਹੋਇਆ ਕਿ ਜਿਵੇਂ ਜਿਹੜੇ ਲੋਕ ਜਿਵੇਂ ਲੰਗਰ ਛਕਾਉਂਦੇ ਨੇ ਰੋਜ਼ ਦੇ, ਕੁਛ ਕੰਡੀਸ਼ਨਾਂ ਰੱਖੀਆਂ ਹੋਈਆਂ ਨੇ ਵੀ ਇੱਕ ਮਹੀਨੇ ਦੇ ਵਿੱਚ ਇੰਨੇ ਹਜ਼ਾਰ ਲੋਕਾਂ ਨੂੰ ਜਿੱਥੇ ਲੰਗਰ ਛਕਦਾ, ਤਾਂ ਉਹਨਾਂ ਦਾ ਇਹਨਾਂ ਨੇ ਸੈਂਟਰ ਵਾਲਾ ਜਿਹੜਾ ਸੀ ਆਪਣਾ GST ਆ ਉਹ ਮਾफ़ ਕੀਤਾ ਹੋਇਆ, ਅਤੇ ਸਟੇਟ ਨੇ ਤਾਂ ਪਹਿਲਾਂ ਹੀ ਕੀਤਾ ਹੋਇਆ, ਜਿਵੇਂ ਆਪਣੇ ਹਰਿਮੰਦਰ ਸਾਹਿਬ ਦਾ। ਤਾਂ ਕਾਫੀ ਜਿਹੜੇ ਸ਼ਰਾਈਨਸ ਸਾਡੀਆਂ ਰਿਲੀਜੀਅਸ ਹੈਗੀਆਂ ਨੇ ਉਹਨਾਂ 'ਚ ਇਹਨਾਂ ਨੇ ਪ੍ਰਸ਼ਾਦ ਸਕੀਮ ਦੇ ਤਹਿਤ ਇੱਕ ਤਰ੍ਹਾਂ ਦਾ ਬੈਨੀਫਿਟ ਹੈ ਦਿੱਤਾ ਹੋਇਆ। ਇਹ ਪੋਜ਼ੀਟਿਵ ਸੈਕੂਲਰਿਜ਼ਮ ਦੀ ਨਿਸ਼ਾਨੀ ਹੈ। ਇੱਕ ਹੁੰਦਾ ਨੈਗੇਟਿਵ ਸੈਕੂਲਰਿਜ਼ਮ। ਨੈਗੇਟਿਵ ਸੈਕੂਲਰਿਜ਼ਮ ਜਿਵੇਂ ਫਰਾਂਸ 'ਚ ਹੈ, ਫਰਾਂਸ 'ਚ ਹਮੇਸ਼ਾ ਆਪਾਂ ਵਿਵਾਦਿਤ ਸੁਣਿਆ ਵੀ ਕਦੇ ਟਰਬਨ ਦੇ ਪਿੱਛੇ ਰੌਲਾ ਪੈ ਗਿਆ, ਕਦੇ ਕੁਛ ਪੈ ਗਿਆ। ਉਹ ਸਾਰਿਆਂ ਨਾਲ ਇਕੁਅਲੀ ਨੇ, ਉਹ ਉਲਟੇ ਚੱਲਦੇ ਨੇ। ਉਹ ਕਹਿੰਦੇ ਤੁਸੀਂ ਕੋਈ ਵੀ ਆਪਣੇ ਧਰਮ ਨੂੰ ਪ੍ਰਮੋਟ ਨਹੀਂ ਕਰ ਸਕਦਾ, ਹੈ ਤਾਂ ਉਹ ਵੀ ਸੈਕੂਲਰਿਜ਼ਮ ਆ, ਉਹ ਕਿਸੇ ਇੱਕ ਨੂੰ ਤਾਂ ਨਹੀਂ ਪ੍ਰਮੋਟ, ਉਹ ਤਾਂ ਸਾਰਿਆਂ ਨੂੰ ਹੀ ਕਹਿ ਰਹੇ ਨੇ ਵੀ ਕੋਈ ਨਹੀਂ ਪ੍ਰਮੋਟ ਕਰੂਗਾ ਹੈਗਾ। ਤਾਂ ਉਹ ਸੈਕੂਲਰਿਜ਼ਮ ਜਿਹੜੀ ਹੋ ਗਈ ਉਹ ਨੈਗੇਟਿਵ ਹੋ ਗਈ ਸਾਰਿਆਂ ਲਈ, ਵੀ ਕੋਈ ਜਿਵੇਂ ਆਪਣੇ ਉਰੇ ਕਹਿੰਦੇ ਨੇ ਨਗਰ ਕੀਰਤਨ ਕੱਢੋ, ਸਭ ਕੁਛ ਕਰੋ, ਹੈ ਨਾ, ਉੱਥੇ ਕੁਛ ਨਹੀਂ ਇਹੋ ਜਿਹਾ ਕੁਛ ਹੈਗਾ, ਉਹ ਕਿਸੇ ਨੂੰ ਵੀ ਨਹੀਂ ਅਲਾਓ ਕਰਦੇ। ਤਾਂ ਪੋਜ਼ੀਟਿਵ ਨੈਗੇਟਿਵ ਸੈਕੂਲਰਿਜ਼ਮ ਬਾਰੇ ਵੀ ਤੁਹਾਨੂੰ ਆਈਡੀਆ ਹੋਣਾ ਚਾਹੀਦਾ, ਜ਼ਰੂਰੀ ਸੀ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਐਜ਼ ਇਨਕੋਰਪੋਰੇਟਡ ਇਨ, ਤਾਂ ਇਹ ਯਾਦ ਕਰਨ ਵਾਲੀ ਤੁਹਾਡੇ ਚੀਜ਼ ਆ। ਆਰਟੀਕਲ 36 ਤੋਂ 51 ਹੈਗੇ ਨੇ, ਅਤੇ ਪਾਰਟ 4 ਦੇ ਅੰਡਰ ਆਉਂਦਾ, ਹੈ ਨਾ। ਤਾਂ ਪਾਰਟ 4 ਦੇ ਅੰਡਰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਆਉਂਦੇ ਨੇ। ਤਾਂ ਪਾਰਟਸ ਤੁਹਾਡੇ ਯਾਦ ਹੋਣੇ ਚਾਹੀਦੇ ਨੇ ਸਾਰੇ, 22 ਪਾਰਟਸ ਜਿੰਨੇ ਆਪਣੇ ਹੈਗੇ ਨੇ, ਤਾਂ ਉਹਨਾਂ ਦਾ ਆਈਡੀਆ ਹੋਵੇ। ਅੱਗੇ ਚੱਲਦੇ ਹਾਂ। ਪਾਰਟਸ ਸ਼ਡਿਊਲ ਦੇ ਦੋਨੋਂ ਹੀ ਪੇਪਰ 'ਚ ਪੁੱਛੇ ਜਾਂਦੇ ਨੇ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਇਨਕਲੂਡਡ ਇਨ ਆਰਟੀਕਲ 19 ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ ਪਰਟੇਨਿੰਗ ਟੂ ਦਾ ਰਾਈਟ ਟੂ ਫਰੀडम। ਹੁਣ ਦੇਖੋ ਇਸ ਕੁਐਸਚਨ ਦਾ ਆਂਸਰ, ਆਰਟੀਕਲ 19 'ਚ ਕੀ ਨਹੀਂ ਹੋ ਸਕਦਾ? ਰਾਈਟ ਟੂ ਰਿਜ਼ਾਈਡ ਸੈਟਲ ਇਨ ਐਨੀ ਪਾਰਟ ਆਫ ਟੈਰੀਟਰੀ, ਰਾਈਟ ਟੂ ਫਾਰਮ ਐਸੋਸੀਏਸ਼ਨਸ ਔਰ ਯੂਨੀਅਨਸ, right of the minorities to establish and administer education institutions, right to assemble peacefully ਜਾਂ without arms। ਦੇਖੋ ਆਰਟੀਕਲ 19 ਦੇ ਵਿੱਚ 6 ਚੀਜ਼ਾਂ ਦੀ ਗੱਲ ਕੀਤੀ ਗਈ ਹੈ। ਕਿਹੜੀਆਂ ਕਿਹੜੀਆਂ? ਫਰੀडम ਸਪੀਚ ਦੀ ਅਤੇ ਐਕਸਪ੍ਰੈਸ਼ਨ ਦੀ, ਇਕੱਠੇ ਹੋਣ ਦੀ ਆਜ਼ਾਦੀ ਹੈ ਪੀਸਫੁਲੀ ਬਿਨਾਂ ਹਥਿਆਰਾਂ ਤੋਂ, ਐਸੋਸੀਏਸ਼ਨਾਂ ਬਣਾ ਸਕਦੇ ਹੋ ਤੀਜੀ ਗੱਲ, ਚੌਥਾ ਪੂਰੀ ਟੈਰੀਟਰੀ ਦੇ ਵਿੱਚ ਫਰੀਲੀ ਮੂਵ ਕਰ ਸਕਦੇ ਹੋ ਚੌਥੀ ਗੱਲ, ਰਜ਼ਾਈਡ ਐਂਡ ਸੈਟਲ ਇਨ ਐਨੀ ਪਾਰਟ ਆਫ ਇੰਡੀਆ 'ਚ ਜਾ ਕੇ ਸੈਟਲ ਹੋ ਸਕਦੇ ਹੋ। ਕੁਛ ਕੁ ਐਕਸੈਪਸ਼ਨਾਂ ਹੈਗੀਆਂ ਨੇ ਜੰਮੂ ਕਸ਼ਮੀਰ ਵਰਗੀਆਂ, ਪਰ ਓਵਰਆਲ ਇੰਡੀਆ 'ਚ ਕਿਤੇ ਵੀ ਸੈੱਟ ਹੋ ਸਕਦੇ ਹੋ। ਛੇਵਾਂ, ਟੂ ਪ੍ਰੈਕਟਿਸ ਐਨੀ ਪ੍ਰੋਫੈਸ਼ਨ ਐਂਡ ਕੈਰੀ ਔਨ ਟਰੇਡ ਜਾਂ ਬਿਜ਼ਨਸ, ਕੋਈ ਵੀ ਪ੍ਰੋਫੈਸ਼ਨ ਤੁਸੀਂ ਚੂਜ਼ ਕਰ ਸਕਦੇ ਹੋ। ਕਿਹੜੀ ਚੀਜ਼ ਨਹੀਂ ਆਈ? ਰਾਈਟ ਆਫ ਮਾਈਨੋਰਿਟੀਜ਼ ਟੂ ਐਸਟੈਬਲਿਸ਼ ਐਡਮਿਨਿਸਟਰ ਐਂਡ ਐਜੂਕੇਸ਼ਨਲ ਇੰਸਟੀਟਿਊਸ਼ਨਸ, ਕਿਉਂਕਿ ਇਹ ਤਾਂ ਆਰਟੀਕਲ 30 ਦੇ ਤਹਿਤ ਹੈ, ਠੀਕ ਹੈ। ਆਰਟੀਕਲ 29 ਤੇ 30 ਕਿਹੜੇ ਨੇਗੇ? ਕਲਚਰਲ ਜਾਂ ਐਜੂਕੇਸ਼ਨਲ ਰਾਈਟਸ ਨੇ। ਦੇਖੋ ਇਹ ਸਾਰੇ ਤੁਹਾਨੂੰ ਯਾਦ ਹੋਣ। 14 ਤੋਂ 18 ਰਾਈਟ ਟੂ ਇਕੁਐਲਿਟੀ, 19 ਤੋਂ 22 ਰਾਈਟ ਟੂ ਫਰੀडम, 23 ਤੇ 24 ਕਿਹਦੀ ਗੱਲ ਕਰਦੇ ਨੇ? ਰਾਈਟ ਅਗੇਂਸਟ ਐਕਸਪਲਾਈਟੇਸ਼ਨ ਦੀ। 25 ਤੋਂ 28 ਕਿਹੜੇ ਕਿਹੜੇ ਨੇ? ਰਾਈਟ ਟੂ ਫਰੀडम ਆਫ ਰਿਲੀਜਨ। ਕਲਚਰਲ ਅਤੇ ਐਜੂਕੇਸ਼ਨਲ ਰਾਈਟ 29 ਤੇ 30 ਹੋ ਗਏ, ਅਤੇ 32ਵਾਂ ਸਾਡੇ ਕੋਲੇ ਕੀ ਹੋ ਗਿਆ?
ਰਾਈਟ ਟੂ ਕੰਸਟੀਟਿਊਸ਼ਨਲ ਰੈਮਡੀਜ਼, ਜਿਹਦੇ ਵਿੱਚ ਰਿਟਸ ਸਾਰੀਆਂ ਆ ਜਾਂਦੀਆਂ ਨੇ। ਠੀਕ ਹੈ, ਰਾਈਟ ਟੂ ਪ੍ਰੋਪਰਟੀ ਪਹਿਲਾਂ ਹੁੰਦਾ ਸੀਗਾ, 44ਵੀਂ ਅਮੈਂਡਮੈਂਟ ਹੋਈ ਸੀ ਜਿਹਦੇ ਤਹਿਤ ਇਹਨਾਂ ਨੇ ਫੰਡਾਮੈਂਟਲ ਰਾਈਟ ਦੀ ਕੈਟੇਗਰੀ 'ਚ ਉਹਨੂੰ ਕੱਢ ਕੇ ਹੁਣ ਲੀਗਲ ਰਾਈਟ ਬਣਾਤਾ। ਠੀਕ ਹੈ, ਤਾਂ 44 300A ਆਰਟੀਕਲ ਦੇ ਅੰਡਰ ਹੁਣ ਉਹ ਪੈਂਦਾ ਗਾ। ਠੀਕ ਹੈ, ਤਾਂ ਇਹ ਵੀ ਤੁਹਾਨੂੰ ਯਾਦ ਹੋਵੇ, ਇੰਪੋਰਟੈਂਟ ਹੈ, ਪੇਪਰ 'ਚ ਪੁੱਛ ਲੈਂਦੇ ਨੇ 44ਵੀਂ ਅਮੈਂਡਮੈਂਟ ਦੇ ਤਹਿਤ। ਤਾਂ ਆਹ ਕੁਛ ਗੱਲਾਂ ਨੇ ਜਿਹੜੀਆਂ ਇਹਦੇ ਬਾਰੇ ਤੁਹਾਨੂੰ ਐਕਸਟਰਾ ਹੋਰ ਪਤਾ ਹੋਣੇ ਚਾਹੀਦੇ ਨੇ। ਤਾਂ ਇਹ ਵੀ ਮੈਨੂੰ ਲੱਗਦਾ ਕਿ ਆਨਸਰ ਸਭ ਦਾ ਠੀਕ ਹੀ ਹੋਊਗਾ, ਤਾਂ C ਆਨਸਰ ਆ ਗਿਆ। Which of the following writs can be issued against the administrative authorities? Most important question, ਥੋੜਾ ਜਿਹਾ ਡਿਫੀਕਲਟ ਲੈਵਲ ਆ, ਜਿਹਨੇ ਕਰਿਆ ਹੋਊਗਾ ਤਾਂ ਬਹੁਤ ਵਧੀਆ, ਇਹਦਾ ਮਤਲਬ ਉਹਨੇ ਰਿਟਾਂ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਜਿਨ੍ਹਾਂ ਦਾ ਇਹ ਕੁਐਸਚਨ ਠੀਕ ਹੈ। ਤਾਂ ਰਿਟਸ ਨੂੰ ਲੈ ਕੇ ਆਪਾਂ ਚੱਲੀਏ ਤਾਂ 5 ਰਿਟਸ ਦੀ ਆਪਾਂ ਗੱਲ ਕਰਦੇ ਹਾਂ, ਇੱਕ ਤਰ੍ਹਾਂ ਦੀ ਰਿਵੀਜ਼ਨ ਹੋ ਜੂਗੀ। ਹੈਬਸ ਕਾਰਪਸ ਪਹਿਲੀ ਰਿਟ ਸਾਡੀ। ਠੀਕ ਹੈ, ਕੀ ਮਤਲਬ ਹੁੰਦਾ? ਟੂ ਹੈਵ ਬੋਡੀ ਆਫ, ਮਤਲਬ ਭਾਈ ਅਨਲੌਫੁਲ ਡਿਟੈਂਸ਼ਨ ਜੇ ਕਿਸੇ ਦੀ ਹੋਈ ਹੈ, ਕਿਸੇ ਨੂੰ ਚੱਕ ਲਿਆ ਪੁਲਿਸ ਨੇ ਜਾਂ ਕਿਸੇ ਵੀ ਉਹਨੇ, ਚਾਹੇ ਕੋਈ ਪਬਲਿਕ ਹੈ ਚਾਹੇ ਕੋਈ ਪ੍ਰਾਈਵੇਟ ਅਥਾਰਟੀ ਹੈ, ਹਰ ਇੱਕ ਦੇ ਅਗੇਂਸਟ ਇਹ ਪੈ ਸਕਦੀ ਹੈ ਅਤੇ ਕੋਰਟ ਨੂੰ ਕਹਿ ਸਕਦੀ ਹੈ ਕਿ 24 ਘੰਟਿਆਂ ਦੇ ਵਿੱਚ ਕੋਰਟ ਦੇ ਅੱਗੇ ਉਹ ਬੰਦਾ ਪੇਸ਼ ਕੀਤਾ ਜਾਵੇ। ਇਹ ਹੋ ਗਈ ਹੈਬਸ ਕਾਰਪਸ। ਠੀਕ ਹੈ, ਪੁੱਛਿਆ ਕੀ ਹੈ ਕਿ ਐਡਮਿਨਿਸਟ੍ਰੇਟਿਵ ਅਥਾਰਟੀ ਦੇ ਅਗੇਂਸਟ ਕਿਹੜੀ ਜਾ ਸਕਦੀ ਹੈ, ਹੈ ਨਾ। ਤਾਂ ਹੈਬਸ ਕਾਰਪਸ ਤਾਂ ਉਹਦੇ ਆਪਸ਼ਨ 'ਚ ਇਹਨਾਂ ਨੇ ਰੱਖੀ ਵੀ ਨਹੀਂ। ਚਲੋ ਦੂਜੀ ਆ ਗਈ ਮੈਂਡੇਮਸ। ਮੈਂਡੇਮਸ ਦਾ ਮਤਲਬ ਹੁੰਦਾ ਵੀ ਕਮਾਂਡ, ਮਤਲਬ ਕੋਈ ਅਫੀਸ਼ੀਅਲ ਹੈ, ਪਬਲਿਕ ਅਫੀਸ਼ੀਅਲ ਹੈ, ਠੀਕ ਹੈ, ਜਿਹੜਾ ਆਪਣੀ ਡਿਊਟੀ ਪਰਫੋਰਮ ਨਹੀਂ ਕਰ ਰਿਹਾ ਜਾਂ ਕੰਮ ਕਰਨ ਤੋਂ ਉਹਨੇ ਨਾ ਕਰਤੀ, ਰਿਫਿਊਜ਼ ਕਰਤਾ, ਉਹਦੇ ਅਗੇਂਸਟ ਇਹ ਮੈਂਡੇਮਸ ਪੈ ਸਕਦੀ ਹੈ। ਕੋਰਟ ਉਹਨੂੰ ਡੰਡੇ ਨਾਲ ਕਹਿ ਸਕਦੀ ਹੈ ਵੀ ਤੂੰ ਆਪਣੀ ਡਿਊਟੀ ਕਿਉਂ ਨਹੀਂ ਪਰਫੋਰਮ ਕਰ ਰਿਹਾ। ਇਹ ਕਿਸੇ ਪ੍ਰਾਈਵੇਟ ਇੰਡੀਵਿਜੂਅਲ ਦੇ ਅਗੇਂਸਟ ਨਹੀਂ ਜਾ ਸਕਦੀ। ਠੀਕ ਹੈ, ਪ੍ਰਾਈਵੇਟ ਇੰਡੀਵਿਜੂਅਲ ਦੇ ਕੇਸ ਅਗੇਂਸਟ ਨਹੀਂ ਜਾ ਸਕਦੀ, ਪਰ ਐਡਮਿਨਿਸਟ੍ਰੇਟਿਵ ਅਥਾਰਟੀਜ਼ 'ਤੇ ਬਿਲਕੁਲ ਜਾ ਸਕਦੀ ਹੈ। ਐਡਮਿਨਿਸਟ੍ਰੇਟਿਵ ਅਥਾਰਟੀਜ਼ ਖਾਸ ਕਰ ਪਬਲਿਕ ਅਫੀਸ਼ੀਅਲਸ ਨੂੰ ਤਾਂ ਹੈ ਇਹ ਟੈਕਲ ਕਰਨ ਵਾਸਤੇ ਜਿਹੜੀ ਇਹ ਮੈਂਡੇਮਸ ਹੈਗੀ ਹੈ। ਤਾਂ ਇਟ ਮੀਨਸ ਮੈਂਡੇਮਸ ਤਾਂ ਹੈ। ਤਾਂ ਇੱਥੋਂ ਡੀ ਆਪਸ਼ਨ ਤੁਸੀਂ ਕਹਿ ਦੋਗੇ ਨਿਕਲ ਗਈ, ਤਾਂ ABC ਆਪਸ਼ਨਾਂ ਬਚੀਆਂ ਆਪਣੇ ਕੋਲੇ। ਅੱਗੇ ਚੱਲਦੇ ਹਾਂ। ਪ੍ਰੋਹੀਬਿਸ਼ਨ। ਪ੍ਰੋਹੀਬਿਸ਼ਨ ਦਾ ਮਤਲਬ ਹੁੰਦਾ ਟੂ ਫੋਰਬਿਡ। ਹਾਇਰ ਕੋਰਟਸ ਲੋਅਰ ਕੋਰਟਸ ਦੇ ਅਗੇਂਸਟ ਕਰਦੀਆਂ ਨੇ ਇਹ। ਠੀਕ ਹੈ, ਰਿਟ ਜਾਰੀ ਖਾਸ ਕਰਕੇ ਜਦੋਂ ਲੋਅਰ ਕੋਰਟ ਆਪਣੀ ਯੂਰੀਡਿਕਸ਼ਨ ਤੋਂ ਬਾਹਰ ਜਾ ਕੇ ਕੋਈ ਫੈਸਲਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹੋਣ। ਠੀਕ ਹੈ, ਮਤਲਬ ਉਹਨਾਂ ਦੇ ਉਹ ਯੂਰੀਡਿਕਸ਼ਨ 'ਚ ਉਹਨਾਂ ਦੀ ਉਹਦੇ 'ਚ ਆਉਂਦਾ ਨਹੀਂ ਪਾਵਰ ਦੇ ਅੰਡਰ ਉਹ ਚੀਜ਼ ਕਰਨੀ, ਪਰ ਉਹ ਕਰਨ ਜਾ ਰਹੀਆਂ ਸੀ, ਤਾਂ ਉਹ ਇਹਦੇ ਕੇਸ 'ਚ ਉਹਨਾਂ ਨੂੰ ਇਹ ਆਰਡਰ ਇਸ਼ੂ ਕੀਤਾ ਜਾਂਦਾ ਵੀ ਫੋਰਬਿਡ, ਵੀ ਤੁਸੀਂ ਉਹਨਾਂ ਨੂੰ ਔਕਾਤ ਦਿਖਾਈ ਜਾਂਦੀ ਹੈ ਵੀ ਆਪਣੀ ਔਕਾਤ 'ਚ ਰਹਿ ਕੇ ਗੱਲ ਕਰੋ। ਠੀਕ ਹੈ, ਉੱਪਰ ਜਾਣ ਦੀ ਕੋਸ਼ਿਸ਼ ਨਾ ਕਰੋ। ਤਾਂ ਹਾਇਰ ਕੋਰਟ ਲੋਅਰ ਕੋਰਟ ਨੂੰ ਆਰਡਰ ਕਰਦੀ ਹੈ। ਅਤੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ, ਨਾ ਤਾਂ ਇਹ ਲੈਜਿਸਲੇਟਿਵ ਬੋਡੀਜ਼ ਦੇ ਅਗੇਂਸਟ ਪ੍ਰੋਹੀਬਿਸ਼ਨ ਪਾਈ ਜਾ ਸਕਦੀ ਹੈ, ਨਾ ਕਿਸੇ ਪ੍ਰਾਈਵੇਟ ਦੇ ਖਿਲਾਫ, ਨਾ ਹੀ ਐਡਮਿਨਿਸਟ੍ਰੇਟਿਵ ਅਥਾਰਟੀਜ਼ ਦੇ। ਇਹਦਾ ਮਤਲਬ ਪ੍ਰੋਹੀਬਿਸ਼ਨ ਐਡਮਿਨਿਸਟ੍ਰੇਟਿਵ ਅਥਾਰਟੀਜ਼ ਜਿੰਨੀਆਂ ਹੈਗੀਆਂ ਨੇ, DC ਹੋ ਗਏ, ਹੋਰ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਨੂੰ ਚਲਾਉਂਦੇ ਨੇ, ਇਹਨਾਂ 'ਚੋਂ ਕਿਸੇ ਦੇ ਖਿਲਾਫ ਨਹੀਂ ਪੈ ਸਕਦੀ ਹੈਗੀ। ਤਾਂ ਪ੍ਰੋਹੀਬਿਸ਼ਨ ਨਿਕਲ ਗਿਆ ਕੈਟੇਗਰੀ 'ਚੋਂ। ਜੇ ਪ੍ਰੋਹੀਬਿਸ਼ਨ ਨਿਕਲ ਗਿਆ ਤਾਂ C ਆਪਸ਼ਨ ਵੀ ਗਈ, A ਆਪਸ਼ਨ ਵੀ ਗਈ, ਤਾਂ ਬਚਦੀ ਆ B। ਆਨਸਰ ਤਾਂ ਆਪਾਂ ਨੂੰ ਇੱਥੇ ਹੀ ਮਿਲ ਗਿਆ। ਤਾਂ ਹੁਣ ਆਪਾਂ ਬਚਦੀਆਂ ਦੋ ਬਾਰੇ ਵੀ ਗੱਲ ਕਰ ਲੈਂਦੇ ਹਾਂ। ਸਰਟੀਓਰੇਰੀ। ਠੀਕ ਹੈ, ਸਰਟੀਓਰੇਰੀ ਦਾ ਕੀ ਮਤਲਬ ਹੁੰਦਾ? ਟੂ ਬੀ ਸਰਟੀਫਾਈਡ ਜਾਂ ਟੂ ਬੀ ਇਨਫੋਰਮਡ। ਮਤਲਬ ਜਦੋਂ ਇੱਥੇ ਤਾਂ ਹਲੇ ਲੋਅਰ ਕੋਰਟ ਨੇ ਪ੍ਰੋਹੀਬਿਸ਼ਨ 'ਚ ਤਾਂ ਫੈਸਲਾ ਲਿਆ ਨਹੀਂ ਸੀ, ਸਿਰਫ ਆਪਣੀ ਦਿਖਾ ਰਿਹਾ ਸੀ, ਆਪਣੀ ਉਹ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਉਹ ਬਾਹਰ ਜਾ ਹੀ ਚੁੱਕਿਆ, ਕੋਸ਼ਿਸ਼ ਕੀ ਉਹਨੇ ਕਰ ਹੀ ਦਿੱਤਾ ਕਾਰਨਾਮਾ। ਠੀਕ ਹੈ, ਵੀ ਆਪਣੀ ਔਕਾਤ ਤੋਂ ਬਾਹਰ ਦਾ ਫੈਸਲਾ ਕੋਈ ਸੁਣਾਤਾ, ਫਿਰ ਉਹਦੇ ਆਰਡਰਸ ਨੂੰ ਕੁਐਸ਼ ਕਰਨਾ ਜਾਂ ਫਿਰ ਉਹਦੇ ਕੇਸ ਨੂੰ ਆਪਣੇ ਆਪ ਨੂੰ ਟਰਾਂਸਫਰ ਕਰ ਲੈਣਾ ਹਾਇਰ ਕੋਰਟ ਦੁਆਰਾ। ਜਿਵੇਂ ਛੋਟੇ ਕੋਰਟਸ ਦਾ ਹਾਈ ਕੋਰਟ ਨੇ ਆਪਣੇ 'ਚ ਕਰ ਲਿਆ, ਜਾਂ ਹਾਈ ਕੋਰਟ ਵਾਲਾ ਸੁਪਰੀਮ ਕੋਰਟ ਨੇ ਆਪਣੇ ਕੋਲ ਟਰਾਂਸਫਰ ਕਰ ਲਿਆ। ਇਹ ਸਾਰੀ ਚੀਜ਼ ਸਰਟੀਓਰੇਰੀ 'ਚ ਹੁੰਦੀ ਆ। ਇਹਦੇ ਵਿੱਚ ਪਹਿਲਾਂ ਐਡਮਿਨਿਸਟ੍ਰੇਟਿਵ ਅਥਾਰਟੀ ਆਉਂਦੀ ਨਹੀਂ ਸੀ, ਇਸੇ ਕਰਕੇ ਸਪੈਸ਼ਲੀ ਉਹ ਕੁਐਸਚਨ ਪਾਇਆ ਗਿਆ, ਕਿਉਂਕਿ ਪਹਿਲਾਂ ਸਰਟੀਓਰੇਰੀ ਐਡਮਿਨਿਸਟ੍ਰੇਟਿਵ ਅਥਾਰਟੀ ਦੇ ਅੰਡਰ ਤੇ ਐਪਲੀਕੇਬਲ ਨਹੀਂ ਸੀ, ਪਰ 1991 ਤੋਂ ਬਾਅਦ ਇਹ ਐਪਲੀਕੇਬਲ ਕਰਤੀ, ਕਿਉਂਕਿ ਇਹਦੇ 'ਚ ਛੋਟੀ ਜਿਹੀ ਕੁੰਡੀ ਸੀ। ਜਿਨ੍ਹਾਂ ਨੇ ਤਾਂ ਇਹ ਪੜ੍ਹੀ ਹੋਊਗੀ ਉਹਨਾਂ ਨੇ ਤਾਂ ਕੁਐਸਚਨ ਦਾ ਆਨਸਰ ਲੱਭ ਲਿਆ, ਉਹ ਨਹੀਂ ਥੋੜ੍ਹਾ ਜਿਹਾ ਡਿਫੀਕਲਟ ਲੈਵਲ ਸੀ ਕੁਐਸਚਨ ਦਾ। ਐਨੀਵੇਜ਼, ਹੁਣ ਮੈਂ ਉਮੀਦ ਕਰਦਾ ਕਿ ਸਭ ਨੂੰ ਕਲੀਅਰ ਹੋ ਗਿਆ ਹੋਊਗਾ, ਅਤੇ ਅੱਗੇ ਪੇਪਰ 'ਚ ਜੇ ਇਹੋ ਜਿਹੀ ਕੋਈ ਗੱਲ ਆਉਂਦੀ ਹੈ ਤਾਂ ਕੋਈ ਗਲਤੀ ਨਹੀਂ ਹੋਊਗੀ। ਲਾਸਟ ਹੈਗੀ ਕਿਊ ਬਰੰਟੋ ਬਾਏ ਵਾਟ ਅਥਾਰਟੀ, ਜਿਹੜੀ ਇਹ ਕਹਿੰਦੀ ਆ ਵੀ ਤੁਸੀਂ ਇਸ ਕੁਰਸੀ 'ਤੇ ਕਿਸ ਅਥਾਰਟੀ ਨਾਲ ਬੈਠੇ ਹੋ, ਹੈ ਨਾ। ਤਾਂ ਇਹ ਵੀ ਕਿਸੇ ਪ੍ਰਾਈਵੇਟ ਅਗੇਂਸਟ ਜਾਂ ਫਿਰ ਮਿਨਿਸਟਰੀਅਲ ਆਫਿਸ ਦੇ ਅਗੇਂਸਟ ਇਹ ਨਹੀਂ ਹੋ ਸਕਦੀ, ਜਿਹੜੀ ਸਾਡੀ ਕਿਊ ਬਰੰਟੋ ਆ। ਠੀਕ ਹੈ, ਤਾਂ ਇਹ ਸਿਰਫ ਪਬਲਿਕ ਆਫਿਸ ਦੇ ਅਗੇਂਸਟ ਹੀ ਹੈ, ਤਾਂ ਉਹਦੇ ਅਗੇਂਸਟ ਜਾਂਦੀ ਹੈ। ਤਾਂ ਇਹ ਕੁਛ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਪਰਮਾਨੈਂਟ ਕਰੈਕਟਰ ਦਾ ਕੋਈ ਪਬਲਿਕ ਆਫਿਸ ਜਿਹੜਾ ਹੈਗਾ ਉਹਦੇ ਅਗੇਂਸਟ ਪੈ ਸਕਦੀ ਹੈ। ਤਾਂ ਆਰਟੀਕਲ 32 ਅਤੇ 226, 32 ਦੇ ਤਹਿਤ ਸੁਪਰੀਮ ਕੋਰਟ ਕੋਲ ਪਾਵਰ ਹੈ, ਅਤੇ ਆਰਟੀਕਲ 226 ਦੇ ਤਹਿਤ ਹਾਈ ਕੋਰਟ ਕੋਲ ਪਾਵਰ ਹੈ। ਠੀਕ ਹੈ, ਰਿਟਸ ਨੂੰ ਲੈਣ ਦੀ। ਤਾਂ ਇਹ ਆਰਟੀਕਲ ਵੀ ਤੁਹਾਨੂੰ ਪਤਾ ਹੋਣ। 11ਵੇਂ ਕੁਐਸਚਨ 'ਤੇ ਚੱਲਦੇ ਹਾਂ। ਰਾਈਟ ਟੂ ਪਾਰਟੀਸਪੇਟ ਇਨ ਗਵਰਨਮੈਂਟ ਐਂਡ ਇਕੁਅਲ ਓਪਰਚੁਨਿਟੀ ਟੂ ਆਕੂਪਾਈ ਦਾ ਹਾਈਐਸਟ ਆਫਿਸ ਬੇਸਡ ਔਨ ਕੁਆਲੀਫਿਕੇਸ਼ਨ ਗਿਵਸ ਦਾ ਸਿਟੀਜ਼ਨਸ। ਕਿਹੜੀ ਲਿਬਰਟੀ ਦਿੰਦਾ? ਨੈਸ਼ਨਲ ਲਿਬਰਟੀ, ਪੋਲੀਟੀਕਲ ਲਿਬਰਟੀ, ਨੈਚੁਰਲ ਲਿਬਰਟੀ, ਸਿਵਲ ਲਿਬਰਟੀ।
देखो लिबर्टी तो ਤੁਹਾਨੂੰ ਸਭ ਨੂੰ ਪਤਾ ਹੋ ਆਜ਼ਾਦੀ ਸਾਡੇ ਤੇ ਨਾ 6 ਤਰ੍ਹਾਂ ਦੀ ਲਿਬਰਟੀ ਦੀ ਗੱਲ ਕੀਤੀ ਗਈ ਹੈ ਸੰਵਿਧਾਨ ਦੇ ਅਕੋਰਡਿੰਗਲੀ। ਇੱਕ ਹੁੰਦੀ ਹੈ ਨੈਚੁਰਲ ਲਿਬਰਟੀ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਨੈਚੁਰਲ ਲਿਬਰਟੀ ਦੀ। ਪਹਿਲਾਂ ਮੈਂ ਲਿਬਰਟੀ ਸਮਝਾਉਣਾ, ਫਿਰ ਇਹ ਕੁਐਸਚਨ ਆਪਣੇ ਆਪ ਤੁਸੀਂ ਸੋਲਵ ਕਰ ਦੋਗੇ। ਨੈਚੁਰਲ ਲਿਬਰਟੀ ਦਾ ਕੀ ਮਤਲਬ ਹੈ? ਜਿਵੇਂ ਕਿ ਐਗਜ਼ਾਮਪਲ ਚੱਕੋ, ਇੱਕ ਲਾਇਨ ਹੈ ਜੰਗਲ ਦੇ ਵਿੱਚ, ਸ਼ੇਰ ਹੈ, ਉਹਦੇ ਕੋਲੇ ਨੈਚੁਰਲ ਲਿਬਰਟੀ ਹੈ, ਆਜ਼ਾਦੀ ਹੈ, ਜੋ ਮਰਜ਼ੀ ਕਰੇ ਆਪਣੀ, ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਕਿਸੇ ਨੂੰ ਕੀ ਮੇਰੇ ਇਸ ਕਾਰਨਾਮੇ ਕਰਨ ਨਾਲ ਕਿਸੇ ਨੂੰ ਕੀ ਫਰਕ ਪੈ ਜਾਊਗਾ। ਠੀਕ ਹੈ, ਕਿਸੇ ਨੂੰ ਮਾਰ ਦੇ, ਕੁਛ ਵੀ ਖਾ ਲੇ, ਕੀ ਕਰ ਲੇ, ਹੈ ਨਾ, ਫੁੱਲੀ ਆਜ਼ਾਦੀ, ਉਹਨੂੰ ਅਸੀਂ ਕਹਿ ਦਿੰਦੇ ਨੈਚੁਰਲ ਲਿਬਰਟੀ। ਤਾਂ ਸਾਡੇ ਆਮ ਤਾਂ ਕਿਸੇ ਵੀ ਦੇਸ਼ ਦੇ ਵਿੱਚ ਪੋਸੀਬਲ ਹੀ ਨਹੀਂ ਕਿ ਨੈਚੁਰਲ ਲਿਬਰਟੀ ਹੋ ਸਕੇ, ਹੈ ਨਾ। ਤਾਂ ਸਾਨੂੰ ਤਾਂ ਦੇਖਣਾ ਹੀ ਪਊਗਾ ਕਿ ਦੂਜਿਆਂ ਨੂੰ ਸਾਡੀ ਚੀਜ਼ ਨਾਲ ਇੰਪੈਕਟ ਨਾ ਪਵੇ। ਦੂਜੀ ਹੁੰਦੀ ਹੈ ਸਿਵਲ ਲਿਬਰਟੀ। ਸਿਵਲ ਲਿਬਰਟੀ ਦਾ ਕੀ ਮਤਲਬ ਹੁੰਦਾ? ਸਿਵਲ ਲਿਬਰਟੀ ਦਾ ਮਤਲਬ ਹੁੰਦਾ ਰੂਲ ਆਫ ਲਾਅ। ਤੁਹਾਡੇ ਜਿਹੜਾ ਉੱਥੇ ਲਿਬਰਟੀ ਚੱਲੂਗੀ, ਜੋ ਵੀ ਤੁਹਾਨੂੰ ਲਿਬਰਟੀਜ਼ ਦਿੱਤੀਆਂ ਹੋਣਗੀਆਂ ਔਰ ਲਾਅ ਦੇ ਅਕੋਰਡਿੰਗ ਹੋਣਗੀਆਂ। ਜਿਵੇਂ ਸਾਡਾ ਸੰਵਿਧਾਨ ਜੋ ਬੋਲ ਰਿਹਾ ਉਹਦੇ ਵਿੱਚ ਜਿਹੜੀਆਂ ਲਿਬਰਟੀਆਂ ਹੈਗੀਆਂ ਨੇ ਉਹ ਤੁਹਾਡੇ ਕੋਲ ਹੈਗੀਆਂ ਨੇ, ਉਸ ਤੋਂ ਇਲਾਵਾ ਨਹੀਂ ਹੈਗੀਆਂ। ਤੀਜੀ ਹੋ ਗਈ ਪੋਲੀਟੀਕਲ ਲਿਬਰਟੀ। ਪੋਲੀਟੀਕਲ ਲਿਬਰਟੀ 'ਚ ਪੋਲੀਟੀਕਲ ਆਜ਼ਾਦੀ ਹੈ, ਜਿਹੜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ, ਤੁਸੀਂ ਇਲੈਕਸ਼ਨਾਂ 'ਚ ਖੜ੍ਹੇ ਹੋ ਸਕਦੇ ਹੋ, ਤੁਸੀਂ ਆਪਣੇ ਪੋਲੀਟੀਕਲ ਵਿਊ ਦੇ ਸਕਦੇ ਹੋ, ਗੌਰਮੈਂਟ ਨੂੰ ਕ੍ਰਿਟੀਸਾਈਜ਼ ਕਰ ਸਕਦੇ ਹੋ। ਹੁਣ ਇੱਥੇ ਮੈਂ ਇੱਕ ਗੱਲ ਸਮਝਾਉਣਾ ਚਾਹੂੰਗਾ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਆਪਣੇ ਇੰਸਟੀਟਿਊਟ 'ਚ ਵੀ ਥੋੜ੍ਹਾ ਜਿਹਾ ਵਿਵਾਦਿਤ ਰਿਹਾ ਮੁੱਦਾ, ਹੈ ਨਾ। ਦੇਖੋ ਯਾਰ, ਇੱਕ ਤਾਂ ਹੁੰਦਾ ਕ੍ਰਿਟੀਸਿਜ਼ਮ, ਇੱਕ ਹੁੰਦਾ ਡੀਫੇਮੇਸ਼ਨ। ਦੇਰ ਆਰ ਟੂ ਵਰਡਸ। ਸੋ ਧਿਆਨ ਨਾਲ ਸੁਣਿਓ, ਡੀਫੇਮੇਸ਼ਨ ਅਤੇ ਕ੍ਰਿਟੀਸਿਜ਼ਮ ਦੇ ਵਿੱਚ ਬਹੁਤ ਫਰਕ ਹੈ। ਤੁਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰਦੇ ਹੋ, ਠੀਕ ਹੈ, ਸਰਕਾਰ ਕਹਿੰਦੀ ਹੈ ਕ੍ਰਿਟੀਸਾਈਜ਼ ਕਰੋ, ਨੋ ਪ੍ਰੋਬਲਮ, ਚਾਹੇ ਸਰਕਾਰ ਨੂੰ ਜਿਹਨੂੰ ਮਰਜ਼ੀ ਕ੍ਰਿਟੀਸਾਈਜ਼ ਕਰੋ, ਪਰ ਯਾਰ ਕਿਸੇ ਨੂੰ ਡੀਫੇਮ ਨਾ ਕਰੋ। ਠੀਕ ਹੈ, ਜੇ ਤੁਸੀਂ ਕਿਸੇ ਨੂੰ ਡੀਫੇਮ ਕਰੋਗੇ ਫਿਰ ਉਹ ਕ੍ਰਿਟੀਸਿਜ਼ਮ ਨਹੀਂ ਰਹਿੰਦਾ ਹੈਗਾ। ਫਿਰ ਉਹਦੇ ਪਿੱਛੇ ਤਾਂ ਆਪਣੇ ਇੰਨੇ ਇਮਾਨਦਾਰ ਲੀਡਰ ਕੇਜਰੀਵਾਲ ਜੀ ਵੀ ਮਾफ़ੀ ਮੰਗ ਚੁੱਕੇ ਨੇ, ਹੈ ਨਾ। ਠੀਕ ਹੈ, ਤਾਂ ਫਿਰ ਚਾਹੇ ਮਜੀਠੀਆ ਤੋਂ ਮਾफ़ੀ ਮੰਗਣ, ਚਾਹੇ ਜੇਟਲੀ ਜੀ ਤੋਂ ਮੰਗਣ, ਤਾਂ ਉਹ ਫਿਰ ਗਲਤ ਹੈ ਕੰਮ। ਤਾਂ ਇਹ ਚੀਜ਼ ਦੇ ਵਿੱਚ ਡਿਫਰੈਂਸ਼ੀਏਟ ਹੋਣਾ ਜ਼ਰੂਰੀ ਹੈ। ਜੇ ਤੁਸੀਂ ਪੋਲਿਟੀ ਇੰਨੀ ਚੰਗੀ ਤਰ੍ਹਾਂ ਪੜ੍ਹੀ ਹੈ ਤਾਂ ਦੋਨਾਂ ਨੂੰ ਡਿਫਰੈਂਸ਼ੀਏਟ ਕਰੋ, ਦੈਟ ਇਜ਼ ਬੈਟਰ। ਤਾਂ ਐਨੀਵੇਜ਼, ਤਾਂ ਉਹ ਗੱਲ ਤੋਂ ਵਾਪਸ ਹੀ ਆਉਂਦੇ ਹਾਂ। ਚਲੋ ਉਹਦਾ ਮੁੱਦਾ ਅੱਡ ਰਹਿ ਗਿਆ। ਪਟੀਸ਼ਨਸ ਹੋ ਗਈਆਂ, ਕ੍ਰਿਟੀਸਾਈਜ਼ ਕਰਨਾ ਗੌਰਮੈਂਟ ਨੂੰ, ਇਹ ਸਾਰੀਆਂ ਪੋਲੀਟੀਕਲ ਲਿਬਰਟੀ ਦੇ ਅੰਡਰ ਆਉਂਦੀਆਂ ਨੇ। ਕਿ ਪੋਲੀਟੀਕਲ ਲਿਬਰਟੀ 'ਚ ਤੁਹਾਨੂੰ ਇਹ ਸਾਰੀ ਆਜ਼ਾਦੀ ਹੈ, ਉਹਨੂੰ ਆਪਾਂ ਪੋਲੀਟੀਕਲ ਲਿਬਰਟੀ ਕਹਿ ਦਿੰਦੇ ਹਾਂ। ਚੌਥੇ ਨੰਬਰ ਦੀ ਲਿਬਰਟੀ ਦੀ ਗੱਲ ਕਰਾਂ, ਪਰਸਨਲ ਲਿਬਰਟੀ। ਪਰਸਨਲ ਲਿਬਰਟੀ 'ਚ ਕੀ ਆਊਗਾ? ਸਾਨੂੰ ਖਾਣ ਦੀ, ਪਹਿਨਣ ਦੀ, ਸਾਡਾ ਸਟੈਂਡਰਡ ਆਫ ਲਿਵਿੰਗ ਕਿਹੋ ਜਿਹਾ ਹੋਵੇ, ਵਿਆਹ ਕਿਹਦੇ ਨਾਲ ਕਰਾਉਣਾ, ਫੁੱਲ ਆਜ਼ਾਦੀ ਹੈ। ਸਟੇਟ ਤੁਹਾਡੇ ਇਹੋ ਜਿਹੇ ਪਰਸਨਲ ਮੈਟਰਸ 'ਚ ਕੋਈ ਇੰਟਰਫੇਅਰ ਨਹੀਂ ਕਰੂਗਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਪਰਸਨਲ ਲਿਬਰਟੀ। ਪੰਜਵੀਂ ਗੱਲ ਆ ਗਈ ਸਾਡੇ ਕੋਲ ਇਕਨੋਮਿਕ ਲਿਬਰਟੀ ਦੀ। ਹੁਣ ਬੰਦਾ ਆਪਣਾ ਡੇਲੀ ਬ੍ਰੈਡ ਕਮਾਉਣ ਵਾਸਤੇ, ਟੂ ਅਰਨ ਦਾ ਡੇਲੀ ਬ੍ਰੈਡ ਫੇਅਰ ਮੀਨਸ ਦੇ ਥਰੂ, ਮਤਲਬ ਕੋਈ ਗਲਤ ਤਰੀਕੇ ਨਾਲ ਨਹੀਂ, ਸਹੀ ਤਰੀਕੇ ਨਾਲ ਆਪਣੀ ਰੋਜੀ ਰੋਟੀ ਕਮਾਉਣ ਦੀ ਉਹਨੂੰ ਪੂਰੀ ਲਿਬਰਟੀ ਹੈ। ਕੋਈ ਉਹਦੇ 'ਤੇ ਧਰਮ, ਕੋਈ ਜਾਤ ਪਾਤ ਦਾ ਕੋਈ ਬੰਧਨ ਨਹੀਂ। ਉਹ ਆਪਣੇ ਸਹੀ ਤਰੀਕਿਆਂ ਦੇ ਨਾਲ ਆਪਣੇ ਬ੍ਰੈਡ ਦੇ ਲਈ ਕੋਈ ਵੀ ਕਿੱਤਾ ਕਰ ਸਕਦਾ, ਕਮਾ ਸਕਦਾ। ਦੈਟ ਇਜ਼ ਇਕਨੋਮਿਕ ਲਿਬਰਟੀ। ਲਾਸਟ 'ਚ ਆ ਗਈ ਨੈਸ਼ਨਲ ਲਿਬਰਟੀ, ਜਿੱਥੇ ਗੱਲ ਆ ਜਾਂਦੀ ਹੈ ਨੈਸ਼ਨਲ ਸੋਵਰਨਿਟੀ ਦੀ। ਠੀਕ ਹੈ, ਕਿ ਅਸੀਂ ਆਜ਼ਾਦ ਹਾਂ, ਸਲੇਵ ਨਹੀਂ ਹੈਗੇ। ਠੀਕ ਹੈ, ਤਾਂ ਉਹ ਚੀਜ਼ ਜਿਹੜੀ ਤੁਹਾਨੂੰ ਪਤਾ, ਜਿਹੜਾ ਆਪਣਾ ਸੈਂਟਰਲ ਸੈਕਟਰੀਏਟ ਹੈ ਦਿੱਲੀ 'ਚ, ਸੈਂਟਰਲ ਸੈਕਟਰੀਏਟ, ਉਹਦੀ ਬਿਲਡਿੰਗ 'ਤੇ ਪਤਾ ਕੀ ਲਿਖਿਆ ਹੋਇਆ? ਕਹਿੰਦਾ ਲਿਬਰਟੀ ਡਜ਼ਨਟ ਡਿਸੈਂਡ ਅਪੋਨ ਅ ਪਰਸਨ, ਪੀਪਲ ਮਸਟ ਰੇਜ਼ ਦੈਮਸੈਲਵਸ ਟੂ ਦ ਲਿਬਰਟੀ। ਠੀਕ ਹੈ, ਲਿਬਰਟੀ ਇਜ਼ ਅ ਬਲੈਸਿੰਗ ਦੈਟ ਮਸਟ ਬੀ ਅਰਨਡ ਇਨ ਆਰਡਰ ਟੂ ਬੀ ਇੰਜੋਇਡ। ਵੀ ਲਿਬਰਟੀ ਇੱਕ ਬਲੈਸਿੰਗ ਹੈ ਜਿਹਨੂੰ ਅਰਨ ਕੀਤਾ ਜਾਂਦਾ ਹੈ, ਨਾ ਕਿ ਠੀਕ ਹੈ ਐਂ ਹੀ ਹੈ ਕਿ ਆਪਣੇ ਆਪ ਹੀ ਡਿਸੈਂਡ, ਵੀ ਜੰਮਣ ਤੋਂ ਬਾਅਦ ਡਿਸੈਂਡ ਦਾ ਮਤਲਬ ਹੁੰਦਾ ਜਿਵੇਂ ਤੁਸੀਂ ਪੈਦਾ ਹੋਏ, ਜਿਵੇਂ ਅਮਰੀਕਾ 'ਚ ਪੈਦਾ ਹੋਏ, ਉੱਥੋਂ ਦਾ ਹੀ ਗ੍ਰੀਨ ਕਾਰਡ ਮਿਲ ਗਿਆ। ਤਾਂ ਐਂ ਨਹੀਂ ਹੈ ਕਿ ਬਾਈ ਡਿਸੈਂਡ ਹੀ ਮਿਲ ਜਾਂਦੀ ਹੈ, ਕਮਾਉਣੀ ਪੈਂਦੀ ਹੈ। ਠੀਕ ਹੈ, ਤਾਂ ਆਪਣੇ ਆਪ ਨੂੰ ਲਿਬਰਟੀ ਤੱਕ ਰੇਜ਼ ਕਰਨਾ ਪੈਂਦਾ, ਉੱਥੇ ਤੱਕ ਪਹੁੰਚਾਉਣਾ ਪੈਂਦਾ ਆਪਣੇ ਆਪ ਨੂੰ ਪਹਿਲਾਂ, ਫਿਰ ਲਿਬਰਟੀ ਮਿਲਦੀ ਹੈ। ਤਾਂ ਇਹ ਬੜੀ ਵਧੀਆ ਲਾਈਨਸ ਨੇ ਆਪਣੀ ਉੱਥੇ ਲਿਖੇ ਹੋਏ ਨੇ, ਕਈ ਵਾਰ ਕਿਸੇ ਪੇਪਰ 'ਚ ਹੀ ਪੁੱਛ ਲਾਉਂਦੇ ਨੇ। ਠੀਕ ਹੈ, ਵੈਸੇ ਤਾਂ ਬੜੀ ਡੂੰਘੀ ਦੀ ਗੱਲ ਆ। ਤਾਂ ਨੈਸ਼ਨਲ ਮਤਲਬ ਕੁੱਲ ਮਿਲਾ ਕੇ ਇਹ ਹੈ ਕਿ ਤੁਹਾਡੇ ਉੱਤੇ ਕਿਸੇ ਦੇਸ਼ ਦਾ ਕੋਈ ਕਬਜ਼ਾ ਨਹੀਂ, ਤੁਹਾਡੇ ਲੀਡਰ, ਤੁਹਾਡਾ ਸਭ ਕੁਝ ਆਪਣਾ ਹੈ। ਤਾਂ ਇਹ ਕੁਐਸਚਨ ਵੀ ਇਸੇ ਚੀਜ਼ ਨੂੰ ਲੈ ਕੇ ਸੀ, ਜੇ ਤੁਸੀਂ ਧਿਆਨ ਨਾਲ ਪੜ੍ਹੋ। ਰਾਈਟ ਟੂ ਪਾਰਟੀਸਪੇਟ ਇਨ ਗਵਰਨਮੈਂਟ, ਇਕੁਅਲ ਓਪਰਚੁਨਿਟੀ ਟੂ ਆਕੂਪਾਈ ਦਾ ਹਾਈਐਸਟ ਆਫਿਸ। ਮਤਲਬ ਜੇ ਤੁਸੀਂ ਕਿਸੇ ਦੇ ਗੁਲਾਮ ਹੋਵੋਗੇ ਤੁਹਾਨੂੰ ਇਹੋ ਜਿਹੀ ਆਜ਼ਾਦੀ ਕਿੱਥੇ ਮਿਲੂਗੀ? ਠੀਕ ਹੈ, ਜੇ ਤੁਹਾਡਾ ਸੋਵਰਨ ਦੇਸ਼ ਹੈਗਾ ਨੇਸ਼ਨ, ਤਾਂ ਹੀ ਇਹੋ ਜਿਹੀਆਂ ਆਜ਼ਾਦੀਆਂ ਹੋਣਗੀਆਂ। ਤਾਂ ਇਸ ਕਰਕੇ ਇਹਦਾ ਸਭ ਤੋਂ ਮੋਸਟ ਐਪਰੋਪ੍ਰੀਏਟ ਆਨਸਰ ਬਣਦਾ ਨੈਸ਼ਨਲ ਲਿਬਰਟੀ। ਅਤੇ ਉਮੀਦ ਹੈ ਕਿ ਲਿਬਰਟੀਜ਼ ਤੁਹਾਨੂੰ ਕਈ ਤਰ੍ਹਾਂ ਦੀਆਂ ਜਿੰਨੀਆਂ ਹੈਗੀਆਂ, ਸ਼ਾਇਦ ਬੁੱਕ 'ਚ ਨਾ ਹੋਣ ਕਿਸੇ ਦੇ ਵਿੱਚ, ਆਮ ਤੌਰ 'ਤੇ ਕਿਸੇ ਪੋਲਿਟੀ ਬੁੱਕ 'ਚ ਨਹੀਂ ਮਿਲਣਗੀਆਂ। ਇਹ ਤਾਂ ਵੈਸੇ ਹੀ ਫਿਲੋਸਫਰਾਂ ਦੀਆਂ ਥਿਊਰੀਜ਼ ਨੇ ਲਿਬਰਟੀਜ਼ ਇਹੋ ਜਿਹੀਆਂ ਦੇਣੀਆਂ। ਜੇ ਤੁਸੀਂ ਫਿਲੋਸਫਰਜ਼ ਪੜ੍ਹੋਗੇ ਤਾਂ ਉੱਥੋਂ ਤੁਹਾਨੂੰ ਇਹ ਪੁਆਇੰਟ ਨਿਕਲ ਸਕਦੇ ਆ। ਤਾਂ ਇਹਨਾਂ ਨੂੰ ਨੋਟ ਕਰ ਲਿਓ ਅਤੇ ਧਿਆਨ 'ਚ ਰੱਖਿਓ ਜ਼ਰੂਰ। ਇਹੋ ਜਿਹੇ ਉਹ ਕੁਐਸਚਨ ਨੇ ਜਿਹੜੇ ਹਰ ਇੱਕ ਤੋਂ ਸੋਲਵ ਨਹੀਂ ਹੋਣੇ ਅਤੇ ਸਾਨੂੰ ਪ੍ਰਿੰਸੀਪਲ ਦੀ ਪੋਸਟ ਵੱਲ ਲੈ ਕੇ ਜਾਣਗੇ, ਹੈ ਨਾ।
क्योंकि मैं ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ कि ਜੇ 80 ਕੁਐਸਚਨ ਆਉਣੇ ਨੇ ਤਾਂ 60 ਤਾਂ ਇਹੋ ਜਿਹੇ ਨੇ ਜਿਹੜੇ ਸਭ ਨੂੰ ਆਉਂਦੇ ਹੋਣਗੇ। ਜਿਹੜੇ 20 ਕੁਐਸਚਨ ਇਹੋ ਜਿਹੇ ਵਿੱਚੋਂ ਨਿਕਲਣਗੇ ਨਾ, ਜੇ ਉਹ ਕਰੈਕ ਕਰਾਂਗੇ ਤਾਂ ਹੀ ਉਸ ਪੋਸਟ ਤੱਕ ਪਹੁੰਚਾਂਗੇ। ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ। ਰਾਈਟ ਟੂ ਇਨਫੋਰਮੇਸ਼ਨ ਇਨ ਇੰਡੀਆ ਇਜ਼ ਏ ਕੀ ਹੈ ਜੀ? ਮੈਨੂੰ ਤਾਂ ਲੱਗਦਾ ਨਹੀਂ ਕਿ ਕਿਸੇ ਨੂੰ ਨਹੀਂ ਆਉਂਦਾ ਹੋਊਗਾ। ਦੈਟ ਇਜ਼ ਏ ਫੰਡਾਮੈਂਟਲ ਰਾਈਟ। ਠੀਕ ਹੈ, ਤਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ ਤਾਂ ਕਿ ਆਪਣਾ ਰਾਈਟ ਟੂ ਇਨਫੋਰਮੇਸ਼ਨ RTI ਐਕਟ ਬਣਿਆ 2005। ਠੀਕ ਹੈ, ਤਾਂ 19 ਆਰਟੀਕਲ ਦੇ ਕਲੌਜ਼ 1 ਦੇ ਤਹਿਤ ਇਹਨੂੰ ਪਾਇਆ ਗਿਆ। ਤਾਂ ਆਪਣੇ ਆਪ 'ਚ ਫੰਡਾਮੈਂਟਲ ਰਾਈਟ ਹੈ, ਕੋਈ ਇਸ਼ੂ ਨਹੀਂ ਇਸ ਕੁਐਸਚਨ 'ਚ। ਆਈਡੀਅਲ ਆਫ ਵੈਲਫੇਅਰ ਸਟੇਟ ਇਨ ਇੰਡੀਅਨ ਕੰਸਟੀਟਿਊਸ਼ਨ ਇਜ਼ ਐਨਸ਼ਰਾਈਨਡ ਇਨ ਇਟਸ। ਵੈਲਫੇਅਰ ਸਟੇਟ ਦੀ ਗੱਲ ਦੇਖੋ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਸਾਡੀਆਂ ਜਿੰਨੀਆਂ ਪੋਲਿਸੀਜ਼ ਬਣਦੀਆਂ ਨੇ, ਜਿੰਨੀਆਂ ਸਕੀਮਜ਼ ਸਰਕਾਰ ਬਣਾਉਂਦੀ ਹੈ, ਕਿ ਉਹ ਸਾਰੀਆਂ ਸਕੀਮਜ਼ ਕਿੱਥੋਂ ਡਰਾਈਵ ਹੁੰਦੀਆਂ ਨੇ? ਇੱਥੋਂ ਹੀ ਤਾਂ ਹੁੰਦੀਆਂ ਨੇ ਕਿ ਇੱਕ ਵੈਲਫੇਅਰ ਸਟੇਟ ਹੋਣੀ ਚਾਹੀਦੀ ਹੈ, ਵੀ ਸਾਡੀ ਜਿਹੜੀ ਗਵਰਨਮੈਂਟ ਹੈ ਉਹ ਲੋਕਾਂ ਦੀ ਵੈਲਫੇਅਰ ਵਾਸਤੇ ਹੋਣੀ ਚਾਹੀਦੀ ਹੈ। ਤਾਂ ਇਹ ਸਾਰੀਆਂ ਗੱਲਾਂ ਕਿਹਦੇ ਵਿੱਚ ਨੇ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਤਾਂ ਇਹ ਵੀ ਈਜ਼ੀ ਲੈਵਲ ਦਾ ਹੀ ਕੁਐਸਚਨ ਸੀਗਾ, ਕੋਈ ਬਹੁਤਾ ਔਖਾ ਕੁਐਸਚਨ ਨਹੀਂ ਸੀ, ਆਈ ਥਿੰਕ ਸੋ। ਅਤੇ ਅੱਗੇ ਚੱਲਦੇ ਹਾਂ। ਦਾ ਪ੍ਰੈਜ਼ੀਡੈਂਟ ਟੇਕਸ ਐਨ ਓਥ ਬਿਫੋਰ ਟੇਕਿੰਗ ਆਫਿਸ ਇਨ ਦਾ ਪ੍ਰੈਜ਼ੈਂਸ ਆਫ ਚੀਫ ਜਸਟਿਸ ਆਫ ਇੰਡੀਆ। ਓਕੇ ਜੀ, ਪ੍ਰੈਜ਼ੀਡੈਂਟ ਆਪਾਂ ਨੂੰ ਪਤਾ ਕਿ ਚੀਫ ਜਸਟਿਸ ਦੇ ਅੱਗੇ ਸਹੁੰ ਚੱਕਦਾ। ਠੀਕ ਹੈ, ਜੇ ਚੀਫ ਜਸਟਿਸ ਨਹੀਂ ਅਵੇਲੇਬਲ ਹੈਗਾ ਫਿਰ ਕਿਹਦੇ ਅੱਗੇ ਸਹੁੰ ਚੱਕੂਗਾ? ਦੇਖੋ, ਆਪਦੀ ਜਗ੍ਹਾ 'ਤੇ ਨਾ ਜਿਹੜਾ ਚੀਫ ਜਸਟਿਸ ਹੁੰਦਾ, ਕਿਸੇ ਅਗਲੇ ਜਿਹੜਾ ਸੀਨੀਅਰ ਮੋਸਟ ਜੱਜ ਹੁੰਦਾ ਜਾਂ ਅਗਲਾ ਜਿਹੜੇ ਵੀ 4-5 ਮੂਹਰਲੇ ਸੀਨੀਅਰ ਮੋਸਟ ਹੁੰਦੇ ਨੇ, ਉਹਨਾਂ 'ਚੋਂ ਕਿਸੇ ਨੂੰ ਡਿਪਿਊਟ ਕਰ ਸਕਦਾ ਹੁੰਦਾ ਵੀ ਮੇਰੀ ਥਾਂ 'ਤੇ ਇਹ ਬੰਦਾ ਜਿਹੜਾ ਸਹੁੰ ਚੁਕਾਊਗਾ। ਅਤੇ ਮੋਸਟ ਪ੍ਰੋਬਲੀ ਉਹ ਸੀਨੀਅਰ ਮੋਸਟ ਜੱਜ ਹੀ ਹੁੰਦਾ। ਠੀਕ ਹੈ, ਜਿਹੜਾ ਇਸ ਤੋਂ ਬਾਅਦ ਆਉਂਦਾ ਤਾਂ ਉਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਦੂਜੇ ਨੰਬਰ ਦਾ ਹੀ ਹੋਵੇ, ਉਸ ਤੋਂ ਬਾਅਦ ਤੀਜੇ ਚੌਥੇ ਨੰਬਰ ਦਾ ਵੀ ਹੋ ਸਕਦਾ। ਉਹਨੂੰ ਡਿਊਟੀ ਡਿਪਿਊਟ ਯਾਨੀ ਕਿ ਚੀਫ ਜਸਟਿਸ ਹੀ ਕਰਦਾ। ਉਹ ਆਪਣੇ ਵੱਲੋਂ ਦੱਸਦਾ ਵੀ ਆਹ ਬੰਦਾ ਹੋਊਗਾ ਜਿਹੜਾ ਮੇਰੀ ਥਾਂ 'ਤੇ ਸਹੁੰ ਚੁਕਾਊਗਾ। ਤਾਂ B ਆਨਸਰ ਇਹਦਾ ਕਰੈਕਟ ਆਨਸਰ ਹੋ ਗਿਆ। 15ਵਾਂ, A resolution for impeaching the president can be moved after 14 days notice signed by। ਤਾਂ impeachment of president is most important। 52 ਤੋਂ ਲੈ ਕੇ 62 ਆਰਟੀਕਲ ਪ੍ਰੈਜ਼ੀਡੈਂਟ ਨਾਲ ਡੀਲ ਕਰਦੇ ਨੇ, ਜਿਹਦੇ ਵਿੱਚੋਂ 61st ਆਰਟੀਕਲ ਹੈ, 61ਵਾਂ ਆਰਟੀਕਲ, ਜਿਹੜਾ ਸਾਨੂੰ ਦੱਸਦਾ ਕਿ ਇੰਪੀਚਮੈਂਟ ਕਿਵੇਂ ਹੋਊਗੀ। ਠੀਕ ਹੈ, ਇੰਪੀਚਮੈਂਟ ਕਿਸੇ ਵੀ ਹਾਊਸ 'ਚੋਂ ਸ਼ੁਰੂ ਹੋ ਸਕਦੀ ਹੈ, ਲੋਕ ਸਭਾ 'ਚੋਂ ਕਰ ਲਓ ਚਾਹੇ ਰਾਜ ਸਭਾ 'ਚੋਂ ਕਰ ਲਓ। ਇਨੀਸ਼ੀਅਲੀ 1/4 ਮੈਂਬਰਸ ਜਿਹੜੇ ਹੋਣਗੇ ਉਸ ਹਾਊਸ ਦੇ, ਉਹਨਾਂ ਦੇ ਸਾਈਨ ਹੋਣੇ ਚਾਹੀਦੇ ਨੇ। ਜਿਹੜਾ ਇਹ ਮਤਲਬ ਇੰਪੀਚਮੈਂਟ ਵਾਲਾ ਮੋਸ਼ਨ ਲੈ ਕੇ ਜਾਂ ਰੈਜ਼ੋਲੂਸ਼ਨ ਲੈ ਕੇ ਆਉਂਗੇ ਤੁਸੀਂ ਇਹਦੇ ਉੱਤੇ, ਉਹ ਸਾਈਨ ਹੋਣ ਤੋਂ ਬਾਅਦ ਫਿਰ ਉਹ ਅੱਗੇ ਜਾਊਗਾ ਤੁਹਾਡੇ। ਠੀਕ ਹੈ, ਉਹਦਾ ਜਿਹੜਾ ਪ੍ਰੀਜ਼ਾਈਡਿੰਗ ਆਫਿਸਰ ਹੋਊਗਾ, ਤਾਂ ਪ੍ਰੀਜ਼ਾਈਡਿੰਗ ਆਫਿਸਰ ਫਿਰ ਉਹਨੂੰ ਅਸੈਪਟ ਰਿਜੈਕਟ ਕਰਦਾ ਆਪਣੇ ਹਿਸਾਬ ਨਾਲ ਦੇਖ ਕੇ। ਠੀਕ ਹੈ, ਅਤੇ ਉਸ ਤੋਂ ਬਾਅਦ ਉਹ ਕੀ ਹੁੰਦਾ ਕਿ ਉਸ ਹਾਊਸ ਦੇ ਵਿੱਚ ਵੋਟਿੰਗ ਲਈ ਰੱਖ ਦਿੱਤਾ ਜਾਂਦਾ। 2/3 ਵੋਟਿੰਗ ਜੇ ਉਸ ਹਾਊਸ 'ਚ ਉਹਨੂੰ ਮਿਲ ਜਾਂਦੀ ਹੈ, ਜਿਹੜੇ ਹਾਊਸ 'ਚ ਪਹਿਲਾਂ ਉਹ ਰੱਖਿਆ ਗਿਆ ਸੀ। ਜੇ ਲੋਕ ਸਭਾ 'ਚ ਰੱਖਿਆ ਗਿਆ ਸੀ, ਜੇ 2/3 ਮੈਜੋਰਿਟੀ ਮਿਲ ਗਈ, ਉਦੋਂ ਬਾਅਦ ਉਹਨੂੰ ਭੇਜ ਦਿੱਤਾ ਜਾਂਦਾ ਰਾਜ ਸਭਾ 'ਚ। ਰਾਜ ਸਭਾ ਉਹਨੂੰ ਇਨਵੈਸਟੀਗੇਟ ਕਰਦੀ ਹੈ ਉਸ ਚਾਰਜ ਨੂੰ, ਅਤੇ ਉਸ ਤੋਂ ਬਾਅਦ ਫਿਰ ਸਿਮਿਲਰਲੀ ਉੱਥੇ ਵੀ ਵੋਟਿੰਗ ਹੁੰਦੀ ਹੈ। ਜੇ ਉੱਥੇ ਵੀ 2/3 ਵੋਟਿੰਗ ਦੇ ਨਾਲ ਉਹ ਪਾਸ ਹੋ ਗਿਆ, ਫਿਰ ਸਮਝ ਲਓ ਰਾਸ਼ਟਰਪਤੀ ਦੀ ਪੋਸਟ ਗਈ। ਪਰ ਬਹੁਤ ਔਖਾ ਹੈ, ਇਹ ਇੰਨਾ ਸੌਖਾ ਨਹੀਂ ਹੈ ਹਟਾਉਣਾ ਰਾਸ਼ਟਰਪਤੀ ਨੂੰ, ਕਿਉਂਕਿ 2/3 ਮੈਜੋਰਿਟੀ ਅਤੇ ਸਪੈਸ਼ਲ ਮੈਜੋਰਿਟੀ ਲਿਆਉਣੀ ਦੋਨਾਂ ਹਾਊਸਿਸ ਦੇ ਵਿੱਚ ਆਪਣੇ ਆਪ ਹੀ ਕਾਫੀ ਵੱਡਾ ਟਾਸਕ ਹੁੰਦਾ। ਤਾਂ ਇਹਦਾ ਆਨਸਰ ਇਹ ਬਣਦਾ ਕਿ ਨਾਟ ਲੈਸ ਦੈਨ 1/4 ਮੈਂਬਰਸ, ਕਿਉਂਕਿ ਜਿਹੜਾ ਨੋਟਿਸ ਹੈ 14 ਦਿਨਾਂ ਦਾ ਨੋਟਿਸ ਪਹਿਲਾਂ ਦੇਣਾ ਪੈਂਦਾ ਹੁੰਦਾ। ਠੀਕ ਹੈ, ਵੀ ਹਾਂ ਅਸੀਂ ਇਹਨੂੰ ਹਟਾਉਣ ਲੱਗੇ ਹਾਂ, ਅਤੇ ਹਟਾਇਆ ਵੀ ਸਿਰਫ ਜੇ ਕੰਸਟੀਟਿਊਸ਼ਨ ਦੀ ਸਹੀ ਤਰ੍ਹਾਂ ਨਾਲ ਉਹਨੇ ਕੋਈ ਦੁਰਵਰਤੋਂ ਕਰਤੀ ਜਾਂ ਹੋਰ ਕਰਤੀ, ਇਸੇ ਗਰਾਊਂਡ ਦੇ ਉੱਤੇ ਹੀ ਉਹਨੂੰ ਹਟਾਇਆ ਜਾ ਸਕਦਾ ਹੁੰਦਾ। ਅਤੇ ਨਾਲ ਇੱਕ ਘੰਡੀ ਇਹ ਵੀ ਹੁੰਦੀ ਹੈ ਕਿ ਜਦੋਂ ਉਹਨੂੰ ਹਟਾਇਆ ਜਾ ਰਿਹਾ, ਪ੍ਰੈਜ਼ੀਡੈਂਟ ਕੋਲ ਰਾਈਟ ਹੈ ਕਿ ਉਸ ਪ੍ਰੋਸੀਡਿੰਗਸ 'ਚ ਜਾ ਕੇ ਬੈਠ ਸਕਦਾ। ਪ੍ਰੋਸੀਡਿੰਗ, ਕਿਉਂਕਿ ਵੋਟਿੰਗ ਰਾਈਟ ਤਾਂ ਉਹਦੇ ਕੋਲ ਹੁੰਦਾ ਹੀ ਨਹੀਂ, ਪਰ ਪ੍ਰੋਸੀਡਿੰਗਸ 'ਚ ਜਾ ਕੇ ਬੈਠ ਸਕਦਾ, ਡਿਸਕਸ਼ਨਸ ਦਾ ਹਿੱਸਾ ਬਣ ਸਕਦਾ, ਇਹ ਉਹਦੇ ਕੋਲ ਰਾਈਟ ਹੈਗਾ। ਕਈ ਵਾਰ ਇਹੋ ਜਿਹਾ ਕੁਐਸਚਨ ਵੀ ਪੁੱਛ ਲੈਂਦੇ ਨੇ। ਤਾਂ ਕਰੈਕਟ ਆਨਸਰ 15ਵੇਂ ਦਾ ਕੀ ਹੋ ਗਿਆ? C, ਕਿ 1/4 ਤੋਂ ਘੱਟ ਮੈਂਬਰ ਨਹੀਂ ਹੋਣੇ ਚਾਹੀਦੇ ਜਿਹੜੇ ਸਾਈਨ ਕਰਨਗੇ ਉਸ ਨੋਟਿਸ 'ਤੇ ਕਿ ਜਿਹੜਾ ਇਹ ਰੈਜ਼ੋਲੂਸ਼ਨ ਲੈ ਕੇ ਆਉਂਦਾ। ਤਾਂ 15ਵੇਂ ਦਾ C ਕਰੈਕਟ ਆਨਸਰ ਬਣ ਗਿਆ। 16ਵੇਂ ਕੁਐਸਚਨ 'ਤੇ ਚੱਲਦੇ ਹਾਂ। ਡੈਸ਼ ਰਿਕੁਆਇਰਸ ਪ੍ਰੀਵੀਅਸ ਸੈਂਕਸ਼ਨ ਆਫ ਪ੍ਰੈਜ਼ੀਡੈਂਟ ਫॉर ਇੰਟਰੋਡਿਊਸਿੰਗ ਲੈਜਿਸਲੇਸ਼ਨ। ਤਾਂ ਲੈਜਿਸਲੇਸ਼ਨ ਦੇ ਵਿੱਚ ਇੰਟਰੋਡਿਊਸ ਕਰਨ ਵਾਸਤੇ ਪਹਿਲਾਂ ਯਾਨੀ ਕਿ ਪ੍ਰੈਜ਼ੀਡੈਂਟ ਦੀ ਪਰਮਿਸ਼ਨ ਚਾਹੀਦੀ ਹੈ, ਉਹਦੇ ਸਾਈਨ ਹੋਣੇ ਚਾਹੀਦੇ ਨੇ। ਤਾਂ ਉਹ ਕਿਹੜੇ ਕਿਹੜੇ ਬਿੱਲ ਨੇ? ਆਹ ਸਾਰੇ ਹੀ ਨੇ। ਮਨੀ ਬਿੱਲ 'ਤੇ ਵੀ, ਮਨੀ ਬਿੱਲ ਤਾਂ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਬੜਾ ਇੰਪੋਰਟੈਂਟ ਆ, ਉਹ ਤਾਂ ਪ੍ਰੈਜ਼ੀਡੈਂਟ ਦੀ ਅਸੈਂਟ ਤੋਂ ਬਿਨਾਂ ਜਾਂਦਾ ਹੀ ਨਹੀਂ ਕਿਤੇ। ਠੀਕ ਹੈ, ਅਤੇ ਉਹ ਇੰਨਾ ਕੁ ਪਾਵਰਫੁਲ ਬਿੱਲ ਹੈ ਕਿ ਮਨੀ ਬਿੱਲ ਦਾ ਜੇ ਠੱਪਾ ਕਿਸੇ ਉੱਤੇ ਲੱਗ ਗਿਆ, ਠੀਕ ਹੈ, ਠੱਪਾ ਕੌਣ ਲਾਉਂਦਾ ਹੈ? ਠੱਪਾ ਸਪੀਕਰ ਲਾਉਂਦਾ। ਸਪੀਕਰ ਦੀ ਫਾਈਨਲ ਅਥਾਰਟੀ ਹੁੰਦੀ ਹੈ ਕਿਸੇ ਬਿੱਲ ਨੂੰ ਮਨੀ ਬਿੱਲ ਕਹਿਣਾ ਜਾਂ ਨਹੀਂ ਕਹਿਣਾ। ਠੀਕ ਹੈ, ਮਨੀ ਬਿੱਲ ਲੋਕ ਸਭਾ 'ਚੋਂ ਕਿਰਾਂ ਪਾਸ ਹੋ ਗਿਆ, ਰਾਜ ਸਭਾ ਕੋਲ ਜਾਂਦਾ ਹੈ,
ਰਾਜ ਸਭਾ ਨੇ 14 ਦਿਨਾਂ ਦੇ ਵਿੱਚ ਮਨੀ ਬਿੱਲ ਦੇ ਉੱਤੇ ਆਪਣੀ ਕਾਰਵਾਈ ਕਰਨੀ ਹੁੰਦੀ ਹੈ। ਨਹੀਂ ਕਰਨਗੇ 14ਵੇਂ ਦਿਨ ਬਾਅਦ ਆਟੋਮੈਟਿਕਲੀ ਮਨੀ ਬਿੱਲ ਪਾਸ ਹੋ ਜਾਂਦਾ ਅਤੇ ਸਿੱਧਾ ਪ੍ਰੈਜ਼ੀਡੈਂਟ ਕੋਲ ਚਲਾ ਜਾਂਦਾ ਸਾਈਨ ਲਈ। ਜੇ 14 ਦਿਨਾਂ 'ਚ ਰეკਮੈਂਡੇਸ਼ਨ ਦੇ ਸਕਦੇ ਨੇ ਰਾਜ ਸਭਾ ਵਾਲੇ ਵੀ ਹਾਂ ਇਹ 'ਚ ਆਹ ਚੇਂਜਸ ਹੋਣੀਆਂ ਚਾਹੀਦੀਆਂ ਨੇ, ਲੋਕ ਸਭਾ ਦੀ ਮਰਜ਼ੀ ਹੈ ਮੰਨਣੀ ਨਾ ਮੰਨਣੀ ਉਹਨਾਂ ਰეკਮੈਂਡੇਸ਼ਨਸ ਨੂੰ, ਠੀਕ ਹੈ। ਤਾਂ ਮਨੀ ਬਿੱਲ ਕਾਫੀ ਪਾਵਰਫੁਲ ਹੈ, ਇੱਥੇ ਲੋਕ ਸਭਾ ਦੀ ਫੁੱਲ ਚੱਲਦੀ ਹੈ ਮਨੀ ਬਿੱਲ ਦੇ ਮਸਲੇ 'ਚ। ਇਹ ਬਿੱਲ ਜਿਹੜਾ ਹੈਗਾ ਪਹਿਲਾਂ ਰਾਸ਼ਟਰਪਤੀ ਤੋਂ ਸਾਈਨ ਕਰਾਉਣਾ ਪੈਂਦਾ। ਸਟੇਟਸ ਨੂੰ ਕੋਈ ਬਿੱਲ ਅਫੈਕਟ ਕਰ ਰਿਹਾ ਹੋਵੇ ਉਹਦੀ ਟੈਕਸੇਸ਼ਨ ਨੂੰ, ਮਤਲਬ ਟੈਕਸ ਵਧਾ ਘਟਾ ਹੋ ਰਹੇ ਹੋਣ ਉਹਦੇ ਨਾਲ, ਸਟੇਟਸ ਦੇ ਇੰਟਰਸਟ ਦਾ ਹੋਵੇ, ਤਾਂ ਉਹਦੇ ਵਿੱਚ ਵੀ ਸਟੇਟਸ ਬਿੱਲ ਇੰਪੋਜ਼ਿੰਗ ਰਿਸਟ੍ਰਿਕਸ਼ਨਸ ਅਪੋਨ ਫਰੀਡਮ ਆਫ ਟ੍ਰੇਡ ਨੂੰ ਲੈ ਕੇ ਕੁਛ ਰਿਸਟ੍ਰਿਕਸ਼ਨਸ ਲਾਉਣੀਆਂ ਹੋਣ ਸਟੇਟਸ ਦੇ ਵਿੱਚ, ਮਤਲਬ ਇੱਕ ਸਟੇਟ ਤੋਂ ਦੂਸਰੀ ਸਟੇਟ 'ਚ ਜਾਂਦਾ ਕੋਈ ਐਂਟੀ ਡੰਪਿੰਗ ਡਿਊਟੀ ਲਾਉਣੀ ਆ ਜਾਂ ਕੋਈ ਰਿਸਟ੍ਰਿਕਸ਼ਨ ਵੀ ਇਹ ਸਾਡੀ ਸਟੇਟ 'ਚ ਸ਼ਰਾਬ ਦੀ ਵਿਕਰੀ ਨਹੀਂ ਹੋਣੀ ਚਾਹੀਦੀ, ਠੀਕ ਹੈ। ਜਿਵੇਂ ਹੁਣ ਬਿਹਾਰ ਵਾਲੇ ਕਹਿ ਦੇਣ ਤਾਂ ਉੱਥੇ ਕਿਉਂਕਿ ਬੈਨ ਆ ਨਾ, ਤਾਂ ਉਹ ਜਿਹੇ ਬਿੱਲ ਜਿਹੜੇ ਹੈਗੇ ਨੇ ਉਹ ਵੀ ਪਹਿਲਾਂ ਇਹਦੇ 'ਤੇ ਹੁੰਦੇ ਨੇ। ਫਿਰ ਮੈਂ ਹੋਰ ਗੱਲ ਕਰਾਂ, ਕਿਸੇ ਸਟੇਟ ਦੀ ਬਾਊਂਡਰੀ ਚੇਂਜ ਕਰਨੀ ਹੈ, ਠੀਕ ਹੈ, ਬਾਊਂਡਰੀ ਚੇਂਜ ਕਰਨੀ ਹੈ, ਨਾਮ ਚੇਂਜ ਕਰਨਾ ਹੈ, ਨਵੀਂ ਸਟੇਟ ਬਣਾਉਣੀ ਹੈ, ਜੋ ਆਰਟੀਕਲ 3 ਦੇ ਵਿੱਚ ਲਿਖਿਆ ਹੋਈਆਂ ਸਾਰੀਆਂ ਗੱਲਾਂ ਵੀ ਕਿਵੇਂ ਬਣ ਸਕਦੀ ਹੈ ਪਾਰਲੀਮੈਂਟ ਦੇ ਥਰੂ, ਹੈ ਨਾ। ਤਾਂ ਉਹ ਬਿੱਲ ਵੀ ਜਿਹੜਾ ਹੈਗਾ ਉਹ ਵੀ ਪਹਿਲਾਂ ਸਾਈਨ ਪ੍ਰੈਜ਼ੀਡੈਂਟ ਤੋਂ ਹੁੰਦਾ। ਤਾਂ ਆਹ ਕੁਛ ਕੁ 3-4 ਹੈਗੇ ਨੇ। ਮਨੀ ਬਿੱਲ ਆਰਟੀਕਲ 110, ਠੀਕ ਹੈ। ਫਿਰ ਇੱਕ ਫਾਈਨੈਂਸ਼ੀਅਲ ਬਿੱਲ ਵੀ ਤਾਂ ਆਉਂਦਾ ਹੈ। ਫਾਈਨੈਂਸ਼ੀਅਲ ਬਿੱਲ ਦੀਆਂ 2-3 ਕੈਟੇਗਰੀਜ਼ ਨੇ ਜਿਹੜੀਆਂ 117 ਇੱਕ ਆਰਟੀਕਲ ਦੇ ਅੰਡਰ ਫਾਈਨੈਂਸ਼ੀਅਲ ਬਿੱਲ ਆਉਂਦਾ ਹੈ। ਉਹ ਬਿੱਲ ਕਿਉਂਕਿ ਉਹਦੇ ਵਿੱਚ ਮਨੀ ਬਿੱਲ ਵਾਲੀਆਂ ਪ੍ਰੋਪਰਟੀਜ਼ ਹੁੰਦੀਆਂ ਸਾਰੀਆਂ, ਤਾਂ ਉਹ ਫਾਈਨੈਂਸ਼ੀਅਲ ਬਿੱਲ ਵੀ ਪਹਿਲਾਂ ਪ੍ਰੈਜ਼ੀਡੈਂਟ ਕੋਲੋਂ ਹੋ ਕੇ ਜਾਂਦਾ ਹੈਗਾ, ਠੀਕ ਹੈ। ਸਾਰੇ ਫਾਈਨੈਂਸ਼ੀਅਲ ਬਿੱਲ ਨਹੀਂ, ਉਹ ਵਾਲਾ ਮਨੀ ਬਿੱਲ ਪਰਟੀਕੂਲਰਲੀ ਜਿਹੜਾ ਫਾਈਨੈਂਸ਼ੀਅਲ ਬਿੱਲ ਮਨੀ ਬਿੱਲ ਵਾਲੀਆਂ ਸਾਰੀਆਂ ਕਰੈਕਟਰਿਸਟਿਕਸ ਆਪਣੇ ਅੰਦਰ ਰੱਖਦਾ। ਅਤੇ ਫਿਰ ਬਾਕੀ ਤਾਂ ਆਹ ਟਰੇਡ ਵਾਲਾ ਹੋ ਗਿਆ, ਇਹ ਹੋ ਗਿਆ, ਹੈ ਨਾ। ਤਾਂ ਆਹ 4 ਹੈਗੇ ਨੇ ਬਿੱਲ ਜਿਨ੍ਹਾਂ ਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਇਹ 16ਵੇਂ ਕੁਐਸਚਨ ਨੂੰ ਸੋਲਵ ਕਰਨ ਲਈ ਵੀ ਅਤੇ ਓਵਰਆਲ ਵੈਸੇ ਵੀ। 17ਵੇਂ ਕੁਐਸਚਨ 'ਤੇ ਚੱਲਦੇ ਹਾਂ। ਅਕੋਰਡਿੰਗ ਟੂ ਕੰਸਟੀਟਿਊਸ਼ਨ ਕਿਹੜਾ ਆਂਸਰ ਸਹੀ ਹੈ? ਪ੍ਰਾਈਮ ਮਿਨਿਸਟਰ ਐਲੋਕੇਟ ਵਰਕ amongst the ministers based on specific guidelines. Number of ministers including the prime minister should not be more than 15% of total number of Lok Sabha. A member of either house of parliament from the political party who is disqualified under the Anti-Defection Act appointment a minister during the term even elected again, ठीक है, term even if elected again, ठीक है। ਹੁਣ ਦੇਖੋ ਆਹ ਪੁਆਇੰਟ ਤਾਂ ਸਿੱਧਾ ਹੀ ਗਲਤ ਹੈ ਜੇ ਤੁਸੀਂ ਆਈਡੀਆ ਲਾਵੋ ਵੀ ਐਂਟੀ ਡਿਫੈਕਸ਼ਨ ਕਿਸੇ ਦੇ ਲੱਗ ਗਈ, ਠੀਕ ਹੈ, ਕਿ ਆਈਦਰ ਹਾਊਸ ਆਫ ਪਾਰਲੀਮੈਂਟ ਦੇ ਵਿੱਚੋਂ ਪੋਲੀਟੀਕਲ ਪਾਰਟੀ ਦੇ ਜਾਨੀ ਕਿ ਡਿਸਕੁਆਲੀਫਾਈ ਕਰਤਾ ਸੀਗਾ ਅਤੇ ਉਸ ਤੋਂ ਬਾਅਦ ਲੱਗਣ ਤੋਂ ਬਾਅਦ ਵੀ ਇਲੈਕਟ ਹੋਣ ਤੋਂ ਬਾਅਦ ਤੁਸੀਂ ਉਹਨੂੰ ਮਿਨਿਸਟਰ ਬਣਾ ਦਿਓ, ਤਾਂ ਇਹ ਤਾਂ ਹੋ ਨਹੀਂ ਸਕਦਾ ਹੈਗਾ, ਠੀਕ ਹੈ। ਅਤੇ ਜੇ ਸੀ ਗਲਤ ਹੋ ਗਿਆ ਤਾਂ ਡੀ ਵੀ ਆਪਣੇ ਆਪ ਗਿਆ, ਰਹਿ ਗਈਆਂ 2 ਗੱਲਾਂ। ਅਤੇ ਤੁਹਾਡੇ 'ਚੋਂ ਜੇ ਪੋਲਿਟੀ ਚੰਗੀ ਤਰ੍ਹਾਂ ਪੜ੍ਹੀ ਹੈ ਤਾਂ ਆਹ ਹਰ ਇੱਕ ਨੇ ਪੜ੍ਹਿਆ ਹੋਊਗਾ ਕਿ ਨੰਬਰ ਆਫ ਮਿਨਿਸਟਰਸ ਕਿੰਨੇ ਬਣ ਸਕਦੇ ਹੁੰਦੇ ਆ, ਚਾਹੇ ਆਪਾਂ ਸਟੇਟਸ ਦੀ ਗੱਲ ਕਰ ਲਈਏ, ਚਾਹੇ ਆਪਾਂ ਗੱਲ ਕਰ ਲਈਏ ਪਾਰਲੀਮੈਂਟ ਦੇ ਵਿੱਚ, ਤਾਂ 15% ਜਿੰਨੀਆਂ ਟੋਟਲ ਉਹਨਾਂ ਦੇ ਮਤਲਬ ਮੈਂਬਰਸ ਹੁੰਦੇ ਨੇ ਲੋਕ ਸਭਾ ਦੇ ਟੋਟਲ, ਤਾਂ ਉਹਦੇ ਜਾਂ ਆਪਣੀ ਜਿਵੇਂ 117 ਪੰਜਾਬ ਦੀ ਹੈ ਤਾਂ 117 ਦਾ 15% ਕਰ ਲਓ, 19 ਮੰਤਰੀ ਬਣ ਸਕਦੇ ਨੇ ਆਪਣੇ ਉਰੇ, 17 ਕਿ 18 ਬਣਦੇ ਨੇ, ਹੈ ਨਾ। ਤਾਂ ਉਸ ਹਿਸਾਬ ਨਾਲ ਹੈ। ਤਾਂ ਇਹ 2003 ਦੇ ਵਿੱਚ 91st ਅਮੈਂਡਮੈਂਟ ਦੇ ਤਹਿਤ ਇਹ ਗੱਲ ਬੋਲੀ ਗਈ ਸੀ। 91ਵੀਂ ਅਮੈਂਡਮੈਂਟ ਸੀ 2003 'ਚ ਹੋਈ ਸੀਗੀ, ਠੀਕ ਹੈ, ਜਿਹਦੇ ਤਹਿਤ ਇਹ ਬੋਲਿਆ ਸੀਗਾ ਕਿ 15% ਹੋਣਗੇ, ਠੀਕ ਹੈ, ਸਟੇਟਸ 'ਚ ਵੀ ਅਤੇ ਇੱਥੇ ਵੀ। ਪਰ ਸਟੇਟਸ 'ਤੇ ਇੱਕ ਘੁੰਡੀ ਹੋਰ ਲਾਤੀ ਸੀ ਇਹਨਾਂ ਨੇ ਕਿ ਸਟੇਟਸ ਦੇ ਵਿੱਚ 15% ਤਾਂ ਹੋਣਗੇ ਪਰ ਨੰਬਰ ਆਫ ਮਿਨਿਸਟਰਸ ਪਲੱਸ ਸੀ ਐਮ 12 ਤੋਂ ਘੱਟ ਨਹੀਂ ਹੋਣੇ ਚਾਹੀਦੇ, ਮਤਲਬ 12 ਤਾਂ ਘੱਟੋ ਘੱਟ ਹੋਣਗੇ ਸੀ ਐਮ ਨੂੰ ਮਿਲਾ ਕੇ। ਜੇ 15% 12 ਤੋਂ ਘੱਟ ਬਣ ਰਹੇ ਨੇ ਤਾਂ ਉਹ ਜਿਹੇ ਕੇਸ ਦੇ ਵਿੱਚ ਮਤਲਬ ਫਿਰ ਇਹ 12 ਰੱਖਣੇ ਪੈਣਗੇ। ਪਰ ਇਹ 'ਚ ਕੁਛ ਕੁ ਐਕਸੈਪਸ਼ਨਾਂ ਹੈਗੀਆਂ, ਜਿਵੇਂ ਆ ਪੁਡੂਚੇਰੀ ਜਾਂ ਹੋਰ ਲਾ ਲਈਏ, ਯੂਟੀਜ਼ ਦੇ ਵਿੱਚ ਵੀ ਤਾਂ ਪਾਰਲੀਮੈਂਟ ਆ ਗਿਆ, ਲੈਜਿਸਲੇਟਿਵ ਅਸੈਂਬਲੀ ਹੈਗੀ ਹੈ, ਪਰ ਉਹਨਾਂ ਨੂੰ ਫਿਰ ਐਕਸੈਪਸ਼ਨਲੀ ਕੱਢਿਆ ਹੋਇਆ, ਉੱਥੇ ਤਾਂ ਜਿਵੇਂ 1-1 ਜਾਂ 2-2 ਐਮ ਹੀ ਨੇ, ਜ਼ਿਆਦਾ ਹੈ ਹੀ ਨਹੀਂ ਮੰਤਰੀ, ਤਾਂ ਉਹ ਚੀਜ਼ਾਂ ਐਕਸੈਪਸ਼ਨ 'ਚ ਨਿਕਲ ਜਾਂਦੀਆਂ ਨੇ। ਤਾਂ ਇਹ ਹੋ ਗਿਆ ਆਪਣੇ ਕੋਲ ਕੁਐਸਚਨ ਨੰਬਰ 17। ਤਾਂ ਆਨਸਰ ਬਣ ਗਿਆ ਬੀ ਆਪਣੇ ਆਪ 'ਚ 91st ਅਮੈਂਡਮੈਂਟ ਦੇ ਤਹਿਤ ਹੋਈ ਇਹ ਗੱਲ ਹੈ। ਅੱਗੇ ਚੱਲਦੇ ਹਾਂ ਜੀ ਆਪਾਂ ਕੁਐਸਚਨ 18ਵੇਂ 'ਤੇ। ਵਿਚ ਆਫ ਦਾ ਫੋਲੋਇੰਗ ਡਿਵਾਈਸਿਸ ਕਾਲਸ ਦਾ ਅਟੈਂਸ਼ਨ ਆਫ ਮਿਨਿਸਟਰ ਟੂਵਰਡਸ ਅ ਮੈਟਰ ਆਫ ਪਬਲਿਕ ਇੰਪੋਰਟੈਂਸ। ਕੋਈ ਪਬਲਿਕ ਇੰਪੋਰਟੈਂਸ ਦਾ ਮੈਟਰ ਹੈ, ਮਿਨਿਸਟਰ ਦਾ ਧਿਆਨ ਜੇ ਉਹਦੇ ਵੱਲ ਦਿਵਾਉਣਾ ਹੋਵੇ ਤਾਂ ਕਿਹੜਾ ਮੋਸ਼ਨ ਹੈ? ਵੈਸੇ ਤਾਂ ਨਾਮ ਇੱਥੇ ਡੈਫੀਨੇਸ਼ਨ ਤੋਂ ਹੀ ਸਮਝ ਆ ਰਿਹਾ ਕਿ ਇਟ ਇਜ਼ ਏ ਕਾਲਿੰਗ ਅਟੈਂਸ਼ਨ ਮੋਸ਼ਨ, ਪਰ ਤੁਹਾਨੂੰ ਆਹ 4 ਬਾਰੇ ਪਤਾ ਹੋਵੇ, ਠੀਕ ਹੈ, ਕਿਉਂਕਿ ਮੋਸ਼ਨਸ ਰਿਵਾਈਜ਼ ਵੀ ਕਰ ਲਓ ਇੱਕ ਵਾਰ ਸਾਰੇ ਤੁਸੀਂ ਆਪਣੇ ਨੋਟਸ 'ਚੋਂ, ਕਿਉਂਕਿ ਇੰਪੋਰਟੈਂਟ ਨੇ, ਇਹਨਾਂ 'ਤੇ ਕੁਐਸਚਨ ਬਣ ਸਕਦਾ ਅਤੇ ਥੋੜ੍ਹੇ ਜਿਹੇ ਔਖੇ ਵੀ ਨੇ ਕਿਉਂਕਿ ਇੱਕ ਦੂਜੇ ਨਾਲ ਰਿਲੇਟ ਬੜੇ ਕਰਦੇ ਨੇ, ਅਸੀਂ ਕਨਫਿਊਜ਼ ਕਰ ਦਿੰਦੇ ਹਾਂ ਕਈ ਵਾਰ। ਕਾਲਿੰਗ ਅਟੈਂਸ਼ਨ ਮੋਸ਼ਨ ਇੰਡੀਆ ਦੀ ਇਨਵੈਂਸ਼ਨ ਹੈ, ਜਿਵੇਂ 0R ਹੈ, 0R ਤੁਸੀਂ ਨੇ ਪੜ੍ਹਿਆ ਹੋਊ, ਠੀਕ ਹੈ, 1954 ਤੋਂ ਚੱਲ ਰਿਹਾ ਹੈ ਇਹ ਕੰਮ। ਪਰ 0R ਨਾਲ ਨਾ ਕਾਲਿੰਗ ਅਟੈਂਸ਼ਨ ਬਾਰੇ ਕਿ ਤੁਹਾਨੂੰ ਮੈਂ ਹੋਰ ਨਵਾਂ ਪੁਆਇੰਟ ਦੱਸਦਾ, ਕਈ ਵਾਰ ਪੇਪਰ ਪੁੱਛ ਲੈਂਦਾ
0R ਸਾਡੇ ਜਿਹੜਾ ਰੂਲ ਆਫ ਪ੍ਰੋਸੀਜਰ ਹੈ, ਰੂਲ ਆਫ ਪ੍ਰੋਸੀਜਰ ਜਿਹ 'ਚ ਲਿਖਿਆ ਹੋਇਆ ਵੀ ਕਿਸ ਹਿਸਾਬ ਨਾਲ ਸਾਡੀ ਪਾਰਲੀਮੈਂਟ 'ਚ ਚੱਲੂਗਾ ਪੂਰੇ ਦਾ ਪੂਰਾ ਕੰਮ, ਪ੍ਰੋਸੀਜਰ ਕੀ ਫੋਲੋ ਹੋਊਗਾ ਹਰ ਕੰਮ ਨੂੰ ਕਰਨ ਦਾ, ਉਹ ਰੂਲ ਆਫ ਪ੍ਰੋਸੀਜਰ 'ਚ 0R ਕਿਤੇ ਨਹੀਂ ਲਿਖਿਆ ਹੋਇਆ, ਪਰ ਕਾਲਿੰਗ ਅਟੈਂਸ਼ਨ ਮੋਸ਼ਨ ਲਿਖਿਆ ਹੋਇਆ ਹੈ। ਤਾਂ ਇਹ ਇੱਕ ਆਪਣੇ ਆਪ 'ਚ ਇੱਕ ਐਕਸੈਪਸ਼ਨਲ ਜੀ ਗੱਲ ਹੈ ਜੋ ਤੁਹਾਨੂੰ ਪਤਾ ਹੋਵੇ ਕਿ ਕਾਲਿੰਗ ਅਟੈਂਸ਼ਨ ਮੋਸ਼ਨ ਰੂਲ ਆਫ ਪ੍ਰੋਸੀਜਰ ਦੇ ਵਿੱਚ ਮੈਂਸ਼ਨਡ ਹੈ ਪ੍ਰੋਪਰਲੀ। ਕਾਲਿੰਗ ਅਟੈਂਸ਼ਨ ਤਾਂ ਵਿੱਚ ਲਿਖਿਆ ਹੀ ਪਿਆ ਕਿ ਕਿਹਦੇ ਪਰਪਸ ਲਈ ਹੈ, ਠੀਕ ਹੈ, ਇਹਦਾ ਤਾਂ ਆਨਸਰ ਹੀ ਕਾਲਿੰਗ ਅਟੈਂਸ਼ਨ ਮੋਸ਼ਨ ਹੈ। ਦੂਜੀ ਗੱਲ ਕਰੀਏ ਆਪਾਂ ਅਡਜਰਨਮੈਂਟ ਮੋਸ਼ਨ ਦੀ, ਜਦੋਂ ਕਹਿੰਦਾ ਕੋਈ ਅਰਜੈਂਟ ਮੈਟਰ ਹੋਵੇ ਪਬਲਿਕ ਇੰਪੋਰਟੈਂਸ ਦਾ, ਠੀਕ ਹੈ, ਕੋਈ ਵੀ ਮੈਂਬਰ ਪ੍ਰਪੋਜ਼ ਕਰ ਸਕਦਾ ਕਿ ਬਿਜ਼ਨਸ ਆਫ ਹਾਊਸ ਕੈਨ ਬੀ ਅਨਜਰਨਡ ਕਰ ਦਿੱਤਾ ਜਾਵੇ ਤਾਂ ਕਿ ਉਸ ਮੈਟਰ ਨੂੰ ਡਿਸਕਸ ਕੀਤਾ ਜਾ ਸਕੇ। ਮਤਲਬ ਹਾਊਸ ਨੂੰ ਰੋਕ ਦਿਓ ਉਹਦੀ ਕਾਰਵਾਈ ਨੂੰ, ਅਤੇ ਉਹ ਮੈਟਰ 'ਤੇ ਡਿਸਕਸ਼ਨ ਹੋਣੀ ਚਾਹੀਦੀ ਆ ਪ੍ਰੋਪਰ, ਠੀਕ ਹੈ। ਹਮੇਸ਼ਾ ਸਪੀਕਰ ਦੀ ਕੰਸੈਂਟ ਨਾਲ ਅਡਜਰਨਮੈਂਟ ਮੋਸ਼ਨ ਰੱਖਿਆ ਜਾਂਦਾ, ਯਾਨੀ ਕਿ ਅਦਰਵਾਈਜ਼ ਸਿੱਧਾ ਨਹੀਂ ਉਹ ਹੋ ਸਕਦਾ। ਅਤੇ ਜ਼ਿਆਦਾਤਰ ਇਹ ਨਾ 4 ਵਜੇ ਸ਼ਾਮ ਨੂੰ ਡਿਸਕਸ ਹੁੰਦਾ, ਠੀਕ ਹੈ, ਉਹ ਟਾਈਮ 'ਤੇ ਮੈਕਸੀਮਮ ਜਿਹੜਾ ਇੰਡੀਆ ਦੇ ਵਿੱਚ ਟਰੈਂਡ ਹੈ ਤਾਂ 4 ਵਜੇ ਸ਼ਾਮ ਨੂੰ ਡਿਸਕਸ ਹੁੰਦਾ ਅਡਜਰਨਮੈਂਟ ਮੋਸ਼ਨ ਜਿਹੜਾ ਆਪਣਾ ਹੈਗਾ। ਸ਼ਾਰਟ ਡਿਸਕਸ਼ਨ ਦੀ ਗੱਲ ਕਰ ਲਈਏ, ਸ਼ਾਰਟ ਡਿਊਰੇਸ਼ਨ ਡਿਸਕਸ਼ਨ, ਇਹਨੂੰ 2 ਆਰ ਡਿਸਕਸ਼ਨ ਵੀ ਕਹਿੰਦੇ ਹੁੰਦੇ ਨੇ, ਇਹਦਾ ਦੂਜਾ ਨਾਮ ਹੈਗਾ 2 ਆਰ ਡਿਸਕਸ਼ਨ। ਕਿਉਂਕਿ ਇਹਦੇ ਤਹਿਤ ਰੂਲ ਹੈ ਸਾਡੇ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿ ਇਹਦੇ ਵਿੱਚ ਮੈਕਸੀਮਮ ਟਾਈਮ ਅਲੋਟ ਜਿਹੜਾ ਹੁੰਦਾ 2 ਘੰਟੇ ਦਾ ਹੁੰਦਾ ਇਸ ਡਿਸਕਸ਼ਨ ਲਈ। ਹੈ ਇਹ ਵੀ ਉਹੀ ਹੈ, ਕੋਈ ਪਬਲਿਕ ਇੰਪੋਰਟੈਂਸ ਹੋਵੇ ਉਹਦੇ ਵਾਸਤੇ ਹੀ ਹੈ, ਪਰ ਇਹਦਾ ਖਾਸ ਇਹੀ ਹੈ ਕਿ ਇਹ 'ਚ 2 ਘੰਟੇ ਦੀ ਮਤਲਬ 2 ਘੰਟੇ ਤੋਂ ਜ਼ਿਆਦਾ ਡਿਸਕਸ਼ਨ ਨਹੀਂ ਹੋ ਸਕਦੀ। ਅਤੇ ਸਪੀਕਰ ਨਾ 2 ਦਿਨ ਅਲੋਟ ਕਰਦਾ ਹੁੰਦਾ ਹਫ਼ਤੇ 'ਚ ਇਹੋ ਜਿਹੀਆਂ ਡਿਸਕਸ਼ਨ ਵਾਸਤੇ, ਕੋਈ ਵੀ 2 ਦਿਨ ਕਰ ਦੂਗਾ ਵੀ ਇਹ 2 ਦਿਨਾਂ 'ਚ ਆਪਾਂ ਕਰਾਂਗੇ ਇਹ ਡਿਸਕਸ਼ਨਸ ਹਫ਼ਤੇ ਦੇ ਵਿੱਚੋਂ। ਅਤੇ ਇਹ ਨਾ ਤਾਂ ਕਿਸੇ ਵੋਟਿੰਗ ਦੇ ਤਹਿਤ ਆਉਂਦੀ ਹੈ, ਨਾ ਕੋਈ ਫਾਰਮਲ ਮੋਸ਼ਨ ਹੈ, ਇਹ ਸਪੀਕਰ ਦੀ ਡਿਸਕ੍ਰਿਸ਼ਨ 'ਤੇ ਹੈ, ਸਪੀਕਰ ਹੀ ਦਿੰਦਾ, ਇਹਦੇ ਲਈ ਕੋਈ ਵੋਟਿੰਗ ਨਹੀਂ ਹੁੰਦੀ ਵੀ ਇਹ ਵਾਲਾ ਜਿਹੜਾ ਪਰਟੀਕੂਲਰ ਵੀ ਉਹ ਜਾਊਗਾ, ਹੈ ਨਾ। ਤਾਂ ਜਿਵੇਂ ਕਾਲਿੰਗ ਅਟੈਂਸ਼ਨ ਮੋਸ਼ਨ ਜਾਂ ਨੋਟਿਸ ਜਾਂ ਹੋਰ ਹੈ, ਇਹਨਾਂ 'ਤੇ ਤਾਂ ਕਈ ਵਾਰ ਜਿਵੇਂ ਫਾਰਮਲ ਮੋਸ਼ਨਸ ਨੇ ਤਾਂ ਜਿਹੜੇ ਰੱਖੇ ਜਾਂਦੇ ਨੇ, ਪਰ ਇਹ ਕੋਈ ਫਾਰਮਲ ਮੋਸ਼ਨ ਨਹੀਂ ਹੈਗਾ ਜਿਹੜਾ ਸ਼ਾਰਟ ਆਪਣੀ ਡਿਊਰੇਸ਼ਨ ਡਿਸਕਸ਼ਨ ਹੈ। ਅਤੇ ਲਾਸਟ 'ਚ ਹਾਫ ਐਨ ਆਰ ਡਿਸਕਸ਼ਨ ਹੋ ਗਈ, ਇਹ ਵੀ ਡਿਸਕਸ ਕਰਨ ਵਾਸਤੇ ਮੈਟਰ ਆਫ ਸਫੀਸ਼ੀਐਂਟ ਪਬਲਿਕ ਇੰਪੋਰਟੈਂਸ ਦਾ ਹੋਵੇ ਜਿਹਦੇ 'ਤੇ ਡਿਬੇਟ ਹੋਣਾ ਜ਼ਰੂਰੀ ਹੈ। ਇਹਦੇ ਵਾਸਤੇ 2 ਨਹੀਂ, ਇਹਦੇ ਵਾਸਤੇ 3 ਦਿਨ ਅਲੋਟ ਕਰਦਾ ਹਫ਼ਤੇ ਦੇ ਵਿੱਚ। ਅਤੇ ਇਹ ਵੀ ਕੋਈ ਫਾਰਮਲ ਨਹੀਂ ਹੈਗਾ, ਨਾ ਹੀ ਇਹਦੀ ਕੋਈ ਵੋਟਿੰਗ ਹੁੰਦੀ ਹੈ, ਬਾਅਦ 'ਚ ਵੀ ਇਹ ਮੋਸ਼ਨ ਪਾਸ ਹੋਇਆ ਜਾਂ ਫੇਲ ਹੋਇਆ ਇਹਦੀ ਕੋਈ ਵੋਟਿੰਗ ਨਹੀਂ ਹੁੰਦੀ। ਤਾਂ ਇਹ ਆਪਸ ਦੇ ਵਿੱਚ ਬੜੇ ਮੈਚ ਜੇ ਖਾਂਦੇ ਨੇ, ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਰਿਵਾਈਜ਼ ਵੀ ਕਰ ਲਿਓ। ਤਾਂ B ਇਹਦਾ ਕਰੈਕਟ ਆਨਸਰ ਬਣਦਾ 18ਵੇਂ ਦਾ। ਅੱਗੇ ਚੱਲਦੇ ਹਾਂ 19ਵੇਂ ਕੁਐਸਚਨ 'ਤੇ। ਵਿਚ ਆਫ ਦਾ ਫੋਲੋਇੰਗ, ਇਹਨਾਂ ਦੇ ਵਿੱਚੋਂ ਦੱਸਣਾ ਤੁਸੀਂ ਨੇ ਕਿ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਪ੍ਰੈਜ਼ੀਡੈਂਟ ਆਰਡੀਨੈਂਸ ਮੇਕਿੰਗ ਪਾਵਰ ਇਜ਼ ਨਾਟ ਕਰੈਕਟ। ਆਪਾਂ ਨੂੰ ਪਤਾ ਆਰਡੀਨੈਂਸ 123 ਆਰਟੀਕਲ ਦੇ ਅੰਡਰ ਆਉਂਦਾ, ਠੀਕ ਹੈ। ਆਰਡੀਨੈਂਸ ਕਿਹਨੂੰ ਕਹਿੰਦੇ ਆਪਾਂ, ਦੇਖੋ ਜਦੋਂ ਜਿਵੇਂ ਹੁਣ ਹਾਲਾਤ ਬਣੇ ਹੋਏ ਨੇ, ਠੀਕ ਹੈ, ਹੁਣ ਹਾਲਾਤ ਇਹੋ ਜਿਹੇ ਨੇ ਕਿ ਪਾਰਲੀਮੈਂਟ ਲੱਗ ਨਹੀਂ ਸਕਦੀ, ਠੀਕ ਹੈ, ਜਾਂ ਜਦੋਂ ਪਾਰਲੀਮੈਂਟ ਦਾ ਜਿਹੜਾ ਟਾਈਮ ਹੁੰਦਾ ਜਿਵੇਂ 3 ਵਾਰ ਲੱਗਦੀ ਹੈ ਸਾਲ ਦੇ ਵਿੱਚ, ਤਾਂ ਉਹ ਟਨਿਓਰ ਤੋਂ ਇਲਾਵਾ ਵਿੱਚ ਕਿਤੇ ਇਹੋ ਜਿਹਾ ਜਦੋਂ ਪਾਰਲੀਮੈਂਟ ਦਾ ਪੀਰੀਅਡ ਹੈ ਨਹੀਂ ਲੱਗਣ ਦਾ, ਪਰ ਉਦੋਂ ਕੋਈ ਇਹੋ ਜਿਹੀ ਅਰਜੈਂਸੀ ਪੈ ਗਈ ਵੀ ਕੋਈ ਨਾ ਕੋਈ ਕਾਨੂੰਨ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਸਾਡੇ ਵਾਸਤੇ ਵੀ ਇਹ 'ਤੇ ਪਾਸ ਕਰਨਾ ਪਊਗਾ ਹੀ ਪਊਗਾ, ਤਾਂ ਉਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਆਰਡੀਨੈਂਸ ਸਰਕਾਰ ਵੱਲੋਂ ਪ੍ਰੈਜ਼ੀਡੈਂਟ ਨੂੰ ਭੇਜਿਆ ਜਾਂਦਾ ਵੀ ਆਹ ਚੀਜ਼ ਹੋਣੀ ਚਾਹੀਦੀ ਹੈ, ਤਾਂ ਪ੍ਰੈਜ਼ੀਡੈਂਟ ਆਰਡੀਨੈਂਸ ਲਿਆ ਕੇ ਉਹ ਕੰਮ ਚਲਾ ਦਿੰਦੇ ਨੇ। ਪਰ ਆਰਡੀਨੈਂਸ ਦਾ ਇੱਕ ਇਹ ਹੁੰਦਾ, ਕੰਮ ਕਰਦਾ ਆਰਡੀਨੈਂਸ ਐਕਟ ਵਾਂਗੂ ਹੀ, ਜਿੰਨਾ ਚਿਰ ਆਰਡੀਨੈਂਸ ਰਹਿੰਦਾ ਹੈ। ਜਦੋਂ ਤੁਹਾਡੀ ਪਾਰਲੀਮੈਂਟ ਲੱਗ ਗਈ, ਪਾਰਲੀਮੈਂਟ ਲੱਗਣ ਤੋਂ ਐਗਜ਼ੈਕਟ 6 ਵੀਕਸ ਦੇ ਅੰਦਰ ਜਿਹੜੇ ਦਿਨ ਪਾਰਲੀਮੈਂਟ ਸ਼ੁਰੂ ਹੋਈ ਹੈ ਉਹ ਤੋਂ ਕਾਊਂਟ ਕਰਨੇ ਸ਼ੁਰੂ ਕਰ ਦਿਓ। 6 ਵੀਕਸ ਦੇ ਅੰਦਰ ਤੁਹਾਨੂੰ ਦੁਬਾਰਾ ਇਹ ਆਰਡੀਨੈਂਸ ਜਾਂ ਤਾਂ ਪਾਸ ਕਰਵਾਉਣਾ ਪਊਗਾ ਉਸ ਪਾਰਲੀਮੈਂਟ ਤੋਂ, ਜੇ ਇਹ ਪਾਸ ਨਹੀਂ ਹੋਇਆ ਤਾਂ ਫਿਰ ਇਹ ਕੀ ਹੋ ਸਕਦਾ, ਇਹ ਉੱਥੇ ਖਤਮ ਹੋ ਜਾਊਗਾ, ਅਲੈਪਸ ਹੋ ਜਾਊਗਾ। ਪਰ ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ ਕਿ ਇਹ ਜੇ ਪ੍ਰੈਜ਼ੀਡੈਂਟ ਹੀ ਆਰਡੀਨੈਂਸ ਨੂੰ ਜਾਰੀ ਕਰਦਾ, ਕਿਸੇ ਵੀ ਟਾਈਮ ਇਸ ਆਰਡੀਨੈਂਸ ਨੂੰ ਵਾਪਸ ਵੀ ਲੈ ਸਕਦਾ, ਪ੍ਰੈਜ਼ੀਡੈਂਟ ਦੀ ਆਪਣੀ ਮਰਜ਼ੀ ਹੁੰਦੀ ਹੈ। ਤਾਂ ਇੱਥੇ ਇਹੀ ਬਾਕੀ ਗੱਲਾਂ ਤਾਂ ਠੀਕ ਨੇ, ਠੀਕ ਹੈ, ਕਿ 123 ਅੰਡਰ ਆਉਂਦਾ, 6 ਵੀਕ ਵਾਲੀ ਗੱਲ ਵੀ ਠੀਕ ਹੈ, ਕੋ ਐਕਸਟੈਂਸਿਵ ਲੈਜਿਸਲੇਟਿਵ ਪਾਵਰ ਦਾ ਹੈਗਾ ਹੀ ਆ ਹਿੱਸਾ ਇਹ ਇੱਕ ਤਰੀਕੇ ਨਾਲ। ਬਸ ਆਹ ਗੱਲ ਆਪਾਂ ਪੁੱਠੀ ਲਿਖਤੀ ਕਿ ਕਿਸੇ ਵੀ ਟਾਈਮ ਪ੍ਰੈਜ਼ੀਡੈਂਟ ਵਿਦਡਰਾਅ ਨਹੀਂ ਕਰ ਸਕਦਾ ਬਲਕਿ ਕਰ ਸਕਦਾ, ਉਹਦੇ ਕੋਲ ਪੂਰੀ ਆਜ਼ਾਦੀ ਹੈ। ਤਾਂ 19ਵੇਂ ਦਾ ਆਨਸਰ ਹੋ ਗਿਆ ਡੀ। ਮੀਡੀਅਮ ਜਿਹਾ ਕੁਐਸਚਨ ਹੀ ਸੀ, ਮੈਂ ਕੋਈ ਔਖੀ ਕੈਟੇਗਰੀ ਦਾ ਤਾਂ ਨਹੀਂ ਰੱਖੂੰਗਾ ਇਹਨੂੰ, ਠੀਕ ਹੈ। ਤਾਂ ਉਮੀਦ ਹੈ ਕਿ ਮੈਕਸੀਮਮ ਲੋਕਾਂ ਦਾ ਠੀਕ ਹੋਊਗਾ ਇਹ ਆਨਸਰ। ਰਾਜ ਸਭਾ ਹੈਜ਼ ਐਕਸਕਲੂਸਿਵ ਯੂਰੀਡਿਕਸ਼ਨ ਇਨ, ਹੁਣ ਰਾਜ ਸਭਾ ਦੀ ਐਕਸਕਲੂਸਿਵ ਯੂਰੀਡਿਕਸ਼ਨ ਹੁੰਦੀ ਹੈ, ਇਹ ਤਾਂ ਬੜਾ ਇੰਪੋਰਟੈਂਟ ਜੀ ਗੱਲ ਹੈ, ਠੀਕ ਹੈ। ਡੀ ਜਿਹੜੀ ਇਹਦੀ ਆਪਸ਼ਨ ਹੈ ਵੀ ਸੌਖਾ ਸਵਾਲ ਸੀ। ਆਥੋਰਾਈਜ਼ਿੰਗ ਪਾਰਲੀਮੈਂਟ ਟੂ ਲੈਜਿਸਲੇਟ ਔਨ ਅ ਸਬਜੈਕਟ ਇਨ ਸਟੇਟ ਲਿਸਟ, ਸਟੇਟ ਲਿਸਟ ਦੇ ਵਿੱਚ ਜਿਵੇਂ ਹੁਣ 3 ਲਿਸਟਸ ਨੇ ਆਪਣੀਆਂ, ਠੀਕ ਹੈ, ਇੱਕ ਸਟੇਟ ਲਿਸਟ ਹੈ, ਇੱਕ ਸੈਂਟਰ ਲਿਸਟ ਹੈ, ਇੱਕ ਕਨਕਰੈਂਟ ਲਿਸਟ ਹੈ। ਜਿਹੜੀ ਤਾਂ ਹੈਗੀ ਹੈ ਸੈਂਟਰ ਦੀ ਯਾਨੀ ਕਿ ਯੂਨੀਅਨ ਲਿਸਟ, ਉਹਦੇ 'ਤੇ ਤਾਂ ਕਾਨੂੰਨ ਯੂਨੀਅਨ ਬਣਾ ਸਕਦਾ, ਸੈਂਟਰ ਸਰਕਾਰ ਬਣਾ ਸਕਦੀ ਹੈ। ਜਿਹੜੀ ਸਟੇਟ ਲਿਸਟ ਹੈ ਉਹ 'ਤੇ ਸਟੇਟਸ ਬਣਾ ਸਕਦੀਆਂ, ਕਨਕਰੈਂਟ ਲਿਸਟ 'ਤੇ ਦੋਨੋਂ ਬਣਾ ਸਕਦੀਆਂ।
ਤੇ ਜੇ ਕੋਈ ਰੈਜ਼ੀਡੂਅਲ ਕੋਈ ਇਹੋ ਜਿਹਾ ਕਾਨੂੰਨ ਨਵਾਂ ਬਣਾਉਣਾ ਪੈ ਗਿਆ ਜਿਹੜਾ ਤਿੰਨਾਂ ਚੋਂ ਕਿਸੇ ਲਿਸਟ 'ਚ ਨਹੀਂ ਆ ਰਿਹਾ, ਤਾਂ ਉੱਥੇ ਕੌਣ ਪ੍ਰੀਵੇਲ ਕਰ ਜਾਂਦਾ? ਉੱਥੇ ਸੈਂਟਰ ਪ੍ਰੀਵੇਲ ਕਰ ਜਾਂਦਾ, ਉਹਦੀ ਚੱਲੂਗੀ, ਸਟੇਟਸ ਦੀ ਨਹੀਂ ਚੱਲੂਗੀ। ਕਨਕਰੰਟ ਤੇ ਵੀ ਮੋਰ ਔਰ ਲੈਸ ਸੈਂਟਰ ਦੀ ਉਹ ਚੱਲਦੀ ਹੈ, ਕਿਉਂਕਿ ਆਪਣੇ ਇੱਥੇ ਸੈਂਟਰ ਜ਼ਿਆਦਾ ਪਾਵਰਫੁੱਲ ਹੈ। ਪਰ ਘੱਟੋ ਘੱਟ ਸਟੇਟਸ ਤਾਂ ਸਾਡੇ ਕੋਲੇ ਹੁੰਦਾ ਵੀ ਸਟੇਟਸ ਤੇ ਲਿਸਟ ਤੇ ਤਾਂ ਅਸੀਂ ਆਪ ਹੀ ਬਣਾਉਂਦੇ ਹਾਂ। ਪਰ ਇੱਥੇ ਵੀ ਇੱਕ ਘੁੰਡੀ ਹੈ, ਕਿਉਂਕਿ ਰਾਜ ਸਭਾ ਦੇ ਬੰਦੇ ਕਿੱਥੋਂ ਚੁਣ ਕੇ ਜਾਂਦੇ ਨੇ? ਸਟੇਟਸ ਤੋਂ। ਤਾਂ ਉਸ ਰਾਜ ਸਭਾ ਇੱਕ ਤਰ੍ਹਾਂ ਦਾ ਹਾਊਸ ਹੀ ਇਹੋ ਜਿਹਾ ਜਿਹੜਾ ਸਟੇਟਸ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਪਾਰਲੀਮੈਂਟ 'ਚ ਬਣਾਇਆ ਗਿਆ ਹੈ। ਤਾਂ ਉਹ ਹਾਊਸ ਕੋਲੇ ਇੰਨੀ ਅਥਾਰਟੀ ਹੈਗੀ ਹੈ ਕਿ ਉਹ ਉੱਥੇ ਇੱਕ ਪਾਸ ਕਰਕੇ ਪੂਰਾ ਵੀ ਮੈਕਸੀਮਮ ਉਹੀ ਜੇ ਮੈਜੋਰਟੀ ਆਫ ਜਿਹੜੀਆਂ ਸਟੇਟਸ ਨੇ ਹਾਂ ਕਰ ਦੇਣਗੀਆਂ, ਤਾਂ ਉਹ ਮਤਲਬ ਕੋਈ ਵੀ ਸਟੇਟ ਦਾ ਇਹੋ ਜਿਹਾ ਕਾਨੂੰਨ ਜਿਹਦੇ ਸੈਂਟਰ ਬਣਾਉਣਾ ਚਾਹੁੰਦੀ ਹੋਵੇ ਤਾਂ ਸੈਂਟਰ ਨੂੰ ਆਥੋਰਾਈਜ਼ ਕਰ ਸਕਦੀ ਹੈ ਵੀ ਤੁਸੀਂ ਪਾਰਲੀਮੈਂਟ, ਸੈਂਟਰ ਕਹਿਣ ਦਾ ਮਤਲਬ ਪਾਰਲੀਮੈਂਟ ਹੋ ਗਿਆ, ਵੀ ਪਾਰਲੀਮੈਂਟ ਇੱਕ ਤਰੀਕੇ ਨਾਲ ਉਸ 'ਤੇ ਕਾਨੂੰਨ ਬਣਾ ਸਕਦੀ ਹੈ ਜਿਹੜਾ ਕਿ ਸਟੇਟ ਲਿਸਟ ਦੀ ਕੈਟੇਗਰੀ ਦੇ ਵਿੱਚ ਆ ਗਿਆ। ਤਾਂ ਇਹ ਇੱਕ ਕੁੰਡੀ ਹੈਗੀ ਆ, ਤੈਨੂੰ ਧਿਆਨ 'ਚ ਰੱਖਿਓ। ਤਾਂ ਇੰਪੋਰਟੈਂਟ ਕੁਐਸਚਨ ਹੈ ਇਹ, ਕਾਫੀ ਪੇਪਰਾਂ 'ਚ ਪੁੱਛਿਆ ਗਿਆ। Who is empowered by the constitution to dissolve ਲੋਕ ਸਭਾ before expiry of its terms? ਐਕਸਪਾਇਰੀ ਤੋਂ ਪਹਿਲਾਂ ਹੀ ਜੇ ਲੋਕ ਸਭਾ ਦਾ ਟਨਿਓਰ ਖਤਮ ਕਰਨਾ ਤਾਂ ਕਿਹਦੇ ਕੋਲ ਪਾਵਰ ਹੁੰਦੀ ਹੈ? ਦੇਖੋ, ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਆ ਨੋ ਡਾਊਟ, ਪਰ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਜ਼ਰੂਰੀ ਆ। ਪ੍ਰਾਈਮ ਮਿਨਿਸਟਰ ਬੋਲੂਗਾ, ਕਿਉਂਕਿ ਵੈਸੇ ਵੀ ਆਪਾਂ ਨੂੰ ਪਤਾ ਕਿ ਆਪਣੇ ਤੌਰ 'ਤੇ ਪਪਟ ਹੈ ਪ੍ਰੈਜ਼ੀਡੈਂਟ ਤਾਂ ਜੋ ਪ੍ਰਾਈਮ ਮਿਨਿਸਟਰ ਜਾਂ ਉਹਦੀ ਕੈਬਨਿਟ ਇਸ਼ਾਰਾ ਕਰਦੀ ਹੈ ਉਹੀ ਕੁਛ ਕਰਦਾ ਹੈ, ਠੀਕ ਹੈ। ਤਾਂ ਕਹਿਣ ਨੂੰ ਹੀ ਇੱਕ ਪ੍ਰੈਜ਼ੀਡੈਂਟ ਦੀ ਪੋਸਟ ਹੈ, ਤਾਂ ਅਦਰਵਾਈਜ਼ ਕੋਈ ਬਹੁਤੀ ਪਾਵਰਫੁਲ ਪੋਸਟ ਨਹੀਂ ਹੈਗੀ। ਪਪਟ ਦਾ ਕੰਮ ਕਰਦਾ ਸਰਕਾਰ ਲਈ। ਤਾਂ ਉੱਥੋਂ ਆਨਸਰ ਸੌਖਾ ਹੀ ਸੀ ਇਹਦਾ ਵੀ ਕੱਢਣਾ। ਉਮੀਦ ਆ ਕਿ ਸਭ ਦਾ ਠੀਕ ਹੋਊ। ਤਾਂ ਸੀ ਇੱਥੇ ਕਰੈਕਟ ਆਨਸਰ ਬਣਦਾ। ਅੱਗੇ ਚੱਲਦੇ ਹਾਂ 22nd ਕੁਐਸਚਨ 'ਤੇ। ਵਿਦ ਰੈਫਰੈਂਸ ਟੂ ਪੈਸੇਜ ਆਫ ਮਨੀ ਬਿੱਲ ਦੀ ਗੱਲ ਕਰੀਏ ਇੰਡੀਅਨ ਪਾਰਲੀਮੈਂਟ 'ਚ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ? ਮਨੀ ਬਿੱਲ ਨੂੰ ਲੈ ਕੇ ਦੱਸਣਾ ਕਿਹੜੀਆਂ ਸਟੇਟਮੈਂਟਸ ਕਰੈਕਟ ਨੇ। ਦੇਖੋ, ਆ ਤਾਂ ਮੈਨੂੰ ਜਿਹੜੀ ਚਮਕ ਰਹੀ ਹੈ ਉਹੀ ਦਿਖ ਰਹੀ ਹੈ। ਮਨੀ ਬਿੱਲ ਮੈਂ ਤੁਹਾਨੂੰ ਹੁਣੀ ਦੱਸ ਚੁੱਕਿਆ। ਡਿਸੀਜਨ ਆਫ ਯੂਨੀਅਨ ਫਾਈਨਾਂਸ ਮਿਨਿਸਟਰ ਇਜ਼ ਫਾਈਨਲ। ਫਾਈਨਾਂਸ ਮਿਨਿਸਟਰ ਦੀ ਕਿੱਧਰ ਹੋ ਗਈ? ਮਨੀ ਬਿੱਲ 'ਤੇ ਕਿਹਦੀ ਫਾਈਨਲ ਹੁੰਦੀ ਹੈ ਜੀ? ਮਨੀ ਬਿੱਲ 'ਤੇ ਹੁੰਦੀ ਹੈ ਸਪੀਕਰ ਦੀ। ਸਪੀਕਰ ਨੇ ਜਿਹਨੂੰ ਮਨੀ ਬਿੱਲ ਦਾ ਠੱਪਾ ਲਾਤਾ, ਬਸ ਸਮਝ ਲਓ ਲੱਗ ਗਿਆ। ਦੂਜੀ ਗੱਲ, ਅੱਜ GST ਵਾਲਾ ਐਂ ਤਾਂ ਪਾਸ ਕਰਾਇਆ ਸੀਗਾ ਜੇਤਲੀ ਜੀ ਨੇ, ਹੈ ਨਾ। ਤਾਂ ਇਹਦਾ ਕੋਈ ਯਾਨੀ ਕਿ ਜੋ ਤੁਸੀਂ ਮਨੀ ਬਿੱਲ ਦੀਆਂ ਪ੍ਰੋਵੀਜ਼ਨਸ ਪੜ੍ਹੋਗੇ ਤਾਂ GST ਬਿੱਲ ਦਾ ਕੋਈ ਲੈਣਾ ਦੇਣਾ ਨਹੀਂ ਮਨੀ ਬਿੱਲ ਦੇ ਨਾਲ। ਪਰ GST ਬਿੱਲ 'ਤੇ ਮਨੀ ਬਿੱਲ ਦਾ ਠੱਪਾ ਲਗਾ ਕੇ ਜੇਤਲੀ ਜੀ ਨੇ ਪਾਸ ਕਰਾ ਲਿਆ, ਠੀਕ ਹੈ। ਤਾਂ ਇਹ ਧੱਕਾ ਵੀ ਤਾਂ ਹੁੰਦਾ, ਕਿਉਂਕਿ ਸਪੀਕਰ ਤਾਂ ਆਪਣਾ ਹੀ ਹੈ, ਸਪੀਕਰ ਨੇ ਕੀ ਕਹਿਣਾਗਾ। ਤਾਂ ਮਨੀ ਬਿੱਲ ਕੈਨ ਵੀ ਇੰਟਰੋਡਿਊਸਡ ਓਨਲੀ ਇਨ ਲੋਕ ਸਭਾ, ਬਿਲਕੁਲ ਠੀਕ ਗੱਲ ਹੈ ਜੀ। ਆਫਟਰ ਮਨੀ ਬਿੱਲ ਇਜ਼ ਪਾਸਡ ਰਿਟਰਨ ਵਿਦਿਨ 1 ਮੰਥ ਨਹੀਂ, ਆਪਾਂ ਹੁਣੀ ਗੱਲ ਕਰਕੇ ਹਟੇ ਹਾਂ 14 ਦਿਨ। 14 ਦਿਨਾਂ ਦੇ ਵਿੱਚ ਮਤਲਬ ਕੰਸੈਂਟ ਦੇਣੀ ਹੈ, ਨਹੀਂ ਤਾਂ ਸਮਝ ਲਓ ਆਪਣੇ ਆਪ ਪਾਸ ਹੋ ਗਿਆ ਉਹ। ਤਾਂ ਚੌਥਾ ਤਾਂ ਫਿਰ ਮਤਲਬ ਹੀ ਨਹੀਂ ਬਣਦਾ ਕਰੈਕਟ ਹੋਣ ਦਾ। ਤਾਂ ਓਨਲੀ B ਇਹਦਾ ਆਨਸਰ ਹੋ ਗਿਆ ਕਰੈਕਟ। ਯੂਨੀਅਨ ਐਗਜ਼ੈਕਟਿਵ ਜਿਨ੍ਹਾਂ ਨੇ ਇੰਪਲੀਮੈਂਟ ਕਰਨੀਆਂ ਨੇ ਸਾਰੀਆਂ ਸਕੀਮਾਂ, ਠੀਕ ਹੈ। ਹੁਣ ਇੱਕ ਹੁੰਦਾ ਲੈਜੀਸਲੇਚਰ ਕਿਹੜਾ ਹੋ ਗਿਆ? ਕਾਨੂੰਨ ਬਣਾਉਣ ਵਾਲੇ, ਜਿੰਨੇ ਪਾਰਲੀਮੈਂਟ 'ਚ ਬਹਿੰਦੇ ਨੇ ਸਾਡੇ ਮੈਂਬਰਸ ਆਫ ਪਾਰਲੀਮੈਂਟ, ਉਹ ਲੈਜੀਸਲੇਚਰ ਦਾ ਹਿੱਸਾ ਨੇ। ਐਗਜ਼ੈਕਟਿਵ ਦੇ ਵਿੱਚ ਕੌਣ ਆ ਗਏ? ਐਗਜ਼ੈਕਟਿਵ ਦੇ ਵਿੱਚ ਸਾਡੇ ਆ ਗਏ ਜਿਹੜੇ ਸਾਡੀਆਂ, ਜਾਂ ਤਾਂ ਤੁਸੀਂ ਮੰਨ ਲਓ ਕਿ ਮਿਨਿਸਟਰੀਆਂ ਨੇ, ਉਹ ਮਿਨਿਸਟਰੀਆਂ ਦੇ ਵਿੱਚ ਜਿਹੜੇ ਬੈਠੇ ਨੇ ਬੰਦੇ, ਚਾਹੇ ਉਹ ਮਿਨਿਸਟਰ ਹੋਣ ਚਾਹੇ ਉਹ ਸੈਕਟਰੀ ਲੈਵਲ ਦੇ ਬੰਦੇ ਨੇ, ਉਹ ਸਾਰੇ ਐਗਜ਼ੈਕਟਿਵ ਨੇ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਉਹਨਾਂ ਸਕੀਮਾਂ ਨੂੰ, ਜਿੰਨੀਆਂ ਸਾਡੀਆਂ ਸਕੀਮਾਂ ਨੇ। ਕਈ ਵਾਰ ਇਹ ਉਲਝਾ ਲਾਉਂਦੇ ਨੇ ਤੁਹਾਨੂੰ ਵੀ ਜਿਹੜੇ ਸੈਕਟਰੀ ਹੋਣਗੇ, ਵੀ ਆਪਾਂ ਕਹਿ ਲਈਏ ਕਿ ਫਾਈਨਾਂਸ ਮਿਨਿਸਟਰ ਦਾ ਸੈਕਟਰੀ ਹੈ, ਫਾਈਨਾਂਸ ਸੈਕਟਰੀ ਹੈ, ਜਾਂ ਆਪਾਂ ਕਿਸੇ ਹੋਮ ਮਿਨਿਸਟਰੀ ਦਾ ਸੈਕਟਰੀ ਹੈ, ਠੀਕ ਹੈ, ਕੈਬਨਿਟ ਸੈਕਟਰੀ ਹੋ ਗਏ, ਜਾਂ ਇਹ ਵਾਲਿਆਂ ਦੇ ਆਪਾਂ ਖਾਸ ਕਰਕੇ ਮਿਨਿਸਟਰੀ ਵਾਲੇ ਸੈਕਟਰੀ ਦੀ ਗੱਲ ਕਰ ਰਹੇ ਹਾਂ। ਤਾਂ ਉਹ ਵੀ ਇੱਕ ਤਰ੍ਹਾਂ ਦੇ ਐਗਜ਼ੈਕਟਿਵ ਨੇ, ਇਹ ਧਿਆਨ 'ਚ ਰੱਖਿਓ। ਕਿਉਂਕਿ ਯਾਰ ਹੁਣ ਮੰਤਰੀ ਨੇ ਥੋੜ੍ਹੀ ਨਾ ਸਕੀਮ ਇੰਪਲੀਮੈਂਟ ਕਰ ਦੇਣੀ ਹੈ। ਮੰਤਰੀ ਤਾਂ ਵਿਚਾਰੇ ਠੀਕ ਆ, ਸਾਡੇ ਵੱਲੋਂ ਚੁਣੇ ਗਏ ਨੇ, ਅਸੀਂ ਜਵਾਬ ਦੇ ਉਹਨਾਂ ਤੋਂ ਸਵਾਲ ਪੁੱਛ ਲੈਂਦੇ ਹਾਂ। ਐਗਜ਼ੈਕਟਿਵ ਜਿਹੜੇ ਅਸਲੀ ਐਗਜ਼ੈਕਟਿਵ ਤਾਂ ਉਹ ਨੇ, ਕਿਉਂਕਿ ਇੰਪਲੀਮੈਂਟ ਤਾਂ ਦਿਮਾਗ ਤਾਂ ਉਹਨਾਂ ਦਾ ਲੱਗਣਾ ਸਾਰਾ ਸਕੀਮਾਂ ਨੂੰ, IAS ਜਿਹੜੇ ਬੈਠੇ ਨੇ ਲਾਉਣ ਲਈ। ਪਰ ਇਹ ਹੈ ਵੀ ਉਹਨਾਂ ਨੂੰ ਅਸੀਂ ਸਵਾਲ ਜਵਾਬ ਨਹੀਂ ਕਰ ਸਕਦੇ, ਇਸ ਕਰਕੇ ਸਾਨੂੰ ਮੰਤਰੀ ਉੱਥੇ ਰੱਖਣੇ ਪੈਂਦੇ ਨੇ। ਤਾਂ ਮੰਤਰੀ ਤਾਂ ਦਿਖਾਉਣ ਲਈ ਚਿਹਰੇ ਹੀ ਹੁੰਦੇ ਨੇ, ਕੰਮ ਤਾਂ ਉਹੀ ਕਰਦੇ ਨੇ ਪਿੱਛੇ। ਤਾਂ ਅਸਲੀ ਐਗਜ਼ੈਕਟਿਵ ਤਾਂ ਉਹਨਾਂ ਨੂੰ ਹੀ ਕਹਾਂਗੇ, ਪਰ ਮੰਤਰੀ ਵੀ ਐਗਜ਼ੈਕਟਿਵ ਹੁੰਦੇ ਨੇ। ਤਾਂ ਕਰੈਕਟ ਆਨਸਰ ਕਾਊਂਸਲ ਆਫ ਮਿਨਿਸਟਰ ਉਹੀ ਸਾਰੇ ਮੰਤਰੀ। ਪ੍ਰੈਜ਼ੀਡੈਂਟ ਦਾ ਨਾਮ ਤਾਂ ਆ ਜਾਂਦਾ ਕਿਉਂਕਿ ਪ੍ਰੈਜ਼ੀਡੈਂਟ ਦੇ ਸਾਈਨ ਤੋਂ ਬਿਨਾਂ ਤੁਹਾਡਾ ਕੋਈ ਐਕਟ ਨਹੀਂ ਬਣੂਗਾ। ਜੇ ਐਕਟ ਨਹੀਂ ਬਣੂਗਾ ਇਹਦਾ ਮਤਲਬ ਪ੍ਰੈਜ਼ੀਡੈਂਟ ਦਾ ਤਾਂ ਵਿੱਚ ਰਹਿਣਾ ਹੀ ਰਹਿਣਾ ਹੈ, ਠੀਕ ਹੈ। ਪਾਰਲੀਮੈਂਟ ਦਾ ਹਿੱਸਾ ਵੀ ਰਹਿਣਾ ਹੀ ਰਹਿਣਾ ਪ੍ਰੈਜ਼ੀਡੈਂਟ ਨੇ। ਕਾਨੂੰਨ ਪਾਸ ਹੋ ਗਿਆ, ਪਰ ਅੰਟਿਲ ਜਦੋਂ ਤੱਕ ਇਹਨੇ ਸਾਈਨ ਨਹੀਂ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ, ਉਹ ਬਿੱਲ ਐਕਟ ਬਣ ਹੀ ਨਹੀਂ ਸਕਦਾ। ਤਾਂ ਇਸ ਕਰਕੇ ਪ੍ਰੈਜ਼ੀਡੈਂਟ ਦੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਸ ਆ। ਤਾਂ ਪ੍ਰੈਜ਼ੀਡੈਂਟ ਤਾਂ ਆਉਣਾ ਹੀ ਆਉਣਾ ਸੀ, ਨਾਲ ਕਾਊਂਸਲ ਆਫ ਮਿਨਿਸਟਰ, ਬਾਕੀ ਆ ਰਾਜ ਸਭਾ ਇਹ ਉਹ ਤਾਂ ਫਾਲਤੂ ਦੀਆਂ ਗੱਲਾਂ ਨੇ, ਠੀਕ ਹੈ। ਤਾਂ ਇਹ ਆ ਕਾਊਂਸਲ ਆਫ ਮਿਨਿਸਟਰ 'ਚ ਪ੍ਰਾਈਮ ਮਿਨਿਸਟਰ ਤਾਂ ਆਟੋਮੈਟਿਕਲੀ ਇਨਕਲੂਡ ਹੋ ਹੀ ਜਾਂਦਾ, ਆ ਹੀ ਜਾਂਦੇ ਨੇ, ਵੀ ਕਾਊਂਸਲ ਆਫ ਮਿਨਿਸਟਰ ਦਾ ਹਿੱਸਾ ਹੀ ਹੁੰਦੇ ਨੇ। ਤਾਂ ਇਸ ਕਰਕੇ ਆਹ ਸੀ ਇਹਦਾ ਸਭ ਤੋਂ ਐਪਰੋਪਰੀਏਟ ਆਨਸਰ ਹੈ। ਵੈਨ ਐਨ ਆਰਡੀਨਰੀ ਬਿੱਲ ਇਜ਼ ਪਾਸਡ ਇਨ ਏ ਜੁਆਇੰਟ ਸਿਟਿੰਗ 'ਚ ਕੋਈ ਆਰਡੀਨਰੀ ਬਿੱਲ ਰੱਖਤਾ। ਜੁਆਇੰਟ ਸਿਟਿੰਗ ਹੁੰਦੀ ਕਦੋਂ ਆ? ਜੁਆਇੰਟ ਸਿਟਿੰਗ ਜਦੋਂ ਜੀ ਕੋਈ ਡੈਡਲੌਕ ਹੋ ਜੇ, ਠੀਕ ਹੈ, ਕਿਸੇ ਬਿੱਲ ਨੂੰ ਲੈ ਕੇ ਅੜ ਗਏ ਦੋਨੋਂ ਹਾਊਸ, ਠੀਕ ਹੈ,
ਆਮ ਹੀ ਹੁੰਦਾ ਇੰਡੀਆ ਦੇ ਵਿੱਚ ਤਾਂ ਫਿਰ ਕਿਹਦੇ ਕੋਲ ਪਾਵਰ ਹੁੰਦੀ ਹੈ? ਪਾਵਰ ਹੁੰਦੀ ਹੈ ਜੀ ਪ੍ਰੈਜ਼ੀਡੈਂਟ ਕੋਲ। ਪ੍ਰੈਜ਼ੀਡੈਂਟ ਫਿਰ ਜੁਆਇੰਟ ਸਿਟਿੰਗ ਕਾਲ ਕਰਦਾ ਹੈ ਵੀ ਇਕੱਠੇ ਦੋਵਾਂ ਨੂੰ ਬਿਠਾਉਂਦਾ, ਰਾਜ ਸਭਾ ਨੂੰ ਵੀ ਲੋਕ ਸਭਾ ਨੂੰ ਵੀ। ਪ੍ਰੈਜ਼ਾਈਡ ਕੌਣ ਕਰਦਾ ਹੈ? ਪ੍ਰੈਜ਼ਾਈਡ ਇਹਨੂੰ ਕਰਦਾ ਜੀ ਸਪੀਕਰ। ਜੇ ਨਾ ਹੋਵੇ ਸਪੀਕਰ ਫਿਰ ਕੌਣ ਪ੍ਰੈਜ਼ਾਈਡ ਕਰੂ? ਫਿਰ ਡਿਪਟੀ ਸਪੀਕਰ। ਉਹ ਵੀ ਨਾ ਹੋਵੇ ਫਿਰ ਸਾਡੇ ਕੋਲੇ ਚੇਅਰਮੈਨ ਨਹੀਂ ਕਰਦਾ ਪ੍ਰੈਜ਼ਾਈਡ। ਇਹੀ ਉਲਝਾਉਂਦੇ ਹੁੰਦੇ ਨੇ ਪੇਪਰ ਦੇ ਵਿੱਚ ਸਵਾਲ, ਠੀਕ ਹੈ। ਚੇਅਰਮੈਨ ਕਦੇ ਪ੍ਰੈਜ਼ਾਈਡ ਨਹੀਂ ਕਰੂਗਾ ਕਿਉਂਕਿ ਚੇਅਰਮੈਨ ਤਾਂ ਪਾਰਲੀਮੈਂਟ ਦਾ ਹਿੱਸਾ ਹੀ ਨਹੀਂ ਹੁੰਦਾ। ਕੌਣ ਹੁੰਦਾ ਚੇਅਰਮੈਨ? ਵਾਈਸ ਪ੍ਰੈਜ਼ੀਡੈਂਟ। ਵਾਈਸ ਪ੍ਰੈਜ਼ੀਡੈਂਟ ਤਾਂ ਸਿੱਧਾ ਹੀ ਚੁਣਿਆ ਜਾਂਦਾ, ਤਾਂ ਵਾਈਸ ਪ੍ਰੈਜ਼ੀਡੈਂਟ ਤਾਂ ਨਾਟ ਦਾ ਪਾਰਟ ਆਫ ਪਾਰਲੀਮੈਂਟ। ਵਾਈਸ ਪ੍ਰੈਜ਼ੀਡੈਂਟ ਦੇ ਥੱਲੇ ਜਿਹੜਾ ਹੋਇਆ ਆਪਣੇ ਕੋਲੇ ਡਿਪਟੀ ਚੇਅਰਮੈਨ, ਕਿਉਂਕਿ ਉਹ ਰਾਜ ਸਭਾ ਦਾ ਮੈਂਬਰ ਹੋਊਗਾ, ਤਾਂ ਉਹ ਜਿਹੜਾ ਬੰਦਾ ਹੋਊਗਾ ਉਹ ਕਰ ਸਕਦਾ, ਠੀਕ ਹੈ। ਤਾਂ ਤੀਸਰੇ ਨੰਬਰ 'ਤੇ ਤਾਂ ਇਹ ਤੁਹਾਨੂੰ ਯਾਦ ਹੋਵੇ, ਪੇਪਰਾਂ 'ਚ ਬਹੁਤ ਪੁੱਛਿਆ ਜਾਂਦਾ ਅਤੇ ਅਸੀਂ ਉਲਝ ਵੀ ਜਾਂਦੇ ਹਾਂ ਇਸ ਚੀਜ਼ ਨੂੰ ਲੈ ਕੇ, ਤਾਂ ਇਹ ਚੀਜ਼ ਕਲੀਅਰ ਹੋਣੀ ਬਹੁਤ ਜ਼ਰੂਰੀ ਹੈ। ਤਾਂ ਅੱਗੇ ਚੱਲੀਏ ਅਗਲੀ ਗੱਲ 'ਤੇ ਆਪਾਂ, ਠੀਕ ਹੈ। ਤਾਂ ਕਿ ਬਿੱਲ ਹੁਣ ਇਹਦੇ ਵਿੱਚ ਜਿਹੜੇ ਬਿੱਲ ਰੱਖੇ ਜਾਂਦੇ ਨੇ, ਜੇ ਆਰਡੀਨਰੀ ਬਿੱਲ ਕੋਈ ਰੱਖਤਾ ਤਾਂ ਉਹ ਸਿੰਪਲ ਮੈਜੋਰਟੀ ਨਾਲ ਹੀ ਪਾਸ ਹੁੰਦਾ, ਠੀਕ ਹੈ। ਜਿੰਨੇ ਹਾਊਸ ਦੇ ਵਿੱਚ ਪ੍ਰੈਜ਼ੈਂਟ ਹੋਣਗੇ ਉਹਨਾਂ ਦੀ ਵੋਟਿੰਗ ਹੋਊ, ਸਿੰਪਲ ਮੈਜੋਰਟੀ 50% ਪਲੱਸ ਵੋਟਾਂ ਪੈ ਗਈਆਂ ਤਾਂ ਸਮਝ ਲਓ ਬਿੱਲ ਪਾਸ ਹੋ ਗਿਆ। ਤਾਂ ਪਤਾ ਹੀ ਹੈ ਕਿ ਇਹਦੇ ਵਿੱਚ ਜ਼ਿਆਦਾ ਮੈਂਬਰ ਕਿਹਦੇ ਹੁੰਦੇ ਨੇ? ਲੋਕ ਸਭਾ ਦੇ ਹੁੰਦੇ ਨੇ। ਹੁਣ ਲੋਕ ਸਭਾ 550 ਦੇ ਨੇੜੇ ਤੇੜੇ ਖੜੀ ਹੈ, 250 ਦੇ ਨੇੜੇ ਤੇੜੇ ਖੜਿਆ, ਠੀਕ ਹੈ। ਆਪਣਾ ਰਾਜ ਸਭਾ ਤਾਂ ਓਬਵੀਅਸ ਜੀ ਗੱਲ ਹੈ, ਰਾਜ ਸਭਾ ਤਾਂ ਹਰੂਗੀ ਉਹ ਜੁਆਇੰਟ ਸਿਟਿੰਗ 'ਚ, ਤਾਂ ਇਸ ਕਰਕੇ ਲੋਕ ਸਭਾ ਦੀ ਉਹ ਮੰਨੀ ਜਾਂਦੀ ਹੈ ਇਸ ਹਾਊਸ ਦੇ ਵਿੱਚ। ਅਤੇ ਜੇ ਕੋਈ ਸਪੈਸ਼ਲ ਕੈਟਾਗਰੀ ਵਾਲਾ ਕੋਈ ਜਿਵੇਂ ਅਮੈਂਡਮੈਂਟ ਬਿੱਲ ਹੈ ਜਾਂ ਕੁਛ ਹੋਰ ਹੁੰਦਾ ਤਾਂ ਉਸ ਕੇਸ ਦੇ ਵਿੱਚ, ਜਿਵੇਂ ਫਰਜ਼ ਕਰੋ ਆਪਾਂ ਕੰਸਟੀਟਿਊਸ਼ਨ ਅਮੈਂਡਮੈਂਟ ਬਿੱਲ ਹੈ ਕੋਈ ਜੁਆਇੰਟ ਸਿਟਿੰਗ 'ਚ ਆ ਗਿਆ, ਤਾਂ ਉਹਦੇ ਲਈ ਫਿਰ ਸਪੈਸ਼ਲੀ ਹੋਊਗੀ ਮੈਜੋਰਟੀ। ਉਹ ਹੀ ਰਹਿੰਦੀ ਹੈ ਸੇਮ ਮੈਜੋਰਟੀ ਜੋ ਸਪੈਸ਼ਲ ਮੈਜੋਰਟੀ ਆਮ ਕੰਸਟੀਟਿਊਸ਼ਨ ਅਮੈਂਡਮੈਂਟ ਵਾਸਤੇ ਹੁੰਦੀ ਹੈ। ਅਤੇ ਅਗਲਾ 25ਵੇਂ ਕੁਐਸਚਨ 'ਤੇ ਚੱਲਦੇ ਹਾਂ। ਇਹਦਾ ਆਂਸਰ ਕੀ ਹੋ ਗਿਆ? ਏ ਹੋ ਗਿਆ 24ਵੇਂ ਦਾ ਆਂਸਰ। 25ਵਾਂ ਕੁਐਸਚਨ ਹੈਗਾ ਵਾਟ ਇਜ਼ ਚਾਰਜਡ ਐਕਸਪੈਂਡੀਚਰ। ਚਾਰਜਡ ਐਕਸਪੈਂਡੀਚਰ ਕਿਹਨੂੰ ਕਹਿੰਦੇ ਆਪਾਂ? ਤਾਂ ਚਾਰਜਡ ਐਕਸਪੈਂਡੀਚਰ ਬੜੀ ਵਧੀਆ ਚੀਜ਼ ਹੈ। ਹੁਣ ਆਪਾਂ ਨੂੰ ਪਤਾ ਕਿ ਗੌਰਮੈਂਟ ਦੇ ਸਾਡੇ 3 ਤਰ੍ਹਾਂ ਦੇ ਫੰਡ ਨੇ, ਕੰਸੋਲੀਡੇਟਡ ਫੰਡ ਆਫ ਇੰਡੀਆ, ਕੰਟੀਜੈਂਸੀ ਫੰਡ ਆਫ ਇੰਡੀਆ, ਪਬਲਿਕ ਅਕਾਊਂਟ ਆਫ ਇੰਡੀਆ। ਆਹ 3 ਫੰਡ ਨੇ, ਤੁਸੀਂ ਨੇ ਪੜ੍ਹੇ ਹੋਣਗੇ ਪੋਲਿਟੀ ਦੇ ਵਿੱਚ। ਹੁਣ ਕੰਸੋਲੀਡੇਟਡ ਫੰਡ ਆਫ ਇੰਡੀਆ 'ਚੋਂ ਜੇ ਕੁਛ ਪੈਸਾ ਕੱਢਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਸਾਨੂੰ ਪਹਿਲਾਂ ਉਹ ਪਾਸ ਕਰਾਉਣਾ ਪੈਂਦਾ, ਠੀਕ ਹੈ। ਪਾਸ ਕਿੱਥੋਂ ਕਰਾਉਣਾ ਪਊ? ਪਾਰਲੀਮੈਂਟ ਤੋਂ, ਤਾਂ ਹੀ ਪੈਸਾ ਉਹਦੇ 'ਚ ਕੋਈ ਨਿਕਲ ਸਕਦਾ, ਠੀਕ ਹੈ। ਉਹਦੇ ਲਈ ਪ੍ਰੋਪਰ ਬਜਟ ਬਣਦਾ, ਬਜਟ ਨੂੰ ਪਾਸ ਕਰਾਇਆ ਜਾਂਦਾ, ਪਾਸ ਕਰਾ ਕੇ ਫਿਰ ਉਹਦੇ ਥਰੂ ਮਿਨਿਸਟਰੀਆਂ ਨੂੰ ਪੈਸੇ ਦਿੱਤੇ ਜਾਂਦੇ ਨੇ ਅਤੇ ਉਹ ਤਾਂ ਪੈਸਾ ਉਹਦੇ 'ਚੋਂ ਨਿਕਲਦਾ। ਪਰ ਕੁਛ ਕੁ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਕੰਸੋਲੀਡੇਟਡ ਫੰਡ ਆਫ ਇੰਡੀਆ 'ਚੋਂ ਬਿਨਾਂ ਪਾਸ ਕਰਾਏ ਕੱਢੀਆਂ ਜਾ ਸਕਦੀਆਂ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਚਾਰਜਡ ਐਕਸਪੈਂਡੀਚਰ। ਚਾਰਜਡ ਐਕਸਪੈਂਡੀਚਰ ਉਹ ਐਕਸਪੈਂਡੀਚਰ ਨੇ ਜਿਹੜੇ ਬਜਟ ਤੁਹਾਡਾ ਪਾਸ ਹੋਵੇ ਨਾ ਹੋਵੇ ਤਾਂ ਵੀ ਪੇ ਕਰਨੇ ਪੈਂਦੇ ਨੇ। ਕੀ ਇਹਦੇ 'ਚ ਆ ਜਾਂਦਾ ਚਾਰਜਡ ਐਕਸਪੈਂਡੀਚਰ 'ਚ? ਇਹੋ ਜਿਹਾ ਅਲਾਇੰਸਿਸ, ਸੈਲਰੀਜ਼, ਪ੍ਰੈਜ਼ੀਡੈਂਟ ਦੀ ਸੈਲਰੀ, ਚੇਅਰਮੈਨ ਦੀ ਸੈਲਰੀ, ਡਿਪਟੀ ਚੇਅਰਮੈਨ ਦੀ ਸੈਲਰੀ, ਸਪੀਕਰ ਦੀ ਸੈਲਰੀ, ਸੁਪਰੀਮ ਕੋਰਟ ਦੇ ਜੱਜ ਦੀ ਸੈਲਰੀ, ਕੈਗ ਦੀ ਸੈਲਰੀ ਹੋ ਗਈ, ਡਿਪਟੀ ਸਪੀਕਰਸ ਦੀ ਸੈਲਰੀ ਹੋ ਗਈ, ਜਿਹੜੀਆਂ ਇਹ ਪੋਸਟਾਂ ਨੇ, ਤਾਂ ਇਹਨਾਂ ਦੀਆਂ ਸੈਲਰੀਜ਼ ਜਾਂ ਐਮੋਲੂਮੈਂਟਸ ਸਾਰੀਆਂ ਅਲਾਇੰਸਿਸ ਸਭ ਇਹਦੇ 'ਚ ਐਡ ਹੋ ਜਾਂਦਾ। ਗੌਰਮੈਂਟ 'ਤੇ ਕੋਈ ਡੈਪਟ ਹੋਵੇ, ਕਿਸੇ ਤੋਂ ਲੋਨ ਲਿਆ, ਹੁਣ ਵਰਲਡ ਬੈਂਕ ਤੋਂ ਲੈ ਰੱਖਿਆ, ਉਹ ਤਾਂ ਚੁਕਾਉਣਾ ਹੀ ਪਊਗਾ, ਠੀਕ ਹੈ। ਤੁਸੀਂ ਕਹੋ ਜੀ ਸਾਡਾ ਪਾਸ ਨਹੀਂ ਹੋਇਆ ਤਾਂ ਅਗਲਿਆਂ ਨੇ ਹੋਰ ਮੁੜ ਕੇ ਮਤਲਬ ਇੰਟਰਨੈਸ਼ਨਲ ਲੈਵਲ 'ਤੇ ਆਪਣੀ ਇਮੇਜ ਖ਼ਰਾਬ ਕਰਨ ਵਾਲੀ ਗੱਲ ਹੀ ਹੈ, ਤਾਂ ਉਹ ਚੀਜ਼ ਹੋ ਗਈ, ਠੀਕ ਹੈ। ਇਹਦੇ ਲਈ ਕੋਈ ਵੋਟਡ ਕਰਨ ਦੀ ਲੋੜ ਨਹੀਂ ਹੈਗੀ। ਇਹ ਮਤਲਬ ਇਹ ਮੰਨਿਆ ਜਾਂਦਾ ਕਿ ਦੀਜ਼ ਪੇਮੈਂਟਸ ਆਰ ਡੀਮਡ ਗਰੰਟਡ ਬਾਏ ਦਾ ਸਟੇਟ। ਸਟੇਟ ਨੇ ਗਰੰਟਡ ਲੈ ਕੇ ਮੰਨੀਆਂ ਹੋਈਆਂ ਨੇ ਵੀ ਇਹ ਤਾਂ ਅਸੀਂ ਕਰਾਂਗੇ, ਠੀਕ ਹੈ। ਵੋਟਿੰਗ ਕੋਈ ਨਹੀਂ ਇਹਦੇ 'ਤੇ, ਹਾਂ ਡਿਸਕਸ਼ਨ ਹੁੰਦੀ ਹੈ ਹਾਊਸ ਦੇ ਵਿੱਚ, ਦੋਨਾਂ ਹਾਊਸਿਸ ਦੇ ਵਿੱਚ ਇਹਨਾਂ ਸਾਰੇ ਚਾਰਜਿਸ 'ਤੇ ਡਿਸਕਸ਼ਨ ਹੋ ਸਕਦੀ ਹੈ। ਡਿਸਕਸ਼ਨ ਨੂੰ ਕੋਈ ਨਹੀਂ ਰੋਕ ਸਕਦਾ, ਪਰ ਉਹ ਕੋਈ ਨਹੀਂ ਹੁੰਦਾ, ਤਾਂ ਉਹਨੂੰ ਅਸੀਂ ਚਾਰਜਡ ਐਕਸਪੈਂਡੀਚਰ ਕਹਿ ਦਿੰਦੇ ਹਾਂ। ਤਾਂ ਕਰੈਕਟ ਆਂਸਰ ਇਹਦਾ ਬਣ ਗਿਆ ਡੀ, the expenditure from consolidated fund of India for which approval of parliament is not necessary according to the constitution। 26ਵੇਂ ਕੁਐਸਚਨ ਤੇ ਆ ਜਾਓ, ਕਾਫੀ ਲੰਬਾ ਚਲਾ ਗਿਆ ਲੈਕਚਰ, ਖਿੱਚੀਏ ਥੋੜਾ ਜਿਹਾ। which one of the following is not a department in the ministry of HRD। ਦੇਖੋ HRD ਦੇ ਵਿੱਚ ਵੈਸੇ ਤਾਂ ਨਾ ਇਹਦਾ ਕਰੈਕਟ ਆਂਸਰ, ਇਹ ਥੋੜਾ ਜਿਹਾ ਕੁਐਸਚਨ ਮੇਰੇ ਹਿਸਾਬ ਨਾਲ ਤਾਂ ਗਲਤੀ ਹੈ, ਕਿਉਂਕਿ ਮੇਨਲੀ ਤਾਂ ਤੁਸੀਂ ਇਹ ਵੈਬਸਾਈਟ 'ਤੇ ਜਾਓਗੇ ਤੁਹਾਨੂੰ 2 ਹੀ ਡਿਪਾਰਟਮੈਂਟ ਮਿਲਣੇ ਆ, ਡਿਪਾਰਟਮੈਂਟ ਆਫ ਐਲੀਮੈਂਟਰੀ ਐਜੂਕੇਸ਼ਨ, ਦੂਸਰਾ ਹੋਊਗਾ ਡਿਪਾਰਟਮੈਂਟ ਆਫ ਸੈਕੰਡਰੀ ਐਜੂਕੇਸ਼ਨ ਐਂਡ ਹਾਇਰ ਐਜੂਕੇਸ਼ਨ। ਅਤੇ ਜਿਹੜੀ ਇਹ ਟੈਕਨੀਕਲ ਐਜੂਕੇਸ਼ਨ ਹੈ, ਹਾਇਰ ਐਜੂਕੇਸ਼ਨ ਦੇ ਅੰਡਰ ਹੀ ਇੱਕ ਸਬ ਕਲਾਸ 'ਚ ਆਉਂਦਾ। ਟੈਕਨੀਕਲ ਐਜੂਕੇਸ਼ਨ ਮਤਲਬ ਇਹਦਾ ਹੀ ਹਿੱਸਾ ਗਾ। ਤਾਂ ਪਰ ਫਿਰ ਵੀ ਜੇ ਆਨਸਰ ਨੂੰ ਮਾਰਕ ਕਰਨਾ ਹੋਵੇ ਤਾਂ ਮੈਨੂੰ ਲੱਗਦਾ ਸੌਖਾ ਹੀ ਸੀਗਾ, ਕਿਉਂਕਿ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਦਾ ਤਾਂ ਕੋਈ ਲੈਣਾ ਦੇਣਾ ਨਹੀਂ, ਤਾਂ ਮਿਨਿਸਟਰੀ ਉਹ ਅਲੱਗ ਹੈ ਆਪਣੀ, ਹੈ ਨਾ। ਤਾਂ ਮੈਨੂੰ ਲੱਗਦਾ ਠੀਕ ਤਾਂ ਸਭ ਨੇ ਕਰਤਾ ਹੋਊ, ਪਰ ਮੈਨੂੰ ਕੁਐਸਚਨ ਦੇ ਵਿੱਚ ਐਰਰ ਹੈ ਥੋੜ੍ਹਾ ਜਿਹਾ ਕਿ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਨਹੀਂ ਆਪਾਂ ਕਹਿ ਸਕਦੇ ਹੈਗੇ, ਕਿਉਂਕਿ ਇਹ ਤਾਂ ਇਹਦਾ ਹੀ ਹਿੱਸਾ ਗਾ। ਤਾਂ ਵੈਸੇ ਜੇ ਉਰੇ ਨਨ ਆਫ ਦਾ ਅਬਵ ਮੰਨ ਲਓ ਚੱਲ, ਤਾਂ ਵੀ ਆਪਸ਼ਨ ਜੇ ਆਪਾਂ ਕੁੱਲ ਮਿਲਾ ਕੇ ਚੱਲੀਏ ਤਾਂ ਡੀ, ਰਿਫਿਊਜ਼ ਨਹੀਂ, ਕੱਟੂੰਗਾ ਨਹੀਂ ਇਸ ਕੁਐਸਚਨ ਨੂੰ, ਕਿਉਂਕਿ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਵੀ ਆ ਤਾਂ, ਕਿਉਂਕਿ ਮਿਨਿਸਟਰੀ ਪੜ੍ਹੀ ਆਪਾਂ ਨੇ ਪੂਰੀ, ਹੈ ਨਾ।
ਤਾਂ ਮੈਨੂੰ ਲੱਗਦਾ ਕਿ ਠੀਕ ਵੀ ਸਭ ਨੇ ਕੀਤਾ ਹੋਊਗਾ, ਇਹਦੇ 'ਚ ਕੋਈ ਬਹੁਤੀ ਦਿੱਕਤ ਵੀ ਨਹੀਂ ਆਈ ਹੋਣੀ। ਅੱਗੇ ਚੱਲਦੇ ਹਾਂ ਜੀ, ਪ੍ਰੈਜ਼ੀਡੈਂਟ ਕਿਹੜੀਆਂ ਕਿਹੜੀਆਂ ਐਮਰਜੈਂਸੀ ਪਾਵਰਸ ਇੰਜੋਏ ਕਰਦਾ। ਦੇਖੋ ਇਹਦਾ ਬੜਾ ਸਿੰਪਲ ਜੀ ਕੰਸੈਪਟ ਹੈ। ਆਰਟੀਕਲ 352, 360, 356 ਅਤੇ 360। 352 ਤੇ ਨੈਸ਼ਨਲ ਐਮਰਜੈਂਸੀ, 356 ਤੇ ਸਾਡੇ ਕੋਲੇ ਪ੍ਰੈਜ਼ੀਡੈਂਟ ਰੂਲ ਆ ਗਿਆ, ਠੀਕ ਹੈ ਜੀ। ਇਹਦੇ ਨਾਲ 365 ਆਰਟੀਕਲ ਵੀ ਅਟੈਚ ਹੋ ਜਾਂਦਾ 56 ਨਾਲ, ਕਿਉਂਕਿ ਕੁਛ 365 'ਚ ਵੀ ਗੱਲਾਂ ਲਿਖੀਆਂ ਹੋਈਆਂ ਨੇ, ਠੀਕ ਹੈ। ਤੇ ਫਾਈਨੈਂਸ਼ੀਅਲ ਐਮਰਜੈਂਸੀ 360 'ਚ ਆ ਗਈ। ਤਾਂ ਤਿੰਨ ਤਰ੍ਹਾਂ ਦੀ ਐਮਰਜੈਂਸੀ ਪਾਵਰ ਹੀ ਹੈ ਜਿਹੜੀ ਉਹਦੇ ਕੋਲ ਹੈਗੀ ਆ, ਠੀਕ ਹੈ। ਤਾਂ ਸੌਖਾ ਸਵਾਲ ਸੀ, ਆਰਟੀਕਲ ਯਾਦ ਰੱਖਿਓ 52, 56, 60। ਬਾਕੀ ਇੱਥੋਂ ਐਮਰਜੈਂਸੀ ਨੂੰ ਰਿਵਾਈਜ਼ ਕਰ ਲਿਓ ਪੂਰੀ ਨੂੰ, ਠੀਕ ਹੈ। ਹੂ ਇਜ਼ ਦਾ ਹਾਈਐਸਟ ਸਿਵਲ ਸਰਵੈਂਟ ਆਫ ਦਾ ਯੂਨੀਅਨ ਗਵਰਨਮੈਂਟ। ਦੇਖੋ ਯੂਨੀਅਨ ਗਵਰਨਮੈਂਟ ਦੇ ਵਿੱਚ ਇਹ ਇੰਪੋਰਟੈਂਟ ਸਵਾਲ ਆ, ਤੁਹਾਡੇ ਲਈ ਸ਼ਾਇਦ ਨਵਾਂ ਹੋਵੇ। ਕੈਬਨਿਟ ਸੈਕਟਰੀ ਜਿਹੜਾ ਹੁੰਦਾ ਨਾ, ਉਹ ਸਭ ਤੋਂ ਹਾਈਐਸਟ ਹੈ। ਕੈਬਨਿਟ ਸੈਕਟਰੀ ਐਕਸ ਅਫੀਸ਼ੀਓ ਚੇਅਰਮੈਨ ਹੈ ਸਿਵਲ ਸਰਵਿਸਿਜ਼ ਬੋਰਡ ਦਾ। ਜਿਹੜਾ ਸਾਡੇ ਦੇਸ਼ 'ਚ ਇੱਕ ਸਿਵਲ ਸਰਵਿਸਿਜ਼ ਬੋਰਡ ਬਣਿਆ ਹੋਇਆ, ਉਸ ਬੋਰਡ ਦਾ ਐਕਸ ਅਫੀਸ਼ੀਓ ਕੀ ਹੈ, ਇਹ ਚੇਅਰਮੈਨ ਹੈ। ਇਸ ਗੱਲ ਦਾ ਧਿਆਨ ਰੱਖਿਓ ਤੁਸੀਂ, ਠੀਕ ਹੈ। IAS ਕੈਡਰ ਦਾ ਪੂਰੇ ਦਾ ਚੇਅਰਮੈਨ ਹੈ, ਹੈੱਡ ਹੈ ਇਹ। ਤਾਂ ਕੈਬਨਿਟ ਸੈਕਟਰੀ ਦਾ ਜੇ ਆਰਡਰ ਆਫ ਪ੍ਰੀਸੀਡੈਂਸ 'ਚ ਗੱਲ ਕਰੀਏ ਤਾਂ ਮੈਨੂੰ ਤਾਂ 11ਵਾਂ ਨੰਬਰ ਬਣਦਾ, ਠੀਕ ਹੈ। ਆਰਡਰ ਆਫ ਪ੍ਰੀਸੀਡੈਂਸ ਕੀ ਹੈ, ਜਿਸ 'ਚ ਪੂਰੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਆ ਗਿਆ, ਫਿਰ ਵਾਈਸ ਪ੍ਰੈਜ਼ੀਡੈਂਟ ਆ ਗਿਆ। ਮੈਂ ਇਸ ਤਰੀਕੇ ਨਾਲ ਸਾਰੇ ਚੱਲਦੇ ਨੇ, ਸਪੀਕਰ, ਡਿਪਟੀ ਸਪੀਕਰ, ਠੀਕ ਹੈ, CMs ਇਹ ਵੋ। ਤਾਂ ਉਹ ਆਰਡਰ ਆਫ ਪ੍ਰੈਜ਼ੀਡੈਂਸ ਜ਼ਰੂਰ ਯਾਦ ਰੱਖਿਓ, ਉਹਨੂੰ ਤੁਸੀਂ ਨੋਟ ਕਰ ਲਿਓ, ਠੀਕ ਹੈ। ਆਰਡਰ ਆਫ ਪ੍ਰੈਜ਼ੀਡੈਂਸ ਨੂੰ ਆਪਣੇ ਲਿਖਿਆ ਹੋਊਗਾ ਨੋਟਸ ਦੇ ਵਿੱਚ, ਤਾਂ ਉਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਆਰਡਰ ਆਫ ਪ੍ਰੈਜ਼ੀਡੈਂਸ ਕੀ ਹੈ। ਕਈ ਵਾਰ ਉਹਦੇ 'ਤੇ ਕੁਐਸਚਨ ਬਣ ਜਾਂਦਾ, ਤਾਂ ਉਹਦੇ ਤਹਿਤ ਹੀ ਹੈ। ਇਹਨਾਂ ਸਾਰਿਆਂ ਦੇ ਵਿੱਚੋਂ ਕੈਬਨਿਟ ਸੈਕਟਰੀ ਜਿਹੜਾ ਹੈਗਾ ਉਹ ਹਾਈਐਸਟ ਸਿਵਲ ਸਰਵੈਂਟ ਦੀ ਕੈਟੇਗਰੀ 'ਚ ਆਉਂਦਾ। ਅੱਗੇ ਚੱਲਦੇ ਹਾਂ। ਵੈਨ ਦਾ ਆਫਿਸ ਆਫ ਬੋਥ ਸਪੀਕਰ ਐਂਡ ਡਿਪਟੀ ਸਪੀਕਰ ਫਾਲ ਵੇਕੈਂਟ। ਜੇ ਦੋਨੇ ਸਪੀਕਰ ਨਹੀਂ ਹੈਗੇ, ਡਿਪਟੀ ਸਪੀਕਰ ਨਹੀਂ ਹੈਗੇ, ਫਿਰ ਕੌਣ ਕਰੂਗਾ ਬਈ ਸਪੀਕਰ ਦਾ ਕੰਮ, ਠੀਕ ਹੈ, ਇਹ ਪੁੱਛਿਆ। ਤਾਂ ਪ੍ਰੈਜ਼ੀਡੈਂਟ ਕੋਲ ਪਾਵਰ ਹੁੰਦੀ ਹੈ। ਵੈਸੇ ਵੀ ਸਪੀਕਰਾਂ ਨੂੰ ਵੀ ਸਭ ਨੂੰ ਇਹ ਪ੍ਰੈਜ਼ੀਡੈਂਟ ਹੀ ਤਾਂ ਲਾਉਂਦਾ ਗਾ, ਠੀਕ ਹੈ। ਚਾਹੇ ਜਿਹੜਾ ਮਰਜ਼ੀ ਸਪੀਕਰ ਪ੍ਰੋ ਟਰਮ ਲਵਾਉਣਾ, ਜਿਹੜਾ ਮਰਜ਼ੀ ਸਪੀਕਰ ਤੁਸੀਂ ਨੇ ਲਾਉਣਾ, ਤਾਂ ਉਹ ਸਾਰੀ ਪਾਵਰ ਪ੍ਰੈਜ਼ੀਡੈਂਟ ਕੋਲ ਆ। ਤਾਂ ਪ੍ਰੈਜ਼ੀਡੈਂਟ ਹੀ ਅਪੋਇੰਟ ਕਰਦਾ ਹੈ, ਠੀਕ ਹੈ। ਲੋਕ ਸਭਾ ਦੇ ਕਿਸੇ ਹੋਰ ਮੈਂਬਰ ਨੂੰ ਜਾਂ ਸੀਨੀਅਰ ਮੋਸਟ ਚੱਕ ਲੂਗਾ, ਸਭ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਲੋਕ ਸਭਾ ਦਾ, ਉਹਨੂੰ ਚੱਕ ਕੇ ਲਾ ਦਿੰਦਾ ਹੁੰਦਾ ਸਪੀਕਰ, ਠੀਕ ਹੈ। ਤਾਂ ਇਹ 29ਵੇਂ ਦਾ C ਕਰੈਕਟ ਬਣ ਗਿਆ। ਸੌਖਾ ਸੀਗਾ ਸਵਾਲ। ਆਫਿਸ ਆਫ ਲੀਡਰ ਆਫ ਓਪੋਜੀਸ਼ਨ ਇਜ਼ ਮੈਂਸ਼ਨਡ ਇਨ। ਦੇਖੋ ਆਫਿਸ ਆਫ ਲੀਡਰ ਆਫ ਓਪੋਜੀਸ਼ਨ ਤੁਸੀਂ ਨੇ ਬਹੁਤ ਪੜ੍ਹਿਆ ਹੋਣਾ, ਹਰ ਜਗ੍ਹਾ ਪੜ੍ਹਿਆ ਹੋਣਾ, ਪਰ ਮੈਨੂੰ ਲੱਗਦਾ ਇਹ ਕਿਸੇ ਨੇ ਇੰਨਾ ਧਿਆਨ ਨਹੀਂ ਮਾਰਿਆ ਹੋਊਗਾ ਵੀ ਜਿਹੜਾ ਇਹ ਆਫਿਸ ਹੁੰਦਾ ਲੀਡਰ ਆਫ ਓਪੋਜੀਸ਼ਨ ਦਾ, ਠੀਕ ਹੈ, ਵੀ ਇਹ ਕਿੱਥੇ ਲਿਖਿਆ ਜਾਂ ਨਹੀਂ ਲਿਖਿਆ, ਇਸ ਚੀਜ਼ 'ਤੇ ਅਸੀਂ ਧਿਆਨ ਨਹੀਂ ਮਾਰਦੇ। ਇਹ ਕੰਸਟੀਟਿਊਸ਼ਨ 'ਚ ਕਿਤੇ ਨਹੀਂ ਲਿਖਿਆ, ਨਾ ਹੀ ਰੂਲਸ ਆਫ ਬੁੱਕ ਦੇ ਵਿੱਚ ਲਿਖਿਆ ਹੋਇਆ। ਫਿਰ ਇਹ ਇੱਕ ਅਲੱਗ ਤੋਂ ਐਕਟ ਬਣਿਆ ਹੋਇਆ। ਐਕਟ ਦਾ ਨਾਮ ਹੈਗਾ ਸੈਲਰੀਜ਼ ਐਂਡ ਅਲਾਇੰਸਿਸ ਆਫ ਦਾ ਲੀਡਰ ਆਫ ਓਪੋਜੀਸ਼ਨ ਇਨ ਪਾਰਲੀਮੈਂਟ ਐਕਟ 1977। ਅਤੇ ਜਿਹੜੀ ਚੀਜ਼ ਐਕਟ ਥਰੂ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ, ਸਟੈਚੂਟਰੀ ਬੋਡੀ ਹੁੰਦੀ ਹੈ। ਤਾਂ ਇੱਕ ਸੈਪਰੇਟ ਪਾਰਲੀਮੈਂਟਰੀ ਸਟੈਚੂ ਆ ਜਿਹੜਾ ਲੀਡਰ ਆਫ ਓਪੋਜੀਸ਼ਨ ਆ। ਧਿਆਨ ਰੱਖਿਓ ਇਸ ਚੀਜ਼ ਦਾ, ਠੀਕ ਹੈ। ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਕਈ ਵਾਰ ਅਸੀਂ ਸਕਿਪ ਕਰ ਦਿੰਦੇ ਹਾਂ, ਅਤੇ ਉਹੀ ਦੇਖੋ ਐਵੇਂ ਕੁਐਸਚਨ ਬਣ ਜਾਂਦੇ ਨੇ। ਅੱਗੇ ਆ ਗਿਆ, which of the following officials take oath that the following lines to preserve, protect and defend the constitution। ਇੱਥੇ ਡਾਇਰੈਕਟ ਸਿੱਧਾ ਪੁੱਛਿਆ ਹੋਇਆ ਸਵਾਲ ਹੈ, ਮਤਲਬ ਤੁਸੀਂ ਇੱਥੇ ਕੋਈ ਮੀਨਿੰਗਾਂ 'ਚ ਨਾ ਜਾਇਓ। ਜੇ ਮੀਨਿੰਗਾਂ ਦੇ ਚੱਕਰ 'ਚ ਪੈ ਗਏ ਫਿਰ ਤਾਂ ਗਲਤ ਕਰੋਗੇ ਸਵਾਲ ਨੂੰ। ਐਗਜ਼ੈਕਟ ਬੰਦੇ ਨੇ ਪੁੱਛਿਆ ਵੀ ਜੋ ਲਾਈਨਸ ਸਿੱਧੀਆਂ, ਜੋ ਓਥ ਲੈਂਦਾ ਹੈ, ਸਹੁੰ ਚੱਕਦਾ, ਸਿੱਧਾ ਬੋਲਦਾ ਆਹ ਲਾਈਨਸ ਨੂੰ ਟੂ ਕਿ ਮੈਂ ਪ੍ਰੀਜ਼ਰਵ ਕਰੂੰਗਾ, ਪ੍ਰੋਟੈਕਟ ਕਰੂੰਗਾ, ਡਿਫੈਂਡ ਕਰੂੰਗਾ ਕੰਸਟੀਟਿਊਸ਼ਨ ਨੂੰ, ਤਾਂ ਉਹ ਪ੍ਰੈਜ਼ੀਡੈਂਟ ਤੇ ਗਵਰਨਰ ਬੋਲਦੇ ਨੇ। ਵੈਸੇ ਵੀ ਇਹ ਤਿੰਨਾਂ ਦੀ ਆਪਾਂ ਦੇਖੀਏ, ਆਹ ਸੇਮ ਲੈਜਿਸਲੇਚਰ ਵਾਲੇ ਹਿੱਸੇ ਕੈਟੇਗਰੀ 'ਚ ਆਉਂਦੇ ਨੇ ਅਤੇ ਆਹ ਜੁਡੀਸ਼ਰੀ 'ਚ ਆ ਗਏ। ਤਾਂ ਇੱਥੋਂ ਵੀ ਡਿਫਰੈਂਸ਼ੀਏਟ ਕਰਨਾ ਸੌਖਾ ਸੀ, ਆਨਸਰ ਕੱਢਿਆ ਜਾ ਸਕਦਾ ਸੀ, ਅਨਲੈਸ ਕਿ 1 2 3 ਕਿਸੇ ਨੇ ਮਾਰਕ ਕਰਿਆ ਹੋਵੇ। ਤਾਂ ਆਹ ਆਪਸ਼ਨ ਤਾਂ ਉਹੀ ਨਿਕਲ ਜਾਣੀ ਸੀ 1 ਤੇ ਨਨ ਆਫ ਅਬਵ। ਤਾਂ ਆਹ ਦੋ ਮਤਲਬ ਆਪਸ਼ਨ ਨਿਕਲ ਸਕਦੇ ਸੀ ਜੇ ਥੋੜ੍ਹੇ ਜਿਹੇ ਆਪਾਂ ਟ੍ਰਿਕੀ ਹਿਸਾਬ ਨਾਲ ਚੱਲਦੇ। ਤਾਂ ਚੀਫ ਜਸਟਿਸ ਆਫ ਇੰਡੀਆ ਦੀ ਤਾਂ ਅਲੱਗ ਹੁੰਦੀ ਹੈ ਕਿ ਮੈਂ ਕੰਸਟੀਟਿਊਸ਼ਨ ਆਫ ਇੰਡੀਆ 'ਚ ਬੀਅਰ ਟਰੁਥਫੁਲ ਟੂ ਬੀਅਰ ਟਰੂ ਫੇਥ ਐਂਡ ਐਲੀਜੀਅੰਸ ਟੂ ਦਾ ਕੰਸਟੀਟਿਊਸ਼ਨ ਆਫ ਇੰਡੀਆ, ਮੈਂ ਸਵੈਰਨਿਟੀ ਅਤੇ ਇੰਟੀਗ੍ਰਿਟੀ ਇੰਡੀਆ ਦੀ ਬਣਾ ਕੇ ਰੱਖੂੰਗਾ, ਠੀਕ ਹੈ। ਟੂ ਡੂਲੀ ਐਂਡ ਫੇਥਫੁਲੀ ਬੈਸਟ ਆਫ ਆਪਣੀ ਐਬਿਲਿਟੀ, ਨੌਲੇਜ, ਜਜਮੈਂਟ ਦੇ ਥਰੂ ਮੈਂ ਆਪਣੀਆਂ ਡਿਊਟੀਜ਼ ਨੂੰ ਪਰਫੋਰਮ ਕਰੂੰਗਾ, ਠੀਕ ਹੈ। ਅਤੇ ਟੂ ਅਪਹੋਲਡ ਦਾ ਕੰਸਟੀਟਿਊਸ਼ਨ ਆਫ ਲਾਅ ਦੇ ਕੰਸਟੀਟਿਊਸ਼ਨ ਨੂੰ ਅਪਹੋਲਡ ਕਰਕੇ ਰੱਖੂੰਗਾ। ਤਾਂ ਇਹਦੇ 'ਚ ਇਹ ਲਾਈਨ, ਆ 4 ਲਾਈਨਾਂ ਪੜ੍ਹਦਾ ਹੁੰਦਾ ਉਹ, ਠੀਕ ਹੈ। ਆਹ ਲਾਈਨ ਕਿਤੇ ਵੀ ਨਹੀਂ ਆਉਂਦੀ, ਟੂ ਪ੍ਰੀਜ਼ਰਵ ਪ੍ਰੋਟੈਕਟ, ਇਹ ਲਾਈਨ ਇਹਦੇ 'ਚ ਆਉਂਦੀ ਹੈ ਪ੍ਰੈਜ਼ੀਡੈਂਟ ਅਤੇ ਗਵਰਨਰ ਜਦੋਂ ਸਹੁੰ ਖਾਂਦੇ ਨੇ। ਤਾਂ ਆਪਣੇ ਆਪ ਇਹ ਥੋੜ੍ਹਾ ਜਿਹਾ ਔਖਾ ਕੁਐਸਚਨ ਸੀਗਾ, ਪਰ ਇਹੋ ਜਿਹੇ ਕੁਐਸਚਨ ਵੀ ਤੁਹਾਨੂੰ ਦੇਖੋ ਮਿਲਣਗੇ। ਹੁਣ ਸਾਰੇ ਸੌਖੇ ਕੁਐਸਚਨ ਤਾਂ ਨਹੀਂ ਨਾ ਹੋ ਸਕਦੇ ਹੈਗੇ। ਅੱਗੇ ਚੱਲਦੇ ਹਾਂ 32 ਕੁਐਸਚਨ। ਕਰੈਕਟ ਸਟੇਟਮੈਂਟ ਵਿਦ ਰਿਗਾਰਡ ਟੂ ਆਰਡੀਨੈਂਸ ਮੇਕਿੰਗ ਪਾਵਰ। ਆਰਡੀਨੈਂਸ ਮੇਕਿੰਗ ਪਾਵਰ ਪ੍ਰੈਜ਼ੀਡੈਂਟ ਦੀ ਨੂੰ ਲੈ ਕੇ ਗੱਲਾਂ ਪੁੱਛਿਆ ਸਵਾਲ। ਦ ਪ੍ਰੈਜ਼ੀਡੈਂਟ ਕੈਨ ਨਾਟ ਪ੍ਰੋਮਲਗੇਟ ਐਨ ਆਰਡੀਨੈਂਸ ਟੂ ਦ ਅਮੈਂਡ ਟੈਕਸ ਲਾਜ਼। ਕਿਉਂ ਬਈ, ਬਿਲਕੁਲ ਕਰਦਾ। ਟੈਕਸ ਲਾਅ ਨੂੰ ਅਮੈਂਡ ਕਰਨ ਵਾਸਤੇ ਕਰ ਸਕਦਾ, ਇਹਦੇ 'ਚ ਕੀ ਗੱਲ ਹੈ। ਹਾਂ,
ਆਰਡੀਨੈਂਸ ਕਨਸਟੀਟਿਊਸ਼ਨ ਨੂੰ ਅਮੈਂਡ ਕਰਨ ਲਈ ਨਹੀਂ ਲਿਆਂਦਾ ਜਾ ਸਕਦਾ। ਇਹ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਗੱਲ ਹੈ। ਹੁਣ ਹੋਰ ਆਰਡੀਨੈਂਸ ਲਿਆਂਦਾ ਕਿਹਦੇ ਲਈ? ਜੇ ਆਹ ਗੱਲ ਸਹੀ ਹੋ ਗਈ ਵੀ ਅਮੈਂਡ ਕਰਨ ਵਾਸਤੇ ਨਹੀਂ ਲਿਆਂਦਾ ਜਾ ਸਕਦਾ, ਫਿਰ ਆਰਡੀਨੈਂਸ ਹੋਰ ਕਾਹਦੇ ਲਈ ਲਿਆਂਦਾ ਜਾਊਗਾ? ਨਾਰਮਲ ਐਕਟ ਜਿਵੇਂ ਟੈਕਸ ਦਾ ਹੋਇਆ, ਤਾਂ ਮੇਨਲੀ ਤਾਂ ਇਹਦੇ ਕੇਸ 'ਚ ਹੀ ਜ਼ਿਆਦਾ ਲਿਆਉਂਦੀ ਹੁੰਦੀ ਹੈ ਸਰਕਾਰ। ਹੁਣ ਪੈਸਾ ਇਕੱਠਾ ਕਰਨ ਦੀ ਲੋੜ ਹੈ ਕੋਵਿਡ ਦੇ ਚੱਕਰ ਨੇ, ਤਾਂ ਟੈਕਸ ਵਧਾਉਣਾ ਘਟਾਉਣਾ ਸਿੱਧਾ ਆਰਡੀਨੈਂਸ ਥਰੂ ਕਰਨਗੇ। ਇੰਨੇ ਜਦੋਂ ਤੱਕ ਲੱਗਦੀ ਨਹੀਂ ਪਾਰਲੀਮੈਂਟ 3 ਮਹੀਨਿਆਂ 'ਚ ਵਾਧੂ ਪੈਸਾ ਇਕੱਠਾ ਕਰ ਲੈਣਗੇ, ਮੁੜ ਕੇ ਚਾਹੇ ਆਰਡੀਨੈਂਸ ਰੱਦ ਹੋਈ ਜਾਵੇ, ਕੁਛ ਵੀ ਹੋਈ ਜਾਵੇ। ਇਸੇ ਕਰਕੇ ਤਾਂ ਮੇਨਸ 'ਚ ਇੰਨੇ ਸਵਾਲ ਪੁੱਛੇ ਜਾਂਦੇ ਨੇ ਆਰਡੀਨੈਂਸ ਨੂੰ ਲੈ ਕੇ ਵੀ ਹੋਣੇ ਚਾਹੀਦੇ ਨੇ ਕਿ ਨਹੀਂ, ਕਿਉਂਕਿ ਇਹਨਾਂ ਦੀ ਦੁਰਵਰਤੋਂ ਬਹੁਤ ਹੁੰਦੀ ਹੈਗੀ। ਠੀਕ ਹੈ, ਤਾਂ ਇਹਦਾ ਓਨਲੀ 2 ਸਹੀ ਹੈ। ਅਮੈਂਡਮੈਂਟ ਕਰਨੀ ਹੋਵੇ ਕਨਸਟੀਟਿਊਸ਼ਨ ਦੀ 368 ਆਰਟੀਕਲ ਦੇ ਤਹਿਤ, ਫਿਰ ਆਰਡੀਨੈਂਸ ਥਰੂ ਨਹੀਂ ਹੋ ਸਕਦੀ। ਉਹਦੇ ਲਈ ਤਾਂ ਹਾਊਸ ਦਾ ਹੀ ਹੋਣਾ ਜ਼ਰੂਰੀ ਹੈ। ਠੀਕ ਹੈ, ਇਹ ਹੋ ਸਕਦਾ ਕਿ ਜੁਆਇੰਟ ਸਿਟਿੰਗ ਹੋ ਜੇ, ਉੱਥੇ ਹੋ ਸਕਦੀ ਹੈ ਅਮੈਂਡਮੈਂਟ, ਉੱਥੇ ਵੀ ਕਿਉਂਕਿ ਹਾਊਸ ਤਾਂ ਦੋਨੋਂ ਪ੍ਰੈਜ਼ੈਂਟ ਨੇ ਨਾ, ਪਰ ਆਰਡੀਨੈਂਸ 'ਚ ਨਹੀਂ ਹੋ ਸਕਦੀ। ਸਿੱਧਾ ਪ੍ਰੈਜ਼ੀਡੈਂਟ ਨਹੀਂ ਅਮੈਂਡਮੈਂਟ ਕਰ ਸਕਦਾ। ਕਾਊਂਸਲ ਆਫ ਮਿਨਿਸਟਰਸ ਡਜ਼ ਨਾਟ ਕੰਸਿਸਟ ਆਫ, ਕਾਊਂਸਲ ਆਫ ਮਿਨਿਸਟਰਸ 'ਚ ਕੌਣ ਕੌਣ ਨਹੀਂ ਹੁੰਦਾ ਬਈ? ਡਿਪਟੀ ਮਿਨਿਸਟਰਸ, ਯਾਰ ਕਾਊਂਸਲ ਆਫ ਮਿਨਿਸਟਰਸ ਇਹ ਕਿੱਥੋਂ ਹੋ ਜਾਣਗੇ? ਪਾਰਲੀਮੈਂਟ ਸੈਕਟਰੀ ਹੋ ਗਏ, ਡਿਪਟੀ ਚੇਅਰਮੈਨ ਹੋ ਗਏ, ਇਹ ਤਾਂ ਉਹ ਪੋਸਟਾਂ ਨੇ ਜਿਹੜੀਆਂ ਆਪਦੇ ਛੋਟੇ ਮੋਟੇ ਮੰਤਰੀਆਂ ਨੂੰ ਖੁਸ਼ ਕਰਨ ਵਾਸਤੇ ਦੇਣੀਆਂ ਪੈਂਦੀਆਂ ਨੇ। ਹੁਣ ਜਿਵੇਂ ਕਦੇ ਪੰਜਾਬ 'ਚ ਰਾਜਾ ਵੜਿੰਗ ਰੁੱਸ ਗਿਆ, ਕੋਈ ਹੋਰ ਰੁੱਸ ਗਿਆ, ਤਾਂ ਉਹਨੂੰ ਪਾਰਲੀਮੈਂਟਰੀ ਸੈਕਟਰੀ ਲਾਤਾ ਜਾਂ ਡਿਪਟੀ ਮਿਨਿਸਟਰ ਕੋਈ ਬਣਾਤਾ ਕਿਸੇ ਦੇ ਥੱਲੇ, ਹੈ ਨਾ। ਤਾਂ ਇਹ ਉਹ ਪੋਸਟਾਂ ਨੇ। ਤਾਂ ਇਹ ਕਾਊਂਸਲ ਆਫ ਮਿਨਿਸਟਰ 'ਚ, ਯਾਨੀ ਕਿ ਕਨਸਟੀਟਿਊਸ਼ਨ ਜੋ ਕਾਊਂਸਲ ਆਫ ਮਿਨਿਸਟਰ ਦੀ ਡੈਫੀਨੇਸ਼ਨ ਲਿਖੀ ਉਹਦੇ ਅੰਡਰ ਨਹੀਂ ਆਉਂਦੀਆਂ, ਇਹ ਤਾਂ ਆਪਣੇ ਆਪ ਕ੍ਰੀਏਟ ਕਰੀਆਂ ਹੋਈਆਂ ਨੇ। ਅੱਗੇ ਚੱਲਦੇ ਹਾਂ 34ਵੇਂ ਕੁਐਸਚਨ ਤੇ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਆਰ ਕਰੈਕਟ। ਹੁਣ ਇਹ ਕੁਐਸਚਨ ਤੁਸੀਂ ਦੱਸਣਾ ਵੀ ਜੇ MLA ਇਲੈਕਟ ਹੁੰਦਾ MP, ਤਾਂ ਹਿਜ਼ ਸੀਟ ਇਨ ਦਾ ਪਾਰਲੀਮੈਂਟ ਬਿਕਮਸ ਵੇਕੈਂਟ ਜੇ ਉਹ ਰਿਜ਼ਾਈਨ ਨਹੀਂ ਕਰਦਾ ਆਪਣੀ ਸੀਟ ਤੋਂ 14 ਦਿਨਾਂ ਦੇ ਅੰਦਰ ਅੰਦਰ। MLA MP ਚੁਣਿਆ ਜਾਂਦਾ ਜੇ, ਠੀਕ ਹੈ, ਤਾਂ ਉਹਦੀ ਸੀਟ ਪਾਰਲੀਮੈਂਟ ਦੀ ਵੇਕੈਂਟ ਹੋ ਜਾਊਗੀ, ਮਤਲਬ ਵੀ ਉਹਦੀ MPਸ਼ਿਪ ਜਾਊਗੀ। ਤਾਂ ਬਿਲਕੁਲ ਠੀਕ ਗੱਲ ਹੈ ਕਿ ਜੇ MLA ਬੰਦਾ ਆਲਰੇਡੀ ਸੀਗਾ, MP ਬਣ ਗਿਆ, ਠੀਕ ਹੈ, ਤਾਂ MLA ਸਟੇਟ ਦੀਆਂ ਵੋਟਾਂ ਹੋ ਗਈਆਂ, MP ਹੋ ਗਿਆ ਸੈਂਟਰ ਦੇ ਵਿੱਚ, ਹੈ ਨਾ, ਠੀਕ ਹੈ, ਪਾਰਲੀਮੈਂਟ ਦੇ ਵਿੱਚ। ਤਾਂ MLA ਦੀ ਫੁੱਲ ਫਾਰਮ ਹੀ ਇਹੀ ਹੈ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਕਈ ਲੋਕ ਇਹ 'ਚ ਕਨਫਿਊਜ਼ ਹੋ ਜਾਂਦੇ ਨੇ, ਮੈਂ ਇਸ ਕਰਕੇ ਦੱਸ ਰਿਹਾ, ਵੈਸੇ ਤਾਂ ਮੋਸਟ ਆਫ ਦੀ ਪੀਪਲ ਨੂੰ ਪਤਾ ਹੋਏਗਾ। ਤਾਂ MLA ਮਤਲਬ ਜਿਵੇਂ ਹੁਣ ਆਪਾਂ ਕਹਿ ਲਈਏ ਔਰ ਐਗਜ਼ਾਮਪਲ ਚੱਕ ਲਈਏ, ਹੁਣ ਸੁਖਬੀਰ ਬਾਦਲ MLA ਆ, ਜਿੱਤ ਗਿਆ MP ਦੀਆਂ ਕੋਈ ਵੋਟਾਂ, ਠੀਕ ਹੈ, ਤਾਂ ਸੁਖਬੀਰ ਬਾਦਲ ਜੀ ਨੂੰ ਉੱਥੇ ਫਿਰ 14 ਦਿਨਾਂ 'ਚ ਜਾਂ ਤਾਂ ਦੱਸਣਾ ਪਊਗਾ ਵੀ ਮੈਂ ਕਿੱਥੋਂ ਰਿਜ਼ਾਈਨ ਕਰ ਰਿਹਾ, ਵੀ ਕਿਹੜੀ ਲੈ ਰਿਹਾ। ਨਹੀਂ ਦੱਸਣਗੇ ਤਾਂ MPਸ਼ਿਪ ਵਾਲੀ ਆਪਣੇ ਆਪ ਆਟੋਮੈਟਿਕਲੀ ਖਤਮ ਹੋ ਜਾਊਗੀ। ਦੂਜੀ ਗੱਲ, ਜੇ 2 ਸੀਟਸ ਤੇ ਹਾਊਸ 'ਚ ਚੁਣਿਆ ਗਿਆ, ਠੀਕ ਹੈ, ਹੀ ਸ਼ੁੱਡ ਐਕਸਰਸਾਈਜ਼ ਹਿਜ਼ ਆਪਸ਼ਨ 1, ਤਾਂ ਉਹ ਤਾਂ ਹੈ ਹੀ ਓਬਵੀਅਸ ਜੀ ਗੱਲ ਕਿ ਇੱਕ ਉਹਨੂੰ ਚੂਜ਼ ਕਰਨੀ ਪਊਗੀ, ਨਹੀਂ ਤਾਂ ਸਮਝ ਲਓ ਗਿਆ। ਹੁਣ ਜੇ ਉਹ ਦੋਨਾਂ ਹਾਊਸਿਸ 'ਚ ਚੁਣਿਆ ਜਾਵੇ, ਰਾਜ ਸਭਾ ਤੇ ਲੋਕ ਸਭਾ ਦੇ ਵਿੱਚ, ਫਿਰ 10 ਦਿਨਾਂ ਦਾ ਪੀਰੀਅਡ ਹੁੰਦਾ। 10 ਦਿਨਾਂ ਦੇ ਵਿੱਚ ਉਹਨੇ ਆਪਣਾ ਕਲੀਅਰ ਕਰਨਾ ਸਟੈਂਡ, ਮਤਲਬ ਉਹ ਰਾਜ ਸਭਾ 'ਤੇ ਵੀ ਚੁਣਿਆ ਗਿਆ, ਲੋਕ ਸਭਾ 'ਚ ਵੀ ਚੁਣਿਆ ਗਿਆ, ਦੋਨਾਂ 'ਚ ਜਿੱਤ ਗਿਆ, ਤਾਂ ਉਹਨੂੰ 10 ਦਿਨਾਂ 'ਚ ਦੱਸਣਾ ਪਊਗਾ ਵੀ ਮੈਂ ਕਿਹੜੀ ਸੀਟ ਲੈਣੀ ਹੈ। ਨਹੀਂ ਤਾਂ ਆਟੋਮੈਟਿਕਲੀ ਰਾਜ ਸਭਾ ਵਾਲੀ ਖਤਮ ਹੋ ਜਾਂਦੀ ਹੈ, ਲੋਕ ਸਭਾ ਵਾਲੀ ਰਹਿੰਦੀ ਹੈ ਇਕੱਲੀ। ਹੁਣ ਜੇ ਫਰਜ਼ ਕਰੋ ਕੋਈ ਇੱਕ ਸਿਟਿੰਗ ਲੋਕ ਸਭਾ ਦਾ ਰਾਜ ਸਭਾ ਦਾ ਮੈਂਬਰ ਹੈ, ਠੀਕ ਹੈ, ਤਾਂ ਜੇ ਮੈਂ ਮੰਨਾਂ ਕਿ ਉਹ ਸਿਟਿੰਗ ਲੋਕ ਸਭਾ ਦਾ ਮੈਂਬਰ ਸੀ ਅਤੇ ਉਹ ਹੁਣ ਰਾਜ ਸਭਾ ਦਾ ਮੈਂਬਰ ਵੀ ਬਣ ਗਿਆ, ਤਾਂ ਉਹਨੂੰ ਸੀਟ ਜਾਂ ਤਾਂ ਦੱਸਣਾ ਪਊਗਾ, ਨਹੀਂ ਉਹਦੀ ਕਿਹੜੀ ਖਾਲੀ ਹੁੰਦੀ ਹੈ, ਨਹੀਂ ਉਹਦੀ ਖਾਲੀ ਹੁੰਦੀ ਜਿਹੜੀ ਪਹਿਲਾਂ ਵਾਲੀ ਸੀਟ ਸੀ। ਇੱਥੇ ਇਹ ਬੜੀ ਘੁੰਡੀ ਹੈ, ਜੇ ਪਹਿਲਾਂ ਲੋਕ ਸਭਾ ਦਾ ਸੀ ਤਾਂ ਲੋਕ ਸਭਾ ਖਤਮ ਹੋ ਜੂਗੀ, ਰਾਜ ਸਭਾ ਦਾ ਮੈਂਬਰ ਬਣ ਜੂ। ਜੇ ਪਹਿਲਾਂ ਰਾਜ ਸਭਾ ਦਾ ਸੀ ਹੁਣ ਲੋਕ ਸਭਾ ਦਾ ਬਣਿਆ, ਮਤਲਬ ਜਿਹੜੀ ਫਾਰਮਰ ਹੋਊਗੀ ਪਹਿਲਾਂ ਵਾਲੀ ਹੋਊਗੀ ਉਹ ਵਿਕੇਟ ਹੋ ਜਾਂਦੀ ਆ। ਤਾਂ 3-4 ਘੁੰਡੀਆਂ ਜੀਆਂ ਨੇ, ਇਹਨੂੰ ਪੜ੍ਹ ਲਿਓ ਦੁਬਾਰਾ। MLA ਵਾਲੇ ਤੁਹਾਨੂੰ ਜਿਹੜਾ ਆਪਣਾ ਮੈਂਬਰ ਆਫ ਪਾਰਲੀਮੈਂਟ ਹੈ, ਜਾਣੀ ਕਿ ਪੂਰੀ ਪਾਰਲੀਮੈਂਟ ਵਾਲੇ ਚੈਪਟਰ 'ਚ ਇਹ ਸਾਰਾ ਕੁਛ ਮਿਲ ਜੂਗਾ। ਤਾਂ ਇਹ ਕੁਐਸਚਨ ਵੀ ਪੁੱਛ ਲਏ ਜਾਂਦੇ ਨੇ, ਤਾਂ ਇੰਪੋਰਟੈਂਟ ਨੇ। ਤਾਂ 34ਵੇਂ ਦਾ ਆਨਸਰ ਹੋ ਗਿਆ ਜੀ C, ਦੋਨੋਂ ਹੀ ਠੀਕ ਨੇ। ਅੱਗੇ ਚੱਲਦੇ ਹਾਂ 35ਵੇਂ ਤੇ, ਇੱਕ ਬਿੱਲ ਪਾਸਡ ਬਾਏ ਲੋਕ ਸਭਾ ਪੈਂਡਿੰਗ ਇਨ ਰਾਜ ਸਭਾ ਡਜ਼ ਨਾਟ ਲੈਪਸ। ਹੁਣ ਬਿੱਲਸ ਨੂੰ ਲੈ ਕੇ ਚੱਲ ਪਓ, ਇਹ ਵੀ ਬੜਾ ਇੰਪੋਰਟੈਂਟ ਹੈ। ਇਹ 'ਚ ਇੱਕ ਗੱਲ ਹੁੰਦੀ ਆ ਮੋਟੀ ਮੋਟੀ ਜੀ, ਜਿਹੜੇ ਬਿੱਲ ਨੂੰ ਲੋਕ ਸਭਾ ਦੇ ਹੱਥ ਲੱਗ ਗਏ, ਜ਼ਿਆਦਾਤਰ ਮੈਕਸੀਮਮ 90% ਕੇਸਿਸ, ਇੱਕ ਅੱਧਾ ਕੇਸ ਆਊਗਾ ਵੀ ਜਿਹ 'ਚ ਮੈਂ ਦੱਸੂਗਾ ਨਹੀਂ ਹੁੰਦਾ, ਪਰ 90% ਕੇਸਿਸ 'ਚ ਯਾਦ ਰੱਖਿਓ, ਲੋਕ ਸਭਾ ਨੇ ਜਿਹੜੇ ਬਿੱਲ ਨੂੰ ਛੂਹਤਾ ਉਹ ਬਿੱਲ ਲੈਪਸ ਹੋ ਜਾਂਦਾ। ਇਹ ਇੱਕ ਘੁੰਡੀ ਜੀ ਆ ਵੀ ਮੰਨ ਕੇ ਰੱਖਿਓ, ਇਹਦੇ ਨਾਲ ਯਾਦ ਹੋ ਕਰਨੇ ਸੌਖੇ ਨੇ। ਬਿੱਲ ਪਾਸਡ ਬਾਏ ਲੋਕ ਸਭਾ ਪੈਂਡਿੰਗ ਇਨ ਰਾਜ ਸਭਾ ਡਜ਼ ਨਾਟ ਲੈਪਸ। ਲੋਕ ਸਭਾ ਦੇ ਹੱਥ ਲੱਗ ਗਏ, ਹੋਊਗਾ ਲੈਪਸ, ਕਿਉਂ ਨਹੀਂ ਹੋਊਗਾ, ਮਤਲਬ ਹੀ ਨਹੀਂ। ਬਿੱਲ ਪੈਂਡਿੰਗ ਇਨ ਰਾਜ ਸਭਾ ਨਾਟ ਪਾਸਡ ਬਾਏ ਲੋਕ ਸਭਾ ਡਜ਼ ਨਾਟ ਲੈਪਸ, ਬਿਲਕੁਲ ਠੀਕ ਹੈ, ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਆਇਆ ਹੀ ਨਹੀਂ ਬਿੱਲ, ਤਾਂ ਕੋਈ ਲੋਕ ਸਭਾ ਡਿਜ਼ੋਲਵ ਹੋ ਗਈ ਤਾਂ ਕੋਈ ਚੱਕਰ ਨਹੀਂ ਹੈਗਾ, ਤਾਂ ਉਹ ਬਿੱਲ ਨੂੰ ਕੁਛ ਨਹੀਂ ਹੋਣਾ, ਉਵੇਂ ਹੀ ਖੜਿਆ ਰਹੂਗਾ। ਹੋਰ ਵੀ ਦੱਸ ਦੇਣਾ ਇਸ ਤੋਂ ਇਲਾਵਾ। ਹੁਣ ਜੇ ਮੈਂ ਕਹਾਂ ਮਤਲਬ ਇੱਕ ਬਿੱਲ ਹੈ ਪਾਸ ਨਹੀਂ ਹੋਇਆ ਹੈਗਾ ਦੋਨੋਂ ਹੀ ਹਾਊਸਿਸ 'ਚ ਡਿਸਐਗਰੀਮੈਂਟ ਕਰਕੇ, ਅਤੇ ਪ੍ਰੈਜ਼ੀਡੈਂਟ ਨੇ ਇਹ ਨੋਟੀਫਾਈ ਕਰਤਾ ਕਿ ਇਹ 'ਤੇ ਜੁਆਇੰਟ ਸੈਸ਼ਨ ਹੋਣਾ ਚਾਹੀਦਾ, ਠੀਕ ਹੈ, ਅਤੇ ਵਿੱਚੋਂ ਹੀ
ਪਰ ਨੋਟੀਫਾਈ ਪਹਿਲਾਂ ਹੋਣਾ ਜ਼ਰੂਰੀ ਹੈ। ਹਜੇ ਡਿਜ਼ੋਲੂਸ਼ਨ ਹੋਈ ਨਹੀਂ ਸੀ ਲੋਕ ਸਭਾ ਦੀ, ਮਤਲਬ ਲੋਕ ਸਭਾ ਹਜੇ ਖਤਮ ਨਹੀਂ ਹੋਈ ਸੀ, ਡਿਜ਼ੋਲੂਸ਼ਨ ਨਹੀਂ ਹੋਈ ਸੀ, ਪਰ ਪ੍ਰੈਜ਼ੀਡੈਂਟ ਨੇ ਪਹਿਲੀ ਕਹਿਤਾ ਕਿ ਜੁਆਇੰਟ ਸਿਟਿੰਗ ਬੁਲਾਓ ਇਸ ਬਿੱਲ ਤੇ, ਕਿਉਂਕਿ ਦੋਨਾਂ 'ਚ ਡੈਡਲੌਕ ਹੋ ਗਿਆ। ਤਾਂ ਉਹ ਬਿੱਲ ਵੀ ਕਦੇ ਲੈਪਸ ਨਹੀਂ ਹੁੰਦਾ, ਧਿਆਨ ਰੱਖਿਓ, ਇੰਪੋਰਟੈਂਟ ਹੈ। ਪਰ ਲੋਕ ਸਭਾ ਦੇ ਹੱਥ ਤਾਂ ਲੱਗ ਗਏ ਉਸ ਬਿੱਲ ਤੇ, ਤਾਈਓ ਮੈਂ ਕਿਹਾ ਸੀ ਕਿ ਕੁਝ ਕੇਸਿਸ 'ਚ ਐਵੇਂ ਨਹੀਂ ਹੁੰਦਾ। ਠੀਕ ਹੈ, ਹੁਣ ਇੱਕ ਬਿੱਲ ਪਾਸ ਕਰਤਾ ਲੋਕ ਸਭਾ ਨੇ, ਰਾਜ ਸਭਾ 'ਚ ਪੈਂਡਿੰਗ ਆ, ਉਹਨੇ ਲੈਪਸ ਹੋ ਜਾਣਾ ਕਿਉਂਕਿ ਉਹਦੇ ਰਾਜ ਸਭਾ ਦੇ ਹੱਥ ਲੱਗ ਗਏ, ਕੋਈ ਇਸ਼ੂ ਹੀ ਨਹੀਂ ਹੈਗਾ। ਠੀਕ ਹੈ, ਕੋਈ ਬਿੱਲ ਲੋਕ ਸਭਾ 'ਚ ਪੈਂਡਿੰਗ ਹੈ, ਠੀਕ ਹੈ, ਤਾਂ ਉਹ ਬਿੱਲ ਜਿਹੜਾ ਪੈਂਡਿੰਗ ਹੋਊਗਾ ਲੋਕ ਸਭਾ ਦੇ ਵਿੱਚ ਉਹ ਵੀ ਲੈਪਸ ਹੋ ਜਾਂਦਾ ਆਪਣੇ ਕੋਲੇ। ਜੇ ਮੈਂ ਹੁਣ ਹੋਰ ਗੱਲ ਕਰਾਂ, ਜਿਵੇਂ ਇੱਕ ਹੋਰ ਤੈਨੂੰ ਬਿੱਲ ਦੱਸਦਾ ਜਿਹੜਾ ਕਈ ਵਾਰ ਪੇਪਰ ਸਾਡੇ ਤੋਂ ਪੁੱਛ ਲੈਂਦਾ। ਠੀਕ ਹੈ, ਜਿਵੇਂ ਕਿ ਬਿੱਲ ਪਾਸ ਕਰਤਾ ਦੋਨੋਂ ਹਾਊਸਸ ਨੇ, ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਹਾਊਸ ਕਰਤਾ, ਪ੍ਰੈਜ਼ੀਡੈਂਟ ਦੇ ਸਾਈਨ ਹੋਣੇ ਬਾਕੀ ਨੇ, ਪ੍ਰੈਜ਼ੀਡੈਂਟ ਦੀ ਅਸੈਂਟ ਮਿਲਣੀ ਬਾਕੀ ਹੈ। ਉੱਧਰੋਂ ਲੋਕ ਸਭਾ ਦਾ ਟਾਈਮ ਖਤਮ ਹੋ ਗਿਆ ਜਾਂ ਫਿਰ ਸਰਕਾਰ ਡਿੱਗ ਗਈ, ਕੀ ਕਹੂਗਾ, ਉਹ ਬਿੱਲ ਵੀ ਨਹੀਂ ਕਦੇ ਲੈਪਸ ਹੁੰਦਾ, ਉਵੇਂ ਹੀ ਖੜਾ ਰਹਿੰਦਾ ਬਿੱਲ। ਠੀਕ ਹੈ, ਤਾਂ ਇਹ ਵੀ ਯਾਦ ਰੱਖਿਓ। ਤਾਂ ਇਹ ਕੁਝ ਕੁ ਘੁੰਡੀਆਂ ਨੇ। ਈਵਨ ਕਿ ਜੇ ਬਿੱਲ ਦੋਨਾਂ ਹਾਊਸ ਦੁਆਰਾ ਪਾਸ ਹੋਇਆ ਪ੍ਰੈਜ਼ੀਡੈਂਟ ਦੀ ਕੰਸੈਂਟ ਮਿਲ ਵੀ ਗਈ, ਪ੍ਰੈਜ਼ੀਡੈਂਟ ਨੇ ਰੀਕਨਸੀਡਰ ਕਰਨ ਵਾਸਤੇ ਵਾਪਸ ਭੇਜਤਾ, ਮਤਲਬ ਰੀਕਨਸੀਡਰ ਕਰੋ ਵੀ ਇਸ ਬਿੱਲ ਨੂੰ, ਉਸ ਕੇਸ 'ਚ ਕੀ ਹੋਊਗਾ, ਉਹ ਕੇਸ 'ਚ ਵੀ ਬਿੱਲ ਲੈਪਸ ਨਹੀਂ ਹੁੰਦਾ। ਤਾਂ ਤੁਹਾਨੂੰ ਮੈਂ ਕਈ ਕੇਸ ਗਿਣਵਾਤੇ। ਠੀਕ ਹੈ, ਬਾਕੀ ਨੋਟਸ 'ਚੋਂ ਪੜ੍ਹ ਲਿਓ, ਇਹ ਸਾਰੇ ਕੇਸਿਸ ਨੇ, ਕੁਝ ਕੁ ਕੇਸਿਸ ਨੇ ਜਿੱਥੇ ਬਿੱਲ ਲੈਪਸ ਹੋ ਜਾਂਦਾ, ਤਾਂ ਇਹ ਜ਼ਰੂਰ ਧਿਆਨ 'ਚ ਰੱਖਿਓ ਕਿਉਂਕਿ ਇਹ ਪੇਪਰਾਂ 'ਚ ਪੁੱਛੇ ਜਾਂਦੇ ਨੇ ਸਵਾਲ। ਤਾਂ 2 ਓਨਲੀ ਆਪਸ਼ਨ ਹੋ ਗਿਆ ਜੀ। 36ਵੇਂ ਦਾ, ਵਿਚ ਉਹਦਾ ਫੋਲੋਇੰਗ ਇਜ਼ ਕਰੈਕਟ, ਅ ਮਨੀ ਬਿੱਲ ਕੈਨ ਬੀ ਇੰਟਰੋਡਿਊਸਡ ਓਨਲੀ ਇਨ ਲੋਕ ਸਭਾ, ਬਿਲਕੁਲ ਠੀਕ ਗੱਲ ਹੈ। ਮਨੀ ਬਿੱਲ ਇਜ਼ ਆਲਸੋ ਅ ਫਾਈਨੈਂਸ਼ੀਅਲ ਬਿੱਲ, ਕੁਛ ਕੁ ਬਿੱਲ ਹੁੰਦੇ ਨੇ। ਮੈਂ ਤੁਹਾਨੂੰ ਫਾਈਨੈਂਸ਼ੀਅਲ ਬਿੱਲ ਦੀ ਦੇਖੋ, ਜੇ ਆਪਾਂ ਇੱਕ ਮੋਟੀ ਜਿਹੀ ਗੱਲ ਕਰੀਏ ਨਾ, ਤਾਂ ਮਨੀ ਬਿੱਲਸ ਇਨਕਲੂਡਿੰਗ ਫਾਈਨਾਂਸ ਬਿੱਲਸ, 3 ਬਿੱਲ ਹੁੰਦੇ ਨੇ, ਇੱਕ ਮਨੀ ਬਿੱਲ ਹੁੰਦਾ, ਇੱਕ ਫਾਈਨਾਂਸ ਬਿੱਲ ਹੁੰਦਾ, ਇੱਕ ਫਾਈਨੈਂਸ਼ੀਅਲ ਬਿੱਲ। ਫਾਈਨੈਂਸ਼ੀਅਲ ਬਿੱਲ ਦੀ ਕੈਟਾਗਰੀ 'ਚ ਦੋਨੋਂ ਹੀ ਆ ਜਾਂਦੇ ਨੇ, ਫਾਈਨਾਂਸ ਬਿੱਲਸ ਵੀ ਆ ਜਾਂਦੇ ਨੇ, ਮਨੀ ਬਿੱਲ। ਤੁਸੀਂ ਕਹਿ ਸਕਦੇ ਹੋ ਕਿ ਮਨੀ ਬਿੱਲ ਅਤੇ ਫਾਈਨਾਂਸ ਬਿੱਲ ਸਬਸੈਟ ਨੇ ਫਾਈਨੈਂਸ਼ੀਅਲ ਬਿੱਲ ਦੇ। ਅਤੇ ਮਨੀ ਬਿੱਲ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਮਨੀ ਬਿੱਲ ਜਿਹੜਾ ਹੈਗਾ, ਠੀਕ ਹੈ, ਕੈਨ ਬੀ ਇੰਟਰੋਡਿਊਸਡ ਔਨ ਦਾ ਰეკਮੈਂਡੇਸ਼ਨ ਆਫ, can be introduced only on the recommendation of president, financial bills नहीं। ਇਹ ਟਰਮ ਗਲਤ ਪਤਾ ਕਿਉਂ ਹੋ ਗਈ, ਕਿਉਂਕਿ ਫਾਈਨੈਂਸ਼ੀਅਲ ਬਿੱਲ ਕੈਟਾਗਰੀ 1 ਕੈਟਾਗਰੀ 2 ਦੋ ਕੈਟਾਗਰੀ ਦੇ ਹੁੰਦੇ ਨੇ ਅਲੱਗ-ਅਲੱਗ। ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਫਾਈਨੈਂਸ਼ੀਅਲ ਬਿੱਲ ਦੇ ਵਿੱਚ ਪ੍ਰੋਪਰਟੀਜ਼ ਹੁੰਦੀਆਂ ਨੇ ਮਨੀ ਬਿੱਲ ਵਾਲੀਆਂ, ਉਹ ਵਾਲਿਆਂ ਨੂੰ ਤਾਂ ਇੰਟਰੋਡਿਊਸ ਕਰਨ ਦੀ ਲੋੜ ਹੈ, ਪਰ ਇੱਥੇ ਆਲ ਕਹਿੰਦਾ, ਆਲ ਵਾਲੇ ਨਹੀਂ, ਜਿਹੜੇ ਦੂਜੇ ਨੇ ਉਹ ਤਾਂ ਬੇਸਿਕ ਆਰਡੀਨਰੀ ਬਿੱਲ ਵਾਂਗੂ ਬਿਹੇਵ ਕਰਦੇ ਨੇ, ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਪ੍ਰੈਜ਼ੀਡੈਂਟ ਦੀ ਅਸੈਂਟ ਦੀ। ਇਸ ਕਰਕੇ ਇਹ ਸਟੇਟਮੈਂਟ ਗਲਤ ਹੋ ਗਈ ਆਲ ਹੋਣ ਕਰਕੇ। ਹਾਂ, ਜੇ ਉਹਨਾਂ ਦੀ ਖਾਸ ਕਰ ਗੱਲ ਕੀਤੀ ਜਾਂਦੀ ਜਿਹੜੇ ਮਨੀ ਬਿੱਲ ਦੀ ਕੈਟੇਗਰੀ ਵਾਲੇ ਨੇ, ਫਿਰ ਇਹ ਆਪਣੇ ਆਪ ਠੀਕ ਹੋ ਜਾਣਾ ਸੀ ਕੁਐਸਚਨ। ਤਾਂ ਆਪਸ਼ਨ ਹੋ ਗਈ B1 ਅਤੇ 2। ਹੁਣ ਅਸੀਂ ਬੋਰੋ ਕੀਤੇ ਹੋਏ ਫੰਡਾਮੈਂਟਲ ਰਾਈਟਸ ਕਿੱਥੋਂ ਬੋਰੋ ਕੀਤੇ ਆ, ਤਾਂ ਇਹ ਤਾਂ ਸੌਖਾ ਸੀ, USA ਤੋਂ ਫੰਡਾਮੈਂਟਲ ਰਾਈਟਸ ਲਏ ਨੇ, ਕਿਉਂਕਿ USA ਦੀ ਜਿਹੜੀ ਪੂਰੀ ਉਹ ਹੈ ਰੈਵੋਲਿਊਸ਼ਨ ਹੋਈ ਸੀ, ਉਹ ਫੰਡਾਮੈਂਟਲ ਰਾਈਟਸ ਦੇ ਤਹਿਤ ਤਾਂ ਹੋਈ ਸੀ, ਇਹਨੂੰ ਲੈ ਕੇ ਵੀ ਲੋਕਾਂ ਦੇ ਹੱਕਾਂ ਵਾਸਤੇ, ਹੈ ਨਾ। ਤਾਂ ਇਹਨੂੰ ਤਾਂ ਕੁਐਸਚਨ ਨੂੰ ਕੱਢਣਾ ਬੜਾ ਸੌਖਾ ਸੀ ਆਨਸਰ ਇਹਦਾ, ਪਰ ਇਹ ਫੈਕਚੁਅਲ ਹੈ, ਤੁਹਾਨੂੰ ਯਾਦ ਕਰਨੇ ਪੈਣਗੇ। ਜਿਵੇਂ UK ਆ, UK ਤੋਂ ਕੀ ਲਿਆ, ਪਾਰਲੀਮੈਂਟ ਫਾਰਮ ਗਵਰਨਮੈਂਟ ਉੱਥੋਂ ਆਈ ਹੈ, ਸਿੰਗਲ ਸਿਟੀਜ਼ਨਸ਼ਿਪ ਉੱਥੋਂ ਆਈ ਹੈ, ਰੂਲ ਆਫ ਲਾਅ ਵੀ ਲਾਅ ਦੇ ਹਿਸਾਬ ਨਾਲ ਚੱਲੋ ਉੱਥੋਂ, ਰਿਟਸ ਉਹਨਾਂ ਨੇ ਦਿੱਤੀਆਂ ਨੇ ਸਾਨੂੰ, ਜਿਹੜੀਆਂ ਅਸੀਂ ਰਿਟਸ ਪੜ੍ਹੀਆਂ ਨੇ ਪਿੱਛੇ। USA ਤੋਂ ਪੜ੍ਹ ਹੀ ਲਿਆ ਇੱਕ ਤਾਂ ਫੰਡਾਮੈਂਟਲ ਰਾਈਟ, ਪ੍ਰੀਐਂਬਲ USA ਤੋਂ ਇਹ ਵੀ ਪੜ੍ਹ ਲਿਆ ਸੀ ਨੇ। ਫੈਡਰਲ ਸਟਰਕਚਰ, ਕਿਉਂਕਿ ਉੱਥੇ ਫੈਡਰੇਸ਼ਨਸ ਨੇ, ਟੋਟਲ 50 ਸਟੇਟਸ ਨੇ, ਹੈ ਨਾ, ਤਾਂ ਫੈਡਰਲ ਸਟਰਕਚਰ ਉੱਥੋਂ ਲਈ ਹੈ। ਸਾਡਾ ਇਲੈਕਟੋਰਲ ਕਾਲਜ ਕਿਵੇਂ ਬਣੂਗਾ ਉਹ ਉੱਥੋਂ ਲਿਆ। ਜੁਡੀਸ਼ੀਅਲ ਰਿਵਿਊ ਦਾ ਕੰਸੈਪਟ ਸੁਪਰੀਮ ਕੋਰਟ 'ਚ ਆ ਜਿਹੜਾ, ਇਹ ਵੀ USA ਤੋਂ ਆਇਆ ਹੋਇਆ। ਫਿਰ ਰਸ਼ੀਆ ਦੀ ਗੱਲ ਕਰ ਲਈਏ, ਰਸ਼ੀਆ ਤੋਂ ਤਾਂ ਅਸੀਂ ਨੇ ਜਾਂ ਤਾਂ ਫੰਡਾਮੈਂਟਲ ਡਿਊਟੀਜ਼ ਲਈਆਂ ਨੇ, ਜਾਂ ਜਿਹੜਾ ਪਲੈਨਿੰਗ ਕਮਿਸ਼ਨ ਵਾਲਾ ਕੰਸੈਪਟ ਹੈ ਪੂਰਾ, ਇਹ ਵੀ ਰਸ਼ੀਆ ਤੋਂ ਆਇਆ ਹੋਇਆ। ਆਇਰਲੈਂਡ ਦੇ ਪੇਪਰ 'ਚ ਪੁੱਛੇ ਜਾਂਦੇ ਹੁੰਦੇ ਨੇ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਪ੍ਰੈਜ਼ੀਡੈਂਟ ਦੀ ਇਲੈਕਸ਼ਨ ਕਿਵੇਂ ਹੋਊਗੀ, ਰਾਜ ਸਭਾ ਦੇ ਵਿੱਚ ਮੈਂਬਰ ਨੋਮੀਨੇਟ ਕਿਵੇਂ ਕੀਤੇ ਜਾਂਦੇ ਨੇ, ਜਿਵੇਂ ਪ੍ਰੈਜ਼ੀਡੈਂਟ ਦੇ ਨੋਮੀਨੇਟ ਕਰਦਾ, ਉਹ ਸਾਰੇ ਕੰਸੈਪਟ ਆਇਰਲੈਂਡ ਤੋਂ ਆਏ ਹੋਏ ਨੇ। ਹੋਰ ਵੀ ਬਹੁਤ ਸਾਰੇ ਦੇਸ਼ਾਂ ਤੋਂ ਨੇ, ਉਹ ਆਸਟ੍ਰੇਲੀਆ ਤੋਂ ਕੀ ਹੈ, ਉਹਦੇ ਤੋਂ ਕੀ ਆ, ਯਾਦ ਕਰਨ ਵਾਲੀਆਂ ਚੀਜ਼ਾਂ ਨੇ, ਤਾਂ ਯਾਦ ਕਰ ਲਿਓ, ਠੀਕ ਹੈ। ਇਹ ਤਾਂ ਹੋਰ ਕੋਈ ਇਹਦਾ ਹੱਲ ਨਹੀਂ ਹੈਗਾ, ਯਾਦ ਹੀ ਰੱਖੀਆਂ ਜਾ ਸਕਦੀਆਂ। ਅੱਗੇ ਆ ਗਿਆ 73rd ਅਮੈਂਡਮੈਂਟ। 73rd ਅਮੈਂਡਮੈਂਟ ਆਪਾਂ ਨੂੰ ਪਤਾ ਕਿ 73rd ਅਮੈਂਡਮੈਂਟ ਪੜ੍ਹਾਈ ਸੀ ਪਿੱਛੇ ਹੁਣੀ ਆਪਾਂ, 73rd ਅਤੇ 4th, ਠੀਕ ਹੈ, ਜਦੋਂ ਮੈਂ ਤੁਹਾਨੂੰ ਸ਼ਡਿਊਲਸ ਪੜ੍ਹਾਏ ਨੇ, ਟੀਅਰਸ ਆਫ ਓਲਡ PM। ਤਾਂ 11ਵੇਂ ਦੇ ਵਿੱਚ 73ਵੀਂ ਦੇ ਤਹਿਤ ਪੰਚਾਇਤੀ ਰਾਜ, 74ਵੀਂ ਅਮੈਂਡਮੈਂਟ ਦੇ ਤਹਿਤ ਮਿਊਨਿਸਪੈਲਿਟੀਜ਼। ਤਾਂ 73rd ਕਿਉਂਕਿ ਇਹ ਕਿੱਥੋਂ ਹੋਈ ਸੀ, ਇਹ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ 'ਚ ਪਹਿਲਾਂ ਹੀ ਲਿਖਿਆ ਹੋਇਆ ਸੀਗਾ, ਠੀਕ ਹੈ, ਜਿਹੜੀ ਇਹ ਪੰਚਾਇਤੀ ਰਾਜ ਨੂੰ ਲੈ ਕੇ, ਤਾਂ ਉਹ ਆਰਟੀਕਲ 40 'ਚ ਲਿਖਿਆ ਹੋਇਆ। ਤਾਂ ਇਸ ਕਰਕੇ ਇਹੀ ਕੁਐਸਚਨ ਸੀਗਾ। ਤਾਂ ਇਹ ਆਰਟੀਕਲ 40 ਜਾਂ ਇੱਕ ਦੋ ਹੋਰ ਆਰਟੀਕਲ ਨੇ ਡਾਇਰੈਕਟਿਵ ਪ੍ਰਿੰਸੀਪਲਸ ਦੇ, ਤੁਹਾਨੂੰ ਯਾਦ ਹੋਣੇ ਚਾਹੀਦੇ ਨੇ, ਇੰਪੋਰਟੈਂਟ ਨੇ।
ਇੱਕ ਜਿਵੇਂ ਨਿਊਟ੍ਰੀਸ਼ਨ ਵਾਲਾ, ਕਿਉਂਕਿ ਆਪਣਾ ਨਿਊਟ੍ਰੀਸ਼ਨ ਸਬਜੈਕਟ ਹੈ ਤਾਂ ਖਾਸ ਕਰਕੇ ਕਿਹੜਾ ਆਰਟੀਕਲ ਹੈ ਜਿਹ 'ਚ ਨਿਊਟ੍ਰੀਸ਼ਨ ਦੀ ਗੱਲ ਕਰੀ ਗਈ ਹੈ ਪੂਰੀ, ਹੈ ਨਾ, ਉਹ ਅੱਗੇ ਆਊਗਾ, ਉਹ ਵੀ ਤੁਹਾਨੂੰ ਪੜ੍ਹਾਊਂਗਾ ਮੈਂ, ਠੀਕ ਹੈ। ਤਾਂ ਉਹ ਦੋ ਤਿੰਨ ਤਾਂ ਤੁਹਾਨੂੰ ਜ਼ਰੂਰ ਪਤਾ ਹੋਣ। ਤਾਂ 73rd ਅਮੈਂਡਮੈਂਟ 40ਵਾਂ ਆਰਟੀਕਲ। ਅੱਗੇ ਕਿਹੜੀ ਕਮੇਟੀ ਦੇ ਕਹਿਣ 'ਤੇ ਬਣਿਆ ਸੀਗਾ, ਇਹ ਵੀ ਆਪਣੇ ਆਪ 'ਚ ਇੰਪੋਰਟੈਂਟ ਹੈ ਜੀ ਗੱਲ, ਠੀਕ ਹੈ, ਇਹ ਵੀ ਤੁਹਾਨੂੰ ਪਤਾ ਹੋਵੇ। ਤਾਂ ਜਿਹੜਾ ਇਹ ਸੀਗਾ ਆਪਣੇ ਕੋਲੇ, ਤਾਂ ਇਹ ਬਲਵੰਤ ਰਾਏ ਮਹਿਤਾ ਕਮੇਟੀ ਸੀ, 1957 'ਚ ਬਣਾਈ ਸੀ। ਬਲਵੰਤ ਰਾਏ ਮਹਿਤਾ ਕਮੇਟੀ ਨੇ 3 ਟਾਇਰ ਸਟਰਕਚਰ ਦੱਸਿਆ ਸੀ ਵੀ ਹੋਣਾ ਚਾਹੀਦਾ। ਜ਼ਿਲ੍ਹਾ ਪਰਿਸ਼ਦ, ਉਸ ਤੋਂ ਬਾਅਦ ਥੱਲੇ ਪੰਚਾਇਤ ਸਮਿਤੀ, ਸਭ ਤੋਂ ਥੱਲੇ ਗ੍ਰਾਮ ਪੰਚਾਇਤ ਜੋ ਸਾਡੇ ਪਿੰਡਾਂ 'ਚ ਹੁੰਦੀ ਹੈ। ਰਾਜਸਥਾਨ ਦਾ ਨਗੌਰ ਡਿਸਟ੍ਰਿਕਟ ਸੀ ਜਿਹਨੇ 2 ਅਕਤੂਬਰ 1959 ਨੂੰ ਪਹਿਲੀ ਵਾਰ ਪੰਚਾਇਤੀ ਰਾਜ ਨੂੰ ਅਸੈਪਟ ਕਰਿਆ ਸੀ। ਤਾਂ ਇਹ ਵੀ ਫੈਕਟ ਆਪਣੇ ਆਪ 'ਚ ਇੰਪੋਰਟੈਂਟ ਆ, ਤੁਹਾਨੂੰ ਪਤਾ ਹੋਵੇ। 11ਵੇਂ ਸ਼ਡਿਊਲ 'ਚ ਪਿਆ। 29 ਫੰਕਸ਼ਨਲ ਆਈਟਮਸ ਜਾਂ ਸਬਜੈਕਟਸ ਨੇ ਜਿਹੜੇ ਸੰਵਿਧਾਨ 'ਚ ਲਿਖੇ ਹੋਏ ਨੇ ਉਸ 11ਵੇਂ ਸ਼ਡਿਊਲ 'ਚ, ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਇਹਨਾਂ ਨੇ, ਜਿਵੇਂ ਵਾਟਰ ਸੈਨੀਟੇਸ਼ਨ, ਵੀ ਵਾਟਰ ਸਪਲਾਈ ਚੰਗੀ ਹੋਣੀ ਚਾਹੀਦੀ ਆ, ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਤਾਂ ਟੋਟਲ 29 ਗੱਲਾਂ ਨੇ। ਤਾਂ ਇਹ ਸਬਜੈਕਟ ਵੀ ਕਈ ਵਾਰ ਪੁੱਛ ਲੈਂਦੇ ਨੇ ਵੀ ਕਿੰਨੇ ਸਬਜੈਕਟ ਨੇ ਪੰਚਾਇਤੀ ਰਾਜ ਦੇ ਅੰਡਰ, ਤਾਂ 29 ਨੇ, ਉਹ ਵੀ ਤੁਹਾਨੂੰ ਪਤਾ ਹੋਵੇ। ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਨੇ। ਅੱਗੇ ਚੱਲਦੇ ਹਾਂ 40ਵੇਂ ਕੁਐਸਚਨ 'ਤੇ। ਵਿਚ ਆਫ ਦਾ ਫੋਲੋਇੰਗ ਕਮੇਟੀ ਰਿਕਮੈਂਡਡ ਦਾ ਇਨਕਲੂਜਨ ਆਫ ਫੰਡਾਮੈਂਟਲ ਡਿਊਟੀਜ਼। ਤਾਂ ਫੰਡਾਮੈਂਟਲ ਡਿਊਟੀਜ਼ ਨੂੰ ਲੈ ਕੇ ਕਿਹੜੀ ਕਮੇਟੀ ਸੀ, ਇਹ ਵੀ ਤੁਹਾਨੂੰ ਪਤਾ ਹੋਵੇ, ਸਵਰਨ ਸਿੰਘ ਕਮੇਟੀ। ਇਹ ਤਾਂ ਬਹੁਤ ਮਸ਼ਹੂਰ ਸਵਾਲ ਨੇ ਜੋ ਮੈਨੂੰ ਲੱਗਦਾ ਸਭ ਨੂੰ ਆਉਂਦੇ ਹੋਣਗੇ, ਕਿਉਂਕਿ ਆਮ ਹੀ ਪੇਪਰਾਂ 'ਚ ਆਏ ਹੋਏ, ਵਾਰ-ਵਾਰ ਰਿਪੀਟ ਹੋਏ ਹੋਏ ਸਵਾਲ ਨੇ। 42ਵੀਂ ਅਮੈਂਡਮੈਂਟ ਨਾਲ 1976 ਦੇ ਵਿੱਚ, 42ਵੀਂ ਅਮੈਂਡਮੈਂਟ ਉਹੀ ਅਮੈਂਡਮੈਂਟ ਹੈ ਜਿਹਨੂੰ ਮਿਨੀ ਕਨਸਟੀਟਿਊਸ਼ਨ ਕਹਿੰਦੇ ਆ, ਇੰਦਰਾ ਗਾਂਧੀ ਨੇ ਕਰੀ ਸੀਗੀ। ਨਵਾਂ 4A, ਚੌਥਾ ਦਾ ਸਾਡੇ ਕੋਲੇ ਆਲਰੇਡੀ ਪਾਰਟ ਹੈ ਹੀ, 4A ਨਵਾਂ ਪਾਰਟ ਐਡ ਕਰਾ ਕੇ ਉਹਦੇ ਵਿੱਚ ਫੰਡਾਮੈਂਟਲ ਡਿਊਟੀਜ਼ ਪਾਈਆਂ ਸੀ। ਅਤੇ ਸੰਵਿਧਾਨ ਦੇ 51A, 36 ਤੋਂ ਲੈ ਕੇ 51 ਤੱਕ ਕੀ ਨੇ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। 51A ਦੇ ਅੰਡਰ ਇਹ ਲਿਖੀਆਂ ਹੋਈਆਂ ਨੇ ਸਾਡੀਆਂ ਫੰਡਾਮੈਂਟਲ ਡਿਊਟੀਜ਼। ਇਹ ਕੁਛ ਕੁ ਗੱਲਾਂ ਤੁਹਾਨੂੰ ਪਤਾ ਹੋਣ। ਅੱਗੇ ਆ ਗਿਆ ਮਨਰੇਗਾ। ਮਨਰੇਗਾ ਸਕੀਮ ਲਾਂਚ ਹੋਈ ਸੀ ਐਜ਼ ਅ ਪਾਰਟ ਆਫ ਇੰਪਲੀਮੈਂਟਿੰਗ ਵਿਚ ਆਫ ਦਾ ਫੋਲੋਇੰਗ ਆਰਟੀਕਲਸ ਆਫ ਇੰਡੀਅਨ ਕਨਸਟੀਟਿਊਸ਼ਨ। ਕਿਹੜੇ ਆਰਟੀਕਲ ਨੂੰ ਕਵਰ ਕਰਨ ਵਾਸਤੇ, ਆਰਟੀਕਲ 47। ਇਹ ਆਰਟੀਕਲ ਆ, ਆਰਟੀਕਲ 47 'ਚ ਕੀ ਲਿਖਿਆ ਹੋਇਆ, ਟੂ ਰੇਜ਼ ਦਾ ਲੈਵਲ ਆਫ ਨਿਊਟ੍ਰੀਸ਼ਨ, ਸਟੈਂਡਰਡ ਆਫ ਲਿਵਿੰਗ ਐਂਡ ਟੂ ਇੰਪਰੂਵ ਦਾ ਪਬਲਿਕ ਹੈਲਥ, ਇਟ ਇਜ਼ ਦਾ ਪ੍ਰਾਇਮਰੀ ਡਿਊਟੀ ਆਫ ਆ ਨੇਸ਼ਨ ਜਾਂ ਸਟੇਟ। ਤਾਂ ਉਹਦੇ ਤਹਿਤ ਹੀ ਜਿਹੜਾ MG ਨਰੇਗਾ ਵਾਲੀ ਸਕੀਮ ਹੈਗੀ ਹੈ ਇਹ ਲਾਂਚ ਕੀਤੀ ਗਈ ਸੀ, ਠੀਕ ਹੈ। ਮਤਲਬ ਇਹ 47 ਆਰਟੀਕਲ ਯਾਦ ਰੱਖਿਓ, ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਕਿਉਂਕਿ ਨਿਊਟ੍ਰੀਸ਼ਨ ਆਪਣੇ ਪੂਰਾ ਇੱਕ ਸਬਜੈਕਟ ਹੈ। ਤਾਂ ਉੱਥੇ ਪੁੱਛ ਸਕਦੇ ਨੇ ਵੀ ਸੰਵਿਧਾਨ 'ਚ ਵੀ ਕੋਈ ਇਹੋ ਜਿਹੀ ਕਿਤੇ ਬੋਲੀ ਗਈ ਹੈ ਗੱਲ, ਠੀਕ ਹੈ। ਵਿਚ ਆਫ ਦਾ ਹੂ ਆਫ ਦਾ ਫੋਲੋਇੰਗ ਮੂਵਡ ਆਬਜੈਕਟਿਵ ਰੈਜ਼ੋਲਿਊਸ਼ਨ, ਮੈਂ ਪਹਿਲੀ ਦੱਸ ਚੁੱਕਿਆ, ਠੀਕ ਹੈ। ਤਾਂ JL ਨਹਿਰੂ। ਇਨ ਇੰਡੀਆ ਪਾਰਟੀਲੈਸ ਡੈਮੋਕ੍ਰੇਸੀ ਵਾਜ਼ ਫਸਟ ਐਡਵੋਕੇਟਡ ਬਾਏ। ਮਤਲਬ ਜਿਵੇਂ ਡੈਮੋਕ੍ਰੇਸੀ, ਹੁਣ ਡੈਮੋਕ੍ਰੇਸੀ ਕਈ ਤਰ੍ਹਾਂ ਦੀ ਹੁੰਦੀ ਹੈ, ਇੱਕ ਡਾਇਰੈਕਟ ਡੈਮੋਕ੍ਰੇਸੀ ਹੈ, ਇੱਕ ਇਨਡਾਇਰੈਕਟ ਡੈਮੋਕ੍ਰੇਸੀ ਹੈ। ਹੁਣ ਡਾਇਰੈਕਟ ਡੈਮੋਕ੍ਰੇਸੀ ਤਾਂ ਕੀ ਹੋ ਗਈ ਵੀ ਜਿਹਦੇ ਵਿੱਚ ਤੁਹਾਡਾ ਆਹ, ਠੀਕ ਹੈ, ਰੈਫਰੈਂਡਮ ਹੋ ਰਿਹਾ, ਪਲੈਬੀਸਾਈਡ ਹੋ ਰਿਹਾ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਠੀਕ ਹੈ। ਵੀ ਸਿੱਧਾ ਲੋਕਾਂ ਤੋਂ ਹੀ ਪੁੱਛੋ, ਲੋਕਾਂ ਤੋਂ ਪੁੱਛ ਕੇ ਹੀ ਫੈਸਲਾ ਹੋਵੇ, ਠੀਕ ਹੈ। ਵੀ ਕੋਈ ਵੀ ਫੈਸਲਾ ਹੋਣਾ, ਲੋਕਾਂ ਨੇ ਇਕੱਠੇ ਰਲ ਕੇ ਕੋਈ ਕਾਨੂੰਨ ਬਣਾਉਣਾ, ਲੋਕਾਂ ਨੇ ਇਕੱਠੇ ਕਰਕੇ ਕੋਈ ਐਕਟ ਪਾਸ ਕਰਨਾ ਹੈ, ਮਤਲਬ ਉਹ ਤਰ੍ਹਾਂ ਦੀ ਡੈਮੋਕ੍ਰੇਸੀ ਨੂੰ ਆਪਾਂ ਡਾਇਰੈਕਟ ਡੈਮੋਕ੍ਰੇਸੀ ਕਹਿ ਦਿੰਦੇ ਹਾਂ। ਅਤੇ ਮਤਲਬ ਉਹਦੇ ਵਿੱਚ ਕੋਈ ਪਾਰਟੀ ਨਹੀਂ, ਪਾਰਟੀਲੈਸ ਡੈਮੋਕ੍ਰੇਸੀ ਹੋ ਗਈ, ਉਹੀ ਡਾਇਰੈਕਟ ਡੈਮੋਕ੍ਰੇਸੀ ਦੀ ਹੀ ਇੱਕ ਟਾਈਪ ਹੈ ਜਿਹਦੀ ਇਹ ਗੱਲ ਕਰ ਰਹੇ ਆ। ਤਾਂ ਇਹ ਕਿਹਨੇ ਪ੍ਰਮੋਟ ਕੀਤੀ ਸੀ, ਮਤਲਬ ਐਡਵੋਕੇਟ ਕੀਤੀ ਸੀ ਵੀ ਹੋਣੀ ਚਾਹੀਦੀ ਹੈ ਸਾਡੇ ਦੇਸ਼ ਦੇ ਵਿੱਚ, JP ਨਾਰਾਇਣ, ਲੋਕ ਨਾਇਕ JP ਨਾਰਾਇਣ ਨੂੰ ਤੁਸੀਂ ਜਾਣਦੇ ਹੋਵੋਗੇ ਸਾਰੇ, ਹੈ ਨਾ। ਤਾਂ ਉਹਨਾਂ ਤੋਂ ਦੁਬਾਰਾ ਉਹ ਕੀਤੀ ਗਈ ਸੀ। ਇੱਕ ਹੁੰਦੀ ਹੈ ਇਨਡਾਇਰੈਕਟ, ਜੋ ਹੁਣ ਸਾਡੇ ਦੇਸ਼ 'ਚ ਐਟ ਪ੍ਰੈਜ਼ੈਂਟ ਹੈ, ਕਿ ਲੋਕ ਆਪਣੇ ਰਿਪਰੈਜ਼ੈਂਟੇਟਿਵ ਚੁਣਨਗੇ ਅਤੇ ਉਹ ਅੱਗੇ ਡੈਮੋਕ੍ਰੇਸੀ ਦੇ ਥਰੂ, ਉਹ ਵੀ ਇੱਕ ਤਰ੍ਹਾਂ ਦੀ ਹੈ ਡੈਮੋਕ੍ਰੇਸੀ, ਉਹਨੂੰ ਇਨਡਾਇਰੈਕਟ ਡੈਮੋਕ੍ਰੇਸੀ ਕਹਿ ਦਿੰਦੇ ਹਾਂ। ਤਾਂ ਇਹ ਦੋਨੋਂ ਫਰਕ ਵੀ ਤੁਹਾਨੂੰ ਯਾਦ ਹੋਣ, ਡਾਇਰੈਕਟ ਅਤੇ ਇਨਡਾਇਰੈਕਟ ਡੈਮੋਕ੍ਰੇਸੀ। ਤਾਂ ਇਹਦਾ ਆਨਸਰ A ਹੋ ਗਿਆ। 43ਵਾਂ ਰਾਈਟ ਟੂ ਵੋਟ ਕੀ ਹੈ, ਪੋਲੀਟੀਕਲ ਰਾਈਟ ਹੈ, ਸੌਖਾ ਸਵਾਲ ਸੀਗਾ। ਸਪੀਕਰ ਦੀ ਵੋਟ ਲੋਕ ਸਭਾ 'ਚ ਉਹਨੂੰ ਕੀ ਕਹਿੰਦੇ ਆ, ਕਾਸਟਿੰਗ ਵੋਟ। ਕਾਸਟਿੰਗ ਵੋਟ ਕੀ ਹੁੰਦੀ ਹੈ, ਹੁਣ ਊਂ ਤਾਂ ਕਿਸੇ ਐਕਟਰ ਦੇ ਕੋਈ ਬਿੱਲ ਪਾਸ ਕਰਨ ਵਾਸਤੇ ਜਿਹੜੇ ਉੱਥੋਂ ਦੇ ਮੈਂਬਰ ਨੇ ਉਹੀ ਵੋਟ ਪਾਉਂਦੇ ਨੇ, ਠੀਕ ਹੈ। ਪਰ ਜੇ ਅੜ ਜੇ ਬਰਾਬਰ ਵੋਟਾਂ 'ਤੇ, ਮਤਲਬ ਉਦੋਂ ਬਾਅਦ ਫਿਰ ਇੱਕ ਵੋਟ ਸਪੀਕਰ ਦੀ ਪੈਂਦੀ ਹੈ, ਸਪੀਕਰ ਜਿਹੜੇ ਪਾਸੇ ਨੂੰ ਵੋਟ ਪਾ ਦੂਗਾ ਉੱਧਰ ਫੈਸਲਾ ਹੋ ਜਾਊਗਾ, ਅਤੇ ਉਸ ਵੋਟ ਨੂੰ ਨਾਮ ਦਿੱਤਾ ਜਾਂਦਾ ਕਾਸਟਿੰਗ ਵੋਟ ਦਾ ਨਾਮ। ਤਾਂ ਸਪੀਕਰ ਦੀ ਵੋਟ ਆਪਣੇ ਆਪ 'ਚ ਕਾਸਟਿੰਗ ਵੋਟ ਹੁੰਦੀ ਹੈ। ਤਾਂ ਫਸਟ ਇੰਸਟਾਂਸ ਵੋਟ, ਸੈਕਿੰਡ ਇੰਸਟਾਂਸ ਵੋਟ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਤਾਂ ਸਪੀਕਰ ਨੂੰ ਤੁਸੀਂ ਚੰਗੀ ਤਰ੍ਹਾਂ ਰਿਵਾਈਜ਼ ਕਰਿਓ, ਕਿਉਂਕਿ ਸਪੀਕਰ ਵੀ ਆਪਣੇ ਆਪ 'ਚ ਇੰਪੋਰਟੈਂਟ ਹੈ। ਆਪਣਾ ਲੈਕਚਰ ਜ਼ਿਆਦਾ ਲੰਬਾ ਹੋ ਰਿਹਾ, ਤਾਂ ਇਸ ਕਰਕੇ ਮੈਂ ਥੋੜ੍ਹਾ ਜਿਹਾ ਤੇਜ਼ੀ ਕਰੂੰਗਾ, ਕਿਉਂਕਿ 1.5 ਘੰਟੇ ਵਾਂਗੂ ਹੋ ਚੱਲਿਆ, ਹਲੇ ਕੁਐਸਚਨ ਪਏ ਨੇ ਆਪਣੇ ਡਿਸਕਸ ਕਰਨ ਵਾਲੇ। ਤਾਂ ਅੱਗੇ ਆ ਗਿਆ, ਵਿਚ ਆਫ ਦਾ ਫੋਲੋਇੰਗ ਮੋਸ਼ਨਸ ਕੈਨ ਵੀ ਕਾਊਂਸਲ ਆਫ ਮਿਨਿਸਟਰਸ ਆਫ ਇੰਡੀਆ ਮੂਵ, ਠੀਕ ਹੈ। ਇਹਨਾਂ ਦੇ ਵਿੱਚੋਂ
ਕਿਹੜਾ ਮੋਸ਼ਨ ਹੈ ਜਿਹੜਾ ਕਾਉਂਸਲ ਆਫ ਮਿਨਿਸਟਰਸ ਦੁਆਰਾ ਮੂਵ ਕੀਤਾ ਜਾਂਦਾ? ਨੋ ਕੌਨਫੀਡੈਂਸ ਤਾਂ ਕਾਉਂਸਲ ਆਫ ਮਿਨਿਸਟਰ ਦੇ ਅਗੇਂਸਟ ਹੀ ਆਉਂਦਾ, ਠੀਕ ਹੈ ਵੀ ਸਰਕਾਰ ਸਿੱਟਣ ਲਈ ਤਾਂ ਹੁੰਦਾ, ਤਾਂ ਸਰਕਾਰ ਆਪਣੇ ਆਪ ਥੋੜੀ ਨਾ ਆਪਣੇ ਆਪ ਨੂੰ ਸੁੱਟੂਗੀ। ਸੈਂਸਰ ਮੋਸ਼ਨ ਵੀ, ਅਡਜੰਡ ਮੋਸ਼ਨ ਸਰਕਾਰ ਦੇ ਕੰਮਾਂ ਨੂੰ ਭੰਗ ਕਰਨ ਵਾਸਤੇ ਨੇ। ਸਿਰਫ ਕੌਨਫੀਡੈਂਸ ਮੋਸ਼ਨ ਹੈ ਜਿਹੜਾ ਕਿ ਜਦੋਂ ਨੋ ਕੌਨਫੀਡੈਂਸ ਮੋਸ਼ਨ ਰੱਖਤਾ ਸਰਕਾਰ ਦੇ ਅੱਗੇ ਵੀ ਸਰਕਾਰ ਕੋਲੇ ਮੈਜੋਰਟੀ ਹੈ ਨਹੀਂ, ਸਰਕਾਰ ਦੀ ਡਿੱਗਣੀ ਚਾਹੀਦੀ ਹੈ, ਫਿਰ ਸਰਕਾਰ ਆਪਦਾ ਕੌਨਫੀਡੈਂਸ ਮੋਸ਼ਨ ਲਿਆਉਂਦੀ ਹੈ ਵੀ ਸਾਡੇ ਕੋਲੇ ਬੰਦੇ ਪੂਰੇ ਨੇ ਜਿੰਨੀ ਸਰਕਾਰ ਬਣਾਉਣ ਵਾਸਤੇ ਚਾਹੀਦੇ ਨੇ। ਤਾਂ ਇਹ ਵੀ ਕੁਐਸਚਨ ਈਜ਼ੀ ਕੈਟੇਗਰੀ ਦਾ ਕੁਐਸਚਨ ਹੀ ਸੀਗਾ। ਅੱਗੇ ਚੱਲਦੇ ਹਾਂ। ਪ੍ਰਪੋਜ਼ਲ ਰਿਲੇਟਿੰਗ ਟੂ ਦਾ ਡਿਸਮਿਸਲ ਆਫ ਵਾਈਸ ਪ੍ਰੈਜ਼ੀਡੈਂਟ ਕੈਨ ਬੀ ਪ੍ਰੈਜ਼ੈਂਟਡ ਇਨ। ਵਾਈਸ ਪ੍ਰੈਜ਼ੀਡੈਂਟ ਦਾ ਡਿਸਮਿਸਲ ਹੋਣਾ ਫਿਰ ਲੋਕ ਸਭਾ 'ਚ ਤਾਂ ਕੋਈ ਮਤਲਬ ਨਹੀਂ ਬਣਦਾ ਹੈਗਾ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਕਿਹਦਾ ਚੇਅਰਮੈਨ ਹੁੰਦਾ? ਵਾਈਸ ਪ੍ਰੈਜ਼ੀਡੈਂਟ ਚੇਅਰਮੈਨ ਹੁੰਦਾ ਜੀ ਸਾਡੇ ਕੋਲੇ ਰਾਜ ਸਭਾ ਦਾ। ਤਾਂ ਉਹਨੂੰ ਜੇ ਹਟਾਉਣਾ ਤਾਂ ਉਹਦਾ ਪ੍ਰਪੋਜ਼ਲ ਵੀ ਕਿੱਥੇ ਆਊ? ਰਾਜ ਸਭਾ ਦੇ ਵਿੱਚ ਹੀ ਆਉਣਾ ਚਾਹੀਦਾ। ਤਾਂ ਮਤਲਬ ਇੱਕ ਉਹੀ ਘੁੰਡੀ ਸੀਗੀ ਵੀ ਵਾਈਸ ਪ੍ਰੈਜ਼ੀਡੈਂਟ ਜਿਹਨੂੰ ਪਤਾ ਹੈ ਵੀ ਵਾਈਸ ਪ੍ਰੈਜ਼ੀਡੈਂਟ ਇਜ਼ ਦਾ ਚੇਅਰਮੈਨ ਆਫ ਰਾਜ ਸਭਾ, ਤਾਂ ਉਹਦੇ ਲਈ ਤਾਂ ਇਹ ਕੁਐਸਚਨ ਕੋਈ ਬਹੁਤਾ ਔਖਾ ਨਹੀਂ ਸੀਗਾ। ਸਰਵੇ ਆਫ ਇੰਡੀਆ ਇਜ਼ ਅੰਡਰ ਮਿਨਿਸਟਰੀ ਆਫ ਵਿਚ, ਠੀਕ ਹੈ, ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਦੇ ਅੰਡਰ ਹੈ। DST ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਦਾ ਡਿਪਾਰਟਮੈਂਟ ਹੈ। ਉਹਦੇ ਅੰਡਰ ਨੈਸ਼ਨਲ ਸਰਵੇ ਐਂਡ ਮੈਪਿੰਗ ਆਰਗੇਨਾਈਜੇਸ਼ਨ ਹੈ ਸਾਡੇ ਦੇਸ਼ ਦੀ, ਜਿਹੜੀ ਕਿ ਸਰਵੇ ਕੰਡਕਟ ਕਰਦੀ ਹੈ। ਤਾਂ ਕਰੈਕਟ ਆਂਸਰ ਹੋ ਗਿਆ D। ਹੂ ਇਜ਼ ਕਾਲਡ ਗਾਰਡੀਅਨ ਆਫ ਪਬਲਿਕ ਪਰਸ? ਮੋਸਟ ਮਤਲਬ ਕਾਮਨ ਕੁਐਸਚਨ। ਤਾਂ ਦੈਟ ਇਜ਼ CAG, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਜਿੰਨਾ ਤੁਹਾਡਾ ਕੰਸੋਲੀਡੇਟਡ ਫੰਡ 'ਚੋਂ ਪੈਸਾ ਜਾ ਰਿਹਾ ਆ ਰਿਹਾ ਸਭ ਕੁਛ ਜਿੱਥੇ ਸਰਕਾਰੀ ਪੈਸਾ ਮਤਲਬ ਲੋਕਾਂ ਦਾ ਪੈਸਾ ਯੂਜ਼ ਹੋ ਰਿਹਾ ਉਹ ਸਾਰੇ ਕਿਤੇ ਕੌਣ ਉਹਦਾ ਚਿੱਠਾ ਪੱਤਰ ਰੱਖਦਾ ਹੈ, ਨਿਗਾਹ ਰੱਖਦਾ ਹੈ? ਤਾਂ ਉਹ ਕੰਟਰੋਲਰ ਜਾਂ CAG, ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕਰਦਾ। ਤਾਂ B ਸੌਖਾ ਸਵਾਲ ਸੀ। 49th, ਜਦੋਂ ਇੱਕ ਆਰਡੀਨਰੀ ਬਿੱਲ ਰੈਫਰ ਕੀਤਾ ਜਾਂਦਾ ਜੁਆਇੰਟ ਸਿਟਿੰਗ ਦੇ ਵਿੱਚ ਦੋਨੋਂ ਹਾਊਸ 'ਚ, ਇਟ ਹੈਜ਼ ਟੂ ਬੀ ਪਾਸਡ ਬਾਇਆ, ਮੈਨੂੰ ਲੱਗਦਾ ਰਿਪੀਟ ਹੋ ਗਿਆ ਸ਼ਾਇਦ ਕੁਐਸਚਨ। ਤਾਂ ਉਹ ਸਿੰਪਲੀ ਮਤਲਬ ਸਿੰਪਲ ਮੈਜੋਰਟੀ ਨਾਲ ਜਿੰਨੇ ਬੰਦੇ ਪ੍ਰੈਜ਼ੈਂਟ ਹੈਗੇ ਨੇ ਤੇ ਉਹਨਾਂ ਦੀ ਵੋਟਿੰਗ ਦੇ ਨਾਲ ਹੀ ਪਾਸ ਹੋ ਜਾਂਦਾ ਆਰਡੀਨਰੀ ਬਿੱਲ ਜੁਆਇੰਟ ਸਿਟਿੰਗ 'ਚ। ਜੁਆਇੰਟ ਪਾਰਲੀਮੈਂਟਰੀ ਸੈਸ਼ਨ ਇਨ ਇੰਡੀਆ ਇਜ਼ ਚੇਅਰਡ ਬਾਏ, ਕੌਣ ਚੇਅਰ ਕਰਦਾ ਬਈ? ਮੈਂ ਤੁਹਾਨੂੰ ਸਮਝਾ ਚੁੱਕਿਆ। ਸਪੀਕਰ ਨਹੀਂ ਹੈਗਾ, ਡਿਪਟੀ ਸਪੀਕਰ ਉਹ ਵੀ ਨਹੀਂ ਹੈਗਾ, ਤਾਂ ਕੌਣ? ਡਿਪਟੀ ਚੇਅਰਮੈਨ। ਚੇਅਰਮੈਨ ਨਹੀਂ ਕਰਦਾ, ਬਸ ਇਹ ਗੱਲ ਧਿਆਨ 'ਚ ਰੱਖਿਓ। ਇਹ ਸਵਾਲ ਤਾਂ ਬਹੁਤ ਮਸ਼ਹੂਰ ਹੈ, ਬਹੁਤ ਪੇਪਰਾਂ 'ਚ ਪੁੱਛਿਆ ਜਾਂਦਾ, ਕਿਉਂਕਿ ਉਹ ਕਈ ਵਾਰ ਆਪਾਂ ਐਬਸੈਂਸ 'ਚ ਹੋਣ ਕਰਕੇ ਨਾ ਉਹਦੇ 'ਤੇ ਆਪਸ਼ਨ ਟਿਕ ਲਾ ਜਾਂਦੇ ਹਾਂ, ਠੀਕ ਹੈ ਵੀ ਉਹ ਐਂ ਪੁੱਛ ਲੈਂਦੇ ਨੇ ਵੀ ਜੇ ਉਹ ਵੀ ਨਾ ਹੋਵੇ ਸਪੀਕਰ ਡਿਪਟੀ ਸਪੀਕਰ ਦੋਨੋਂ ਹੀ ਐਬਸੈਂਟ ਨੇ ਫਿਰ ਕੌਣ ਕਰੂਗਾ? ਤਾਂ ਸਾਨੂੰ ਇਹ ਲੱਗਦਾ ਵੀ ਰਾਜ ਸਭਾ 'ਚ ਹੈ ਨਾ ਅਥਾਰਟੀ ਉਹਦੀ ਜ਼ਿਆਦਾ ਹੈ, ਤਾਂ ਉਹਦੇ 'ਤੇ ਟਿਕ ਕਰ ਜਾਂਦੇ ਆ। ਤਾਂ ਉਹ ਜ਼ਰੂਰ ਧਿਆਨ 'ਚ ਰੱਖਿਓ, ਇਹ ਗਲਤੀ ਨਾ ਹੋ ਜੇ। ਹੁਣ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਖਿੱਚ ਕੇ, ਠੀਕ ਹੈ। ਅੱਗੇ ਸਾਡੇ ਕੋਲ ਆ ਗਿਆ 51st ਕੁਐਸਚਨ। ਤਾਂ 20 ਕੁਐਸਚਨ ਹੋਰ ਨੇ ਆਪਣੇ ਡਿਸਕਸ ਕਰਨ ਵਾਲੇ। ਇਹ ਸਾਡੇ ਹੈਗੇ ਨੇ ਸੈਨੀਟੇਸ਼ਨ ਵਾਲੇ ਹਿੱਸੇ 'ਚੋਂ ਅਤੇ ਜਾਂ ਨਿਊਟ੍ਰੀਸ਼ਨ ਵਾਲੇ ਹਿੱਸੇ 'ਚੋਂ, ਠੀਕ ਹੈ। ਤਾਂ ਇਹਦੇ ਵਿੱਚ ਜ਼ਿਆਦਾਤਰ ਕੁਐਸਚਨ ਮੈਂ ਕਿਉਂਕਿ ਵੈਸੇ ਜਿਹੜੇ ਮਿਨਿਸਟਰੀ ਵਾਲਾ ਪੋਰਸ਼ਨ ਸੀਗਾ ਉਹ ਆਪਾਂ ਪਹਿਲਾਂ ਵੀ ਕਾਫੀ ਕਵਰ ਕਰ ਚੁੱਕੇ ਹਾਂ ਟੈਸਟਾਂ ਦੇ ਵਿੱਚ, ਅਤੇ ਇਸ ਕਰਕੇ ਜਿਹੜਾ ਮੇਨ ਆਪਣੇ ਲੈਕਚਰ ਸੀਗੇ ਏਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਸੋਇਲ ਪੋਲਿਊਸ਼ਨ ਜਾਂ ਫਿਰ ਕੁਛ ਸਰ ਨੇ ਤੁਹਾਨੂੰ ਡਿਜ਼ੀਜ਼ਜ਼ ਵਗੈਰਾ ਪੜ੍ਹਾਏ ਨੇ ਤਾਂ ਉਹਨਾਂ ਨੂੰ ਜ਼ਿਆਦਾ ਧਿਆਨ 'ਚ ਰੱਖਿਆ, ਜਾਂ ਨਿਊਟ੍ਰੀਸ਼ਨ ਵਾਲੇ ਹਿੱਸੇ ਨੂੰ, ਤਾਂ ਉਹਦੇ ਪੁਆਇੰਟ ਆਫ ਵਿਊ ਨਾਲ ਹੀ ਇਹ ਕੁਐਸਚਨ ਸਿਲੈਕਟ ਕਰੇ ਸੀਗੇ। ਤਾਂ 51st ਕੁਐਸਚਨ ਹੈਗਾ ਐਸਿਡੀਫਿਕੇਸ਼ਨ ਆਫ ਓਸ਼ੀਅਨਸ ਇਜ਼ ਇਨਕਰੀਜ਼ਿੰਗ, ਠੀਕ ਹੈ। ਬਾਏ ਵਾਟਰ ਪੋਲਿਊਸ਼ਨ 'ਚੋਂ ਆ ਕੁਐਸਚਨ ਕਿ ਓਸ਼ੀਅਨਸ ਦੀ ਐਸਿਡੀਫਿਕੇਸ਼ਨ ਬਹੁਤ ਵੱਧ ਰਹੀ ਹੈ। ਇਹ ਕਾਜ਼ ਆਫ ਕੰਸਰਨ ਹੈ ਸਾਡੇ ਵਾਸਤੇ, ਇੱਕ ਖਤਰੇ ਦੀ ਘੰਟੀ ਹੈ। ਕਿਉਂ? ਗਰੋਥ ਅਤੇ ਸਰਵਾਈਵਰ ਆਫ ਕੈਲਸ਼ੀਰੀਅਸ ਫਾਈਟੋਪਲੈਂਕਟਨ ਵਿਲ ਐਡਵਰਸਲੀ ਅਫੈਕਟਡ। ਫਾਈਟੋਪਲੈਂਕਟਨ ਕੀ ਹੁੰਦੇ ਨੇ? ਆਪਾਂ ਡਿਸਕਸ਼ਨ ਕੀਤੀ ਸੀਗੀ ਕਿ ਪਾਣੀ ਦੇ ਵਿੱਚ ਜਿਹੜੇ ਤੈਰਦੇ ਬੂਟੇ ਹੁੰਦੇ ਨੇ ਹੈ ਨਾ, ਉਹਨਾਂ ਨੂੰ ਆਪਾਂ ਫਾਈਟੋਪਲੈਂਕਟਨਸ ਕਹਿ ਦਿੰਦੇ ਹਾਂ। ਸਮੁੰਦਰਾਂ ਦੇ ਵਿੱਚ ਖਾਸ ਕਰਕੇ ਬਹੁਤ ਸਾਰੇ ਜੀਵ ਜੰਤੂ ਇਹਨਾਂ ਨੂੰ ਖਾ ਕੇ ਜਿਉਂਦੇ ਨੇ, ਚੱਲਦੇ ਨੇ ਹੈ ਨਾ, ਤਾਂ ਇਹਨਾਂ ਦੀ ਗਰੋਥ ਨੂੰ ਇਫੈਕਟ ਪਏਗਾ ਹੀ ਪਏਗਾ। ਓਬਵੀਅਸ ਜੀ ਗੱਲ ਹੈ, ਜੇ ਐਸਿਡੀਫਿਕੇਸ਼ਨ ਵੱਧ ਗਈ ਤਾਂ ਇਹ ਤਾਂ ਮਰਨਗੇ ਬੂਟੇ ਵਿਚਾਰੇ। ਦੂਜੀ ਗੱਲ, ਕੋਰਲ ਰੀਫਸ 'ਤੇ ਅਸਰ ਪਊਗਾ? ਬਿਲਕੁਲ ਪਊਗਾ, ਕਿਉਂਕਿ ਉਹ ਵੀ ਸਮੁੰਦਰਾਂ ਦੇ ਕੰਢੇ 'ਤੇ, ਜੇ ਉੱਪਰੋਂ ਉਹਦਾ ਓਸ਼ੀਅਨਸ ਦਾ ਐਸਿਡੀਫਿਕੇਸ਼ਨ ਵੱਧ ਰਹੀ ਹੈ ਤਾਂ ਉਹ ਸਿੱਧਾ ਲਿੰਕਡ ਨੇ ਇਹਦੇ ਨਾਲ। ਸਰਵਾਈਵਲ ਆਫ ਸਮ ਐਨੀਮਲਸ ਦੈਟ ਆਰ ਫਾਈਟੋਪਲੈਂਕਟੋਨਿਕ ਲਾਰਵੇ ਵਿਲ ਬੀ ਐਡਵਰਸਲੀ ਇਫੈਕਟਡ। ਦੇਖੋ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਜਿਹੜੇ ਇਹਨਾਂ ਫਾਈਟੋਪਲੈਂਕਟਨਸ 'ਤੇ ਡਿਪੈਂਡ ਕਰਦੇ ਨੇ ਉਹ ਐਨੀਮਲ ਵੀ ਤਾਂ ਵਿਚਾਰੇ ਇਫੈਕਟ ਹੋਣਗੇ। ਜੇ ਇਹ ਮਰ ਗਏ ਤਾਂ ਉਹਨਾਂ ਨੇ ਖਾਣਾ ਹੀ ਇਹਨੂੰ ਸੀਗਾ, ਤਾਂ ਉਹ ਵੀ ਗਏ। ਕਲਾਊਡ ਸੀਡਿੰਗ ਅਤੇ ਫਾਰਮੇਸ਼ਨ ਆਫ ਕਲਾਊਡਸ ਵਿਲ ਬੀ ਐਡਵਰਸਲੀ ਇਫੈਕਟਡ। ਦੇਖੋ ਕਲਾਊਡ ਸੀਡਿੰਗ ਅਤੇ ਫਾਰਮੇਸ਼ਨ 'ਤੇ ਤਾਂ ਕੋਈ ਅਸਰ ਨਹੀਂ ਪੈਂਦਾ, ਹਾਂ ਇੰਨਾ ਕੁ ਜ਼ਰੂਰ ਹੈ ਕਿ ਐਸਿਡੀਫਿਕੇਸ਼ਨ ਨਾਲ ਐਸਿਡ ਰੇਨ ਦਾ ਰੂਪ ਧਾਰਨ ਕਰ ਸਕਦੇ ਨੇ ਇਹ ਕਲਾਊਡ ਸੀਡਿੰਗ ਦਾ ਪੂਰਾ ਕੰਸੈਪਟ ਤੁਹਾਨੂੰ ਮੈਂ ਪੜ੍ਹਾਇਆ ਸੀਗਾ, ਠੀਕ ਹੈ। ਆਪਾਂ ਨੇ ਡਿਸਕਸ ਕੀਤਾ ਸੀ ਵੀ ਕਿਵੇਂ ਚਾਈਨਾ ਨੇ ਵੀ ਟਰੰਪ ਦੇ ਆਉਣ 'ਤੇ ਹੈ ਨਾ ਕਲਾਊਡ ਸੀਡਿੰਗ ਦੇ ਕੰਸੈਪਟ ਨਾਲ ਰੇਨ ਕੀਤੀ ਸੀਗੀ, ਤਾਂ ਉਹਨੂੰ ਪੂਰੇ ਦੇ ਪੂਰੇ ਇੱਥੇ ਮੈਨੂੰ ਲੱਗਦਾ ਦੁਬਾਰਾ ਪੜ੍ਹਾਉਣਾ ਫਜ਼ੂਲ ਹੈ। ਤਾਂ ਤੁਸੀਂ ਉਹ ਲੈਕਚਰ ਦੁਬਾਰਾ ਆਪਣਾ ਸੁਣ ਕੇ ਰਿਵਾਈਜ਼ ਕਰ ਸਕਦੇ ਹੋ। ਤਾਂ ਇੱਥੋਂ
ਆਪਣੇ ਕੋਲੇ ਆਨਸਰ ਜਿਹੜਾ ਇਹਦਾ ਬਣਦਾ, ਠੀਕ ਹੈ, ਇਫੈਕਟ ਤਾਂ ਕਲਾਊਡ ਸੀਡਿੰਗ ਵਾਲਾ ਨਹੀਂ ਹੁੰਦਾ, ਕਿਉਂਕਿ ਕਲਾਊਡ ਸੀਡਿੰਗ ਫਾਰਮੇਸ਼ਨ ਤੇ ਕੋਈ ਅਸਰ ਨਹੀਂ ਪੈਂਦਾ। ਹਾਂ ਇਹ ਜ਼ਰੂਰ ਹੈ ਕਿ ਉਹ ਮੀਂਹ ਇਹੋ ਜਿਹਾ ਪਾਉਣਗੇ ਕਿ ਉਦੋਂ ਬਾਅਦ ਸਾਡੇ ਉਹ ਐਸਿਡ ਰੇਨ ਦੀ ਫਾਰਮ ਹੋਊਗੀ, ਉਹਦਾ ਅਸਰ ਬਿਲਡਿੰਗਸ ਤੇ ਵੀ ਦਿਖੂਗਾ, ਹੋਰ ਥਾਵਾਂ ਤੇ ਵੀ, ਮਿੱਟੀ ਤੇ ਵੀ ਅਸਰ ਪਊਗਾ, ਹਰ ਜਗ੍ਹਾ ਅਸਰ ਪਊਗਾ। ਤਾਂ ਇਹ ਕਰੈਕਟ ਆਪਸ਼ਨ ਹੋ ਗਈ। ਅਗਲਾ ਆ ਗਿਆ ਅਲਟਰਾਵਾਇਲਟ ਰੇਡੀਏਸ਼ਨਸ ਨੂੰ ਲੈ ਕੇ। ਵਾਟਰ ਪਿਊਰੀਫਿਕੇਸ਼ਨ ਸਿਸਟਮ 'ਚ ਅਲਟਰਾਵਾਇਲਟ ਰੇਡੀਏਸ਼ਨਸ ਦਾ ਕੀ ਯੋਗਦਾਨ ਆ? UVA, UVB, UVC ਸਾਰੀਆਂ ਮੈਂ ਤੁਹਾਨੂੰ ਪੜ੍ਹਾਈਆਂ ਸੀ, ਕਿਹਦੀ ਇੰਟੈਂਸਿਟੀ ਜ਼ਿਆਦਾ ਹੁੰਦੀ ਹੈ, ਕਿਹੜੀ ਕਿਵੇਂ ਖਤਰਨਾਕ ਹੈ, ਉਹ ਸਾਰੀਆਂ ਚੀਜ਼ਾਂ ਰਿਵਾਈਜ਼ ਕਰ ਲਿਓ ਕਿਉਂਕਿ ਉਹ ਇੰਪੋਰਟੈਂਟ ਨੇ, ਪੇਪਰ 'ਚ ਪੁੱਛੀਆਂ ਜਾਂਦੀਆਂ ਨੇ। ਤਾਂ UV ਰੇਜ਼ ਨਾਲ ਕੀ ਹੁੰਦਾ ਯੂਜ਼ਲੀ? UV ਰੇਜ਼ ਨਾਲ ਪਤਾ ਕੀ ਕੀਤਾ ਜਾਂਦਾ? ਪਾਣੀ ਦੇ ਉੱਤੇ UV ਰੇਜ਼ ਮਾਰੀਆਂ ਜਾਂਦੀਆਂ ਨੇ, ਜਿਹੜੇ ਇਹ ਹਾਰਮਫੁਲ ਮਾਈਕਰੋ ਆਰਗੇਨਿਜ਼ਮ ਹੁੰਦੇ ਨੇ ਇਹ UV ਰੇਜ਼ ਨਾਲ ਮਰ ਜਾਂਦੇ ਨੇ। ਉਦੋਂ ਬਾਅਦ ਇੱਕ ਫਿਲਟਰ ਯੂਜ਼ ਕਰਕੇ ਸਾਫ਼ ਪਾਣੀ ਕੱਢ ਲਿਆ ਜਾਂਦਾ ਹੈ, ਮਰੇ ਹੋਇਆਂ ਨੂੰ ਅੱਡ ਕਰ ਦਿੱਤਾ ਜਾਂਦਾ। ਇਹ ਪੂਰਾ ਕੰਸੈਪਟ ਹੁੰਦਾ, ਠੀਕ ਹੈ। ਤਾਂ ਇਹ ਕੰਸੈਪਟ ਦੇ ਤਹਿਤ ਹੀ ਪਾਣੀ ਨੂੰ ਸਾਫ਼ ਕੀਤਾ ਜਾਂਦਾ। ਆ ਬਾਕੀ ਗੱਲ, ਇਟ ਰਿਮੂਵਸ ਆਲ ਦਾ ਅਨਡਿਜ਼ਾਇਰੇਬਲ ਆਰਡਰ। ਪਾਣੀ ਦਾ ਆਰਡਰ ਥੋੜ੍ਹੀ ਨਾ, ਪਾਣੀ ਦਾ ਆਰਡਰ ਖਤਮ ਕਰਤਾ ਫਿਰ ਤਾਂ ਆਪਾਂ ਉਹਨੂੰ ਸਾਫ਼ ਪਾਣੀ ਮੰਨਦੇ ਹੀ ਨਹੀਂ ਹੈਗੇ, ਕਿਉਂਕਿ ਉਹ 'ਚ ਪਾਣੀ ਦੀ ਸੁਗੰਧ ਹੀ ਨਹੀਂ ਰਹੀ, ਤਾਂ ਫਿਰ ਪਾਣੀ ਕਾਹਦਾ ਰਿਹਾ? ਇਟ ਕੁਇਕਨਸ ਦਾ ਸੈਡੀਮੈਂਟੇਸ਼ਨ ਆਫ ਸੋਲਿਡ ਪਾਰਟੀਕਲਸ। ਨਹੀਂ, ਕੋਈ ਸੋਲਿਡ ਪਾਰਟੀਕਲਸ ਨੂੰ ਬਿਠਾਉਂਦਾ ਨਹੀਂ ਹੈਗਾ ਥੱਲੇ, ਠੀਕ ਹੈ। ਇਹੋ ਜਿਹਾ ਕੁਛ ਨਹੀਂ ਕਰਦਾ, ਨਾ ਟਰਬਿਡਿਟੀ ਨੂੰ ਰਿਮੂਵ ਕਰੇ, ਮਤਲਬ ਉਹਦੇ ਹਾਰਡਨੈਸ ਨੂੰ, ਇਹੋ ਜਿਹਾ ਕੋਈ ਲੈਣਾ ਦੇਣਾ ਨਹੀਂ ਇਹਦਾ। ਸਿਰਫ ਇੱਕੋ ਹੀ ਹੈ ਕਿ ਹਾਰਮਫੁਲ ਮਾਈਕਰੋ ਆਰਗੇਨਿਜ਼ਮ ਮਾਰਨ ਦੇ ਕੰਮ ਆਉਂਦਾ ਹੈ, ਅਤੇ ਉਹਨਾਂ ਨੂੰ ਇਨਐਕਟੀਵੇਟ ਕਰ ਦਿੰਦਾ, ਮਾਰ ਦਿੰਦਾ, ਬਾਅਦ 'ਚ ਉਹਨੂੰ ਸੈਪਰੇਟ ਕਰ ਲਿਆ ਜਾਂਦਾ ਫਿਲਟਰ ਦੇ ਥਰੂ। ਇਸ ਤਰੀਕੇ ਨਾਲ ਯਾਨੀ ਕਿ ਪਿਊਰੀਫਿਕੇਸ਼ਨ ਦੇ ਵਿੱਚ ਕੰਮ ਆਉਂਦਾ। ਤਾਂ ਓਨਲੀ ਵਨ ਕਰੈਕਟ ਆਨਸਰ ਹੈ। ਹੁਣ ਆਪਾਂ ਅੱਗੇ ਗੱਲ ਕਰੀਏ ਪੋਲਿਊਟੈਂਟਸ ਦੀ, ਠੀਕ ਹੈ। ਤਾਂ ਇਹ ਆਲਰੇਡੀ ਇੱਥੇ ਲਿਖਿਆ ਰਹੇਗਾ, 2013 'ਚ UPSC ਨੇ ਸਵਾਲ ਪੁੱਛਿਆ ਸੀ, ਤਾਂ ਕਰਕੇ ਫਿਰ 2013। ਤਾਂ ਵਿਚ ਆਫ ਦਾ ਫੋਲੋਇੰਗ ਕੈਨ ਬੀ ਫਾਊਂਡ ਐਜ਼ ਦਾ ਪੋਲਿਊਟੈਂਟਸ ਇਨ ਡਰਿੰਕਿੰਗ ਵਾਟਰ ਇਨ ਸਮ ਪਾਰਟਸ ਆਫ ਇੰਡੀਆ। ਕੁਛ ਪਾਰਟਸ ਦੇ ਵਿੱਚ ਕੀ ਪਾਇਆ ਗਿਆ? ਆਰਸੈਨਿਕ ਆਪਾਂ ਨੇ ਪੜ੍ਹਿਆ ਫੁੱਲੀ, ਠੀਕ ਹੈ। ਫਿਰ ਫਲੋਰਾਈਡ ਬਾਰੇ ਵੀ ਪੜ੍ਹਿਆ, ਯੂਰੇਨੀਅਮ, ਆ ਤਿੰਨ ਨੇ ਮੇਨ ਜਿਹੜੇ ਪਾਏ ਜਾਂਦੇ ਨੇ। ਹੁਣ ਗੱਲ ਕਰਾਂ ਮੈਂ ਫਾਰਮੈਲਡੀਹਾਈਡ ਦੀ। ਫਾਰਮੈਲਡੀਹਾਈਡ ਨਿਊਜ਼ 'ਚ ਸੀ ਕੇਰਲਾ 'ਚ ਖਾਸ ਕਰਕੇ, ਕਿਉਂਕਿ ਉੱਥੋਂ ਦੀਆਂ ਜਿਹੜੀਆਂ ਉੱਥੋਂ ਦੀ ਫਿਸ਼ ਮਾਰਕੀਟ 'ਚ ਪਤਾ ਕੀ ਹੈ, ਫਿਸ਼ਜ਼ ਨੂੰ ਪ੍ਰੀਜ਼ਰਵ ਕਰਨ ਵਾਸਤੇ ਵੀ ਛੇਤੀ ਖ਼ਰਾਬ ਨਾ ਹੋਣ, ਲੰਬੇ ਸਮੇਂ ਤੱਕ ਬਚ ਕੇ ਰਵੇ, ਇਹਦੇ ਉੱਤੇ ਫਾਰਮੈਲਡੀਹਾਈਡ ਲਾ ਦਿੰਦੇ ਨੇ ਉਹ, ਠੀਕ ਹੈ। ਫਾਰਮੈਲਡੀਹਾਈਡ ਲਾ ਕੇ ਮਤਲਬ ਇੱਕ ਤਰ੍ਹਾਂ ਦਾ ਪ੍ਰੋਟੈਕਸ਼ਨ ਦਾ ਕੰਮ ਕਰਦਾ, ਵੀ ਉਹਨਾਂ ਨੂੰ ਲੰਬੇ ਟਾਈਮ ਵਾਸਤੇ ਬਚੀਆਂ ਰਹਿਣ, ਸੜਨ ਨਾ, ਗਲਣ ਨਾ, ਹੈ ਨਾ, ਉਸ ਪਰਪਜ਼ ਵਾਸਤੇ ਯੂਜ਼ ਹੁੰਦਾ। ਪਰ ਕਈ ਫੂਡਸ 'ਚ ਇਹ ਨੈਚੁਰਲੀ ਵੀ ਪਾਇਆ ਜਾਂਦਾ ਫਾਰਮੈਲਡੀਹਾਈਡ, ਜਿਵੇਂ ਮਸ਼ਰੂਮ ਹੋ ਗਿਆ, ਮਸ਼ਰੂਮ 'ਚ ਨੈਚੁਰਲੀ ਫਾਰਮੈਲਡੀਹਾਈਡ ਹੁੰਦਾ। ਪਰ ਡਰਨ ਦੀ ਲੋੜ ਨਹੀਂ, ਇਹ ਨਹੀਂ ਕਿ ਮਸ਼ਰੂਮ ਖਾਣਾ ਛੱਡ ਦੋ, ਉਹ ਨਾ ਇੱਕ ਲਿਮਿਟ ਤੱਕ ਹੁੰਦਾ। ਉਨੀ ਕੁ ਲਿਮਿਟ ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ ਅਸੀਂ ਲੈ ਸਕਦੇ ਹਾਂ, ਸਾਡੀ ਬੋਡੀ ਨੂੰ ਕੋਈ ਖਤਰਾ ਨਹੀਂ। ਇੱਕ ਲਿਮਿਟ ਤੋਂ ਜ਼ਿਆਦਾ ਹੋਊਗੀ ਫਿਰ ਸਾਡੇ ਲਈ ਖਤਰਨਾਕ ਹੈ, ਨਾਲੇ ਉਹ ਤਾਂ ਨੈਚੁਰਲ ਹੈ, ਆਰਟੀਫਿਸ਼ਲੀ ਕੋਈ ਚੀਜ਼ ਖਰਾਬ ਕਰਦੀ ਹੈ। ਤਾਂ ਫਾਰਮੈਲਡੀਹਾਈਡ ਦਾ ਮਤਲਬ ਥੱਲੇ ਪਾਣੀ ਦੇ ਵਿੱਚ ਪੋਲਿਊਟ ਕਰਨ ਦੇ ਵਿੱਚ ਕੋਈ ਰੌਲਾ ਨਹੀਂ, ਵੈਸੇ ਕਾਰਸੀਓਜੈਨਿਕ ਹੈ, ਨੋ ਡਾਊਟ ਕਾਰਸੀਓਜੈਨਿਕ ਹੈਗਾ। ਤਾਂ ਦੂਸਰਾ ਆ ਗਿਆ ਸੋਰਬੀਟੋਲ। ਸੋਰਬੀਟੋਲ ਕੁਛ ਨਹੀਂ ਹੈਗਾ, ਸ਼ੂਗਰ ਅਲਕੋਹਲ ਹੁੰਦੇ ਨੇ ਸੋਰਬੀਟੋਲ। ਮਤਲਬ ਇਹ ਨੈਚੁਰਲੀ ਬਲੈਕਬੇਰੀਜ਼ 'ਚ, ਰੈਸਬੇਰੀਜ਼, ਸਟ੍ਰਾਬੇਰੀਜ਼ 'ਚ ਪਾਇਆ ਜਾਂਦਾ। ਕਮਰਸ਼ਲੀ ਇਹਨਾਂ ਨੂੰ ਵਰਤਿਆ ਜਾਂਦਾ ਸ਼ੂਗਰ ਦੀਆਂ ਕੈਲੋਰੀਜ਼ ਘਟਾਉਣ ਵਾਸਤੇ, ਜਿਹੜੀਆਂ ਖਾਸ ਕਰਕੇ ਚੋਕਲੇਟਸ ਹੋ ਗਈਆਂ, ਬੇਕਡ ਕੀਤੀਆਂ ਹੋਈਆਂ ਗੁੱਡਸ ਹੁੰਦੀਆਂ ਨੇ, ਕੋਈ ਜਿਵੇਂ ਕੇਕ ਹੋ ਗਿਆ, ਉਹਨਾਂ 'ਚ ਇਹਨੂੰ ਪਾਇਆ ਜਾਂਦਾ ਤਾਂ ਕਿ ਕੈਲੋਰੀਜ਼ ਸ਼ੂਗਰ ਦੀਆਂ ਰਿਡਿਊਸ ਕੀਤੀਆਂ ਜਾਣ, ਮੋਟਾਪੇ ਨੂੰ ਖਤਮ ਕੀਤਾ ਜਾਵੇ, ਠੀਕ ਹੈ। ਤਾਂ ਇਹ ਵੀ ਪਾਣੀ 'ਚ ਥੱਲੇ ਜਾਣ ਵਾਲਾ ਦਾ ਕੋਈ ਲਿੰਕ ਨਹੀਂ ਹੈਗਾ। ਆਰਸੈਨਿਕ ਫਲੋਰਾਈਡ ਆਪਾਂ ਨੇ ਪੜ੍ਹਿਆ ਸੀ ਦੰਦਾਂ ਨੂੰ ਲੈ ਕੇ, ਠੀਕ ਹੈ, ਕਿ ਫਲੋਰਾਈਡ ਟੀਥ ਦੇ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੈ ਨਾ, ਦੰਦਾਂ ਨੂੰ ਤੁਹਾਡੇ ਮਤਲਬ ਖ਼ਰਾਬ ਕਰ ਦੂਗਾ ਜੇ ਫਲੋਰਾਈਡ ਜ਼ਿਆਦਾ ਹੋਵੇ ਪਾਣੀ ਦੇ ਵਿੱਚ। ਈਵਨ ਮੈਂ ਤੁਹਾਨੂੰ ਐਗਜ਼ਾਮਪਲ ਬੱਚਿਆਂ ਵਾਲੀ ਵੀ ਸਮਝਾਈ ਸੀ ਕਿ ਬੱਚਿਆਂ ਦੇ ਜਿਹੜੇ ਟੁੱਥਪੇਸਟ ਹੁੰਦੇ ਨੇ ਫਲੋਰਾਈਡ ਫ੍ਰੀ ਹੁੰਦੇ ਨੇ, ਕਿਉਂਕਿ ਬੱਚੇ ਅੰਦਰ ਲੈ ਜਾਂਦੇ ਨੇ, ਉਹਨਾਂ ਨੂੰ ਨਹੀਂ ਉਹ ਕਰਨਾ ਆਉਂਦਾ ਬਰੱਸ਼ ਚੰਗੀ ਤਰ੍ਹਾਂ। ਤਾਂ ਜੇ ਜਾਊਗਾ ਫਲੋਰਾਈਡ ਜ਼ਿਆਦਾ ਅਮਾਊਂਟ 'ਚ, ਉਹ ਤਾਂ ਖਤਰਨਾਕ ਹੈ। ਇਸ ਕਰਕੇ ਫਲੋਰਾਈਡ ਉਹਨਾਂ ਦੇ ਜ਼ਿਆਦਾ ਬਹੁਤ ਘੱਟ ਅਮਾਊਂਟ 'ਚ ਹੁੰਦਾ ਜਾਂ ਹੁੰਦਾ ਹੀ ਨਹੀਂ ਹੈਗਾ, ਫਲੋਰਾਈਡ ਫ੍ਰੀ ਹੁੰਦੇ ਨੇ। ਤਾਂ ਇਹ ਵੀ ਇੱਕ ਫੈਕਟ ਯਾਦ ਰੱਖੋ, ਸ਼ਾਇਦ ਕੁਐਸਚਨ ਵੀ ਹੈਗਾ ਪਾਇਆ ਹੋਇਆ। ਤਾਂ 135 ਆਪਣੇ ਆਪ 'ਚ ਕਰੈਕਟ ਆਪਸ਼ਨ ਹੋ ਗਈ। ਤਾਂ ਇਹ ਕੁਐਸਚਨ ਹੋ ਗਿਆ 53। 54th ਕੁਐਸਚਨ 'ਤੇ ਚੱਲਦੇ ਹਾਂ। ਵਿਚ ਆਫ ਦਾ ਫੋਲੋਇੰਗ ਆਰ ਦਾ ਮੋਸਟ ਇੰਪੋਰਟੈਂਟ ਪੋਲਿਊਟੈਂਟਸ ਰਿਲੀਜ਼ਡ ਬਾਈ ਸਟੀਲ ਇੰਡਸਟਰੀ। ਇਹ ਸੌਖਾ ਸਵਾਲ ਆ, ਦੇਖੋ ਸਲਫਰ ਵੀ ਕੱਢੂ, ਨਾਈਟ੍ਰੋਜਨ, ਸਾਰੇ ਹੀ ਪੋਲਿਊਟੈਂਟਸ ਨੇ ਜਿਹੜੇ ਸਟੀਲ ਇੰਡਸਟਰੀ 'ਚੋਂ ਨਿਕਲਦੇ ਨੇ। ਤਾਂ ਇਹ ਵੀ ਡਿਸਕਸ ਕੀਤੇ ਸੀ ਆਪਾਂ, ਤਾਂ ਉੱਥੋਂ ਈਜ਼ੀ ਸੀ ਕੁਐਸਚਨ, ਔਖਾ ਨਹੀਂ ਸੀ। ਆ ਦੇਖੋ ਐਕਸੈਸ ਆਫ ਪ੍ਰੈਜੈਂਸ ਆਫ, ਇਹਨਾਂ 'ਚੋਂ ਕਿਹਦੀ ਜ਼ਿਆਦਾ ਅਮਾਊਂਟ ਬੱਚਿਆਂ ਦੇ ਦੰਦ ਖਰਾਬ ਕਰ ਦਿੰਦੀ ਹੈ? ਫਲੋਰਾਈਡ। ਇਹ ਤਾਂ ਆਪਾਂ ਬਹੁਤ ਕਈ ਵਾਰ ਡਿਸਕਸ ਹੋ ਗਿਆ, ਅਤੇ ਇਹ ਕੁਐਸਚਨ ਇੰਪੋਰਟੈਂਟ ਵੀ ਆ, ਧਿਆਨ 'ਚ ਰੱਖਿਓ, ਠੀਕ ਹੈ। ਅਗਲਾ ਕੁਐਸਚਨ 56th। ਵਿਚ ਆਫ ਦਾ ਫੋਲੋਇੰਗ ਹਿਊਮਨ ਐਕਟੀਵਿਟੀਜ਼ ਕਾਜ਼ ਸੋਇਲ ਪੋਲਿਊਸ਼ਨ। ਹੁਣ ਇਹਨਾਂ 'ਚੋਂ ਸੋਇਲ ਪੋਲਿਊਸ਼ਨ ਕਿਹਦੇ ਨਾਲ ਹੁੰਦਾ? ਵੇਸਟ ਡੰਪ, ਥੱਲੇ ਟੋਏ ਪੱਟ ਕੇ ਜਿਹੜੇ ਵੇਸਟ ਆਪਾਂ ਡੰਪ ਬਣਾਉਂਦੇ ਹਾਂ, ਬਿਲਕੁਲ ਮਿੱਟੀ ਨੂੰ ਖਰਾਬ ਕਰਦੇ ਨੇ। ਮਿਊਨਿਸਪਲ ਵੇਸਟ ਅਸੀਂ ਸਿੱਟੇ ਪਏ ਨੇ, ਉਹ ਤਾਂ ਸਭ ਤੋਂ ਬੈਰੀ ਨੇ। ਐਗਰੋ ਕੈਮੀਕਲਸ, ਖੇਤਾਂ ਦੇ ਵਿੱਚ ਪੈਸਟੀਸਾਈਡ ਛਿੜਕਦੇ ਹੋ, ਉਹ ਵੀ ਮਿੱਟੀ ਖਰਾਬ ਕਰ ਰਹੇ ਨੇ। ਅਰਬਨਾਈਜੇਸ਼ਨ,
ਅਰਬਨਾਈਜੇਸ਼ਨ ਵੀ ਕਰਦੀ ਅਰਬਨਾਈਜੇਸ਼ਨ ਦਾ ਮਤਲਬ ਕੀ ਹੈ, ਜੰਗਲ ਖਤਮ ਕਰੀ ਜਾ ਰਹੇ ਹੋ, ਘਰ ਬਣਾਈ ਜਾ ਰਹੇ ਹੋ, ਤਾਂ ਮਿੱਟੀ ਤਾਂ ਖਤਮ ਹੋ ਹੀ ਰਹੀ ਹੈ। ਤਾਂ ਸਾਰੇ ਹੀ ਆਪਣੇ ਆਪ ਦੇ ਵਿੱਚ ਐਕਟੀਵਿਟੀਜ਼ ਨੇ ਜਿਹੜੀਆਂ ਸੋਇਲ ਪੋਲਿਊਸ਼ਨ ਕਾਜ਼ ਕਰਦੀਆਂ ਨੇ। ਅਗਲੇ ਕੁਐਸਚਨ ਤੇ ਆ ਗਏ, ਸੀਵੇਜ ਤੇ ਸਲੱਜ ਤੇ ਇੰਡਸਟਰੀਅਲ ਸੋਲਿਡ ਵੇਸਟ ਆਰ ਯੂਜ਼ਡ ਐਜ਼ ਲੈਂਡਫਿਲਸ। ਬਿਲਕੁਲ, ਲੈਂਡਫਿਲਸ ਦਾ ਕੰਮ ਹੀ ਕਰਦੇ ਨੇ ਇਹ। ਦੂਜਾ ਫਲਾਈ ਐਸ਼ ਦੀਆਂ ਆਪਾਂ ਮਲਟੀਪਲ ਐਪਲੀਕੇਸ਼ਨਸ ਪੜ੍ਹੀਆਂ ਸੀ, ਠੀਕ ਹੈ। ਕੰਸਟਰਕਸ਼ਨ, ਇੱਟਾਂ, ਸਰਕਾਰ ਕਹਿ ਰਹੀ ਹੈ ਕਿ ਇੱਟਾਂ ਇਹਦੀਆਂ ਬਣਾਓ, ਬਹੁਤ ਜ਼ਿਆਦਾ ਸਟਰੋਂਗ ਅਤੇ ਬ੍ਰਿਟਲ ਹੋਣਗੀਆਂ। ਸਰਕਾਰ ਕਹਿ ਰਹੀ ਹੈ ਕਿ ਫਲਾਈਓਵਰ ਬਣਾ ਰਹੇ ਹੋ, ਉਹਨਾਂ ਦੇ ਵਿੱਚ ਇਹਨਾਂ ਨੂੰ ਸਿੱਟੋ, ਠੀਕ ਹੈ, ਫਲਾਈ ਐਸ਼ ਨੂੰ ਜਿਸ ਤਰੀਕੇ ਨਾਲ ਯੂਟੀਲਾਈਜ਼ ਹੋਣਾ ਚਾਹੀਦਾ। ਤਾਂ ਕੰਸਟਰਕਸ਼ਨ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ 'ਚ ਫਲਾਈ ਐਸ਼ ਯੂਜ਼ ਕੀਤੀ ਜਾ ਰਹੀ ਹੈ। ਤਾਂ ਇਹ ਦੋਨੋਂ ਹੀ ਆਪਣੇ ਆਪ ਦੇ ਵਿੱਚ ਠੀਕ ਨੇ ਸਟੇਟਮੈਂਟਸ। ਅੱਗੇ ਆ ਐਕਟ ਦਾ ਤੁਸੀਂ ਨੇ ਕ੍ਰੋਨੋਲੋਜੀਕਲ ਆਰਡਰ ਲਾਉਣਾ ਸੀਗਾ, ਠੀਕ ਹੈ। ਜਿਹੜਾ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਆ 1986 'ਚ ਆਇਆ, ਵਾਟਰ ਐਕਟ 1974 'ਚ ਆਇਆ, ਏਅਰ ਪ੍ਰੀਵੈਂਸ਼ਨ ਵਾਲਾ ਜਿਹੜਾ ਐਕਟ ਹੈਗਾ 1981 'ਚ ਆਇਆ, ਅਤੇ ਜੇ ਮੈਂ ਇਨਸੈਕਟੀਸਾਈਡ ਐਕਟ ਦੀ ਕਰਾਂ ਉਹ ਸਭ ਤੋਂ ਪਹਿਲਾਂ ਆਇਆ ਹੋਇਆ 1968 ਦੇ ਵਿੱਚ, ਠੀਕ ਹੈ। ਮਤਲਬ ਇਨਸੈਕਟੀਸਾਈਡ ਖੇਤਾਂ 'ਚ ਕਿਹੜੇ ਪਾਉਣੇ ਨੇ, ਕਿਹੜੇ ਬੈਂਡ ਹੋਣਗੇ, ਉਸ ਗੱਲ ਨੂੰ ਲੈ ਕੇ ਇਹ ਐਕਟ ਮਸ਼ਹੂਰ ਸੀ ਘੱਟੋ ਘੱਟ। ਚਲੋ ਇਨਸੈਕਟੀਸਾਈਡ ਐਕਟ ਸ਼ਾਇਦ ਤੁਸੀਂ ਨੇ ਨਾ ਸੁਣਿਆ ਹੋਵੇ, ਨਵਾਂ ਹੋਵੇ, ਪਰ ਆਹ 3 ਐਕਟ ਤਾਂ ਤੁਸੀਂ ਨੇ ਸਾਰੇ ਸੁਣੇ ਹੋਣਗੇ, ਕਿਉਂਕਿ ਇਹ ਤਾਂ ਆਪਣੇ ਜੇ ਆਪਾਂ ਪੜ੍ਹ ਰਹੇ ਹਾਂ ਸੈਨੀਟੇਸ਼ਨ ਨੂੰ ਲੈ ਕੇ, ਤਾਂ ਆਹ ਐਕਟਾਂ ਬਾਰੇ ਨੌਲੇਜ ਨਾ ਹੋਵੇ ਫਿਰ ਤਾਂ ਅਧੂਰੀ ਨੌਲੇਜ ਆ ਸਾਡੇ ਕੋਲੇ, ਤਾਂ ਇਹਨਾਂ ਬਾਰੇ ਤਾਂ ਜ਼ਰੂਰ ਪਤਾ ਹੋਵੇ ਤੁਹਾਨੂੰ। ਅੱਗੇ ਆ ਗਿਆ, ਇਹਨਾਂ ਦੇ ਵਿੱਚੋਂ ਕਿਹੜੇ ਮੇਜਰ ਸੋਰਸਿਸ ਨੇ ਕਲੋਰੋਫਲੋਰੋਕਾਰਬਨਸ ਦੇ, ਠੀਕ ਹੈ। ਆਪਾਂ ਨੇ ਦੇਖੋ ਮੌਂਟਰੀਅਲ ਪ੍ਰੋਟੋਕੋਲ ਪੜ੍ਹਿਆ ਸੀਗਾ, ਉਹਦੇ 'ਚ ਜਾਣਿਆ ਸੀਗਾ ਵੀ ਕਿਵੇਂ ਕਲੋਰੋਫਲੋਰੋਕਾਰਬਨਸ ਜਾਂ ਫਿਰ ਹਾਈਡਰੋਫਲੋਰੋਕਾਰਬਨਸ ਆਏ, ਉਸ ਤੋਂ ਬਾਅਦ ਓਫਲੀਨ ਆ ਗਿਆ, ਠੀਕ ਹੈ। ਉਹ ਸਾਰਾ ਕੁਛ ਆਪਾਂ ਨੇ ਪੜ੍ਹਿਆ ਸੀ, ਅਤੇ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਿਹੜੇ ਏਅਰ ਕੰਡੀਸ਼ਨਰ ਜਾਂ ਰੈਫਰੀਜਰੇਸ਼ਨਾਂ ਦੇ ਵਿੱਚ ਹੈਗੇ ਨੇ, ਉੱਥੋਂ ਕਲੋਰੋਫਲੋਰੋਕਾਰਬਨ ਬਣਦੇ ਨੇ ਜ਼ਿਆਦਾ, ਹੈ ਨਾ, ਉਹ ਸੋਰਸ ਨੇ। ਅਤੇ ਉਹਨੂੰ ਖ਼ਤਮ ਕੀਤਾ ਸੀਗਾ ਜਿਹੜਾ ਉਹ ਸਾਡੇ ਕੋਲ ਮੌਂਟਰੀਅਲ ਪ੍ਰੋਟੋਕੋਲ ਸਾਈਨ ਹੋਇਆ ਸੀ, ਜਾਂ ਉਦੋਂ ਬਾਅਦ ਉਹਦੀ ਅਮੈਂਡਮੈਂਟ ਹੋਈ ਹੈਗੀ। ਤਾਂ ਉਸ ਚੀਜ਼ ਨੂੰ ਲੈ ਕੇ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਕਲੋਰੋਫਲੋਰੋਕਾਰਬਨ ਦੇ ਸੋਰਸਿਸ ਹੈਗੇ ਨੇ। ਰੈਫਰੀਜਰੇਸ਼ਨ ਹੋਣਗੇ, ਏਅਰ ਕੰਡੀਸ਼ਨਰ ਤਾਂ ਖਾਸ ਨੇ, ਠੀਕ ਹੈ। ਇੰਡਸਟਰੀਅਲ ਸੋਲਵੈਂਟਸ ਦੇ ਵਿੱਚ ਵੀ ਪਾਏ ਜਾਂਦੇ ਨੇ ਇਹ, ਫੋਮ ਦੀ, ਪਲਾਸਟਿਕ ਦੇ ਫੋਮ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹਦੇ 'ਚ ਵੀ। ਤਾਂ ਚਾਰਾਂ ਦੇ ਵਿੱਚ ਹੀ ਕਲੋਰੋਫਲੋਰੋਕਾਰਬਨਸ ਦੀ ਸੋਰਸ ਮਿਲਦੇ ਨੇ, ਚਾਰਾਂ ਦੇ ਵਿੱਚੋਂ ਹੀ ਇਹ 4 ਇਹੋ ਜਿਹੀਆਂ ਥਾਵਾਂ ਨੇ ਜਿੱਥੇ ਇਹ ਯੂਜ਼ ਕੀਤੇ ਜਾਂਦੇ ਨੇ। ਇੱਥੋਂ ਹੀ ਇਹਨਾਂ ਨੂੰ ਰਿਪਲੇਸ ਕਰਨ ਦੇ ਲਈ ਉਹ ਪ੍ਰੋਟੋਕੋਲ ਸਾਈਨ ਹੋਇਆ ਸੀਗਾ। ਅੱਗੇ ਕੁਐਸਚਨ ਹੋ ਗਿਆ 60ਵਾਂ। ਇਹ ਬਹੁਤ ਪੇਪਰਾਂ 'ਚ ਸਵਾਲ ਪੁੱਛਿਆ ਜਾ ਚੁੱਕਾ, ਮੈਂ ਜਾਣ ਕੇ ਆ 2 ਡਾਇਰੈਕਟ ਨਾਮ ਨਹੀਂ ਪਾਏ, ਅਮੈਂਡਮੈਂਟਸ ਪਾਤੀਆਂ, ਕਿਉਂਕਿ ਮੈਨੂੰ ਆਏ ਸੀ ਵੀ 2 ਕੁਐਸਚਨ ਲੱਗਦੇ ਹੱਥ ਕਵਰ ਹੋ ਜਾਣਗੇ, ਠੀਕ ਹੈ। ਹੁਣ ਰੋਟਰਡੈਮ ਕਿਹੜੀ ਹੈ ਜੀ? ਪ੍ਰਾਇਰ ਇਨਫੋਰਮਡ ਕੰਸੈਂਟ। ਤੁਸੀਂ ਕੋਈ ਵੀ ਪੈਸਟੀਸਾਈਡ ਕੁਛ ਵੀ ਭੇਜਦੇ ਹੋ, ਠੀਕ ਹੈ, ਉਹਦੇ ਉੱਤੇ ਪਹਿਲਾਂ ਲਿਖਿਆ ਹੋਣਾ ਚਾਹੀਦਾ ਪ੍ਰਾਇਰ ਕੰਸੈਂਟ ਵੀ ਇਹ 'ਚ ਕੀ ਹੈ ਕੀ ਨਹੀਂ, ਠੀਕ ਹੈ, ਉੱਪਰ ਲੇਬਲਿੰਗ ਪ੍ਰੋਪਰ ਹੋਵੇ। ਬੇਸਲ ਕਨਵੈਨਸ਼ਨ ਕੀ ਕਹਿੰਦੀ ਹੈ? ਬੇਸਲ ਕਨਵੈਨਸ਼ਨ ਕਹਿੰਦੀ ਹੈ ਕਿ ਟਰਾਂਸਬਾਊਂਡਰੀ ਹਜ਼ਰਡੀਅਸ ਵੇਸਟ ਦੀ ਰਿਡਿਊਸ ਕਰਨੀ, ਵੀ ਉਹ ਐਵੇਂ ਤੁਸੀਂ ਟਰਾਂਸਬਾਊਂਡਰੀ ਜਿਵੇਂ ਇੱਕ ਦੂਜੇ ਦੇਸ਼ 'ਚ ਸਿੱਟੇ ਆਉਂਦੇ ਸੀਗੇ, ਜਿਵੇਂ ਤੁਹਾਨੂੰ ਸਮਝਾਇਆ ਸੀਗਾ ਕਿ ਜਿਵੇਂ ਇੱਕ ਦੇਸ਼ ਦਾ ਵੇਸਟ ਹੈ ਉਹ ਚੱਕ ਕੇ ਦੂਜੇ ਦੇਸ਼ 'ਚ ਸੁੱਟ ਦਿੰਦੇ ਸੀਗੇ, ਵੀ ਕਿਸੇ ਅਫਰੀਕਾ ਦੀਆਂ ਕੰਟਰੀਆਂ ਦੇ ਕੰਡਿਆਂ 'ਤੇ ਲਾਹੇ ਆਏ ਉੱਥੇ। ਤਾਂ ਉਹ ਚੀਜ਼ ਨੂੰ ਰੋਕਣ ਵਾਸਤੇ ਹੈ ਵੀ ਤੁਸੀਂ ਕਿਸੇ ਹੋਰ ਨੂੰ ਕਿਉਂ ਬਿਮਾਰ ਕਰ ਰਹੇ ਹੋ। ਪਰ ਮੈਂ ਤੁਹਾਨੂੰ ਦੱਸਿਆ ਸੀਗਾ ਫਿਰ ਵੀ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਚਾਲ ਖੇਡ ਹੀ ਗਈਆਂ, ਜਿਹੜਾ ਨਿਊਕਲੀਅਰ ਵੇਸਟ ਹੈ ਉਹਨੂੰ ਇਸ ਕੈਟੇਗਰੀ 'ਚੋਂ ਕੱਢਤਾ। ਤਾਂ ਜਿਹੜੀ ਬੇਸਲ ਕਨਵੈਨਸ਼ਨ ਆ ਇਹਦੇ ਅੰਡਰ ਨਿਊਕਲੀਅਰ ਵੇਸਟ ਨਹੀਂ ਕਵਰ ਹੁੰਦਾ। ਨਿਊਕਲੀਅਰ ਅੱਜ ਵੀ ਉਹ ਆਪਣੇ ਦੇਸ਼ ਤੋਂ ਦੂਰ ਕਿਸੇ ਅਫਰੀਕਾ ਜੀ ਪੈਸੇ ਦੇ ਕੇ ਸੁੱਟ ਕੇ ਆਉਂਦੇ ਨੇ, ਠੀਕ ਹੈ। ਤਾਂ ਉਹ ਇੰਪੋਰਟੈਂਟ ਪੁਆਇੰਟ ਆ, ਯਾਦ ਰੱਖਿਓ ਬੇਸਲ ਕਨਵੈਨਸ਼ਨ ਦੇ ਪੁਆਇੰਟ ਆਫ ਵਿਊ ਤੋਂ। ਦੋਹਾ ਅਮੈਂਡਮੈਂਟ ਕਿਹੜੀ ਹੈ ਬਈ? ਮੌਂਟਰੀਅਲ ਦੀ ਜਿਹੜੀ ਅਮੈਂਡਮੈਂਟ ਹੋਈ ਹੈ ਬਾਅਦ 'ਚ, ਉਹ ਦੋਹਾ ਦੇ ਵਿੱਚ ਹੋਇਆ ਅਮੈਂਡਮੈਂਟ, ਠੀਕ ਹੈ। ਤਾਂ ਉਹ ਕਿਹਦੇ ਰਿਲੇਟਡ ਹੋ ਗਿਆ? ਮੌਂਟਰੀਅਲ ਕਿਹਦੇ ਰਿਲੇਟਡ ਹੈ? ਮੌਂਟਰੀਅਲ ਨਹੀਂ ਹੈਗੀ, ਮੈਂ ਜਾਣ ਬੁੱਝ ਕੇ ਬੋਲ ਰਿਹਾ ਸੀਗਾ, ਮੈਂ ਤੁਹਾਨੂੰ ਦੇਖਣਾ ਚਾਹੁੰਦਾ ਸੀਗਾ ਕਿ ਠੀਕ ਹੈ। ਤਾਂ ਹੁਣ ਦੇਖੋ ਸੀ ਦਾ ਦੋਹਾ ਸਾਡੇ ਕੋਲੇ ਹੋ ਗਿਆ ਗ੍ਰੀਨ ਹਾਊਸ ਗੈਸਿਸ ਲਈ, ਯਾਨੀ ਕਿ ਕਿਓਟੋ ਦੀ, ਅਤੇ ਕਿਓਟੋ ਦੀ ਹੋ ਗਈ ਦੋਹਾ ਅਮੈਂਡਮੈਂਟ, ਮੈਂ ਉਲਟਾ ਬੋਲਿਆ ਸੀਗਾ ਜਸ। ਅਤੇ ਅਗਲੀ ਗੱਲ ਹੋ ਗਈ ਡੀ, ਕਿਗਾਲੀ ਅਮੈਂਡਮੈਂਟ ਕਿਹਦੇ 'ਚ ਹੋਈ ਹੈ? ਓਜ਼ੋਨ ਨੂੰ ਲੈ ਕੇ ਕਿਹੜਾ? ਮੌਂਟਰੀਅਲ ਹੈ, ਠੀਕ ਹੈ। ਤਾਂ ਆਹ ਅਮੈਂਡਮੈਂਟਸ ਜ਼ਰੂਰ ਯਾਦ ਰੱਖਿਓ, ਕਨਫਿਊਜ਼ ਕਰਦੀਆਂ ਨੇ ਹਮੇਸ਼ਾ। ਇਹਨੂੰ ਯਾਦ ਕਰਨ ਦਾ ਮੈਂ ਜਾਣ ਕੇ ਉਲਟਾ ਬੋਲ ਕੇ ਮੈਂ ਸਿਰਫ ਇੱਕ ਗੱਲ ਕਹਿਣਾ ਚਾਹ ਰਿਹਾ ਕਿ ਤੁਹਾਨੂੰ ਮੈਂ ਕਿਵੇਂ ਯਾਦ ਕਰਾਵਾਂ, ਠੀਕ ਹੈ। ਜੇ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਵੀ ਦੋਹਾ ਦੀ ਕਿਹੜੀ ਹੈ, ਕਿਗਾਲੀ ਦੀ ਕਿਹੜੀ ਹੈ, ਵੀ ਕਿਹੜੇ ਦੀ ਕਿਹੜੀ ਹੈ, ਹੈ ਨਾ। ਤਾਂ ਕਿਓਟੋ ਕਿਤੋਂ ਪੈਂਦਾ? ਕੇ ਤੋਂ। ਕਿਗਾਲੀ ਕਿਤੋਂ ਪੈਂਦਾ? ਕੇ ਤੋਂ। ਪਰ ਇਹ ਦੋਨੋਂ ਉਲਟੇ ਨੇ, ਸਮਝ ਗਏ? ਬਸ ਐਂ ਯਾਦ ਕਰ ਲਓ, ਇਸ ਤਰੀਕੇ ਨਾਲ ਯਾਦ ਰੱਖਿਆ ਜਾ ਸਕਦਾ ਵੀ ਕਿਓਟੋ ਦੀ ਕਿਹੜੀ ਹੈ? ਕਿਓਟੋ ਦੀ ਦੋਹਾ, ਅਤੇ ਮੌਂਟਰੀਅਲ ਦੀ ਕਿਹੜੀ ਹੈ? ਕਿਗਾਲੀ ਅਮੈਂਡਮੈਂਟ ਆ। ਤਾਂ ਐਵੇਂ ਯਾਦ ਕਰ ਸਕਦੇ ਹੋ। ਮੈਂ ਤਾਂ ਸਿਰਫ ਇੱਕ ਤਰੀਕਾ ਸਿਖਾਉਣਾ ਸੀ, ਤਾਂ ਤੁਹਾਨੂੰ ਗਲਤ ਬੋਲ ਕੇ ਇੱਕ ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਾਂ ਆਪਣੇ ਕੋਲ ਏ ਹੋ ਗਿਆ 60ਵੇਂ ਦਾ ਕਰੈਕਟ ਆਨਸਰ। ਉਮੀਦ ਹੈ ਕਿ ਤਾਂ ਸਭ ਦਾ ਠੀਕ ਹੋਊਗਾ। ਅੱਗੇ ਚੱਲਦੇ ਹਾਂ। ਅਰੇਂਜ ਕਰਨੀਆਂ ਗ੍ਰੀਨ ਹਾਊਸ ਗੈਸਿਸ ਇਨਕਰੀਜ਼ਿੰਗ ਆਰਡਰ 'ਚ, ਇਹ ਕੁਐਸਚਨ ਆਪਾਂ ਨੇ ਡਿਸਕਸ਼ਨ 'ਚ ਵੀ ਕਰਿਆ ਸੀਗਾ, ਠੀਕ ਹੈ। ਇਹ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ SF6 ਸਭ ਤੋਂ ਜ਼ਿਆਦਾ ਹਾਰਮਫੁਲ ਹੁੰਦੀ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਨੰਬਰ ਆਉਂਦਾ ਸੀ ਨਾਈਟਰਸ ਦਾ,
ਫਿਰ ਮਿਥੇਨ ਦਾ ਸਭ ਤੋਂ ਘੱਟ ਹੁੰਦੀ ਹੈ ਕਾਰਬਨ ਡਾਈਆਕਸਾਈਡ। ਤਾਂ ਇਹਨੂੰ ਡਿਕਰੀਜ਼ਿੰਗ ਤੋਂ ਇਨਕਰੀਜ਼ਿੰਗ ਆਰਡਰ ਵੱਲ ਲਾਉਣਾ, ਤਾਂ 1 ਫਿਰ ਮਿਥੇਨ 2 ਫਿਰ 4, ਤਾਂ ਆਪਸ਼ਨ ਹੋ ਗਿਆ ਜੀ ਸਾਡੇ ਕੋਲੇ ਬੀ। ਅਗਲਾ ਕੁਐਸਚਨ ਆ ਗਿਆ ਸਾਡੇ ਕੋਲੇ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ ਅਬਾਊਟ ਦਾ ਕੈਟਾਲਿਟਿਕ ਕਨਵਰਟਰਸ। ਕੈਟਾਲਿਟਿਕ ਕਨਵਰਟਰਸ ਨੂੰ ਲੈ ਕੇ ਆ ਆਪਾਂ ਨੇ BS6 ਨੋਰਮਸ ਪੜ੍ਹੇ ਸੀਗੇ, ਭਾਰਤ ਸਟੇਜ 6 ਨੋਰਮਸ। ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੀ ਚੇਂਜਸ ਲੈ ਕੇ ਆ ਰਹੇ ਆ। ਉਹਦੇ ਵਿੱਚ ਫਿਊਲ ਵੀ ਚੇਂਜ ਕਰਤਾ, ਐਜ਼ ਵੈਲ ਐਜ਼ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਕੈਟਾਲਿਟਿਕ ਕਨਵਰਟਰਸ ਪਾਏ ਜਾ ਰਹੇ ਨੇ ਕਿੱਥੇ, ਮੂਹਰੇ ਬੋਨਟ 'ਚ, ਜਿਹਦੇ ਕਰਕੇ ਬੋਨਟ 'ਚ ਚੌੜੇ ਹੋ ਜਾਣੇ ਆ, ਪ੍ਰੋਬਲਮ ਆਉਣ ਵਾਲੀ ਆ ਸਾਡੇ, ਹੈ ਨਾ ਵੀ, ਕਿਉਂਕਿ ਟੈਕਸ ਸਲੈਬ ਵੱਧ ਜੂਗੀ ਛੋਟੀਆਂ ਗੱਡੀਆਂ ਦੀ, ਤੇ ਕਿਉਂਕਿ ਜੋ ਐਟ ਪ੍ਰੈਜ਼ੈਂਟ ਚੱਲ ਰਿਹਾ, ਤਾਂ ਉਹ ਚੀਜ਼ ਨੂੰ ਲੈ ਕੇ ਆ ਕੈਟਾਲਿਟਿਕ ਕਨਵਰਟਰਸ 'ਚ। ਪੂਰੀ ਆਪਾਂ ਫੋਟੋ ਥਰੂ ਥੋਰਲੀ ਪੜ੍ਹਿਆ ਸੀ ਉਸ ਚੀਜ਼ ਨੂੰ। ਬਿਲਕੁਲ ਪੋਲਿਊਟੈਂਟ ਲੈਸ ਟੌਕਸਿਕ ਕਰਨਗੇ, ਉਹ ਫਿਲਟਰ ਕਰਕੇ ਦੇਣਗੇ ਜਿਹੜੇ ਸਾਡੇ ਕੋਲ ਸਲਫਰ ਅਤੇ ਨਾਈਟਰਸ ਆਕਸਾਈਡਸ ਨਿਕਲਦੇ ਨੇ ਉਹਨਾਂ ਨੂੰ, ਠੀਕ ਹੈ। ਪਹਿਲਾਂ ਆਪਣੀ ਜਗ੍ਹਾ ਠੀਕ ਹੈ। ਦੂਜੀ ਗੱਲ ਕੀ ਕਹਿ ਰਿਹਾ ਇਹ, ਦੂਜੀ ਗੱਲ ਇਹ ਕਹਿ ਰਿਹਾ ਕਿ ਵਹੀਕਲਸ ਇਕੁਇਪਡ ਵਿਦ ਦਿਸ ਸ਼ੁੱਡ ਯੂਜ਼ ਅਨਲਿਡਡ ਪੈਟਰੋਲ। ਆਹੀ ਤਾਂ ਮੈਂ ਕਹਿ ਰਿਹਾ ਸੀਗਾ ਕਿ ਫਿਊਲ ਜਿਹੜਾ ਹੈਗਾ ਉਹ ਹੁਣ ਫਿਊਲ ਵੀ ਚੇਂਜ ਕਰਤਾ। ਹੁਣ ਵਾਲੇ ਫਿਊਲ 'ਚ ਲੈਡ ਬਹੁਤ ਪਾਇਆ ਜਾਂਦਾ, ਅਤੇ ਜਿਹੜਾ ਹੁਣ ਫਿਊਲ ਇਹਨਾਂ 'ਚ ਪਊਗਾ BS6 ਦੇ ਤਹਿਤ, ਤਾਂ ਉਹ ਫਿਊਲ ਵੀ ਲੈਡ ਫਰੀ ਹੋਊਗਾ, ਕਿਉਂਕਿ ਲੈਡ ਦੇ ਥਰੂ ਵੀ ਬਹੁਤ ਪੋਲਿਊਸ਼ਨ ਹੁੰਦਾ, ਕਿ ਟੌਕਸਿਕ ਸਾਡੇ ਕੋਲ ਸਬਸਟਾਂਸ ਹੈ ਲੈਡ, ਤਾਂ ਲੈਡ ਫਰੀ ਫਿਊਲ ਹੋਊਗਾ। ਤਾਂ ਕਰਕੇ ਦੋਨੋਂ ਹੀ ਆਪਣੇ ਆਪ 'ਚ ਠੀਕ ਨੇ। ਜਿਹਨੇ ਲੈਕਚਰ ਚੰਗੀ ਤਰ੍ਹਾਂ ਸੁਣਿਆ ਹੋਊਗਾ, ਮੈਨੂੰ ਲੱਗਦਾ ਉਹਦੇ ਇਹ ਕੁਐਸਚਨ ਠੀਕ ਹੋਊਗਾ, ਗਲਤੀ ਨਹੀਂ ਕਰੀ ਹੋਊਗੀ। ਅੱਗੇ ਚੱਲਦੇ ਹਾਂ। ਆਹ ਤੁਹਾਡੀ ਬੇਸਿਕ ਅੰਡਰਸਟੈਂਡਿੰਗ ਦਾ ਸਵਾਲ ਸੀਗਾ, ਅਤੇ ਮੈਨੂੰ ਲੱਗਦਾ ਇਹ ਜਿਹਨੇ ਤਾਂ ਬੇਸਿਕ ਅੰਡਰਸਟੈਂਡਿੰਗ ਸਹੀ ਲਾਈ ਹੋਊ ਸਭ ਦਾ ਠੀਕ ਹੀ ਹੋਊਗਾ। ਹੁਣ ਬੜੀ ਸਿੰਪਲ ਜੀ ਗੱਲ ਆ, ਸਾਈਲੈਂਟ ਜ਼ੋਨ ਦਾ ਕੀ ਮਤਲਬ ਆ, ਉਨੀ ਘੱਟ ਹੋਣੀ ਚਾਹੀਦੀ ਆ ਪਿੱਚ, ਠੀਕ ਆ, ਲੈਵਲ ਨੋਇਸ ਦਾ। ਸਭ ਤੋਂ ਘੱਟ ਕਿਹੜੀ ਆ 50, ਸਾਈਲੈਂਟ ਜ਼ੋਨ 4। ਇਦੋਂ ਬਾਅਦ ਤੁਹਾਡੇ ਹਿਸਾਬ ਨਾਲ ਘੱਟ ਕਿਹੜੀ ਹੋਣੀ ਚਾਹੀਦੀ ਆ, ਰੈਜ਼ੀਡੈਂਸ਼ੀਅਲ ਏਰੀਆ ਹੀ ਘੱਟ ਹੋਣਾ ਚਾਹੀਦਾ। ਹੁਣ ਲੋਕਾਂ ਦੇ ਕੰਨ ਥੋੜ੍ਹੋ ਪਾੜਨੇ ਆ, ਤਾਂ 55 ਹੋ ਗਈ। ਇਸ ਤੋਂ ਬਾਅਦ ਕਿਹੜੀ ਹੋਣੀ ਚਾਹੀਦੀ ਆ, ਠੀਕ ਹੈ। ਜੇ ਤੁਸੀਂ ਆਹ 2 ਵੀ ਕੱਢ ਲਏ, ਮੈਨੂੰ ਲੱਗਦਾ ਆਨਸਰ ਤਾਂ ਨਿਕਲ ਗਿਆ, ਅੱਗੇ ਕੁਛ ਰਿਹਾ ਹੀ ਨਹੀਂ, ਠੀਕ ਹੈ। ਇੰਡਸਟਰੀ 'ਚ ਸਭ ਤੋਂ ਵੱਧ ਹੁੰਦੀ ਹੈ ਰੱਖੀ ਹੋਈ, ਇੰਡਸਟਰੀਅਲ ਏਰੀਆ 'ਚ, ਕਮਰਸ਼ੀਅਲ ਏਰੀਆ 'ਚ ਉਸ ਤੋਂ ਬਾਅਦ ਹੁੰਦੀ ਹੈ, ਅਤੇ ਉਦੋਂ ਬਾਅਦ ਰੈਜ਼ੀਡੈਂਸ਼ੀਅਲ ਸਭ ਤੋਂ ਲਾਸਟ 'ਚ ਸਾਈਲੈਂਟ ਜ਼ੋਨ 'ਚ ਹੁੰਦੀ ਹੈ। ਤਾਂ ਮਤਲਬ ਬੇਸਿਕ ਅੰਡਰਸਟੈਂਡਿੰਗ ਨਾਲ ਇਹ ਸਵਾਲ ਬੜੇ ਆਰਾਮ ਨਾਲ ਸੋਲਵ ਹੋਣਾ ਚਾਹੀਦਾ ਸੀ, ਐਡਾ ਔਖਾ ਸਵਾਲ ਨਹੀਂ ਸੀ। 64th ਕੁਐਸਚਨ ਤੇ ਆ ਜਾਓ। ਇਹ ਇੱਕ ਸਕੀਮਸ 'ਚੋਂ ਪਾਤਾ ਮੈਂ, ਕਿਉਂਕਿ ਨਿਊਟ੍ਰੀਸ਼ਨ ਦਾ ਮੁੱਦਾ ਸੀਗਾ। ਤਾਂ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਦੇ ਬਾਰੇ ਦੱਸੋ ਤੁਸੀਂ। ਇਹਦਾ ਰੀਨੇਮ ਕਰ ਦਿੱਤਾ ਗਿਆ ਪੋਸ਼ਾਨ ਅਭਿਆਨ, ਬਿਲਕੁਲ ਠੀਕ ਹੈ। 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਦਾ ਨਿਊਟ੍ਰੀਸ਼ਨ ਲੈਵਲ ਇੰਪਰੂਵ ਕਰਨਾ ਹੈ, ਇਹ ਵੀ ਆਪਣੀ ਜਗ੍ਹਾ ਠੀਕ ਹੈ। 2017-18 'ਚ ਸਕੀਮ ਲਿਆਂਦੀ ਸੀਗੀ, ਠੀਕ ਹੈ, ਅਤੇ 3 ਸਾਲਾਂ ਵਾਸਤੇ, ਇਹ ਵੀ ਠੀਕ ਹੈ ਜੀ। ਆਹ ਤਾਂ ਨਾਲ ਦੀਆਂ ਉਹੀ ਉਹ ਹੁੰਦੀਆਂ ਨੇ ਗੱਲਾਂ ਜਿਹੜੀਆਂ ਡੈਕੋਰੇਟ ਕਰਨ ਵਾਸਤੇ। ਇਹਨਾਂ 'ਚ ਨਾ ਕਦੇ, ਜਿਵੇਂ ਹੁਣ ਉੱਥੇ ਲਿਖਤਾ ਮੋਰ ਦੈਨ 10 ਕਰੋੜ, ਇਹਦੇ 'ਚ ਕਦੇ ਵੀ ਐਗਜ਼ਾਮੀਨਰ ਗਲਤ ਨਹੀਂ ਲਿਖੂਗਾ। ਮਤਲਬ ਤੁਹਾਨੂੰ ਉਰੇ 70 ਕਰੋੜ 80 ਕਰੋੜ ਐਵੇਂ ਗਲਤ, ਇਹ 'ਚ ਗਲਤੀ ਕਦੇ ਨਹੀਂ ਕਰਵਾਊਗਾ, ਕਿਉਂਕਿ ਇਹ ਪੁਆਇੰਟ ਕਿਸੇ ਨੂੰ ਵੀ ਕਦੇ ਯਾਦ ਹੋਣ ਵਾਲੇ ਨਹੀਂ ਹੁੰਦੇ। ਇਹ ਤਾਂ ਹਮੇਸ਼ਾ 99% ਠੀਕ ਹੀ ਹੁੰਦੇ ਨੇ। ਉਹ ਗਲਤੀ ਕਰਵਾਊਗਾ ਮੇਨ ਪੁਆਇੰਟਾਂ 'ਚ, ਜਿਵੇਂ ਆ ਰੀਨੇਮ, ਇੱਥੇ ਗਲਤ ਲਿਖ ਸਕਦਾ ਹੈ ਤੁਹਾਨੂੰ, ਠੀਕ ਹੈ। ਇੱਥੇ ਗਲਤ ਲਿਖ ਸਕਦਾ ਵੀ 0 ਤੋਂ ਲੈ ਕੇ 18 ਸਾਲਾਂ ਵਾਸਤੇ, ਐਡੋਲਸੈਂਟ ਬॉयਜ਼ ਵਾਸਤੇ ਆ, ਕਿਉਂਕਿ ਮੇਨ ਪੁਆਇੰਟ ਦੇ ਵਿੱਚ ਗਲਤੀ, ਤੁਹਾਨੂੰ ਮੇਨ ਪੁਆਇੰਟ ਪਤਾ ਹੋਣੇ ਜ਼ਰੂਰੀ ਨੇ। ਬਾਕੀ ਤਾਂ ਡੈਕੋਰੇਸ਼ਨ ਵਾਲੇ ਪੁਆਇੰਟ ਹੁੰਦੇ ਨੇ ਤਾਂ ਠੀਕ ਹੀ ਹੁੰਦੇ ਨੇ। ਇਸ ਕਰਕੇ ਮੇਨ ਨੂੰ ਟਾਰਗੇਟ ਕਰੋ। ਇਹ ਵੀ ਨਹੀਂ ਹੈਗਾ ਕਿਤੇ ਸੋਚੋ ਵੀ ਹੁਣ ਇੱਕ ਇੱਕ ਚੀਜ਼ ਅਸੀਂ ਕਿਵੇਂ ਯਾਦ ਕਰਾਂਗੇ, ਇੱਕ ਇੱਕ ਚੀਜ਼ ਨਹੀਂ ਯਾਦ ਕਰਨ ਦੀ ਲੋੜ। ਜੇ ਗਲਤੀ ਹੁੰਦੀ ਤਾਂ ਇੱਥੇ ਹੀ ਗਲਤੀ ਹੋ ਜਾਣੀ ਸੀ, ਪਹਿਲੇ 2 ਪੁਆਇੰਟਾਂ 'ਚ, ਅੱਗੇ 'ਚ ਤਾਂ ਜਾਣਾ ਹੀ ਨਹੀਂ ਸੀ ਉਹਨੇ, ਠੀਕ ਹੈ। ਜੇ ਦੋਨੋਂ ਠੀਕ ਨੇ ਤਾਂ ਆਟੋਮੈਟਿਕਲੀ ਡੀ ਇਹਦਾ ਕਰੈਕਟ ਆਨਸਰ ਬਣ ਗਿਆ। ਹੁਣ ਆਹ ਵੀ ਬੜਾ ਪਿੱਛੇ ਦੇ ਫੇਮਸ ਸੀਗਾ, ਸਕੂਲਾਂ 'ਚ ਵੀ ਮਤਲਬ ਪਿੰਡਾਂ 'ਚ ਵੀ ਵੰਡੀਆਂ ਨੇ ਇਹ ਗੋਲੀਆਂ ਵਾਧੂ, ਠੀਕ ਹੈ, ਕਿ ਡੀਵਾਰਮਿੰਗ ਵਾਸਤੇ, ਕਿ ਬੱਚਿਆਂ ਦੇ ਅੰਦਰ ਜਿਹੜੇ ਉਹ ਵੋਰਮਸ ਹੁੰਦੇ ਨੇ, ਪੇਟ ਦੇ ਕੀੜੇ ਕਹਿੰਦੇ ਆ ਜਿਹਨੂੰ ਆਪਾਂ, ਉਹਦੇ ਵਾਸਤੇ ਕਿਹੜੀ ਗੋਲੀ ਆ, ਅਲਬੈਂਡਾਜ਼ੋਲ, ਬੜੀ ਮਸ਼ਹੂਰ ਹੈ, ਫੇਮਸ ਹੈ, ਠੀਕ ਹੈ। ਅਤੇ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ, ਮੈਨੂੰ ਲੱਗਦਾ ਸਭ ਨੂੰ ਪਤਾ ਹੀ ਹੋਊਗਾ, ਜਿਹੜੇ ਬੱਚਿਆਂ ਵਾਲੇ ਹੈਗੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਐਟਲੀਸਟ। ਤਾਂ ਆਹ ਸਾਰੀਆਂ ਹੀ ਗੋਲੀਆਂ ਮੈਂ ਉਹੀ ਲਿਖਤੀਆਂ ਟੈਬਲੇਟਸ ਜਿਹੜੀਆਂ ਨਿਊਜ਼ 'ਚ ਸੀ। ਹਾਈਡਰੋਕਸੀ ਕਲੋਰੋਕੁਈਨ, ਫੈਬੀਫਲੂ, ਕੋਵੀ4, ਇਹਨਾਂ ਦੇ ਨਾਮ ਕੋਵਿਡ-19 ਦੇ ਨਾਲ ਰਿਲੇਟਡ। ਤੁਸੀਂ ਨੇ ਆਪਣਾ ਕੋਵਿਡ-19 ਵਾਲਾ ਪੂਰਾ ਲੈਕਚਰ ਸੁਣਿਆ ਹੋਵੇਗਾ ਗੁਰਸ਼ਨ ਸਰ ਦਾ, ਤਾਂ ਉਹਦੇ ਵਿੱਚ ਇਹਨਾਂ ਦਾ ਜ਼ਰੂਰ ਜ਼ਿਕਰ ਆਇਆ ਹੋਊਗਾ, ਫੈਬੀਫਲੂ, ਹਾਈਡਰੋਕਲੋਰੋਕੁਈਨ ਦਾ। ਤਾਂ ਇਸ ਕਰਕੇ ਨਿਊਜ਼ 'ਚ ਸੀ, ਮੈਂ ਤਾਂ ਕਰਕੇ ਸਾਹਮਣੇ ਲਿਖਤੀਆਂ ਵੀ ਐਟਲੀਸਟ ਚਲੋ ਇਹਨੂੰ ਦੇਖ ਕੇ ਇਹਨਾਂ ਬਾਰੇ ਪੜ੍ਹ ਲਓਗੇ ਤੁਸੀਂ, ਤਾਂ ਉਹ ਵੀ ਬਹਾਨੇ ਸਿਰ ਕਵਰ ਹੋ ਜਾਊਗਾ। 66th ਕੁਐਸਚਨ, ਜੈਪਨੀਜ਼ ਐਨਸੀਫੈਲੈਂਟਿਸ ਡਿਜ਼ੀਜ਼ ਦਾ ਨਾਮ ਹੈ। ਕਿਹੜਾ ਡਿਜ਼ੀਜ਼ ਹੈ, ਵਾਇਰਲ ਡਿਜ਼ੀਜ਼ ਹੈ ਜਿਹੜਾ ਬ੍ਰੇਨ ਨੂੰ ਇਫੈਕਟ ਕਰਦਾ, ਠੀਕ ਹੈ। ਜਾਪਾਨ 'ਚ ਹੀ ਜ਼ਿਆਦਾ ਫੈਲਿਆ ਸੀ ਇਹ, ਠੀਕ ਹੈ। ਤਾਂ ਬ੍ਰੇਨ ਨੂੰ ਇਫੈਕਟ ਕਰਦਾ ਸਿੱਧਾ, ਇਹ ਇਹਦਾ ਕਰੈਕਟ ਆਨਸਰ ਹੈ। ਡਿਜ਼ੀਜ਼ ਦਾ ਤਾਂ ਸਿੱਧਾ ਫੈਕਚੁਅਲ ਆ, ਪਤਾ ਤੁਹਾਨੂੰ ਤਾਂ ਠੀਕ ਹੈ, ਨਹੀਂ ਪਤਾ ਤਾਂ ਨਹੀਂ ਪਤਾ। ਵਿਟਾਮਿਨ ਕੇ ਦੀ ਡੈਫੀਸ਼ੀਐਂਸੀ ਨਾਲ ਕੀ ਹੋਊ। ਜੇ ਚਾਰਟ ਆਪਣੇ ਘਰੇ ਤੁਸੀਂ ਲਾ ਰੱਖਿਆ ਹੋਇਆ ਸਾਰਾ ਵਿਟਾਮਿਨਸ ਵਾਲਾ, ਫਿਰ ਤਾਂ ਕੱਢਤਾ ਹੋਣਾ ਆਨਸਰ, ਠੀਕ ਹੈ, ਕਿਉਂਕਿ ਹੁਣ ਤੱਕ ਤਾਂ ਯਾਦ ਹੋ ਗਿਆ ਹੋਊਗਾ ਉਹ। ਤਾਂ ਇਹ ਕਿਹਦੇ ਲਈ ਹੁੰਦਾ, ਬਲੱਡ ਕਲੌਟਿੰਗ ਲਈ,
मतलब ਬਲੱਡ ਤੁਹਾਡਾ ਜਿਵੇਂ ਚੱਲਿਆ ਉਹਦੇ ਕਲੌਟ ਬਣ ਜੰਮਣਾ ਉਹਦਾ ਜ਼ਰੂਰੀ ਹੈ, ਜਿਵੇਂ ਉਹ ਖਰੀਂਡ ਜਾ ਜਾਂਦਾ ਆਪਣੇ ਉੱਪਰ ਨਾ, ਤਾਂ ਉਹ ਆਉਣਾ ਜ਼ਰੂਰੀ ਆ। ਉਹ ਵਿਟਾਮਿਨ ਕੇ ਕਰਕੇ ਆਉਂਦਾ। ਜੇ ਕਮੀ ਆ ਤਾਂ ਬਲੱਡ ਕਲੌਟਿੰਗ ਨਹੀਂ ਹੋਊਗੀ, ਤੁਹਾਡੇ ਬਲੱਡ ਜਲਦੀ ਨਹੀਂ ਰੁਕੂਗਾ। ਤਾਂ ਬਲੱਡ ਕੋਐਗੂਲੇਸ਼ਨ ਵਾਸਤੇ ਇਹ ਯੂਜ਼ ਹੁੰਦਾ। ਅਦਰ ਵਰਡ ਆ ਕਲੌਟਿੰਗ ਦੇ ਲਈ ਕੋਐਗੂਲੇਸ਼ਨ। ਤਾਂ ਬੀ ਇਹਦਾ ਕਰੈਕਟ ਆਂਸਰ ਹੋ ਗਿਆ। ਫੁੱਟ ਤੇ ਮਾਊਥ ਡਿਸੀਜ਼ ਬਹੁਤ ਨਿਊਜ਼ 'ਚ ਰਹਿੰਦਾ ਇਹ, ਠੀਕ ਹੈ। ਪਿੱਛੇ ਦੇ ਗੋਕੁਲ ਮਿਸ਼ਨ, ਇਹ ਉਹ ਮਿਸ਼ਨ, ਸਰਕਾਰ ਨੇ ਕਿੰਨੇ ਹੈ ਨਾ ਪਸ਼ੂਆਂ ਦੇ ਜਿਹੜੇ ਕੈਟਲਸ ਨੇ ਉਹਨਾਂ ਦੇ ਫੁੱਟ ਮਾਊਥ ਡਿਜ਼ੀਜ਼ ਕਰਨ ਵਾਸਤੇ ਕਿੰਨੀਆਂ ਸਕੀਮਾਂ ਕੱਢੀਆਂ ਨੇ ਪਿੱਛੇ ਦੇ। ਤਾਂ ਉਹ ਸਕੀਮ ਦੇ ਤਹਿਤ ਹੀ ਮੈਂ ਇਹ ਕੁਐਸਚਨ ਪਾਇਆ, ਕਿਉਂਕਿ ਇਹ ਨਿਊਜ਼ 'ਚ ਸੀ ਪਿੱਛੇ ਬਹੁਤ। ਤਾਂ ਇਹ ਡਿਜ਼ੀਜ਼ ਕਿਹੜਾ ਡਿਜ਼ੀਜ਼ ਹੈ? ਇਹਨੂੰ ਬੈਕਟੀਰੀਆ ਕਾਜ਼ ਕਰਦਾ, ਪ੍ਰੋਟੋਜ਼ੋਆ ਕਰਦਾ ਕਿ ਫੰਗੀ? ਤਾਂ ਹੈਗਾ ਜੀ ਵਾਇਰਸ। ਵਾਇਰਲ ਡਿਜ਼ੀਜ਼ ਹੈ ਇਹ, ਵਾਇਰਸ ਥਰੂ ਕਾਜ਼ ਕੀਤਾ ਜਾਂਦਾ। ਹੁਣ ਵਾਇਰਸ ਚੱਲ ਰਿਹਾ, ਤਾਂ ਆਹ ਸਭ ਤੋਂ ਇੰਪੋਰਟੈਂਟ ਸਵਾਲ ਤੁਹਾਡੇ ਲਈ ਬਣ ਜਾਂਦਾ 69th। ਹੁਣ ਵਾਇਰਸ 'ਤੇ ਤੁਸੀਂ ਨੇ ਪੂਰੀ ਵੀਡੀਓ ਦੇਖ ਲਈ ਗੁਰਸ਼ਰਨ ਸਰ ਦੀ, ਠੀਕ ਹੈ। ਤਾਂ ਜੇ ਤੁਸੀਂ ਚੰਗੀ ਤਰ੍ਹਾਂ ਸਮਝੀ ਹੈ ਵੀਡੀਓ, ਤਾਂ ਆਹ ਕੁਐਸਚਨ ਦਾ ਆਨਸਰ ਤੁਹਾਡੇ ਤੋਂ ਮੈਂ ਉਮੀਦ ਕਰਦਾ ਕਿ ਤੁਸੀਂ ਸਹੀ ਦਿੱਤਾ ਹੋਊਗਾ। ਵਾਇਰਸ ਲੈਕ enzymes necessary for generation of energy. Virus can be cultured in any synthetic medium. Virus are transmitted from one organism to another by biological vectors only. देखो तीजा ਤਾਂ ਸਭ ਨੂੰ ਪਤਾ ਹੈ, ਜੇ ਤੀਜਾ ਠੀਕ ਹੈ ਆ ਤਾਂ ਨਿਕਲ ਗਿਆ, ਜਾਂ ਤਾਂ BCD ਰਹਿ ਗਿਆ, ਠੀਕ ਹੈ। ਹੁਣ ਪਹਿਲਾਂ ਇੱਕ ਚੀਜ਼ ਦੇਖੋ, ਵਾਇਰਸ ਦੀ ਕੋਈ ਐਂਜ਼ਾਈਮਸ ਨਹੀਂ ਹੁੰਦੀਆਂ ਜਿਹਦੇ ਨਾਲ ਇਹ એનર્ਜੀ ਜਨਰੇਟ ਕਰ ਸਕਣ। ਵਾਇਰਸ ਹਮੇਸ਼ਾ ਇੱਕ ਬੋਡੀ ਭਾਲਦਾ ਹੈ। ਵਾਇਰਸ ਨੂੰ ਇੱਕ ਹੋਸਟ ਦੀ ਲੋੜ ਪੈਂਦੀ ਹੈ, ਉਹ ਹੋਸਟ 'ਚ ਇਹ ਜਾਂਦਾ ਹੈ, ਜਾ ਕੇ ਆਪਣੇ ਆਪ ਨੂੰ ਡੁਪਲੀਕੇਟ ਕਰਦਾ ਹੈ, ਰੈਪਲੀਕੇਸ਼ਨ ਕਰਦਾ, ਆਪਣੀਆਂ ਮਲਟੀਪਲ ਕਾਪੀਜ਼ ਬਣਾ ਲੈਂਦਾ ਹੈ। ਮਲਟੀਪਲ ਕਾਪੀਜ਼ ਬਣਾ ਕੇ, ਜਿਵੇਂ ਸਾਡਾ RNA ਜਾਂ ਜੋ DNA ਹੁੰਦਾ, ਠੀਕ ਹੈ, ਉਹ RNA ਉਹਦੇ ਵਰਗੀਆਂ ਹੀ ਕਾਪੀਜ਼ ਕ੍ਰੀਏਟ ਕਰ ਲੈਂਦਾ, ਆਪਣੀਆਂ RNA ਵਰਗੀਆਂ। ਅਤੇ ਸਾਡੀ ਬੋਡੀ ਉਹਨਾਂ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੀ ਵੀ ਮੇਰੇ ਅਸਲੀ RNA ਇਹ ਹੈਗੇ ਨੇ ਜਾਂ DNA ਹੈਗਾ, ਜਾਂ ਫਿਰ ਇਹ ਵਾਇਰਸ ਵਾਲਾ। ਉਹਨੂੰ ਉਹ ਲਿਜਾ ਕੇ ਉਹਨੂੰ ਅਲਾਓ ਕਰਦੀ ਰਹਿੰਦੀ ਆ ਪੂਰੀ ਬੋਡੀ 'ਚ ਵੀ, ਜਿੱਥੇ ਮਰਜ਼ੀ ਘੁੰਮ। ਤਾਂ ਜਿਹੜੀ ਸਾਡੀ ਯਾਨੀ ਕਿ ਬੋਡੀ ਦੇ ਐਂਟੀਬੋਡੀਜ਼ ਨੇ, ਇਹ ਉਹਨੂੰ ਪਹਿਚਾਣ ਨਹੀਂ ਕਰ ਪਾਉਂਦੇ। ਤਾਂ ਇਸ ਕਰਕੇ ਉਦੋਂ ਬਾਅਦ ਇਹ ਸਾਰੀ ਬੋਡੀ 'ਚ ਫੈਲ ਜਾਂਦਾ। ਵੈਸੇ ਕਿਸੇ ਲੱਕੜ 'ਤੇ ਪਿਆ, ਕਿਸੇ ਮੈਂ ਕਹਿੰਦਾ ਲੋਹੇ 'ਤੇ ਪਿਆ, ਪਲਾਸਟਿਕ 'ਤੇ ਪਿਆ, ਚਾਹੇ ਕੋਵਿਡ ਆਹੀ ਕਿਉਂ ਨਾ ਪਿਆ ਹੋਵੇ, ਕਰੋਨਾ ਵਾਇਰਸ, ਇਹਦਾ ਕੋਈ ਕੁਛ ਨਹੀਂ ਹੋਣ ਲੱਗਿਆ। ਉੱਥੇ ਪਿਆ ਕੋਈ ਨੁਕਸਾਨ ਨਹੀਂ, ਕੁਛ ਨਹੀਂ ਕਰੂਗਾ, ਕਿਉਂਕਿ ਅੰਟਿਲ ਉਹਨੂੰ ਕੋਈ ਬੋਡੀ ਨਹੀਂ ਮਿਲੂਗੀ। ਐਂਜ਼ਾਈਮਸ ਬੋਡੀ 'ਚੋਂ ਹੀ ਤਾਂ ਮਿਲਣੀਆਂ ਨੇ ਉਹਨੂੰ, ਜਿੱਥੋਂ ਐਨਰਜੀ ਪ੍ਰੋਡਿਊਸ ਕਰਕੇ ਉਹ ਆਪਣੇ ਆਪ ਨੂੰ ਰੀਜਨਰੇਟ ਕਰੂਗਾ, ਹੋਰ ਜ਼ਿਆਦਾ ਕਾਪੀਜ਼ ਬਣਾਊਗਾ ਆਪਣੀਆਂ। ਤਾਂ ਇਸ ਕਰਕੇ ਸਿੰਥੈਟਿਕ ਮੀਡੀਅਮ 'ਤੇ ਕਲਚਰ ਹੋ ਜਾਊਗਾ ਇਹ ਨਾ, ਕੋਈ ਮਤਲਬ ਨਹੀਂ। ਸਿੰਥੈਟਿਕ ਮੀਡੀਅਮ 'ਤੇ ਤਾਂ ਜੇ ਇੱਕ ਕਣ ਆਇਆ ਤਾਂ ਇੱਕ ਕਣ ਹੀ ਪਿਆ ਰਹੂਗਾ, ਥੋੜ੍ਹੇ ਟਾਈਮ ਬਾਅਦ, ਘੰਟੇ 2 ਘੰਟੇ ਬਾਅਦ ਮਰ ਜਾਊਗਾ ਉਹ, ਠੀਕ ਹੈ। ਜੇ ਉਹ ਬੋਡੀ 'ਚ ਆ ਗਿਆ, ਉਹ ਇੱਕ ਕਣ ਦੇ ਹੀ ਪਤਾ ਨਹੀਂ ਕਿੰਨੇ ਲੱਖਾਂ ਕਣ ਬਣਾ ਲੂਗਾ ਉਹ। ਤਾਂ ਇਹ ਕਹਾਣੀ ਹੈ ਪੂਰੀ ਦੀ ਪੂਰੀ। ਤਾਂ ਇਸ ਕਰਕੇ B ਇਹਦਾ ਆਪਣੇ ਆਪ 'ਚ ਗਲਤ ਹੈ। ਆਹ ਦੋਨੋਂ 1 ਤੇ 3 ਸਹੀ ਨੇ। ਇੰਪੋਰਟੈਂਟ ਕੁਐਸਚਨ ਹੈ, ਸਮਝਿਓ ਧਿਆਨ ਨਾਲ, ਇਹ ਜ਼ਰੂਰੀ ਹੈ। ਕੁਐਸਚਨ ਤਾਂ ਇਹ ਨਾ ਸੋਚੋ ਹੁਣ ਕੁਐਸਚਨ ਤਾਂ ਨਹੀਂ ਸਿੱਧਾ ਹੀ ਆਉਣ ਲੱਗਿਆ ਪੇਪਰ 'ਚ, ਪਰ ਸਮਝ ਜ਼ਰੂਰੀ ਹੈ। ਸਮਝ ਦੇ ਬਿਹਾਫ 'ਤੇ ਕੋਈ ਕੁਐਸਚਨ ਇਹੋ ਜਿਹਾ ਬਣ ਸਕਦਾ। ਆਹ ਕੁਛ ਡਿਜ਼ੀਜ਼ ਨੇ, ਤੁਸੀਂ ਨੇ ਦੱਸਣਾ ਵੀ ਕਿਹੜਾ ਵਾਇਰਲ ਡਿਜ਼ੀਜ਼ ਆ, ਕਿਹੜਾ ਫੰਗਸ ਤੋਂ ਹੋਣ ਵਾਲਾ, ਕਿਹੜਾ ਕਿਤੋਂ ਹੋਣ ਵਾਲਾ, ਠੀਕ ਹੈ। ਤਾਂ ਦੇਖੋ ਇਹ ਬੇਸਿਕ ਡਿਜ਼ੀਜ਼ ਨੇ ਸਾਰੇ, ਇਹਨਾਂ ਬਾਰੇ ਤਾਂ ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ, ਠੀਕ ਹੈ। ਜਿਵੇਂ ਹੁਣ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਟੈਟਨਸ ਦੀ, ਬੈਕਟੀਰੀਆ ਤੋਂ ਹੋਣ ਵਾਲਾ ਡਿਜ਼ੀਜ਼ ਹੈ। ਟੈਟਨਸ ਦਾ ਇੰਜੈਕਸ਼ਨ ਵੀ ਲਾਉਣੇ ਆਪਾਂ। ਚਿਕਨ ਪੌਕਸ ਕੀ ਹੈ? ਵਾਇਰਸ। ਚਿਕਨ ਪੌਕਸ ਵਾਇਰਸ ਹੈ। ਤਾਂ ਚਿਕਨ ਪੌਕਸ ਜਿਹਨੂੰ ਪਤਾ ਵੀ ਵਾਇਰਸ ਹੈ, ਉਹਨੇ ਕਰੈਕਟ ਆਨਸਰ ਕੱਢ ਲਿਆ ਹੋਊਗਾ। ਮਲੇਰੀਆ ਪ੍ਰੋਟੋਜ਼ੋਆ ਤੋਂ ਹੋਣ ਵਾਲਾ, ਠੀਕ ਹੈ। ਅਥਲੀਟ ਫੁੱਟ ਫੰਗਲ ਡਿਜ਼ੀਜ਼ ਹੈ। ਤਾਂ ਆਪਣੇ ਆਪ 'ਚ ਤਾਂ ਇਹਦਾ ਕਰੈਕਟ ਆਨਸਰ ਬਣਦਾ C। ਇਹ ਡਿਜ਼ੀਜ਼ਜ਼ ਦਾ ਤੁਹਾਨੂੰ ਅੱਗੇ ਕੁਛ ਪ੍ਰੋਵਾਈਡ ਵੀ ਹੋ ਜਾਊਗਾ ਕਾਫੀ ਕੁਛ, ਤਾਂ ਐਜ਼ ਵੈਲ ਐਜ਼ ਮਤਲਬ ਇਹਦੇ ਬਾਰੇ ਤੁਹਾਨੂੰ ਡਿਜ਼ੀਜ਼ਜ਼ ਬਾਰੇ ਤਾਂ ਪਤਾ ਹੋਵੇ, ਬਾਇਓ ਦੇ ਵਿੱਚ ਆਏਗਾ, ਇਹ ਬਾਇਓ 'ਚ ਕਵਰ ਹੋ ਜਾਏਗਾ। ਤਾਂ ਇਹ ਸਾਰੇ ਡਿਜ਼ੀਜ਼ ਵੀ ਕਿਹੜਾ ਵਾਇਰਲ ਡਿਜ਼ੀਜ਼ ਹੈ, ਕਿਹੜਾ ਬੈਕਟੀਰੀਅਲ ਡਿਜ਼ੀਜ਼ ਹੈ, ਤਾਂ ਇਹਦੀ ਇੱਕ ਲਿਸਟ ਜੀ ਤੁਹਾਡੇ ਕੋਲੇ ਹੋਵੇ ਵੀ ਆਹ ਬੈਕਟੀਰੀਅਲ ਡਿਜ਼ੀਜ਼ ਨੇ, ਆਹ ਇਹ ਨੇ। ਤੁਹਾਨੂੰ ਪ੍ਰੋਵਾਈਡ ਵੀ ਕਰ ਦਿੱਤੇ ਜਾਣਗੇ ਆਉਣ ਵਾਲੇ ਸਮੇਂ, ਜਿਹੜੇ ਲੈਕਚਰ ਆਉਣਗੇ ਉਹਨਾਂ ਦੇ ਵਿੱਚ ਮਿਲ ਜਾਣਗੇ। ਪਰ ਇਹ ਕੁਐਸਚਨ ਮੈਂ ਤੁਹਾਨੂੰ ਵੈਸੇ ਹੀ ਅਗਾਹ ਕਰਨਾ ਚਾਹੁੰਦਾ ਸੀ ਵੀ ਇਹੋ ਜਿਹਾ ਕੁਐਸਚਨ ਵੀ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ। ਇੰਪੋਰਟੈਂਟ ਕੁਐਸਚਨ ਆ ਆਪਣੇ ਆਪ। ਤਾਂ ਇਹ ਆਪਣੇ 70 ਕੁਐਸਚਨ ਸੀ। ਉਮੀਦ ਹੈ ਕਿ ਕਾਫੀ ਕੁਛ ਤੁਹਾਡੇ ਲਈ ਫਰੂਟਫੁਲ ਨਿਕਲਿਆ ਹੋਊਗਾ ਇਸ ਡਿਸਕਸ਼ਨ 'ਚੋਂ। ਅੱਗੇ ਜਿਹੜੇ ਆਪਣੇ ਕੋਲੇ 10 ਕੁਐਸਚਨ ਹੈਗੇ ਨੇ ਇਹਦੇ ਕੀ ਕਹਿੰਦੇ ਆਪਾਂ ਸਿਲੋਜਿਜ਼ਮ ਦੇ, ਇਹਨਾਂ ਦੇ ਵਿੱਚ ਕਿਸੇ ਕੁਐਸਚਨ 'ਚ ਜੇ ਪ੍ਰੋਬਲਮ ਹੋਊਗੀ ਤਾਂ ਤੁਸੀਂ ਡਾਇਰੈਕਟਲੀ ਮੈਨੂੰ ਭੇਜ ਸਕਦੇ ਹੋ। ਖਾਸ ਕਰ ਇਹਨਾਂ ਦੇ ਤੁਸੀਂ ਡਾਊਟਸ ਮੈਨੂੰ ਹੀ ਭੇਜਿਓ, ਠੀਕ ਹੈ। ਜੇ ਇਸ ਆਹ ਵਾਲੇ ਪਰਟੀਕੂਲਰ 'ਚ ਨੇ, ਜੇ ਅਗਲੇ ਜਿਹੜੇ ਆ 80 ਤੋਂ ਬਾਅਦ ਵਾਲਾ ਪੋਰਸ਼ਨ ਆ, ਠੀਕ ਹੈ, ਇਹਦੇ 'ਚ ਤਾਂ ਦੇਖੋ ਜੇ ਡਾਊਟ ਆ ਇਹ ਤਾਂ ਤੁਸੀਂ ਆਪ ਹੀ ਕਲੀਅਰ ਕਰ ਸਕਦੇ ਹੋ, ਇਹ ਤਾਂ ਸਿੱਧੇ ਸਵਾਲ ਨੇ। ਹਾਂ, ਅੱਗੇ ਗੱਲ ਆ ਗਈ ਰੈਂਕਿੰਗ ਅਤੇ ਉਹਦੀ ਡਾਇਰੈਕਸ਼ਨਸ ਦੀ, ਉਹ ਡਾਊਟ ਤੁਸੀਂ ਪ੍ਰਦੀਪ ਸਰ ਨੂੰ ਭੇਜ ਸਕਦੇ ਹੋ, ਠੀਕ ਹੈ। ਪ੍ਰਦੀਪ ਸਰ ਤੋਂ ਤੁਸੀਂ ਸੋਲਵ ਕਰਾ ਸਕਦੇ ਹੋ। ਪਰ ਖਾਸ ਕਰਕੇ ਜਿਹੜੇ ਇਹ ਡਾਊਟਸ ਨੇ, ਇਹ ਡਾਊਟਸ ਤੁਸੀਂ ਮੈਨੂੰ ਹੀ ਭੇਜੋ, ਮੈਂ ਹੀ ਕਲੀਅਰ ਕਰੂੰਗਾ, ਠੀਕ ਹੈ। ਜਿਹੜਾ ਆਪਣਾ ਸਿਲੋਜਿਜ਼ਮ ਵਾਲਾ ਹੈਗਾ ਇਨਕਮ ਐਕਸਪੈਂਡੀਚਰ ਮੈਥਡ ਥਰੂ,
ਤਾਂ ਆਪਣੇ ਅੱਜ ਦੇ ਇਸ ਲੈਕਚਰ 'ਚ ਇੰਨਾ ਹੀ ਆ। ਅਤੇ ਥੈਂਕ ਯੂ ਫॉर ਵਾਚਿੰਗ ਅਤੇ ਕੰਸਨਟ੍ਰੇਸ਼ਨ ਬਣਾਉਣ ਲਈ। ਅਤੇ ਮਿਲਦੇ ਹਾਂ ਕਿਸੇ ਨਵੇਂ ਲੈਕਚਰ ਦੇ ਨਾਲ। ਥੈਂਕ ਯੂ।